ਕਿਹੜੇ ਕੇਸਾਂ ਦੇ ਉੱਤੇ ਅੱਜ ਆਪਾਂ ਡਿਸਕਸ ਕਰਨ ਜਾ ਰਹੇ ਹਾਂ। ਸੋ ਕੀ ਹੋ ਰਿਹਾ ਕਿ ਹੁਣ ਜਦੋਂ ਆਪਾਂ ਨਿਊਯਾਰਕ ਚ ਗਏ ਸੀਗੇ, ਨਿਊਯਾਰਕ ਤੋਂ ਕਾਫੀ ਜ਼ਿਆਦਾ ਸਾਡੇ ਕੋਲ ਨਿਊਯਾਰਕ ਤੋਂ ਕਾਫੀ ਜ਼ਿਆਦਾ ਵੋਲਿਊਮ ਆਈ ਆ। ਜ਼ਿਆਦਾਤਰ ਸਾਡੇ ਕੋਲ ਜਿਹੜੇ ਕੇਸ ਆ ਰਹੇ ਉਹ ਆ ਰਹੇ, ਉਹਨਾਂ ਦੀ ਤਰੀਕ ਲੱਗ ਰਹੀ ਆ। ਫਿਰ ਉਹ ਦੇਖ ਰਹੇ ਕਿ ਉਹਨਾਂ ਦੇ ਵਕੀਲਾਂ ਕੋਲ ਰੀਲੋਕੇਸ਼ਨ ਦਾ ਮੁੱਦਾ ਨਾ ਅਜੇ ਤੱਕ ਹੈਂਡਲ ਨਹੀਂ ਕਰ ਪਾ ਰਹੇ ਵਕੀਲ। ਹੈਂਡਲ ਇਸ ਲਈ ਨਹੀਂ ਕਰ ਪਾ ਰਹੇ ਕਿਉਂਕਿ ਉਹੀ ਗੱਲਾਂ, ਹਾਕੀ ਸਟਿਕ 2 ਵਾਰੀ ਕੁੱਟ ਪਈ, ਪੋਸਟਰ ਲਾਂਦਾ ਸੀਗਾ, ਫੜ ਲਿਆ, ਪੁਲਿਸ ਸਟੇਸ਼ਨ ਗਏ, ਪੁਲਿਸ ਨੇ ਮਨਾ ਕਰਤਾ, ਥ੍ਰੈਟ ਦੇਤਾ, ਤੁਹਾਨੂੰ ਧਮਕੀ ਲਾਤੀ, ਵਾਪਸ ਜੇਲ੍ਹ ਚ ਪਾ ਦਾਂਗੇ। ਫਿਰ ਮੇਰੇ ਰਿਸ਼ਤੇਦਾਰ ਨੇ ਸਕੀਮ ਬਣਾਈ ਬਾਹਰ ਕੱਢ ਦੇਣਾ, ਹਨਾ। ਉਹ ਜਿਹੜਾ ਹੈਗਾ ਦਾਇਰਾ ਉਹਦੇ ਵਿੱਚ ਹੀ ਫਸੇ ਹੋਏ ਆ, ਕਹਾਣੀਆਂ ਵਾਲੇ ਕਹਾਣੀਆਂ ਲਾਈ ਜਾ ਰਹੇ ਆ। ਤੇ ਜੱਜ ਵੀ ਅੱਧੇ ਤੋਂ ਜ਼ਿਆਦਾ ਤਾਂ ਤੰਗ ਆਏ ਹੋਏ ਕਿ ਆ ਹੋ ਕੀ ਰਿਹਾ, ਕਿ ਸਾਰਿਆਂ ਦੇ ਕੇਸ ਵੀ ਸੇਮ ਆ, ਗੱਲਾਂ ਵੀ ਸੇਮ ਕਰੀ ਜਾਂਦੇ ਆ। ਸਿੰਘ ਵਰਸਸ ਗਾਰਲੈਂਡ, ਸਿੰਘ ਵਰਸਸ ਵਿਟੇਕਰ ਨੂੰ ਹੁਣ ਇੰਨਾ ਟਾਈਮ ਹੋ ਗਿਆ, ਪਰ ਕੀ ਹੈ ਕਿ ਜਿਹੜੀ ਕੁਆਲਿਟੀ ਜਿਹੜਾ ਹੈਗਾ ਪ੍ਰੈਜ਼ੈਂਟ ਕਰਨ ਦਾ ਉਹ ਉੱਥੇ ਦੀ ਉੱਥੇ ਹੀ ਖੜੀ ਆ। ਤੇ ਡਿਨਾਇਲ ਇਸ ਲਈ ਹੋ ਰਿਹਾ ਕਿ ਰੀਲੋਕੇਸ਼ਨ ਦਾ ਜਿਹੜੇ ਕਹਾਣੀਕਾਰ ਆ, ਮੈਨੂੰ ਲੱਗਦਾ ਉਹਨਾਂ ਨੂੰ ਨਹੀਂ ਰੀਲੋਕੇਸ਼ਨ ਦਾ ਪਤਾ ਕਿੱਦਾਂ ਵਾ। ਜਿਹੜੇ ਲੋਕੀ ਆ ਰਹੇ ਆ ਬਾਰਡਰ ਤੋਂ, ਉਹਨਾਂ ਦਾ ਚਲੋ ਉਹਨਾਂ ਤੋਂ ਤਾਂ ਆਪਾਂ ਐਕਸਪੈਕਟ ਨਹੀਂ ਕਰ ਸਕਦੇ ਕਿ ਉਹਨਾਂ ਨੂੰ ਦੋਨੋਂ ਜਿਹੜੇ ਸੈਕੰਡ ਸਰਕਿਟ ਦਾ ਲਾਅ ਵੀ ਪਤਾ ਹੋਵੇ, ਤਾਂ ਅੱਧੇ ਕੁ ਵਕੀਲਾਂ ਨੂੰ ਨਹੀਂ ਪਤਾ ਕੀ ਆ। ਸੋ ਕਹਿੰਦਾ ਭਾਜੀ ਮੇਰਾ ਫਿਰ ਵਕੀਲ ਦਾ ਨਾ ਕੇਸ ਡਿਨਾਈ ਹੋ ਗਿਆ ਲਾਸਟ ਮੂਮੈਂਟ ਤੇ। ਫਿਰ ਮੈਂ ਸੋਚਿਆ ਕਿ ਚਲੋ ਰੀਲੋਕੇਸ਼ਨ ਦੇ ਮੁੱਦੇ ਤੇ ਆ, ਤੁਹਾਨੂੰ ਕਰ ਲੈਂਦੇ ਆ ਕਿ ਕਿੱਦਾਂ ਨਾ। ਸੋ ਮੁੱਦਾ ਇੰਨਾ ਟੈਕਨੀਕਲ ਨਹੀਂ ਹੈਗਾ। ਸੋ ਇਹ ਹੈ ਕਿ ਆਪਾਂ ਡਿਸਕਸ ਵੀ ਕਈ ਵਾਰੀ ਕੀਤਾ। ਹੁਣ ਇਹ ਹੈ ਕਿ ਅੱਜ ਦਾ ਜਿਹੜਾ ਸ਼ੋਅ ਆ ਉਹਦੇ ਵਿੱਚ ਮੈਂ ਚਾਹੁੰਦਾ ਕਿ ਅੱਜ ਕਾਲਾਂ ਨਹੀਂ ਆਪਾਂ ਲਵਾਂਗੇ, ਕਿਉਂਕਿ ਟੌਪਿਕ ਜਿਹੜਾ ਲੰਬਾ ਹੋ ਜਾਣਾ, ਕਾਫੀ ਇਨਫੋਰਮੇਸ਼ਨਲ ਟੌਪਿਕ ਆ। ਸੋ ਜਿਹੜਾ ਵੀ ਸੁਣ ਰਿਹਾ ਅਸਾਲਮ ਦੀ ਸਪੇਸ 'ਚ ਹੈਗਾ, ਭਾਵੇਂ ਲਾਇਰ ਆ, ਭਾਵੇਂ ਟਰਾਂਸਲੇਟਰ ਇੰਟਰਪ੍ਰੇਟਰ ਆ, ਇਹ ਤੁਹਾਡੇ ਲਈ ਕਾਫੀ ਵੈਲਿਊਏਬਲ ਪ੍ਰੋਗਰਾਮ ਅੱਜ ਹੋਊਗਾ। ਕਿਉਂਕਿ ਤੁਹਾਨੂੰ ਨਾ ਐਕਚੁਅਲੀ ਦੇ ਵਿੱਚ ਮੈਂ ਕੋਸ਼ਿਸ਼ ਕਰੂੰਗਾ ਕਿ ਰੀਲੋਕੇਸ਼ਨ ਦਾ ਮੁੱਦਾ ਜਿਹੜਾ ਉਹ ਸਮਝਾ ਦੇਵਾਂ। ਜੇ ਅੱਜ ਵੀ ਨਹੀਂ ਸਮਝਾ ਪਾਇਆ ਤਾਂ ਫਿਰ ਆਪਣੇ ਹੱਥੋਂ ਬਾਹਰ ਆ, ਫਿਰ ਤੁਹਾਨੂੰ ਮੈਂ ਕਦੇ ਵੀ ਨਹੀਂ ਸਮਝਾ ਸਕਦਾ। ਸੋ ਅੱਜ ਕੀ ਹੈ ਕਿ ਮੈਂ ਚਾਹੁੰਦਾ ਕਿ ਦੋਨੋਂ ਜਿਹੜੇ ਸਰਕਿਟ ਲਾਅ ਦੇ ਜਿਹੜੇ ਕੇਸ ਆ, ਜਿਹੜਾ ਕਾਨੂੰਨ ਕੀ ਹੈਗਾ, ਸੈਕੰਡ ਸਰਕਿਟ ਦੇ ਵਿੱਚ ਕੀ ਹੋਇਆ, 9th ਸਰਕਿਟ ਦੇ ਵਿੱਚ ਕੀ ਹੋਇਆ, ਇਹ ਜਿਹੜੇ ਕੇਸ ਲਾਅ ਆ ਇਹ ਸਾਰੇ ਆਪਾਂ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਕਿ ਇਹਨਾਂ ਦੇ ਵਿੱਚ ਚੱਕਰ ਪਿਆ ਕੀ ਸੀਗਾ, ਕੀ ਆਰਗੂਮੈਂਟ ਪ੍ਰੈਜ਼ੈਂਟ ਕੀਤੀਆਂ ਸੀਗੀਆਂ, ਬੰਦੇ ਨੇ ਕੀ ਕਿਹਾ ਸੀਗਾ, ਉਹਦੇ ਵਕੀਲਾਂ ਨੇ ਕੀ ਕਿਹਾ ਸੀਗਾ, ਜੱਜ ਨੇ ਕੀ ਕਿਹਾ, ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ ਕੀ ਕਿਹਾ, ਸਰਕਿਟ ਕੋਰਟ ਨੇ ਕੀ ਕਿਹਾ। ਸੋ ਇਹਦੇ ਵਿੱਚੋਂ ਜਿਹੜਾ ਬੰਦਾ ਇਨਫੋਰਮੇਸ਼ਨ ਇਕੱਠੀ ਕਰ ਸਕਦਾ ਕਰ ਲਵੇ। ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਪ੍ਰੋਗਰਾਮ ਜਿਹੜਾ ਸਾਡਾ ਪਸੰਦ ਆਊਗਾ। ਜੀ ਜੀ ਬਿਲਕੁਲ। ਸੋ ਰੀਲੋਕੇਸ਼ਨ ਦਾ ਜਿਹੜਾ ਇਹ ਮੁੱਦਾ ਆ ਉਸ ਨੂੰ ਅੱਜ ਅਟਾਰਨੀ ਟਿਰਕੀਆਣਾ ਚੰਗੀ ਤਰ੍ਹਾਂ ਪੂਰੀ ਘੋਖ 'ਚ ਜਾ ਕੇ, ਡੂੰਘਾਈ 'ਚ ਜਾ ਕੇ ਤੁਹਾਡੇ ਨਾਲ ਡਿਸਕਸ ਜਿਹੜਾ ਉਹ ਕਰਨ ਜਾ ਰਹੇ ਹੈਗੇ ਆ। ਸੋ ਧਿਆਨ ਦੇ ਨਾਲ ਸਾਰਾ ਜਿਹੜੇ ਸੁਣਿਆ। ਸੋ 2 ਕੇਸਾਂ ਦੀ ਡਿਸਕਸ਼ਨ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਰੀਲੋਕੇਸ਼ਨ ਦੇ ਮੁੱਦੇ ਦੇ ਨਾਲ ਜਿਹੜੀ ਉਹ ਜੁੜੀ ਹੋਵੇਗੀ। ਸੋ ਇਹ ਜਿਹੜਾ ਇੰਟਰਨਲ ਰੀਲੋਕੇਸ਼ਨ ਦਾ ਮੁੱਦਾ, ਇੱਕ ਤਾਂ ਪਹਿਲੋਂ ਇਹ ਵੀ ਹੈ ਕੀ ਆ, ਇਹ ਕਿਉਂ, ਇਸ ਦੇ ਨਾਲ ਫਰਕ ਕਿਉਂ ਪੈਂਦਾ ਆ। ਕਈ ਮਾਮਲਿਆਂ ਦੇ ਵਿੱਚ ਲੋਕ ਇਸੇ ਮੁੱਦੇ ਦੇ ਬਾਵਜੂਦ ਕਈ ਜਿੱਤ ਜਾਂਦੇ ਆ, ਕਈ ਲੂਜ਼ ਕਰ ਜਾਂਦੇ ਆ। ਸੋ ਕੀ ਹੈਗਾ ਇਸ ਪੂਰੀ ਜਿਹੜੀ ਆ ਮਸਲੇ ਦੇ ਵਿੱਚ। ਸੋ ਇੰਟਰਨਲ ਰੀਲੋਕੇਸ਼ਨ ਨਾ, ਪੰਜਾਬੀ 'ਚ ਜਿਹਨੂੰ ਐਕਸਪਲੇਨ ਕਰੀਏ, ਇੰਟਰਨਲ ਦਾ ਮਤਲਬ ਹੁੰਦਾ ਅੰਦਰੂਨੀ, ਰੀਲੋਕੇਸ਼ਨ ਦਾ ਮਤਲਬ ਹੁੰਦਾ ਇੱਕ ਜਗ੍ਹਾ ਤੋਂ ਜਾ ਕੇ ਦੂਜੀ ਜਗ੍ਹਾ ਰਹਿਣਾ। ਸੋ ਅਸਾਲਮ ਦੇ ਜਿਹੜੇ ਕੇਸ ਆ ਉਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਜਿਹੜੀ ਚੀਜ਼ ਉਹ ਇਹ ਹੈਗੀ ਕਿ ਮੰਨ ਲਿਆ ਕਿ ਤੁਹਾਡੇ ਨਾਲ ਸਾਰਾ ਕੁਝ ਹੋਇਆ ਜੋ ਵੀ ਤੁਸੀਂ ਕਹਿ ਰਹੇ ਆ, ਪਰ ਕੁਐਸਚਨ ਇਹ ਬਣਦਾ ਕਿ ਤੁਸੀਂ ਆਪਣੀ ਕੰਟਰੀ ਦੇ ਵਿੱਚ ਕਿਤੇ ਹੋਰ ਜਾ ਕੇ ਸੇਫਲੀ ਤੇ ਰੀਜ਼ਨੇਬਲੀ ਰੀਲੋਕੇਟ ਕਰ ਸਕਦੇ ਹੋ, ਕਿਤੇ ਹੋਰ ਰਹਿ ਸਕਦੇ ਹੋ ਕਿ ਨਹੀਂ ਰਹਿ ਸਕਦੇ ਹੋ। ਸੋ ਇਹ ਮੁੱਦੇ ਦੇ ਉੱਤੇ ਲੋਕੀ ਕਹਿੰਦੇ ਯਾਰ ਕੇਸ ਡਿਨਾਈ ਹੋ ਗਿਆ, ਮੇਰਾ ਪਾਸ ਹੋ ਗਿਆ। ਉਹਨਾਂ ਨੂੰ ਲੱਗਦਾ ਕਿ ਪਤਾ ਨਹੀਂ ਕੀ ਜਾਦੂ ਜਿਹਾ ਬਣਿਆ ਹੋਇਆ, ਜੱਜ ਦੀ ਮਰਜ਼ੀ ਆ, ਉਹਨੇ ਸ਼ਾਇਦ ਮੇਰਾ ਪਾਸ ਕਰ ਦੇਣਾ, ਸ਼ਾਇਦ ਉਹਨੇ ਮੇਰਾ ਡਿਨਾਈ ਕਰ ਦੇਣਾ। ਇੱਦਾਂ ਕੁਝ ਨਹੀਂ ਹੈਗਾ। ਇਹ ਜਿਹੜੇ ਕੇਸ ਆ ਇਹ ਆਲਰੇਡੀ ਸੈਕੰਡ ਸਰਕਿਟ, 9th ਸਰਕਿਟ ਦੇ ਵਿੱਚ ਲਿਟੀਗੇਟ ਹੋ ਗਏ ਆ। ਜੇ ਜੱਜ ਡਿਨਾਈ ਕਰਦਾ ਤਾਂ ਉਹ ਇੱਕ ਰੀਜ਼ਨ ਨਾਲ ਡਿਨਾਈ ਕਰਦਾ, ਜੇ ਜੱਜ ਅਪਰੂਵ ਕਰਦਾ ਤਾਂ ਉਹ ਇੱਕ ਰੀਜ਼ਨ ਨਾਲ ਅਪਰੂਵ ਕਰਦਾ। ਸੋ 2 ਇਹਦੇ ਵਿੱਚ ਜਿਹੜੇ ਮੇਨ ਕੇਸ ਹੈਗੇ ਆ, ਨਰਿੰਦਰ ਸਿੰਘ ਵਰਸਸ ਵਿਟੇਕਰ ਜਿਹੜਾ ਕਿ ਕੈਲੀਫੋਰਨੀਆ ਦਾ ਕੇਸ ਹੈਗਾ, 9th ਸਰਕਿਟ ਨੇ ਡਿਸਾਈਡ ਕੀਤਾ। ਜਗਦੀਪ ਸਿੰਘ ਜਿਹੜਾ ਕਿ ਸੈਕੰਡ ਸਰਕਿਟ ਨਿਊਯਾਰਕ ਦਾ ਕੇਸ ਹੈਗਾ, ਸੈਕੰਡ ਸਰਕਿਟ ਨੇ ਜਿਹੜਾ ਡਿਸਾਈਡ ਕੀਤਾ। ਜਿਹੜਾ ਸਿੰਘ ਵਰਸਸ ਗਾਰਲੈਂਡ ਸੀਗਾ ਉਹ ਆਪਾਂ ਦੇਖਾਂਗੇ ਕਿ ਰਿਸਪੋਂਡੈਂਟ ਆ, ਜਿਹਨਾਂ ਨੂੰ ਕਲਾਇੰਟ ਕਹਿੰਦੇ ਆ, ਜਿਹੜੇ ਜੇ ਬੰਦਾ ਅਸਾਈਲਮ ਫਾਈਲ ਕਰ ਰਿਹਾ, ਜਿਹੜਾ ਸਿੰਘ ਵਰਸਸ ਗਾਰਲੈਂਡ ਆ ਉਹ ਲੋਕਾਂ ਨੂੰ ਆਪਸ਼ਨਸ ਪ੍ਰੋਵਾਈਡ ਕਰਦਾ, ਕਿਉਂਕਿ ਇਹ ਵਧੀਆ ਤਰੀਕੇ ਨਾਲ ਆਰਗਿਊ ਕੀਤਾ ਗਿਆ ਸੀਗਾ। ਜਿਹੜਾ ਜਗਦੀਪ ਸਿੰਘ ਵਰਸਸ ਗਾਰਲੈਂਡ ਆ ਉਹ ਜਿਹੜਾ ਹੈਗਾ ਨਿਊਯਾਰਕ ਵਾਲਿਆਂ ਦੇ ਹੱਕ ਜਿਹੜੇ ਖੁੰਦਾ, ਕਿਉਂਕਿ ਇਹ ਕੇਸ ਸਹੀ ਤਰੀਕੇ ਨਾਲ ਆਰਗਿਊ ਪ੍ਰੈਜ਼ੈਂਟ ਮੇਰੇ ਹਿਸਾਬ ਨਾਲ ਨਹੀਂ ਕੀਤਾ ਗਿਆ ਸੀਗਾ। ਸੋ ਕੀ ਹੈ ਕਿ ਜਦੋਂ ਕੇਸ ਸਰਕਿਟ ਕੋਰਟ ਦੇ ਵਿੱਚ ਜਾਂਦਾ, ਉਹਨੂੰ ਕੌਣ ਪ੍ਰੈਜ਼ੈਂਟ ਕਰਦਾ, ਕਿੱਦਾਂ ਪ੍ਰੈਜ਼ੈਂਟ ਕਰਦਾ, ਕੀ ਹੁੰਦਾ, ਉਹ ਸਾਰੀਆਂ ਚੀਜ਼ਾਂ ਫਿਰ ਜਿਹੜੇ ਆਉਣ ਵਾਲੇ ਜਿਹੜੇ ਕੇਸ ਆਣੇ ਆ ਅਗਲੇ ਕਈ ਸਾਲਾਂ ਤੱਕ, ਉਹਨਾਂ ਤੇ ਜਿਹੜਾ ਇੰਪੈਕਟ ਕਾਫੀ ਜ਼ਿਆਦਾ ਪਾਉਂਦੀਆਂ। ਕਿਉਂਕਿ ਜਿਹੜਾ ਸਰਕਾਰੀ ਵਕੀਲ ਹੁੰਦਾ ਉਹ ਸਿੱਧਾ ਹੀ ਕਹਿੰਦਾ ਕਿ ਅੱਛਾ ਇਹ ਤਾਂ ਸਿੰਘ ਵਰਸਸ ਗਾਰਲੈਂਡ ਆ ਗਿਆ ਨਿਊਯਾਰਕ ਦਾ, ਸਾਨੂੰ ਹੋਰ ਬਹਿਸ ਕਰਨ ਦੀ ਲੋੜ ਨਹੀਂ।
ਸੋ ਅੱਜ ਫਿਰ ਇਹ ਚੀਜ਼ ਬਾਰੇ ਮੇਨ ਜਿਹੜੀ ਡਿਸਕਸ਼ਨ ਹੈ, ਨਰਿੰਦਰ ਸਿੰਘ ਵਰਸਸ ਵਿਟੇਕਰ 9th ਸਰਕਿਟ ਤੇ ਜਗਦੀਪ ਸਿੰਘ ਵਰਸਸ ਗਾਰਲੈਂਡ 2nd ਸਰਕਿਟ ਨਿਊਯਾਰਕ ਦੇ, ਦੋਨਾਂ ਦੇ ਇਕੱਠੇ ਆਪਾਂ ਅਲੱਗ-ਅਲੱਗ ਬੜੀ ਵਾਰੀ ਡਿਸਕਸ ਕੀਤੇ ਆ। ਅੱਜ ਆਪਾਂ ਦੋਨੋਂ ਕੇਸ ਇਕੱਠੇ ਰੱਖ ਕੇ ਦੋਨਾਂ ਦੇ ਵਿੱਚ ਕੀ ਫੈਕਟ ਸੀਗੇ, ਕਿੱਦਾਂ ਸੀਗੇ, ਉਹ ਇਕੱਠੇ ਰੱਖ ਕੇ ਕੰਪੇਅਰ ਕਰਾਂਗੇ ਕਿ ਕੀ ਚੀਜ਼ ਹੈ, ਕੀ ਚੱਕਰ ਕੀ ਹੈ, ਕਿ 9th ਸਰਕਿਟ ਦੇ ਵਿੱਚ ਇਦਾਂ ਦਾ ਕਿਉਂ ਹੋ ਰਿਹਾ ਤੇ ਨਿਊਯਾਰਕ ਦੇ ਵਿੱਚ ਇਦਾਂ ਦਾ ਕਿਉਂ ਹੋ ਰਿਹਾ। ਜੀ, ਇਸ ਤੋਂ ਪਹਿਲਾਂ ਆਪਾਂ ਇਸ ਦੀ ਡੂੰਘਾਈ ਦੇ ਵਿੱਚ ਜਾਣਾ ਸ਼ੁਰੂ ਕਰੀਏ। ਕਈ ਜਿਹੜੇ ਦੇਖਣ ਵਾਲੇ ਸੁਣਨ ਵਾਲੇ ਆ ਉਹ ਕਾਲੇ ਨਾ ਪੈ ਜਿਓ ਵੀ ਭਾਈ ਮੁੱਕਣ ਕਿਉਂ ਨਹੀਂ ਰਿਹਾ, ਸਾਡੀਆਂ ਕਾਲਾਂ ਅੱਜ ਕਿਉਂ ਨਹੀਂ ਜਿਹੜੀਆਂ ਲੈ ਰਹੇ। ਇਹ ਤੁਹਾਨੂੰ ਸਮਝਾਉਣ ਦਾ ਮਕਸਦ ਇਹੀ ਆ ਇਸ ਨੂੰ ਡੂੰਘਾਈ ਦੇ ਵਿੱਚ ਵੀ ਸਾਰਿਆਂ ਨੂੰ ਜਿਹੜਾ ਉਹ ਪਤਾ ਹੋਵੇ, ਕਿਉਂਕਿ ਜਿਹੜਾ ਵੀ ਅਸਾਈਲਮ ਦੇ ਕੇਸ ਜਿਨ੍ਹਾਂ ਦੇ ਲੱਗੇ ਆ ਜਾਂ ਚੱਲ ਰਹੇ ਆ, ਜਾਂ ਜੇ ਕਿਸੇ ਦਾ ਅਸਾਈਲਮ ਦਾ ਕੇਸ ਬਣਦਾ ਹੈ ਉਹਨੇ ਲਾਉਣਾ ਆ, ਤਾਂ ਉਹਨੂੰ ਐਟਲੀਸਟ ਪਤਾ ਹੋਵੇ ਵੀ ਇਸ ਦੇ ਵਿੱਚ ਕੀ ਆ। ਬਾਕੀ ਕੁਐਸਚਨਸ ਅੱਜ ਅਟਰਨੀ ਟਿਕਿਆਣਾ ਹੋਣਾ ਨੇ ਜਾਣਾ ਵੀ ਆ, ਤੇ ਥੋੜਾ ਲੰਬਾ ਵੀ ਟੌਪਿਕ ਹੈਗਾ ਆ। ਸੋ ਸਬਰ ਰੱਖਿਓ, ਪੇਸ਼ੈਂਸ ਰੱਖਿਓ। ਜੇ ਇਸ ਵਾਰ ਨਹੀਂ ਤਾਂ ਆਪਾਂ ਨੈਕਸਟ ਟਾਈਮ ਜਿਹੜੀਆਂ ਤੁਹਾਡੀਆਂ ਕਾਲਸ ਜਿਹੜੀਆਂ ਲਵਾਂਗੇ। ਸੋ ਪਲੀਜ਼ ਬੀ ਪੇਸ਼ੈਂਟ ਤੇ ਸਹਿਯੋਗ ਦਿਆ ਕਰੋ। ਥੈਂਕ ਯੂ ਤੁਹਾਡਾ ਇਸ ਚੀਜ਼ ਦੇ ਲਈ। ਅਸੀਂ ਪਹਿਲਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਸੋ ਅਟਰਨੀ ਟਿਕਿਆਣਾ ਜੀ, ਤੁਸੀਂ ਆਪਣੇ ਵਿਊਅਰਸ ਤੇ ਆਪਣੇ ਸੁਣਨ ਵਾਲੇ ਜਿਹੜੇ ਸਰੋਤੇ ਆਡੀਅנס ਨੂੰ ਜੇ ਤੁਸੀਂ ਦੱਸੋ, ਬਹੁਤ ਸਾਰਿਆਂ ਨੇ ਜਿੱਦਾਂ ਤੁਸੀਂ ਕਿਹਾ ਵੀ ਕਹਾਣੀ ਲਿਖਵਾ ਲਈ ਜਾਂ ਲਿਖ ਲਈ, ਜਾਂ ਕਿਸੇ ਨੇ ਉਹਨਾਂ ਨੂੰ ਲਿਖ ਕੇ ਜਿਹੜੀ ਉਹ ਦੇਤੀ, ਉਹਨਾਂ ਨੂੰ ਲਿਖਣ ਵਾਲੇ ਨੂੰ ਵੀ ਨਹੀਂ ਪਤਾ ਹੁੰਦਾ ਕਈ ਵਾਰੀ, ਤੇ ਲਿਖਾਉਣ ਵਾਲੇ ਨੂੰ ਤਾਂ ਬਿਲਕੁਲ ਹੀ ਨਹੀਂ ਪਤਾ ਹੁੰਦਾ ਵੀ ਕਾਨੂੰਨ ਕਹਿੰਦਾ ਕੀ ਆ, ਨਾ ਉਹਨਾਂ ਨੇ ਪੜ੍ਹਿਆ ਹੁੰਦਾ ਆ। ਸੋ ਜਦੋਂ ਇਹ ਸਟੇਟਮੈਂਟਸ ਸਬਮਿਟ ਕਰਦੇ ਆ, ਖਾਸ ਕਰਕੇ ਕਹਿ ਲਓ ਵੀ ਕੱਚੇ ਵਕੀਲ ਜਿਨ੍ਹਾਂ ਨੂੰ ਆਪਾਂ ਜੇ ਕਹਿ ਦਈਏ ਵੀ ਪੈਰਾਲੀਗਲਸ ਜਿਹੜੇ ਹੈਗੇ ਆ, ਵੀ ਉਹਨਾਂ ਦੇ ਥਰੂ ਜਦੋਂ ਕਰਦੇ ਆ ਉਹਨਾਂ ਨੂੰ ਕਾਨੂੰਨ ਨਹੀਂ ਪਤਾ ਹੁੰਦਾ, ਉਹ ਲਿਖ ਦਿੰਦੇ ਆ। ਸੋ ਤੁਸੀਂ ਐਕਸਪਲੇਨ ਕਰੋ ਵੀ ਇਹ ਲਾਅ ਕਹਿੰਦਾ ਕੀ ਆ, ਹੈ ਕੀ ਆ ਜਿਹੜਾ ਇੰਟਰਨਲ ਰੀਲੋਕੇਸ਼ਨ ਦਾ ਇਹ ਲਾਅ। ਜੀ ਜ਼ਰੂਰ। ਉਸ ਤੋਂ ਪਹਿਲਾਂ ਮੈਂ 1 ਮਿੰਟ ਲਾਉਂਗਾ। ਉਹ 1 ਮਿੰਟ ਮੈਂ ਇਸ ਲਈ ਲਾਉਂਗਾ ਕਿ ਇਹ ਜ਼ਰੂਰੀ ਆ, ਕਿਉਂਕਿ ਮੈਨੂੰ ਰੋਜ਼ ਰਿਪੀਟ ਕਰਨੀ ਪੈਂਦੀ ਗੱਲ। ਜਦੋਂ ਤੁਸੀਂ ਮੇਰੇ ਆਫਿਸ ਚਾਹੁੰਦੇ ਹੋ ਜਾਂ ਕਿਸੇ ਦੇ ਵੀ ਆਫਿਸ ਚਾਹੁੰਦੇ ਹੋ, ਸਭ ਤੋਂ ਪਹਿਲੀ ਗੱਲ ਜਿਹੜੀ ਮੇਨ ਹੈਗੀ ਤੁਹਾਨੂੰ ਮੇਰੇ ਤੋਂ ਇਹ ਸੁਣਨ ਨੂੰ ਮਿਲਦੀ ਹੈ ਕਿ ਮੈਂ ਉਹੀ ਕੇਸ ਫੜੂੰਗਾ ਜਿਹੜਾ ਜੈਨੂਨ ਆ। ਮੇਰੇ ਲਈ ਜੈਨੂਨ ਕੇਸ ਕਿਹੜਾ ਹੁੰਦਾ, ਜਿਹਦੇ ਵਿੱਚ ਬੰਦਾ ਮੈਨੂੰ ਦੱਸਦਾ ਕਿ ਮੇਰੇ ਨਾਲ ਆ ਹੋਇਆ। ਸੋ ਉਹ ਕੇਸ ਜਿਹੜਾ ਜੈਨੂਨ ਆ। ਕਿਹੜਾ ਕੇਸ ਜੈਨੂਨ ਨਹੀਂ ਆ, ਉਹ ਵਾਲਾ ਕੇਸ ਜੈਨੂਨ ਨਹੀਂ ਆ ਜਿਹ 'ਚ ਬੰਦਾ ਮੈਨੂੰ ਕਹਿੰਦਾ ਕਿ ਭਾਜੀ ਮੇਰੇ ਨਾਲ ਕੁਝ ਹੋਇਆ ਨਹੀਂ, ਤੁਹਾਨੂੰ ਪਤਾ ਸਾਰੇ ਕੇਸ ਨਕਲੀ ਆ। ਭਾਈ ਮੈਨੂੰ ਕੋਈ ਨਹੀਂ ਪਤਾ ਕਿਹੜਾ ਨਕਲੀ ਆ। ਜੇ ਤੁਸੀਂ ਕਹਿੰਦੇ ਆ ਕਿ ਤੁਹਾਡਾ ਨਕਲੀ ਆ, ਫਿਰ ਤੁਹਾਡਾ ਕੇਸ ਨਹੀਂ ਫੜਿਆ ਜਾਊਗਾ, ਤੁਹਾਡਾ ਜ਼ਰੂਰ ਨਕਲੀ ਆ। ਜਿਹੜੇ ਆਪਣਾ ਕੇਸ ਤੁਸੀਂ ਦੱਸਣਾ ਹੁੰਦਾ, ਵਕੀਲ ਦੇ ਮੂਹਰੇ ਆ ਕੇ ਦੱਸਣਾ ਹੁੰਦਾ, ਨਹੀਂ ਲਿਖ ਸਕਦੇ ਹੋ ਤੁਸੀਂ। ਜਿਹੜੇ ਵੀ ਟਰਾਂਸਲੇਟਰ ਲੈਂਗੁਏਜ ਵਾਲੇ ਬੰਦੇ ਦੀ ਹੈਲਪ ਲੈਂਦੇ ਹੋ, ਉਹਨੂੰ ਸਾਰਿਆਂ ਨੂੰ ਮੈਂ ਕੱਚਾ ਚਿੱਠਾ ਮੰਨਦਾ। ਉਹ ਕੱਚਾ ਚਿੱਠਾ ਲੈ ਕੇ ਤੁਸੀਂ ਜਦੋਂ ਸਾਡੇ ਸਾਹਮਣੇ ਆਉਂਦੇ ਹੋ, ਵਕੀਲ ਦੇ ਮੂਹਰੇ ਆਪਣੇ ਤੱਤ ਰੱਖਦੇ ਹੋ ਕਿ ਆਹ ਮੇਰਾ ਕੇਸ ਆ, ਮੇਰੇ ਫੈਕਟ ਸੀਗੇ। ਉਸ ਤੋਂ ਬਾਅਦ ਜਿਹੜਾ ਸਾਡਾ ਕੰਮ ਜਿਹੜਾ ਲੀਗਲ ਦਾ ਉਹ ਸ਼ੁਰੂ ਹੁੰਦਾ। ਜਿਹੜਾ ਮੇਨ ਵਿੱਚ ਲਾਇਰ ਨੇ ਜਿਹੜਾ ਮੇਨ ਕੰਮ ਕਰਨਾ ਹੁੰਦਾ, ਉਹ ਇਹ ਦੇਖਣਾ ਹੁੰਦਾ ਕਿ ਨੈਕਸਸ ਦੀ ਤੁਹਾਡੀ ਰਿਕੁਆਇਰਮੈਂਟ ਮੀਟ ਹੋ ਗਈ, ਰੀਲੋਕੇਸ਼ਨ ਦੀ ਰਿਕੁਆਇਰਮੈਂਟ ਤੁਹਾਡੀ ਮੀਟ ਹੋ ਗਈ ਕਿ ਨਹੀਂ ਹੋ ਗਈ, ਤੁਹਾਡੇ ਕੇਸ ਦੇ ਵਿੱਚ ਵੀਕਨੈਸ ਕੀ ਹੈਗੇ। ਉੱਥੋਂ ਤੁਹਾਨੂੰ ਸਵਾਲ ਜਵਾਬ ਰਾਹੀਂ ਕਿ ਵਕੀਲ ਤੁਹਾਨੂੰ ਸਵਾਲ ਪੁੱਛ ਸਕਦਾ ਕਿ ਤੁਸੀਂ ਉਹਨੂੰ ਹੁਣ ਸਟੇਟਮੈਂਟ ਲੈ ਕੇ ਆ ਕੇ ਦਿੱਤੀ। ਜਿਹੜਾ ਵਕੀਲ ਦਾ ਬਾਕੀਆਂ ਦਾ ਨਹੀਂ ਮੈਨੂੰ ਪਤਾ ਆਪਣਾ ਸਟਾਈਲ ਫਿਰ ਕੀ ਹੈ ਕਿ ਉਹ ਜਿਹੜੀ ਤੁਸੀਂ ਸਟੇਟਮੈਂਟ ਲੈ ਕੇ ਆਉਂਗੇ, ਸਭ ਤੋਂ ਪਹਿਲਾਂ ਪੈਂਦੀ ਸੱਟੇ ਮੇਰਾ ਕੰਮ ਇਹ ਹੈਗਾ ਕਿ ਉਹਦੇ ਵਿੱਚ ਤੁਹਾਨੂੰ 40, 50, 100 ਜਿੰਨੇ ਵੀ ਕੁਐਸਚਨ ਹੈਗੇ ਉਹ ਪੁੱਛੇ ਜਾਓਗੇ ਕਿ ਆ ਇੱਥੇ ਕਿੱਦਾਂ, ਇੱਥੇ ਕਿੱਦਾਂ। ਤੁਹਾਡਾ ਜਿਹੜਾ ਵਰਡ ਡਾਕੂਮੈਂਟ ਆ ਉਹਨੂੰ ਆਪਾਂ ਲਾਲ ਰੈੱਡ ਕਲਰ ਦੇ ਵਿੱਚ ਆਪਾਂ ਮਾਰਕ ਕਰਕੇ ਉਹਦੇ ਵਿੱਚ ਕੁਐਸਚਨ ਪਾ ਦਿੱਤੇ ਜਾਂਦੇ ਆ। ਸੋ ਫਿਰ ਤੁਸੀਂ ਆਪਣੇ ਕੁਐਸਚਨ ਆਨਸਰ ਕਰਦੇ ਹੋ ਕੀ ਹੈ ਨਾ, ਕਮੀਆਂ ਪੇਸ਼ੀਆਂ ਜੋ ਵੀ ਹੈਗੀਆਂ, ਫਿਰ ਉਹ ਸਵਾਲਾਂ 'ਚੋਂ ਹੋਰ ਸਵਾਲ ਨੇ। ਤੇ ਜਿਹੜਾ ਫਿਰ ਉਸ ਤੋਂ ਬਾਅਦ ਤੁਸੀਂ ਆਪਣੇ ਡਾਕੂਮੈਂਟਸ ਵਗੈਰਾ ਜਿਹੜੇ ਐਫੀਡੇਵਿਟਸ ਵਗੈਰਾ ਲੈ ਕੇ ਆਉਂਦੇ ਹੋ, ਮੈਡੀਕਲ ਵਗੈਰਾ ਲੈ ਕੇ ਆਉਂਦੇ ਹੋ। ਸੋ ਵਕੀਲ ਦਾ ਇਹ ਕੰਮ ਹੈ ਕਿ ਦੇਖਣਾ ਕਿ ਇਹ ਕੰਸਿਸਟੈਂਟ ਹੈਗੇ ਕਿ ਨਹੀਂ ਹੈਗੇ, ਇਹ 'ਚ ਕੋਈ ਗਲਤੀ ਤਾਂ ਨਹੀਂ ਹੈਗੀ। ਜੇ ਗਲਤੀ ਹੈਗੀ ਤੁਹਾਨੂੰ ਪੁੱਛਿਆ ਜਾਵੇ, ਤੁਹਾਡੇ ਬਣਾਉਣ ਵਾਲਿਆਂ ਨੂੰ ਪੁੱਛਿਆ ਜਾਵੇ, ਇੰਡੀਆ ਤੁਹਾਡੇ ਲਾਇਰਾਂ ਨੂੰ ਪੁੱਛਿਆ ਜਾਵੇ। ਸੋ ਜਿਹੜਾ ਵਕੀਲ ਦਾ ਮੇਨ ਕੰਮ ਕਰਨ ਵਾਲਾ ਹੈਗਾ ਉਹ ਇਹ ਹੈਗਾ। ਇਹ ਜਿਹੜਾ ਵਕੀਲ ਦਾ ਕੰਮ ਹੈ ਇਹ ਸਿਰਫ ਵਕੀਲ ਹੀ ਕਰ ਸਕਦਾ। ਜਿਹੜਾ ਵਕੀਲ ਦਾ ਕੰਮ ਨਹੀਂ ਹੈਗਾ ਉਹ ਵਕੀਲ ਨਹੀਂ ਕਰ ਸਕਦਾ, ਹੈ ਨਾ। ਤੇ ਇਹ ਚੀਜ਼ ਨੂੰ ਪਹਿਲਾਂ ਦੇਖੋ ਕਿ ਵਕੀਲ ਕੌਣ ਹੁੰਦਾ, ਪੈਰਾਲੀਗਲ ਕੌਣ ਹੁੰਦਾ ਤੇ ਕਿਹਦਾ ਕੀ ਰੋਲ ਹੈਗਾ। ਸੋ ਸਾਡਾ ਜਿਹੜਾ ਮੇਨ ਰੋਲ ਆ ਉਹ ਹੈਗਾ ਕੋਰਟ ਦੇ ਵਿੱਚ। ਤੇ ਜਿਹੜੇ ਆਹ ਲੀਗਲ ਮੁੱਦੇ ਜਿਹੜੇ ਬਣਦੇ ਆ ਕਿ 9th ਸਰਕਿਟ 'ਚ ਕੀ ਹੋ ਗਿਆ, 2nd ਸਰਕਿਟ 'ਚ ਕੀ ਹੋ ਗਿਆ, ਇਹਨੂੰ ਐਡਵਾਂਸ ਦੇ ਵਿੱਚ ਪੜ੍ਹਨਾ, ਲੇਟੈਸਟ ਕੇਸ ਲਾਅ ਕੀ ਚੱਲਦਾ ਤਾਂ ਕਿ ਤੁਸੀਂ ਮਾਤ ਨਾ ਖਾਵੋ। ਸੋ ਇਹ ਤੀਰ ਤੁੱਕਾ ਨਹੀਂ ਕੋਈ ਹੈਗਾ, ਇਹ ਪੂਰਾ ਇੱਕ ਕੈਲਕੂਲੇਟਿਡ ਸਰਕਿਟ ਕੋਰਟ ਤੇ ਡਿਸੀਜਨ ਆ। ਸੋ ਕੀ ਹੈ ਕਿ ਜਿਹੜਾ ਅਸਾਈਲਮ ਦਾ ਜਿਹੜਾ ਇੱਕ ਲਾਅ ਹੈਗਾ ਉਹ ਹੈਗਾ 8, ਜਿਹੜੀ ਰੈਗੂਲੇਸ਼ਨ ਆ, ਜਿਹੜੀ ਦਫਾ ਧਾਰਾ ਜਿਹਨੂੰ ਕਹਿ ਦਿੰਦੇ ਆ, ਹੈ ਨਾ, ਉਹ ਹੈਗੀ ਆ 8 CFR 1208.13B3। 8 CFR 1208.13B3 ਇਹ ਇੰਪੋਰਟੈਂਟ ਇਸ ਲਈ ਹੈਗੀ ਆ, ਕਿਉਂ ਇਹਦਾ ਮੈਂਸ਼ਨ ਕਰ ਰਿਹਾ ਕਿ ਲੱਗਦਾ ਨਹੀਂ ਮੈਨੂੰ ਪੜ੍ਹੀ ਕਿਸੇ ਨੇ ਵੀ ਹੋਣੀ ਅੱਜ ਤੱਕ, ਭਾਵੇਂ 15 ਸਾਲਾਂ ਤੋਂ ਬੰਦਾ ਕੰਮ ਕਰ ਰਿਹਾ ਅਸਾਈਲਮ ਦੀ ਸਪੇਸ। ਇਹਨੂੰ ਪੁੱਛੋਗੇ ਕਿੱਥੋਂ ਦੀ ਭਾਈ ਤੂੰ ਸਟੋਰੀ ਲਿਖ ਰਿਹਾ, ਕੀ ਲਿਖ ਰਿਹਾ, ਪਤਾ ਨਹੀਂ ਇਹਨੂੰ ਹੋਣਾ ਕਿੱਦਾਂ। ਉਹਨੇ ਕਹਿਣਾ ਅੱਛਾ ਮੈਂ ਕੰਮ ਕਰਦਾ ਸੀਗਾ ਕਿਸੇ ਵਕੀਲ ਦੇ, ਮੈਂ 5 ਸਾਲ ਕੰਮ ਕੀਤਾ, ਫਿਰ ਮੈਂ ਛੱਡਤਾ, ਫਿਰ ਲੋਕੀ ਮੈਨੂੰ ਕਰਨ ਲੱਗ ਪਏ, ਫਿਰ ਮੈਂ ਆਪਣਾ ਕੰਮ ਚਲਾ ਲਿਆ, ਹੈ ਨਾ। ਸੋ ਇਹ ਹੈ ਕਿ
8 CFR 1208.13 B3 ਇਹ ਕੀ ਗੱਲ ਕਰਦੀ ਹੈ? ਜਿਹੜੀ ਰੈਗੂਲੇਸ਼ਨ ਹੈਗੀ ਆ ਇਹ ਕਹਿੰਦੀ ਆ ਰੀਜ਼ਨੇਬਲਨੈਸ ਆਫ ਇੰਟਰਨਲ ਰੀਲੋਕੇਸ਼ਨ। ਇਹ ਐਕਸਪਲੇਨ ਕਰਦੀ ਹੈ ਕੋਰਟ ਨੂੰ। ਇਹ ਸਾਲਮ ਸੁਲਮ ਬਾਰੇ ਉਹ ਆਪਾਂ ਬਹੁਤ ਹੀ ਡਿਸਕਸ਼ਨ ਕਰ ਚੁੱਕੇ ਹਾਂ। ਇਹ ਸਾਲਮ ਸੁਲਮ ਦੇ ਬਾਰੇ ਅੱਜ ਆਪਾਂ ਡਿਟੇਲ 'ਚ ਨਹੀਂ ਜਾਵਾਂਗੇ, ਕੱਲੀ ਰੀਲੋਕੇਸ਼ਨ ਦੀ ਗੱਲ ਕਰਾਂਗੇ ਕਿ ਕਿਹੜੇ ਇਦਾਂ ਦੇ ਹਾਲਾਤ ਨੇ ਜਿਹਦੇ ਵਿੱਚ ਕਿ ਰੀਜ਼ਨੇਬਲ ਹੈਗੀ ਰੀਲੋਕੇਸ਼ਨ। ਇਹ ਜਿਹੜਾ ਲਾਅ ਨੇ ਡਿਫਾਈਨ ਕੀਤਾ ਹੋਇਆ। ਪਹਿਲਾਂ ਤਾਂ ਜਿਹੜਾ ਇਹ ਲਾਅ ਇਹ ਕਹਿੰਦਾ ਕਿ ਜਿਹੜਾ ਕੋਰਟ ਹੈਗਾ ਉਹ ਟੋਟੈਲਿਟੀ ਆਫ ਸਰਕਮਸਟੈਂਸਿਸ, ਮਤਲਬ ਕਿ ਸਾਰਾ ਜਿਹੜਾ ਕੇਸ ਆ, ਸਾਰੇ ਪਹਿਲੂ ਆ, ਬੰਦਾ ਕੀ ਕਹਿ ਰਿਹਾ, ਸਾਈਜ਼ ਕੰਟਰੀ ਦਾ ਕਿੰਨਾ ਹੈਗਾ, ਨੈਸ਼ਨੈਲਿਟੀ ਕੀ ਆ, ਆਖਰੀ ਵਾਰੀ ਕਿੱਥੇ ਰਿਹਾ ਸੀਗਾ, ਆਪਣੀ ਕੰਟਰੀ 'ਚ ਰਿਹਾ, ਕਿਤੇ ਹੋਰ ਜਾ ਕੇ ਰਿਹਾ, ਜੀਓਗ੍ਰਾਫਿਕਲ ਲੋਕਸ ਜਿਹੜਾ ਹੈਗਾ ਪਰਸੀਕਿਊਸ਼ਨ ਦਾ, ਮਤਲਬ ਕਿ ਬੰਦੇ ਦਾ ਦਾਇਰਾ ਕੀ ਸੀਗਾ, ਪੋਸਟਰ ਆਉਂਦਾ ਸੀ ਪਾਰਟੀ ਦੇ ਇਵੈਂਟ 'ਚ ਪਾਰਟਿਸਿਪੇਟ ਕਰਦਾ ਸੀਗਾ, ਕਿੱਥੇ ਕਰਦਾ ਸੀਗਾ, ਲੋਕਲ ਕਰਦਾ ਸੀਗਾ, ਪਿੰਡ ਦੇ ਲੈਵਲ ਤੇ ਕਰਦਾ ਸੀਗਾ, ਡਿਸਟ੍ਰਿਕਟ ਦੇ ਲੈਵਲ ਤੇ ਕਰਦਾ ਸੀਗਾ, ਸਟੇਟ ਦੇ ਲੈਵਲ ਤੇ ਕਰਦਾ ਸੀਗਾ, ਦਿੱਲੀ ਜਾਂਦਾ ਸੀਗਾ ਧਰਨਿਆਂ ਤੇ, ਕਿੱਥੇ ਪਾਰਟਿਸਿਪੇਟ ਕਰਦਾ ਸੀਗਾ, ਕਿਹੜੀ ਜਗ੍ਹਾ ਉੱਤੇ ਹਮਲੇ ਹੋਏ, ਜਿਹੜਾ ਇਹ ਹਮਲਿਆਂ ਦਾ ਸਾਈਜ਼ ਕੀ ਸੀਗਾ, ਕਿ ਇਕੱਲੇ ਉੱਤੇ ਤੱਕ ਸੀਮਿਤ ਸੀਗਾ, ਹੋਰ ਵੀ ਲੋਕੀ ਸੀਗੇ, ਕਿੰਨੀ ਵਾਰੀ ਹਮਲੇ ਹੋਏ ਉੱਤੇ, ਇੱਕ ਵਾਰੀ ਹਮਲਾ ਹੋਇਆ, ਮਲਟੀਪਲ ਹਮਲਾ ਹੋਇਆ, ਹਮਲਿਆਂ ਤੋਂ ਬਾਅਦ ਕੀ ਹੋਇਆ, ਉਹਨੂੰ ਧਮਕੀਆਂ ਆਈਆਂ, ਨਹੀਂ ਆਈਆਂ, ਹਮਲਿਆਂ ਤੋਂ ਪਹਿਲਾਂ ਧਮਕੀਆਂ ਆਈਆਂ, ਕਿਉਂ ਆਈਆਂ, ਜਿਹੜਾ ਬੰਦਾ ਇਹਨੂੰ ਤੰਗ ਕਰ ਰਿਹਾ ਉਸ ਬੰਦੇ ਦੀ ਰੀਚ ਕੀ ਹੈਗੀ ਆ, ਕਿੱਥੇ ਤੱਕ ਰੀਚ ਆ, ਲੋਕਲ ਤੱਕ ਹੈਗੀ ਆ, ਡਿਸਟ੍ਰਿਕਟ ਲੈਵਲ ਤੱਕ ਹੈਗੀ ਆ, ਸਟੇਟ ਲੈਵਲ ਤੱਕ ਹੈਗੀ ਆ, ਕਿਹਦੇ ਨਾਲ ਇਹ ਬੰਦਿਆਂ ਦੇ ਜਿਹੜੇ ਕਨੈਕਸ਼ਨ ਆ, ਇਹ ਸਾਰੀਆਂ ਜਿਹੜੀਆਂ ਚੀਜ਼ਾਂ ਆਪਾਂ ਪਹਿਲਾਂ ਤਾਂ ਉਹ ਰੈਗੂਲੇਸ਼ਨ ਇਹ ਕਹਿੰਦੀ ਹੈ ਕਿ ਇਹ ਸਾਰੀਆਂ ਚੀਜ਼ਾਂ ਤੁਸੀਂ ਜਿਹੜੀਆਂ ਦੇਖਣੀਆਂ। ਕੋਈ ਵੀ ਇੱਕ ਚੀਜ਼ ਦਾ ਹੋਣਾ ਜਾਂ ਨਾ ਹੋਣਾ ਇਹ ਨਹੀਂ ਸਾਬਿਤ ਕਰਦਾ ਕਿ ਬੰਦਾ ਰੀਲੋਕੇਟ ਨਹੀਂ ਕਰ ਸਕਦਾ। ਉਹਨਾਂ ਨੇ ਜਿਹੜੇ 3 ਮੇਨ ਸਿਨੈਰੀਓ ਚਾਰ ਸਿਨੈਰੀਓ ਉਹਨਾਂ ਨੇ ਦਿੱਤੇ ਆ। ਸੋ ਇਹਨੂੰ ਜਿਹੜਾ ਬੜੀ ਧਿਆਨ ਨਾਲ ਸੁਣਨਾ। ਇਹ ਜਿਹੜਾ ਤੁਹਾਡਾ ਕੇਸ ਜਿੱਤ ਹਾਰ ਜਿਹੜੀ ਆ ਜਿਹੜੀ 4 ਜਿਹੜੇ ਸਿਨੈਰੀਓ ਆ ਇਹ ਤੇ ਨਿਸ਼ਚਿਤ ਹੁੰਦੀ ਆ। ਦੂਜੀ ਗੱਲ ਇਸ ਤੇ ਨਿਸ਼ਚਿਤ ਹੁੰਦੀ ਹੈ ਕਿ ਤੁਸੀਂ ਨਿਊਯਾਰਕ ਚੋਂ ਵੀ ਕੈਲੀਫੋਰਨੀਆ ਚੋਂ, ਕਿਉਂਕਿ ਜਿਹੜਾ ਆ ਲਾਅ ਨਿਊਯਾਰਕ ਚ ਹੋਰ ਹਿਸਾਬ ਨਾਲ ਇੰਟਰਪ੍ਰੇਟ ਹੋਣਾ, ਕੈਲੀਫੋਰਨੀਆ ਦੇ ਵਿੱਚ ਇਹਨੇ ਹੋਰ ਹਿਸਾਬ ਨਾਲ ਇੰਟਰਪ੍ਰੇਟ ਹੋਣਾ। ਸੋ ਪਹਿਲੀ ਚੀਜ਼ ਕੀ ਹੈ? ਪਹਿਲੀ ਚੀਜ਼ ਇਹ ਕਰੀਏ ਕਿ ਜੇ ਕੋਈ ਵੀ ਬੰਦਾ, ਉਹਨੂੰ ਆਪਾਂ ਇਹਨੂੰ ਰਿਸਪੋਂਡੈਂਟ ਜਾਂ ਐਪਲੀਕੈਂਟ ਕਹਾਂਗੇ, ਜਿਹੜਾ ਬੰਦਾ ਕੇਸ ਫਾਈਲ ਕਰਦਾ, ਇਹ ਕਹਿੰਦਾ ਕਿ ਜੇ ਰਿਸਪੋਂਡੈਂਟ ਨੇ ਪਾਸਟ ਪਰਸੀਕਿਊਸ਼ਨ ਐਸਟੈਬਲਿਸ਼ ਨਹੀਂ ਕੀਤੀ, ਪਾਸਟ ਪਰਸੀਕਿਊਸ਼ਨ ਹੁੰਦਾ ਕਿ ਉੱਤੇ ਪਹਿਲਾਂ ਜਦੋਂ ਉਹ ਆਪਣੀ ਕੰਟਰੀ ਦੇ ਵਿੱਚ ਸੀਗਾ ਉਹਦੇ ਉੱਤੇ ਹਮਲਾ ਹੋਇਆ ਸੀਗਾ। ਸੋ ਇਹ ਕਹਿੰਦਾ ਹੈਗਾ ਕਿ ਜੇ ਰਿਸਪੋਂਡੈਂਟ ਤੇ ਪਹਿਲਾਂ ਹਮਲਾ ਨਹੀਂ ਹੋਇਆ ਸੀਗਾ, ਮਤਲਬ ਉਹ ਆ ਗਿਆ ਇੱਥੇ, ਸਟੂਡੈਂਟ ਆ ਗਿਆ, ਕੁਝ ਵੀ ਸੀਗਾ, ਜਿੱਦਾਂ ਯੂਕਰੇਨ ਤੋਂ ਬੰਦਾ ਆ ਗਿਆ ਇੱਥੇ ਪੜ੍ਹਦਾ ਪਿਆ ਤੇ ਉੱਤੇ ਪਾਸਟ ਪਰਸੀਕਿਊਸ਼ਨ ਨਹੀਂ ਹੋਈ, ਮਤਲਬ ਪਿੱਛੇ ਉੱਤੇ ਕੋਈ ਹਮਲਾ ਨਹੀਂ ਹੋਇਆ, ਉਹਨੇ ਅਸਾਈਲਮ ਫਾਈਲ ਕੀਤਾ, ਉਹ ਕੇਸਾਂ ਦੇ ਵਿੱਚ ਜਿਹੜਾ ਬੰਦਾ ਅਸਾਈਲਮ ਫਾਈਲ ਕਰ ਰਿਹਾ ਉਹਨੂੰ ਇਹ ਵੀ ਪ੍ਰੂਵ ਕਰਨਾ ਪਊਗਾ ਕਿ ਉਹ ਆਪਣੀ ਕੰਟਰੀ 'ਚ ਕਿਤੇ ਹੋਰ ਰੀਲੋਕੇਟ ਨਹੀਂ ਕਰ ਸਕਦਾ। ਠੀਕ ਹੈ। ਅਨਲੈਸ ਜਿਹੜੀ ਉਹ ਪ੍ਰੋਸੀਕਿਊਸ਼ਨ ਜਿਹੜੀ ਸੀਗੀ ਉਹ ਇੱਕ ਸਰਕਾਰ ਦੀ ਸੀਗੀ ਜਾਂ ਸਰਕਾਰ ਦੇ ਦੁਆਰਾ ਕੀਤੀ ਗਈ ਸੀਗੀ। ਸੋ ਇਹ ਮੈਂ ਦੁਬਾਰਾ ਦੱਸਦਾ ਕਿ ਜੇ ਐਪਲੀਕੈਂਟ ਜਿਹੜਾ ਹੈਗਾ ਉਹ ਪਿਛਲਾ ਆਪਣਾ ਜਿਹੜਾ ਹਮਲਾ ਪਾਸਟ ਪ੍ਰੋਸੀਕਿਊਸ਼ਨ ਨਾ ਐਸਟੈਬਲਿਸ਼ ਕਰ ਪਾਵੇ ਤੇ ਉਹਦੇ ਉੱਤੇ ਬਰਡਨ ਪੈਂਦਾ ਕਿ ਉਹਨੂੰ ਦੱਸਣਾ ਹੁੰਦਾ ਕਿ ਉਹ ਕਿਤੇ ਹੋਰ ਰੀਲੋਕੇਟ ਕਿਉਂ ਨਹੀਂ ਕਰ ਸਕਦਾ, ਅਨਲੈਸ ਉਹਨੂੰ ਜਿਹੜਾ ਖਤਰਾ ਉਹ ਗਵਰਨਮੈਂਟ ਤੋਂ ਹੈਗਾ। ਸੋ ਇਹ ਨਿਊਯਾਰਕ ਦੇ ਕੇਸ ਦੇ ਵਿੱਚ ਆਹ ਵਾਲਾ ਰੂਲ ਜਿਹੜਾ ਉਹ ਲੱਗਦਾ। ਹੁਣ ਇਹਦੇ ਵਿੱਚ ਦੂਜੀ ਚੀਜ਼ ਇਹ ਆ ਗਈ ਕਿ ਜੇ ਤੁਹਾਡੀ ਜਿਹੜੀ ਪ੍ਰੋਸੀਕਿਊਸ਼ਨ ਆ, ਪ੍ਰੋਸੀਕਿਊਟਰ ਜਿਹੜਾ ਤੁਹਾਡਾ ਹਮਲਾਵਰ ਸੀਗਾ, ਜੇ ਉਹ ਸਰਕਾਰ ਹੈਗੀ ਆ ਜਾਂ ਸਰਕਾਰ ਸਪਾਂਸਰਡ ਹੈਗੀ ਆ, ਫਿਰ ਲਾਅ ਇਹ ਕਹਿੰਦਾ ਕਿ ਆਪਾਂ ਇਹ ਮੰਨ ਕੇ ਚੱਲਾਂਗੇ ਕਿ ਰੀਲੋਕੇਸ਼ਨ ਪੋਸੀਬਲ ਨਹੀਂ ਹੈਗੀ ਤੇ ਇਸ ਕੇਸ ਦੇ ਵਿੱਚ ਜਿਹੜਾ ਬਰਡਨ ਉਹ ਤੁਹਾਡੇ ਤੇ ਨਹੀਂ, ਉਹ ਸਰਕਾਰ ਤੇ ਸ਼ਿਫਟ ਕਰ ਜਾਂਦਾ। ਸਰਕਾਰ ਨੂੰ ਇਹ ਸ਼ੋ ਕਰਨਾ ਪੈਂਦਾ ਕਿ ਹਰੇਕ ਹਾਲਾਤ ਦੇ ਵਿੱਚ, ਇਹ ਨਹੀਂ ਕਿ ਸਿਰਫ ਇੱਕ ਹਾਲਾਤ ਦੇ ਵਿੱਚ, ਹਰੇਕ ਹਾਲਾਤ ਦੇ ਵਿੱਚ, ਕਿਸੇ ਵੀ ਹਾਲਾਤ ਦੇ ਵਿੱਚ ਤੁਸੀਂ ਕਿਸੇ ਹੋਰ ਜਗ੍ਹਾ ਜਾ ਕੇ ਨਹੀਂ ਰਹਿ ਸਕਦੇ ਹੋ। ਸੋ ਦੋ ਚੀਜ਼ਾਂ ਆ ਗਈਆਂ। ਜੇ ਬੰਦੇ ਤੇ ਪਹਿਲਾ ਹਮਲਾ ਨਹੀਂ ਹੋਇਆ ਤੇ ਬੰਦੇ ਤੇ ਜ਼ਿੰਮੇਵਾਰੀ ਪੈ ਜਾਂਦੀ ਹੈ। ਜੇ ਬੰਦੇ ਤੇ ਪਹਿਲਾ ਹਮਲਾ ਹੋਇਆ ਹੈਗਾ ਤੇ ਉਹ ਜਿਹੜਾ ਹਮਲਾ ਹੈਗਾ ਉਹ ਸਰਕਾਰ ਨੇ ਕੀਤਾ ਤੇ ਫਿਰ ਜਿਹੜਾ ਬਰਡਨ ਆ ਉਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਤੇ ਸ਼ਿਫਟ ਕਰ ਜਾਂਦਾ। ਜ਼ਿੰਮੇਵਾਰੀ ਉਹਨਾਂ ਦੀ ਬਣਦੀ ਹੈ ਕਿ ਉਹਨਾਂ ਨੇ ਸ਼ੋ ਕਰਨਾ ਕਿ ਇਹ ਬੰਦਾ ਰੀਲੋਕੇਟ ਕਰ ਸਕਦਾ ਕਿ ਨਹੀਂ ਕਰ ਸਕਦਾ। ਤੀਜਾ ਸਿਨੈਰੀਓ ਇਹ ਆ ਗਿਆ ਕਿ ਜਿਹਦੇ ਉਹ ਵਾਲੇ ਕੇਸ ਆ ਗਏ ਜਿਹਦੇ ਵਿੱਚ ਕਿ ਬੰਦੇ ਨੇ ਇਹ ਸ਼ੋ ਕੀਤਾ ਕਿ ਉੱਤੇ ਪੁਰਾਣਾ ਹਮਲਾ ਹੋਇਆ। ਠੀਕ ਹੈ। ਆ ਜਿਹੜਾ ਤੀਜਾ ਰੀਜ਼ਨ ਆ, ਇਹ ਰੀਜ਼ਨ ਹੈਗਾ ਕਿ ਨਿਊਯਾਰਕ ਦੇ ਵਿੱਚ ਲੋਕੀ ਕੇਸ ਬਹੁਤ ਜ਼ਿਆਦਾ ਤਾਦਾਦ ਤੇ ਹਾਰ ਰਹੇ ਆ। ਤੀਜਾ ਰੀਜ਼ਨ ਇਹ ਹੈਗਾ ਕਿ ਜੇ ਬੰਦਾ ਇਹ ਸ਼ੋ ਕਰ ਦੇਵੇ ਕਿ ਉਹਦੇ ਉੱਤੇ ਹਮਲਾ ਹੋਇਆ ਪਰ ਉਹ ਇਹ ਨਾ ਸ਼ੋ ਕਰ ਪਾਵੇ ਕਿ ਇਹ ਸਰਕਾਰ ਨੇ ਜਾਂ ਸਰਕਾਰ ਦੁਆਰਾ ਸਪਾਂਸਰ ਕੀਤਾ ਗਿਆ, ਕਹਿਣ ਦਾ ਮਤਲਬ ਕਿ ਕਿਸੇ ਪ੍ਰਾਈਵੇਟ ਵਿਅਕਤੀ ਨੇ ਉੱਤੇ ਹਮਲਾ ਕੀਤਾ, ਤੇ ਫਿਰ ਲਾਅ ਇਹ ਕਹਿੰਦਾ ਕਿ ਆਪਾਂ ਇਹ ਮੰਨ ਕੇ ਚੱਲਾਂਗੇ ਕਿ ਜਿਹੜਾ ਤੁਸੀਂ ਆਪਣੀ ਕੰਟਰੀ ਦੇ ਵਿੱਚ ਰੀਲੋਕੇਟ ਕਰ ਸਕਦੇ ਹੋ ਰੀਜ਼ਨੇਬਲੀ। ਠੀਕ ਹੈ। ਸੋ ਕਹਿਣ ਦਾ ਮਤਲਬ ਹੈ ਕਿ ਜਿਹੜਾ ਨਿਊਯਾਰਕ ਦੀ ਜਿਹੜੀ ਬਹਿਸ ਸੀਗੀ ਸਾਰੀ ਉਹ ਉੱਤੇ ਆ ਕੇ ਫਸਦੀ ਆ ਕਿ ਜਿਹੜਾ ਤੁਹਾਡਾ ਹਮਲਾ ਸੀਗਾ ਸਰਕਾਰ ਨੇ ਕੀਤਾ, ਸਰਕਾਰ ਦੁਆਰਾ ਸਪਾਂਸਰ ਸੀਗਾ ਕਿ ਨਹੀਂ ਸੀਗਾ। ਸੋ ਜਿਹੜੀ ਨਿਊਯਾਰਕ ਦੀ ਗਰਾਰੀ ਆ ਉਹ
ਸਿਰਫ ਇਸ ਮੁੱਦੇ ਤੇ ਆ ਕੇ ਅਟਕਦੀ ਆ ਕਿ ਜਿਹੜੇ ਤੁਹਾਡੇ ਹਮਲਾਵਰ ਸੀਗੇ ਉਹਨਾਂ ਨੂੰ ਸਰਕਾਰ ਮੰਨਿਆ ਜਾਊਗਾ ਕਿ ਨਹੀਂ ਮੰਨਿਆ ਜਾਊਗਾ। ਸੋ ਇਹਦੇ ਬਾਰੇ ਆਪਾਂ ਥੋੜੀ ਜਿਹੀ ਹੋਰ ਡਿਸਕਸ਼ਨ ਕਰਾਂਗੇ। ਆਹੀ ਜਿਹੜਾ ਲਾਅ ਹੈਗਾ ਇਹ ਅੱਗੇ ਹੋਰ ਕਲੈਰੀਫਿਕੇਸ਼ਨ ਦਿੰਦਾ ਕਿ ਕਿਹੜੇ ਲੋਕੀ ਸਰਕਾਰ ਨਹੀਂ ਹੁੰਦੇ ਆ। ਸੋ ਇਹ ਨਹੀਂ ਦੱਸਦਾ ਕਿ ਕਿਹੜੇ ਲੋਕੀ ਸਰਕਾਰ ਹੁੰਦੇ ਆ, ਇਹ ਦੱਸਦਾ ਕਿ ਕਿਹੜੇ ਲੋਕੀ ਸਰਕਾਰ ਨਹੀਂ ਹੁੰਦੇ ਆ। ਉਹ ਕਹਿੰਦਾ ਕਿ ਜਿਹੜੇ ਵੀ ਪ੍ਰਾਈਵੇਟ ਐਕਟਰ ਆ, ਤੁਹਾਡੇ ਫੈਮਿਲੀ ਮੈਂਬਰ ਆ, ਗੈਂਗ ਦੇ ਜਿਹੜੇ ਮੈਂਬਰ ਆ। ਸੋ ਇਹ ਸਪੈਸ਼ਲੀ ਇਹਨਾਂ ਨੇ ਸਾਊਥ ਅਮਰੀਕਨ ਜਿਹੜੇ ਮੈਕਸੀਕੋ, ਐਲ ਸੈਲਵਾਡੋਰ, ਗੁਆਟੇਮਾਲਾ, ਉਹਨਾਂ ਦੀ ਇਮੀਗ੍ਰੇਸ਼ਨ ਨੂੰ ਰੋਕਣ ਲਈ ਇਹਨਾਂ ਨੇ ਆਹ ਰੂਲ ਬਣਾਇਆ ਕਿ ਗੈਂਗ ਦੇ ਮੈਂਬਰ ਜਿਹੜੇ ਹੋ ਗਏ ਉਹ ਸਰਕਾਰ ਨਹੀਂ ਹੁੰਦੇ, ਪ੍ਰਾਈਵੇਟ ਐਕਟਰ ਸਰਕਾਰ ਨਹੀਂ ਹੁੰਦੇ। ਜਿਹੜੇ ਵੀ ਕਰਮਚਾਰੀ ਆ ਸਰਕਾਰ ਦੇ, ਪਾਰਟੀ ਦੇ ਵਰਕਰ ਆਪਣੀ ਅਫੀਸ਼ੀਅਲ ਕਪੈਸਿਟੀ ਤੋਂ ਬਾਹਰ ਕੰਮ ਕਰਦੇ, ਮਤਲਬ ਕਿ ਤੁਹਾਨੂੰ ਰਾਹ 'ਚ ਜਾਂਦੇ ਜਾਂਦੇ ਉਹਨਾਂ ਨੇ ਫੜ ਲਿਆ, ਉਹ ਅਫੀਸ਼ੀਅਲ ਕਪੈਸਿਟੀ 'ਚ ਕੰਮ ਨਹੀਂ ਕਰ ਰਹੇ। ਜਦੋਂ ਤੁਹਾਡੇ ਕੋਲ ਪੁੱਛਿਆ ਜਾਂਦਾ ਕਿ ਕਿੱਥੇ ਜਾ ਰਹੇ ਸੀਗੇ, ਉਹਨਾਂ ਨੇ ਕੀ ਤੁਹਾਨੂੰ ਕਿਹਾ, ਤੁਹਾਨੂੰ ਕਿੱਦਾਂ ਪਤਾ ਉਹ ਪਾਰਟੀ ਦੇ ਵਰਕਰ ਸੀਗੇ। ਉਹ ਵਾਲੇ ਸਰਕਾਰ ਦੇ ਬੰਦੇ ਜਿਹੜੀ ਆਪਣੀ ਅਫੀਸ਼ੀਅਲ ਕਪੈਸਿਟੀ 'ਚ ਤੰਗ ਨਹੀਂ ਕਰ ਰਹੇ, ਤੁਹਾਨੂੰ ਨਿੱਜੀ ਤੌਰ ਤੇ ਤੰਗ ਕਰ ਰਹੇ ਆ, ਉਹ ਸਰਕਾਰ ਨਹੀਂ ਹੈਗੇ। ਫੈਮਿਲੀ ਮੈਂਬਰ ਜਿਹੜੇ ਤੁਹਾਡੇ ਲੜਾਈ ਝਗੜਾ, ਜ਼ਮੀਨੀ ਝਗੜਾ ਵਾ, ਕੋਈ ਉੱਦਾਂ ਦਾ ਝਗੜਾ, ਉਹ ਸਰਕਾਰ ਨਹੀਂ ਹੈਗੇ। ਭਾਵੇਂ ਉਹ ਉਹਨਾਂ ਦੇ ਸਰਕਾਰ ਨਾਲ ਲਿੰਕ ਆ, ਪਰ ਉਹ ਸਰਕਾਰ ਨਹੀਂ ਹੈਗੇ। ਇਹਦੇ ਨਾਲ ਨਾਲ ਜਿਹੜੇ ਗੁਆਂਢੀ ਤੁਹਾਨੂੰ ਤੰਗ ਕਰਦੇ ਆ, ਕੋਈ ਪ੍ਰਾਪਰਟੀ ਦਾ, ਕੋਈ ਬਿਜ਼ਨਸ ਦਾ, ਕੋਈ ਫੈਮਿਲੀ ਡਿਸਪਿਊਟ ਆ, ਉਹ ਸਾਰੇ ਜਿਹੜੇ ਬੰਦੇ ਹੈਗੇ ਆ ਉਹ ਸਰਕਾਰ ਨਹੀਂ ਹੈਗੇ। ਜੇ ਤੁਸੀਂ ਇਹ ਸ਼ੋਅ ਕਰਦੇ ਹੋ ਕਿ ਇਹਨਾਂ ਦੀ ਬੈਕਿੰਗ ਬਹੁਤ ਤਗੜੀ ਸੀ ਉੱਤੇ, ਪੁਲਿਸ ਨਾਲ, ਇਹਨਾਂ ਦੇ ਮੰਤਰੀਆਂ ਨਾਲ ਲਿੰਕ ਆ, ਤਾਂ ਤੁਹਾਨੂੰ ਇਹ ਵੀ ਸ਼ੋਅ ਕਰਨਾ ਪਊਗਾ ਕਿ ਜਿਹੜੀ ਆ ਐਕਟੀਵਿਟੀ ਆ ਇਹ ਗਵਰਨਮੈਂਟ ਸਪਾਂਸਰਡ ਆ। ਮਤਲਬ ਕਿ ਨਾ ਸਿਰਫ ਇਹਨਾਂ ਦੇ ਸਰਕਾਰ ਨਾਲ ਲਿੰਕ ਆ, ਬਲਕਿ ਸਰਕਾਰ ਨੇ ਇਹਨਾਂ ਨੂੰ ਕਿਹਾ ਅੱਗੇ ਜਾ ਕੇ ਕਿ ਤੁਸੀਂ ਇਦਾਂ ਦੇ ਕੰਮ ਕਰੋ, ਤੁਸੀਂ ਇਹ ਬੰਦਿਆਂ ਨੂੰ ਕੁੱਟੋ, ਤੁਸੀਂ ਇਹਨਾਂ ਦੇ ਪੋਸਟਰ ਪਾੜੋ, ਤੁਸੀਂ ਇਹਨਾਂ ਨੂੰ ਤੰਗ ਕਰੋ। ਤਾਂ ਤੁਹਾਨੂੰ ਇਹ ਸ਼ੋਅ ਕਰਨਾ ਪਊਗਾ ਕਿ ਉਹ ਸਰਕਾਰ ਦਾ ਡਾਇਰੈਕਟ ਜਿਹੜਾ ਇੱਕ ਐਕਸ਼ਨ ਸੀਗਾ। ਸਿਰਫ ਇਹ ਨਹੀਂ ਕਿ ਮੈਂ ਜਾ ਰਿਹਾ ਸੀ, ਮੈਨੂੰ ਪਸੰਦ ਨਹੀਂ ਸੀ, ਮੇਰੇ ਨਾਲ ਖੁੰਦਕ ਪੈ ਗਈ, ਮੈਨੂੰ ਕੁੱਟਦਾ ਉਹਨਾਂ ਨੇ, ਉਹ ਇਨਫ ਨਹੀਂ ਹੈਗਾ। ਠੀਕ ਹੈ। ਸੋ ਜਿਹੜਾ ਲਾਅ ਆ ਉਹ ਇਹ ਹੈ। ਸੋ ਇਹਦੀ ਮੁੱਖ ਦੀ ਗੱਲ ਇਹ ਆ ਗਈ ਕਿ ਜਿਹੜੇ ਕੇਸਾਂ ਦੇ ਵਿੱਚ ਬੰਦੇ ਤੇ ਪੁਰਾਣਾ ਹਮਲਾ ਹੋਇਆ ਉਹਦੇ ਉੱਤੇ ਸਰਕਾਰ ਨੇ ਹਮਲਾ ਕੀਤਾ, ਬਰਡਨ ਜਿਹੜਾ ਹੈਗਾ ਉਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਤੇ ਸ਼ਿਫਟ ਹੋ ਜਾਂਦਾ ਕਿ ਤੁਸੀਂ ਹੁਣ ਸ਼ੋਅ ਕਰੋ ਕਿ ਬੰਦਾ ਰੀਜ਼ਨੇਬਲੀ ਰੀਲੋਕੇਟ ਕਰ ਸਕਦਾ ਕਿ ਨਹੀਂ ਕਰ ਸਕਦਾ। ਜ਼ਿਆਦਾਤਰ ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਉਹ ਇਹ ਕੇਸਾਂ ਦੇ ਵਿੱਚ ਹਾਰ ਜਾਂਦੀ ਹੈ, ਤੁਸੀਂ ਕੇਸ ਜਿੱਤ ਜਾਂਦੇ ਹੋ। ਉਹ ਕੇਸਾਂ ਦੇ ਵਿੱਚ ਜਿਹਦੇ ਵਿੱਚ ਤੁਹਾਡੇ ਉੱਤੇ ਹਮਲਾ ਹੋਇਆ ਪਰ ਸਰਕਾਰ ਨੇ ਨਹੀਂ ਕੀਤਾ, ਨਿਊਯਾਰਕ ਦੇ ਵਿੱਚ ਤੁਸੀਂ ਹਾਰੋਗੇ, ਕੈਲੀਫੋਰਨੀਆ ਦੇ ਵਿੱਚ ਤੁਸੀਂ ਜਿੱਤੋਗੇ, ਕਿਉਂਕਿ ਸਿੰਘ ਵਰਸਸ ਗਾਰਲੈਂਡ, ਸਿੰਘ ਵਰਸਸ ਵਿਟੇਕਰ, ਆਹ ਜਿਹੜੀ ਚੀਜ਼ ਆ ਦੋਨਾਂ ਨੂੰ ਅੱਜ ਕਲੈਰੀਫਾਈ ਕਰਾਂਗੇ ਕਿ ਕੈਲੀਫੋਰਨੀਆ 'ਚ ਕਿਉਂ ਜਿੱਤੋਗੇ ਤੇ ਨਿਊਯਾਰਕ ਦੇ ਵਿੱਚ ਕਿਉਂ ਹਾਰੋਗੇ। ਜੀ ਸੋ ਬੇਸਿਕਲੀ ਇਹਨਾਂ ਨੇ ਬਾਈ ਐਲੀਮੀਨੇਸ਼ਨ ਵੀ ਇਹ ਸਰਕਾਰ ਦੇ ਨਹੀਂ ਹੈਗੇ, ਉਹ ਬੰਦਿਆਂ ਨੂੰ ਉਹਦੇ ਵਿੱਚ ਇਨਕਲੂਡ ਕਰਦਾ ਵੀ ਆ ਜੇ ਹੈਗਾ ਤੇ ਉਹ ਨਹੀਂ ਆ। ਜਿੱਦਾਂ ਮੰਨ ਲਓ ਕਿਸੇ ਨੂੰ ਕੁੱਟਮਾਰ ਕੱਲੀ ਪੰਜਾਬ ਦੇ ਵਿੱਚ ਹੋਈ ਆ, ਚਾਹੇ ਸੋ ਦਿਖਾਉਣਾ ਇਸ ਹਿਸਾਬ ਦੇ ਨਾਲ ਪੈਣਾ ਆ ਵੀ ਜੇ ਤੁਹਾਨੂੰ ਕੁੱਟਮਾਰ ਹੋਈ ਆ, ਜੋ ਵੀ ਤੁਹਾਡੇ ਨਾਲ ਤਰਾਸਦੀ ਹੋਈ ਆ, ਉਹ ਸਟੇਟ ਸਪਾਂਸਰਡ, ਗਵਰਨਮੈਂਟ ਸਪਾਂਸਰਡ ਆ, ਵੀ ਜੇ ਤੁਸੀਂ ਕਿਤੇ ਵੀ ਜਾਓਗੇ ਤਾਂ ਉਹ ਤੁਹਾਡੇ ਤੱਕ ਜਿਹੜਾ ਉਹ ਪਹੁੰਚ ਸਕਦੇ ਆ। ਸੋ ਆਓ ਆਪਾਂ ਫਿਰ ਅਗਲੇ ਇਸ ਕੇਸ ਦੇ ਵਿੱਚ ਖੁੱਬਦੇ ਆ ਜੀ। ਨਰਿੰਦਰ ਸਿੰਘ ਵਰਸਸ ਵਿਟੇਕਰ, ਕੀ ਨੇ ਜੀ ਇਸ ਪੂਰੇ ਕੇਸ ਦੇ ਜਿਹੜੇ ਫੈਕਟ ਕੀ ਇਨਵੋਲਵ ਨੇ? ਜੀ ਬਿਲਕੁਲ। ਸੋ ਇੱਕ ਵਾਰੀ ਹੋਰ ਬਸ ਇੱਕ ਡਿਸਕਲੇਮਰ ਛੋਟਾ ਜਿਹਾ ਕਿ ਇਹ ਨਹੀਂ ਕਿ ਮੇਰਾ ਮਤਲਬ ਐਂਡ 'ਚ ਪਾਣਾ ਉਹੀ ਹੈ ਜੋ ਤੁਹਾਡੇ ਨਾਲ ਹੋਇਆ, ਜੋ ਤੁਸੀਂ ਦੱਸ ਰਹੇ ਆ। ਕੋਈ ਇਹ ਨਹੀਂ ਕਿ ਤੁਸੀਂ ਵਕੀਲ ਦੇ ਦਫ਼ਤਰ ਆ ਗਏ ਤਾਂ ਉਹਨੇ ਕਿਹਾ ਨਹੀਂ ਲਿਆ ਮੇਰੇ ਕੋਲ, ਲਿਆ ਮੈਂ ਤੇਰਾ ਤੋੜ ਮਰੋੜ ਕੇ ਕੁਛ ਏਦਾਂ ਦਾ ਬਣਾ ਦੇਣਾ ਜਿਹੜਾ ਤੇਰਾ ਕੇਸ ਦੀ ਰਿਕੁਆਇਰਮੈਂਟ ਮੀਟ ਕਰ ਜਾਊਗਾ। ਏਦਾਂ ਨਹੀਂ ਹੋਣਾ। ਲਾਇਰ ਦਾ ਪੂਰਾ ਐਥੀਕਲ ਕੰਮ ਹੀ ਚੱਲੂਗਾ, ਜੋ ਤੁਸੀਂ ਦੱਸੋਗੇ ਉਹੀ ਪ੍ਰੈਜ਼ੈਂਟ ਹੋਊਗਾ। ਕੋਈ ਉਹਦੇ ਵਿੱਚ ਫੈਕਟ ਦੇ ਵਿੱਚ ਮੋੜ ਘਰੋੜ ਨਹੀਂ, ਜਿਹੜੇ ਫੈਕਟ ਆ ਉਹ ਤੁਹਾਡੇ ਕੋਲ ਹੀ ਆਣੇ ਆ। ਸੋ ਇਸ ਲਈ ਆ ਜਿਹੜਾ ਕੇਸ ਆ ਇਹਨੂੰ ਧਿਆਨ ਨਾਲ ਸੁਣੋ। ਸੋ ਨਰਿੰਦਰ ਸਿੰਘ ਵਰਸਸ ਵਿਟੇਕਰ, ਇਹ ਇੰਡੀਅਨ ਸਿਟੀਜ਼ਨ ਸੀਗਾ। ਜਨਵਰੀ 27, 2013 ਦੇ ਵਿੱਚ ਅਮਰੀਕਾ ਆਇਆ, ਨੋਗੈਲਸ ਐਰੀਜ਼ੋਨਾ ਤੋਂ। ਤੇ ਬਾਕੀ ਜਿੱਦਾਂ ਆਉਂਦੇ ਆ ਬਾਰਡਰ ਟੱਪਦੇ ਆ, ਇਹਦੇ ਕੋਲ ਵੀ ਕੋਈ ਡਾਕੂਮੈਂਟ ਨਹੀਂ ਸੀਗਾ। ਅਸਾਈਲਮ ਆਫਿਸਰ ਨੇ ਇਹਦੀ ਜਿਹੜੀ ਕ੍ਰੈਡੀਬਲ ਫੇਅਰ ਇੰਟਰਵਿਊ ਹੁੰਦੀ ਆ, ਬਿਆਨ ਹੁੰਦੇ ਆ, ਉਹ ਪਾਸ ਕਰਤੇ। ਬਾਕੀਆਂ ਵਾਂਗੂ ਵੀ ਤਕਰੀਬਨ ਇਹ ਲੋਕਾਂ ਵਾਂਗੂ ਪਾਸ ਹੋ ਗਿਆ। ਇਹ ਅੰਦਰ ਆ ਗਿਆ ਅਮਰੀਕਾ ਦੇ, ਇਹਨੇ ਅਸਾਈਲਮ ਅਪਲਾਈ ਕੀਤਾ। ਅਸਾਈਲਮ ਦੇ ਨਾਲ ਨਾਲ ਵਿਦਹੋਲਡਿੰਗ ਆਫ ਰਿਮੂਵਲ ਤੇ ਕੈਟ ਰਿਲੀਫ ਕਨਵੈਨਸ਼ਨ ਅਗੇਂਸਟ ਟਾਰਚਰ ਜਿਹੜੇ ਸਾਰੇ ਕਰਦੇ ਹੀ ਆ, ਉਹੀ ਇਹਨੇ ਕੀਤਾ। ਇਹਦੀ ਇਮੀਗ੍ਰੇਸ਼ਨ ਜੱਜ ਮੂਹਰੇ ਹੀਅਰਿੰਗ ਹੋਈ। ਇਮੀਗ੍ਰੇਸ਼ਨ ਜੱਜ ਦੀ ਹੀਅਰਿੰਗ ਦੇ ਵਿੱਚ ਇਹਨੇ ਕਿਹਾ ਕਿ ਇਹ ਸਿੱਖ ਆ, ਮਾਨ ਪਾਰਟੀ ਦਾ ਮੈਂਬਰ ਆ, ਸਿੱਖਾਂ ਦੇ ਹੱਕਾਂ ਦੀ ਮੰਗ ਕਰਦਾ, ਇੰਡੀਪੈਂਡੈਂਟ ਸਟੇਟ ਖਾਲਿਸਤਾਨ ਦੀ ਮੰਗ ਕਰਦਾ, ਮਾਨ ਪਾਰਟੀਆਂ ਦੇ ਇਵੈਂਟ ਇਹ ਅਟੈਂਡ ਕਰਦਾ ਤੇ ਜਿਹੜੇ ਪੋਸਟਰ ਵਗੈਰਾ ਹੁੰਦੇ ਆ ਉਹ ਵੰਡਦਾ, ਕੰਧਾਂ ਤੇ ਲਾਉਂਦਾ, ਜਿਹਦੇ ਕਰਕੇ ਕਿ ਇਹਨੂੰ ਕਾਫੀ ਥ੍ਰੈਟ ਮਿਲੇ, ਫਿਜ਼ੀਕਲ ਹਾਰਮ ਹੋਇਆ ਕਿਉਂਕਿ ਇਹ ਮਾਨ ਪਾਰਟੀ ਦਾ ਮੈਂਬਰ ਸੀਗਾ। ਟੈਲੀਫੋਨਿਕ ਇਹਨੂੰ ਧਮਕੀਆਂ ਆਈਆਂ ਮਈ ਤੇ, ਹੁਣ ਟਾਈਮਲਾਈਨ ਦੇਖਿਓ ਇਹਦੀ, ਮਈ ਤੇ ਜੂਨ 2008 ਦੇ ਵਿੱਚ ਇਹਨੂੰ ਧਮਕੀਆਂ ਆਈਆਂ ਫੋਨ ਦੇ ਉੱਤੇ। ਫਿਰ ਇਹ ਕਹਿੰਦਾ ਮੈਨੂੰ ਅਕਤੂਬਰ 2012 ਦੇ ਵਿੱਚ ਧਮਕੀਆਂ ਆਈਆਂ। ਜੂਨ 2008 ਦੇ ਵਿੱਚ ਕਹਿੰਦਾ ਮੈਨੂੰ ਪੁਲਿਸ ਨੇ ਅਰੈਸਟ ਕਰ ਲਿਆ, ਕਿਉਂਕਿ ਪੁਲਿਸ ਨੇ ਅਰੈਸਟ ਕੀਤਾ ਹੁਣ ਇਹਨੂੰ। ਠੀਕ ਹੈ। ਸੋ ਆਹ ਧਿਆਨ ਦਿਓ।
ਪੁਲਿਸ ਨੇ ਇਹਨੂੰ ਅਰੈਸਟ ਕੀਤਾ ਕਿਉਂਕਿ ਇਹ ਮਾਨ ਪਾਰਟੀ ਦੇ ਜਿਹੜਾ ਪੋਸਟਰ ਸੀਗੇ ਉਹ ਲਾ ਰਿਹਾ ਸੀਗਾ, ਜਿਹੜੀਆਂ ਲੀਫਲੈਟ ਹੁੰਦੇ ਉਹ ਵੰਡ ਰਿਹਾ ਸੀਗਾ। ਸੋ ਪੁਲਿਸ ਨੇ ਇਹਨੂੰ 6 ਦਿਨ ਕੁੱਟਿਆ ਤੇ ਲੈਦਰ ਦੇ ਪਟਿਆਂ ਨਾਲ, ਬੈਲਟਾਂ ਨਾਲ ਕੁੱਟਿਆ। ਤੇ ਇਹ ਜੂਨ 2008 ਦੀ ਗੱਲ ਹੈ। ਸੋ ਅਗਸਤ 2010 ਦੇ ਵਿੱਚ ਪੁਲਿਸ ਨੇ ਫਿਰ ਇਹਨੂੰ ਅਰੈਸਟ ਕੀਤਾ, 10 ਦਿਨਾਂ ਵਾਸਤੇ ਅਰੈਸਟ ਕੀਤਾ, ਕਿਉਂਕਿ ਇਹ ਕਹਿੰਦਾ, ਮੈਂ ਨਹੀਂ ਕਹਿੰਦਾ, ਇਹ ਕਹਿੰਦਾ, ਕੇਸ ਤੁਹਾਨੂੰ ਪੜ੍ਹ ਕੇ ਸੁਣਾ ਰਿਹਾ, ਇੰਡੀਅਨ ਇੰਡੀਪੈਂਡੈਂਸ ਡੇ ਵਾਲੇ ਦਿਨ ਇਹ ਪ੍ਰੋਟੈਸਟ ਕਰ ਰਿਹਾ ਸੀਗਾ ਤੇ ਖਾਲਿਸਤਾਨ ਦੀ ਮੰਗ ਕਰਦਾ ਸੀਗਾ, ਤੇ ਇਹਨੂੰ ਫੜ ਕੇ ਉਹਨਾਂ ਨੇ 10 ਦਿਨ ਕੁੱਟਿਆ ਤੇ ਮੁੱਕਿਆਂ ਨਾਲ, ਡੰਡਿਆਂ ਨਾਲ ਕੁੱਟਿਆ ਤੇ ਤੋਂ ਡਿਮਾਂਡ ਕੀਤਾ ਕਿ ਤੂੰ ਮੰਗ ਛੱਡ ਦੇ, ਮਾਨ ਪਾਰਟੀ ਛੱਡ ਦੇ। ਜਨਵਰੀ 2012 ਵਿੱਚ ਪੁਲਿਸ ਨੇ ਇਹਨੂੰ ਫਿਰ ਅਰੈਸਟ ਕੀਤਾ, ਪੁਲਿਸ ਸਟੇਸ਼ਨ ਲੈ ਗਈ, ਫਿਰ ਇਹਨੂੰ ਪੁਲਿਸ ਨੇ ਕੁੱਟਿਆ। ਕਾਂਗਰਸ ਮੈਂਬਰ ਨੇ ਫਿਰ ਇਹਨੂੰ ਫੜਿਆ ਅਪ੍ਰੈਲ 2012 ਦੇ ਵਿੱਚ। ਇਹ ਮਾਨ ਪਾਰਟੀ ਦਾ ਖੂਨਦਾਨ ਦਾ ਕੈਂਪ ਲਾ ਕੇ ਕਹਿੰਦਾ ਮੈਂ ਵਾਪਸ ਆ ਰਿਹਾ ਸੀਗਾ, ਕਾਂਗਰਸ ਪਾਰਟੀ ਨੇ ਮੈਨੂੰ ਘੇਰ ਲਿਆ ਤੇ ਕੁੱਟਿਆ। ਤੇ ਫਿਰ ਸਤੰਬਰ 2012 ਦੇ ਵਿੱਚ ਕਹਿੰਦਾ ਫਿਰ ਮੈਂ ਮਾਨ ਪਾਰਟੀ ਦਾ ਇਵੈਂਟ ਅਟੈਂਡ ਕਰਕੇ ਆ ਰਿਹਾ ਸੀਗਾ, ਫਿਰ ਮੈਨੂੰ ਕਾਂਗਰਸ ਪਾਰਟੀ ਨੇ ਕੁੱਟਿਆ। ਸੋ ਪੁਲਿਸ ਨੇ ਕੁੱਟਿਆ, 6 ਦਿਨ 10 ਦਿਨ ਰੱਖ ਕੇ ਕੁੱਟਿਆ, ਟੌਰਚਰ ਕੀਤਾ। ਤੇ ਕਾਂਗਰਸ ਪਾਰਟੀ ਨੇ 2 ਵਾਰੀ ਇਹਨੂੰ ਘੇਰਿਆ ਜਦੋਂ ਇਹ ਆਪਣੇ ਇਵੈਂਟ ਤੋਂ ਅਟੈਂਡ ਕਰਕੇ ਆ ਰਿਹਾ ਸੀਗਾ। ਸੋ ਇਹਨੇ ਸਬੂਤ ਦਿੱਤਾ ਕਿ ਇਹਦੀ ਮਲਟੀਪਲ ਡੇ ਹਸਪੀਟਲਾਈਜੇਸ਼ਨ ਹੋਈ ਆ, ਜਿਹਦੇ ਕਰਕੇ ਕਿ ਇਹਨੂੰ ਨਵੰਬਰ 2012 ਦੇ ਵਿੱਚ ਇਹਨੇ ਇੰਡੀਆ ਛੱਡ ਕੇ ਭੱਜ ਗਿਆ। ਸੋ ਉਸ ਤੋਂ ਬਾਅਦ ਕੀ ਹੋਇਆ ਕਿ ਇੰਡੀਆ ਛੱਡਣ ਤੋਂ ਬਾਅਦ ਪੁਲਿਸ ਇਹਦੇ ਘਰੇ ਜਾਂਦੀ ਰਹੀ, ਪੁੱਛਦੀ ਰਹੀ ਇਹਦੇ ਘਰਦਿਆਂ ਤੋਂ ਕਿ ਇਹ ਕਿੱਥੇ ਸੀਗਾ। ਫਰਵਰੀ 2014 ਦੇ ਵਿੱਚ ਪੁਲਿਸ ਤੇ ਕਾਂਗਰਸ ਫੇਰ ਇਹਦੇ ਘਰੇ ਗਏ ਤੇ ਇਹਦੇ ਬਾਪੂ ਤੇ ਹਮਲਾ ਕਰਤਾ ਤੇ ਇਹਦੇ ਬਾਪੂ ਦੀ ਬਾਂਹ ਤੋੜਤੀ। ਸੋ ਇਹਨੇ ਉਹਦਾ ਵੀ ਪ੍ਰੂਫ ਦਿੱਤਾ। ਸੋ ਇਹ ਸਿੰਘ ਨੇ ਟੈਸਟੀਫਾਈ ਕੀਤਾ ਕਿ ਇਹਦੇ ਲਈ ਪੋਸੀਬਲ ਨਹੀਂ ਹੈਗਾ ਕਿ ਇਹ ਇੰਡੀਆ ਦੇ ਵਿੱਚ ਕਿਤੇ ਹੋਰ ਪੰਜਾਬ ਤੋਂ ਜਾ ਕੇ ਬਾਹਰ ਰਵੇ, ਕਿਉਂਕਿ ਇਹ ਮਾਨ ਪਾਰਟੀ ਦਾ ਵਰਕਰ ਆ ਤੇ ਪੁਲਿਸ ਇਹਨੂੰ ਲੱਭੂਗੀ ਤੇ ਇਹਨੂੰ ਮਾਰ ਦੂਗੀ, ਕਿਉਂਕਿ ਇਹਨੂੰ ਪੁਲਿਸ ਨੇ ਹੁਣ ਕੁੱਟਿਆ ਸੀਗਾ। ਇਹਨੇ ਕਿਹਾ ਕਿ ਮੈਨੂੰ ਪੁਲਿਸ ਲੱਭੂਗੀ ਤੇ ਮੈਨੂੰ ਪੁਲਿਸ ਮਾਰ ਦੂਗੀ। ਸੋ ਇਹ ਕੇਸ ਇਹਨੇ ਜਿਹੜਾ ਸੀਗਾ ਇਮੀਗ੍ਰੇਸ਼ਨ ਜੱਜ ਮੋਰੇ ਸਾਹਮਣੇ ਲਾਇਆ ਆਪਣਾ। ਠੀਕ ਹੈ। ਸੋ ਫਿਰ ਇਹ ਤਾਂ ਫੈਕਟ ਹੋ ਗਏ ਇਸ ਜਿਹੜੇ ਕੇਸ ਦੇ, ਜਿਹੜੇ ਨਰਿੰਦਰ ਸਿੰਘ ਵਰਸਸ ਵਿਟਕਰ ਵਾਲੇ ਕੇਸ ਦੇ ਵਿੱਚ। ਇਮੀਗ੍ਰੇਸ਼ਨ ਜੱਜ ਨੇ ਇਹ ਸਾਰਾ ਫੈਕਟ ਪੈਟਰਨ ਸੁਣਨ ਤੋਂ ਬਾਅਦ ਦੇ ਵਿੱਚ ਕੀ ਫੈਸਲਾ ਲਿਆ, ਕੀ ਡਿਸਾਈਡ ਕੀਤਾ? ਸੋ ਇਮੀਗ੍ਰੇਸ਼ਨ ਜੱਜ ਜਿਹੜਾ ਸੀਗਾ ਉਹਨੇ ਇਹਦੇ ਸਾਰੇ ਕਲੇਮ ਜਿਹੜੇ ਸੀਗੇ, ਅਸਾਈਲਮ, ਵਿਦਹੋਲਡਿੰਗ, ਕੈਟ ਰਿਲੀਫ, ਸਾਰਾ ਕੁਝ ਇਹਦਾ ਡਿਨਾਈ ਕਰਤਾ। ਤੇ ਇਹ ਗੱਲ ਕਰ ਰਹੇ ਆਪਾਂ ਕੈਲੀਫੋਰਨੀਆ ਦੀ। ਸੋ ਦੇਖੋ, ਪੁਲਿਸ ਨੇ ਕੁੱਟਿਆ, ਟੌਰਚਰ ਕੀਤਾ, ਪਾਰਟੀ ਨੇ ਕੀਤਾ, ਬਾਪੂ ਦੀ ਬਾਂਹ ਤੋੜੀ, ਮਗਰੋਂ ਲੱਭਦੇ ਰਹੇ, ਵਰਕਰ ਸੀਗਾ। ਸੋ ਜੱਜ ਨੇ ਇਹਦਾ ਡਿਨਾਈ ਕਰਤਾ ਤੇ ਜੱਜ ਨੇ ਇਸ ਲਈ ਡਿਨਾਈ ਕਰਤਾ ਕਿ ਉਹ ਕਹਿੰਦਾ ਕਿ ਜਿਹੜਾ ਬਰਡਨ ਸੀਗਾ ਉਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵੱਲ ਸ਼ਿਫਟ ਹੋ ਗਿਆ, ਜਿਹੜਾ ਤੁਹਾਨੂੰ ਮੈਂ ਲਾਅ ਐਕਸਪਲੇਨ ਕਰਕੇ ਹਟਿਆ। ਕਿ ਪਰ ਉਹ ਇਹ ਕਹਿੰਦਾ, ਜੱਜ ਇਹ ਕਹਿੰਦਾ ਕਿ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ, ਉਹਨੇ ਜਿਹੜਾ ਆਪਣਾ ਬਰਡਨ ਸੀਗਾ ਉਹ ਮੀਟ ਕਰਤਾ। ਉਹਨੇ ਇਹ ਸ਼ੋਅ ਕਰਤਾ ਕਿ ਇਹ ਬੰਦਾ ਕਿਤੇ ਹੋਰ ਜਾ ਕੇ ਰਹਿ ਸਕਦਾ। ਤੇ ਜਿਹੜਾ ਇਮੀਗ੍ਰੇਸ਼ਨ ਜੱਜ ਸੀਗਾ ਉਹਨੇ ਜਿਹੜਾ ਜੋ ਵੀ ਇਹਦੇ ਵਕੀਲ ਨੇ ਕੰਟਰੀ ਕੰਡੀਸ਼ਨ ਐਵੀਡੈਂਸ ਕੀ ਹੁੰਦਾ ਕਿ ਵਕੀਲ ਤੁਹਾਡਾ ਰਿਪੋਰਟਾਂ ਸਾਰੀਆਂ ਕੱਢ ਕੇ, ਸਾਰੇ ਨਿਊਜ਼ ਆਰਟੀਕਲ, ਜੋ ਵੀ ਲੇਟੈਸਟ ਹੋਇਆ ਕੰਟਰੀ 'ਚ ਕੀ ਚੱਲ ਰਿਹਾ, ਪੋਲੀਟੀਕਲ ਲੈਂਡਸਕੇਪ ਕੀ ਚੱਲ ਰਿਹਾ, ਇੱਕ ਦਸਤਾਵੇਜ਼ ਬਣਾਉਣੇ ਹੁੰਦੇ, ਉਹਨੂੰ ਕੰਟਰੀ ਕੰਡੀਸ਼ਨਸ ਕਹਿੰਦੇ ਆਪਾਂ। ਤੇ ਇੱਕ ਡਿਪਾਰਟਮੈਂਟ ਆਫ ਸਟੇਟ ਜਿਹੜੀ ਹੁੰਦੀ ਆ ਉਹ ਵੀ ਕੰਟਰੀ ਕੰਡੀਸ਼ਨ ਜਿਹੜਾ ਐਵੀਡੈਂਸ ਉਹ ਪਬਲਿਸ਼ ਕਰਦੀ ਹੈ ਹਰ ਸਾਲ, ਹਰੇਕ ਕੰਟਰੀ ਦੇ ਬਾਰੇ ਕਰਦੇ ਆ ਕਿ ਹਾਲਾਤ ਇਹ ਦੇਸ਼ ਦੇ ਕਿੱਦਾਂ ਵਾ। ਸੋ ਉਹ ਇਹਦੇ ਜੱਜ ਨੇ ਕਿਹਾ ਕਿ ਜੋ ਵੀ ਕੰਟਰੀ ਕੰਡੀਸ਼ਨ ਐਵੀਡੈਂਸ ਦਿੱਤਾ ਸੀਗਾ ਉਹਦੇ ਬੇਸ ਤੇ ਮੈਨੂੰ ਲੱਗਦਾ ਕਿ ਸਿੰਘ ਜਿਹੜਾ ਹੈਗਾ ਪੰਜਾਬ ਤੋਂ ਬਾਹਰ ਜਾ ਕੇ ਰਹਿ ਸਕਦਾ। ਜੱਜ ਨੇ ਕਿਹਾ ਕਿ ਜਿਹੜੇ ਲੋ ਲੈਵਲ ਵਰਕਰ ਹੈਗੇ ਆ ਮਾਨ ਪਾਰਟੀ ਦੇ, ਉਹ ਇੰਡੀਆ ਦੇ ਵਿੱਚ ਸੈਂਟਰਲ ਅਥਾਰਟੀ ਵੱਲੋਂ ਵਾਂਟਡ ਨਹੀਂ ਹੈਗੇ। ਜਿਹੜੇ ਲੋ ਲੈਵਲ ਵਰਕਰ ਆ ਸਿਰਫ ਪੋਸਟਰ ਲਾਉਂਦੇ ਆ, ਉਹਨੂੰ ਕੋਈ ਵੀ ਲੱਭਦਾ ਨਹੀਂ ਪਿਆ। ਤੇ ਇਹਦਾ ਚਾਂਸ ਬਹੁਤ ਜ਼ਿਆਦਾ ਘੱਟ ਆ ਕਿ ਪੰਜਾਬ ਤੋਂ ਬਾਹਰ ਉਹਨਾਂ ਨੂੰ ਟਾਰਗੇਟ ਕੀਤਾ ਜਾਊਗਾ। ਤੇ ਉਹ ਕਹਿੰਦੇ ਕਿ ਚੱਲ ਜੇ ਮੰਨ ਵੀ ਲਿਆ ਟਾਰਗੇਟ ਕੀਤਾ ਜਾਊਗਾ, ਸਿੰਘ ਨੇ ਕੋਈ ਇਦਾਂ ਦਾ ਐਵੀਡੈਂਸ ਨਹੀਂ ਪੇਸ਼ ਕੀਤਾ ਕਿ ਉਹ ਇਹ ਕਿੱਦਾਂ ਸ਼ੋਅ ਕਰ ਸਕਦਾ ਕਿ ਕਾਂਗਰਸ ਨੂੰ ਪੰਜਾਬ ਤੋਂ ਬਾਹਰ ਜਾ ਕੇ ਲੱਭ ਸਕਦੀ ਹੈ। ਸੋ ਜਿਹੜਾ ਇਮੀਗ੍ਰੇਸ਼ਨ ਜੱਜ ਸੀਗਾ ਉਹ ਇਹ ਕਹਿੰਦਾ ਕਿ ਜਿਹੜੀ ਸਿੰਘ ਦੀ ਰੀਲੋਕੇਸ਼ਨ ਉਹ ਰੀਜ਼ਨੇਬਲ ਆ, ਕਿਉਂਕਿ ਜਿਹੜਾ ਸਿੰਘ ਆ ਉਹਦੀ ਚੰਗੀ ਹੈਲਥ ਆ, ਉਹਦੀ ਚੰਗੀ ਜਿਹੜੀ ਜੌਬ ਦੀਆਂ ਸਕਿੱਲਸ ਆ। ਤੇ ਸਿੰਘ ਜਿਹੜਾ ਹੈਗਾ ਜੇ ਕਿਸੇ ਹੋਰ ਸਟੇਟ ਦੇ ਵਿੱਚ ਮੂਵ ਕਰਦਾ, ਇਹ ਜੌਬ ਲੱਭ ਸਕਦਾ, ਕੰਮ ਵਗੈਰਾ ਉੱਥੇ ਕਰ ਸਕਦਾ। ਤੇ ਤਾਂ ਕਰਕੇ ਇਹਦੇ ਰਸਤੇ 'ਚ ਕੋਈ ਰੁਕਾਵਟ ਨਹੀਂ ਹੈਗੀ, ਇਹ ਹੋਰ ਕਿਸੇ ਸਟੇਟ 'ਚ ਜਾ ਕੇ ਰਹਿ ਸਕਦਾ। ਤੇ ਇਮੀਗ੍ਰੇਸ਼ਨ ਜੱਜ ਨੇ ਕਿਹਾ ਕਿ ਜਿਹੜਾ ਸਿੰਘ ਤੇ ਹਾਰਨ ਜਿਹੜੇ ਹੋਏ ਸੀਗੇ, ਜਿਸ ਲੈਵਲ ਦੀ ਉਹਨੂੰ ਕੁੱਟ ਪਈ ਸੀਗੀ, ਹੁਣ ਸਿੰਘ ਨੇ ਹਿਊਮੈਨਿਟੇਰੀਅਨ ਅਸਾਈਲਮ ਵੀ ਫਾਈਲ ਕੀਤਾ ਸੀਗਾ, ਉਹ ਆਪਾਂ ਕਿਸੇ ਹੋਰ ਦਿਨ ਡਿਸਕਸ ਕਰਾਂਗੇ ਕਿ ਹਿਊਮੈਨਿਟੇਰੀਅਨ ਅਸਾਈਲਮ ਕੀ ਹੁੰਦਾ। ਸੋ ਉਹਨੇ ਕਿਹਾ ਕਿ ਜਿੰਨੇ ਕਿਹਦੇ ਤੇ ਹਮਲੇ ਹੋਏ ਸਾਰਾ ਕੰਸੀਡਰ ਕਰਕੇ ਮੈਨੂੰ ਨਹੀਂ ਲੱਗਦਾ ਕਿ ਇਹਨੂੰ ਹਿਊਮੈਨਿਟੇਰੀਅਨ ਅਸਾਈਲਮ ਜਿਹੜਾ ਉਹ ਮਿਲਣਾ ਚਾਹੀਦਾ। ਸੋ ਸਿੰਘ ਨੇ ਜਿਹੜਾ ਹੁਣ ਕੀ ਸੀਗਾ ਕਿ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੂਹਰੇ ਆਪਣੀ ਅਪੀਲ ਫਾਈਲ ਕਰਤੀ। ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਸੀਗਾ
ਉਹਨੇ ਵੀ ਇਹਦਾ ਕੇਸ ਜਿਹੜਾ ਸੀਗਾ ਡਿਨਾਈ ਕਰਤਾ। ਓਕੇ, ਸੋ ਇਹ ਆਪਾਂ ਕੈਲੀਫੋਰਨੀਆ ਦੇ ਅਦਾਲਤ ਦੀ ਜਿਹੜੀ ਉਹ ਗੱਲ ਕਰ ਰਹੇ, ਇਮੀਗ੍ਰੇਸ਼ਨ ਕੋਰਟ ਦੀ, ਜਿੱਥੇ ਉਹਨਾਂ ਨੇ ਪੁਲਿਸ ਦੁਆਰਾ, ਕਾਂਗਰਸ ਦੁਆਰਾ ਕੁੱਟਮਾਰ ਉਹਨਾਂ ਦੇ ਡੈਡੀ ਦੀ ਨਾਲੇ ਹੋਇਆ। ਤੇ ਬੇਸਿਕਲੀ ਜੱਜ ਦਾ ਇਹ ਕਹਿਣਾ ਸੀਗਾ ਵੀ ਭਾਈ ਇਹ ਮੁਲਕ ਦੇ ਦੂਸਰੇ ਹਿੱਸੇ ਤੇ ਜਾ ਕੇ ਰਹਿ ਸਕਦਾ ਸੀਗਾ, ਇਹਨੂੰ ਉੱਥੇ ਖਤਰਾ ਜਿਹੜਾ ਉਹ ਨਹੀਂ ਸੀਗਾ। ਸੋ ਦੋਨਾਂ ਥਾਵਾਂ ਤੋਂ ਇਸ ਦੀ ਜਿਹੜੀ ਆ ਉਹ ਫਿਰ ਇੱਕ ਹਿਸਾਬ ਦੇ ਨਾਲ ਹੋਈ। ਸੋ BIA ਨੇ ਕੀ ਜਿਹੜਾ ਆ ਉਹ ਫਿਰ ਡਿਸਾਈਡ ਕੀਤਾ ਆ ਜਦ ਇਸਨੇ ਅਪੀਲ ਕੀਤੀ ਸੀ ਜੱਜ ਦੀ ਜਿਹੜੀ ਆ ਡਿਸੀਜਨ ਨੂੰ? ਸੋ ਜਦੋਂ ਇਮੀਗ੍ਰੇਸ਼ਨ ਕੋਰਟ ਤੋਂ ਕੇਸ ਫੇਲ ਹੋ ਜਾਂਦਾ, ਉਹ BIA ਦੇ ਕੋਲ ਜਾਂਦਾ, ਬੋਰਡ ਆਫ ਇਮੀਗ੍ਰੇਸ਼ਨ ਅਪੀਲਸ ਜਿਹਨੂੰ ਕਿਹਾ ਜਾਂਦਾ। ਇੱਥੇ ਤੁਹਾਡੀ ਪਹਿਲੀ ਅਪੀਲ ਜਿਹੜੀ ਉਹ ਲੱਗਦੀ ਆ, ਠੀਕ ਹੈ। ਸੋ ਇਹ ਵੀ ਯਾਦ ਰੱਖਿਓ, ਹੁਣ ਕੇਸ ਆਉਂਦੇ ਆ ਲੋਕਾਂ ਦੇ, ਪਹਿਲਾਂ ਤਾਂ 5-10 ਮਿੰਟ ਇਹੀ ਉਲਝਣ 'ਚ ਫਸੇ ਰਹਿੰਦਾ ਕਿ ਯਾਰ ਤੂੰ ਅਪੀਲ ਫਾਈਲ ਕਿੱਥੇ ਕੀਤੀ ਸੀ? ਪਤਾ ਨਹੀਂ ਭਾਜੀ, ਮੇਰੀ ਤਾਂ ਤੀਜੀ ਅਪੀਲ ਸੀਗੀ, ਮੇਰੀ ਤਾਂ ਦੂਜੀ ਅਪੀਲ ਸੀਗੀ। ਮੈਂ ਕਿਹਾ ਤੀਜੀ ਅਪੀਲ ਤਾਂ ਕਿੱਦਾਂ ਕੀਤੀ ਤੂੰ, ਹੈ ਨਾ। ਸੋ ਇਹ ਹੈ ਕਿ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਤੁਹਾਨੂੰ ਕਿ ਕਿਹੜੀ ਸੰਸਥਾ ਮੂਹਰੇ ਜਿਹੜੀ ਅਪੀਲ ਉਹ ਕਰ ਰਹੇ ਆ ਨਾ। ਸੋ ਕਈ ਤਾਂ ਵਿਚਾਰੇ ਡਰ ਕੇ ਮਾਰੇ ਨਾ ਉੱਥੇ ਬੈਠੇ ਰਹਿੰਦੇ ਆ, ਨਿਊਯਾਰਕ ਹੀ ਬੈਠੇ ਰਹਿੰਦੇ ਕਿ ਭਾਜੀ ਮੈਂ ਹੁਣ ਜਾ ਨਹੀਂ ਸਕਦਾ ਇੱਥੋਂ ਦੀ। ਸੋ ਇੱਕ ਵਾਰੀ ਤੁਹਾਡਾ ਜਦੋਂ ਇਮੀਗ੍ਰੇਸ਼ਨ ਕੋਰਟ ਨੇ, ਜੱਜ ਨੇ ਕੇਸ ਡਿਨਾਈ ਕਰਤਾ, ਤੁਹਾਡਾ ਜਿਹੜਾ ਜੁਰਿਸਡਿਕਸ਼ਨ ਆ ਉਹ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੂਹਰੇ ਆ ਜਾਂਦਾ, ਜਿਹੜਾ ਕਿ ਵਰਜੀਨੀਆ, ਵਾਸ਼ਿੰਗਟਨ DC ਏਰੀਆ ਦੇ ਵਿੱਚ ਹੈਗਾ। ਤੇ ਇੱਕ ਵਾਰੀ ਤੁਹਾਡਾ ਨਿਊਯਾਰਕ ਨੇ ਜਾਂ ਕੈਲੀਫੋਰਨੀਆ ਜਿੱਥੇ ਡਿਸਾਈਡ ਕਰਤਾ, ਉਸ ਤੋਂ ਬਾਅਦ ਮੈਟਰ ਨਹੀਂ ਕਰਦਾ ਤੁਸੀਂ ਕਿੱਥੇ ਮੂਵ ਹੋਣੇ ਹੋ, ਤੁਸੀਂ ਜਿੱਥੇ ਮਰਜ਼ੀ ਮੂਵ ਹੋ ਸਕਦੇ ਆ। ਤੁਹਾਡਾ ਮਤਲਬ ਕਿ ਉਹਲੇ ਸਰਕਿਟ ਦੇ ਥੱਲੇ ਹੀ ਜਿਹੜਾ ਕੇਸ ਹੋ ਰਹਿਣਾ ਵਾ। ਸੋ ਕਈ ਤਾਂ ਵਿਚਾਰੇ ਐਵੇਂ ਸਾਲ-ਸਾਲ ਫਸੇ ਰਹਿੰਦੇ ਕਿ ਭਾਜੀ ਮੈਂ ਹੁਣ ਮੂਵ ਨਹੀਂ ਹੋ ਸਕਦਾ, ਮੈਂ ਫਸ ਗਿਆ ਇੱਥੇ। ਸੋ ਇੱਕ ਤਾਂ ਇਹ ਹੈ ਕਿ ਤੁਸੀਂ ਮੂਵ ਹੋ ਸਕਦੇ ਆ, ਕੋਈ ਚੱਕਰ ਨਹੀਂ। ਇੱਕ ਵਾਰੀ ਕੋਰਟ ਨੇ ਡਿਸਾਈਡ ਕਰਤਾ, ਕੇਸ ਡਨ ਹੋ ਗਿਆ, ਉਸ ਤੋਂ ਬਾਅਦ ਕੋਈ ਐਸੀ ਰਿਕੁਆਇਰਮੈਂਟ ਨਹੀਂ ਕਿ ਤੁਸੀਂ ਉਸੇ ਜੁਰਿਸਡਿਕਸ਼ਨ ਥੱਲੇ ਰਹਿਣਾ। ਸੋ ਹੁਣ ਇਹਦਾ ਕੇਸ ਸੀਗਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੂਹਰੇ ਪਹੁੰਚ ਗਿਆ ਵਰਜੀਨੀਆ ਦੇ ਵਿੱਚ। ਉਹਦੇ ਵਿੱਚ ਬੋਰਡ ਆਫ ਇਮੀਗ੍ਰੇਸ਼ਨ ਜਿਹੜਾ ਅਪੀਲ ਹੈਗਾ, ਇੰਨਾ ਕੋਈ ਵਧੀਆ ਆਫਿਸ ਨਹੀਂ ਹੈ। 10% ਕੇਸ ਜਿਹੜੇ ਉਹ ਪਾਸ ਕਰਦੇ ਆ, ਕਿਉਂਕਿ ਇਹ ਵਾਸ਼ਿੰਗਟਨ DC 'ਚ ਆ, ਉੱਥੇ ਸਰਕਾਰੀ ਅਦਾਰੇ ਪਦਾਰੇ ਜ਼ਿਆਦਾ। ਸੋ ਜਿਹੜੇ ਲੋਕੀ ਉੱਥੇ ਹਾਇਰ ਕਰਦੇ, ਸੋ ਮਤਲਬ ਓਬਵੀਅਸ ਹੈ ਕਿ ਇਹਨਾਂ ਨੇ ਜ਼ਿਆਦਾਤਰ ਜਿਹੜਾ ਸਰਕਾਰ ਦਾ ਹੀ ਸਾਥ ਦੇਣਾ ਹੁੰਦਾ ਮੋਸਟ ਕੇਸਿਸ ਦੇ ਵਿੱਚ, ਅਨਲੈਸ ਕੋਈ ਲੀਗਲ ਐਰਰ ਜਾਂ ਕੁਛ ਇੱਦਾਂ ਦਾ ਕਮਿਟ ਕੀਤਾ। ਸੋ 10% ਕੇਸ ਇਹ ਜਿਹੜੇ ਹੈਗੇ ਆ ਉਹ ਪਾਸ ਕਰਦੇ ਆ, 90% ਕੇਸ ਇੱਥੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਤੇ ਫੇਲ ਹੁੰਦੇ ਆ। ਬੋਰਡ ਆਫ ਇਮੀਗ੍ਰੇਸ਼ਨ ਅਪੀਲ ਦੇ ਵਿੱਚ ਵਕੀਲ ਦਾ ਸਿਰਫ ਇਹ ਕੰਮ ਹੁੰਦਾ ਕਿ ਸਹੀ ਵਕੀਲ ਲੱਭ ਕੇ ਸਹੀ ਮੁੱਦੇ ਜਿਹੜੇ ਆ ਉਹ ਆਰਗਿਊ ਕਰੋ। ਜੇ ਆਰਗਿਊ ਨਹੀਂ ਕਰੋਗੇ ਤਾਂ ਉੱਤੇ ਸਰਕਿਟ ਕੋਰਟ ਦੇ ਵਿੱਚ ਜਾ ਕੇ ਉਹ ਦੁਬਾਰਾ ਆਰਗਿਊ ਨਹੀਂ ਕਰ ਸਕਦੇ। ਕੋਈ ਵੀ ਨਵਾਂ ਐਵੀਡੈਂਸ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੂਹਰੇ ਜਾਂ ਸਰਕਿਟ ਕੋਰਟ ਮੂਹਰੇ ਸਬਮਿਟ ਨਹੀਂ ਹੋ ਸਕਦਾ। ਕਹਿਣ ਦਾ ਮਤਲਬ ਜੋ ਇਮੀਗ੍ਰੇਸ਼ਨ ਜੱਜ ਮੂਹਰੇ ਸਬੂਤ ਚਲੇ ਗਏ, ਉਹਦੇ ਬੇਸ ਦੇ ਉੱਤੇ ਹੀ ਤੁਹਾਡਾ ਜਿਹੜਾ ਕੇਸ ਆ ਹੁਣ BIA ਦੇ ਕੋਲ ਚੱਲੂਗਾ। BIA ਦੇ ਵਿੱਚ ਤੁਹਾਡਾ ਮੇਨ ਕੰਮ ਇਹ ਨਹੀਂ ਹੈਗਾ ਕਿ ਹਾਰਨਾ ਜਿੱਤਣਾ, 10% ਦੀ ਰੇਟਿੰਗ ਆ। BIA ਦੇ ਵਿੱਚ ਇਹ ਹੈਗਾ ਕਿ ਤੁਹਾਡੇ ਸਰਕਿਟ ਦਾ ਕੀ ਲਾਅ ਹੈਗਾ, ਉਹਦੇ ਹਿਸਾਬ ਨਾਲ ਤੁਸੀਂ ਆਪਣੇ ਇਸ਼ੂਜ਼ ਜਿਹੜੇ ਉਹ ਸਹੀ ਤਰੀਕੇ ਨਾਲ ਫਰੇਮ ਕਰਨੇ ਆ। ਜੇ ਤੁਹਾਡੇ ਇਸ਼ੂ ਸਹੀ ਤਰੀਕੇ ਨਾਲ ਫਰੇਮ ਨਹੀਂ ਹੋਏ, ਤੁਸੀਂ ਉੱਤੇ ਜਾ ਕੇ ਸਰਕਿਟ ਕੋਰਟ ਦੇ ਵਿੱਚ ਵੀ ਜਿੱਤ ਨਹੀਂ ਪਾਓਗੇ। ਸੋ BIA ਜ਼ਿਆਦਾਤਰ ਤੁਸੀਂ ਹਾਰੋਗੇ, ਪਰ ਜਿਹੜੀ ਤੁਹਾਡੀ ਜਿੱਤ ਦਾ ਜਿਹੜੀ ਨੀਂਹ ਪੱਥਰ ਆ ਉਹ BIA ਦੇ ਵਿੱਚ ਹੁਣ ਜਿਹੜਾ ਉਹ ਰੱਖਿਆ ਜਾਊਗਾ। ਸੋ BIA ਨੇ ਕੀ ਕੀਤਾ ਕਿ ਉਹਨੇ ਇਹਦਾ ਕੇਸ ਜਿਹੜਾ ਸੀਗਾ ਉਹ ਡਿਨਾਈ ਕਰਤਾ। ਉਹਨੇ ਇਹ ਕਿਹਾ ਕਿ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਸੀਗਾ ਉਹਨੂੰ ਆਪਾਂ DHS ਕਵਾਂਗੇ। DHS ਨੇ ਆਪਣਾ ਜਿਹੜਾ ਬਰਡਨ ਸੀਗਾ ਉਹ ਮੀਟ ਕਰਤਾ। ਉਹਨੇ ਇਹ ਸ਼ੋਅ ਕਰਤਾ ਕਿ ਇਹ ਪੰਜਾਬ ਤੋਂ ਬਾਹਰ ਜਾ ਕੇ ਰਹਿ ਸਕਦਾ ਸੀਗਾ, ਇਹਨੂੰ ਕੋਈ ਵੀ ਹਿਊਮੈਨਿਟੇਰੀਅਨ ਅਸਾਈਲਮ ਜਾਂ ਕੈਟ ਰਿਲੀਫ ਨਹੀਂ ਮਿਲਣਾ, ਐਲੀਜੀਬਲ ਨਹੀਂ ਹੈਗਾ। ਇਹਨੇ BIA ਦੇ ਮੂਹਰੇ ਆਪਣੀ ਮੋਸ਼ਨ ਟੂ ਰੀਕਨਸੀਡਰ ਫਾਈਲ ਕੀਤੀ। ਇਹ ਆਰਗਿਊ ਕੀਤਾ ਕਿ ਜਿਹੜਾ ਐਵੀਡੈਂਸ ਸੀਗਾ ਉਹ ਇਹ ਨਹੀਂ ਸ਼ੋਅ ਕਰ ਸਕਿਆ। ਸਿੰਘ ਨੇ BIA ਮੂਹਰੇ ਇਹ ਆਰਗਿਊ ਕੀਤਾ ਫਿਰ ਕਿ ਜਿਹੜੀ ਸਰਕਾਰ ਉਹ ਐਵੀਡੈਂਸ ਇਹ ਸ਼ੋਅ ਕਰਦਾ ਕਿ ਉਹ ਪੰਜਾਬ ਤੋਂ ਬਾਹਰ ਆਪਣੀ ਪੋਲੀਟੀਕਲ ਗਤੀਵਿਧੀਆਂ 'ਚ ਪਾਰਟਿਸਿਪੇਟ ਨਹੀਂ ਕਰ ਸਕਦਾ, ਆਪਣੀ ਮੰਗ ਜਿਹੜੀ ਹੱਕਾਂ ਦੀ ਨਹੀਂ ਕਰ ਸਕਦਾ। ਤੇ ਸਿੰਘ ਨੇ ਆਰਗਿਊ ਕੀਤਾ ਕਿ ਜਿਹੜਾ ਇਮੀਗ੍ਰੇਸ਼ਨ ਜੱਜ ਆ ਉਹਨੇ ਕੋਈ ਵੀ ਇਹੋ ਜਿਹਾ ਸਪੈਸੀਫਿਕ ਏਰੀਆ, ਮਤਲਬ ਕਿ ਇੱਕ ਸਪੈਸ਼ਲ ਸਟੇਟ ਏਰੀਆ, ਟਾਊਨ ਇੱਦਾਂ ਦਾ ਕੋਈ ਆਇਡੈਂਟੀਫਾਈ ਨਹੀਂ ਕੀਤਾ ਜਿਸ 'ਚ ਸਿੰਘ ਜਾ ਕੇ ਰਹਿ ਸਕਦਾ। ਉਹ ਕਹਿੰਦਾ ਕਿ ਸਿੰਘ ਨੇ ਆਰਗਿਊ ਕੀਤਾ ਕਿ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਇਹ ਵੀ ਮੈਨੂੰ ਦੱਸੇ ਕਿ ਮੈਂ ਇੰਡੀਆ 'ਚ ਕਿੱਥੇ ਜਾ ਕੇ ਰੀਜ਼ਨੇਬਲੀ ਰਹਿ ਸਕਦਾ। ਉਹਨਾਂ ਨੇ ਬੜੀ ਜਨਰਲ ਜੀ ਸਟੇਟਮੈਂਟ ਦਿੱਤੀ ਹੈ ਕਿ ਇਹ ਪੰਜਾਬ ਤੋਂ ਬਾਹਰ ਜਾ ਸਕਦਾ ਵਾ। ਹਾਂਜੀ, ਤੇ ਸਿੰਘ ਨੇ ਆਪਣੇ ਜਿਹੜੇ ਲੈਂਗੁਏਜ ਦੀ ਸਕਿੱਲਸ ਦੀ ਕਿ ਮੇਰੇ ਰੋਜ਼ਗਾਰ ਕੀ ਕਰੂੰਗਾ ਉਹ ਸਾਰੇ ਦੇ ਬਾਰੇ ਵੀ ਆਰਗੂਮੈਂਟ ਦਿੱਤੀ। ਸੋ BIA ਨੇ ਬੇਸਿਕਲੀ ਇਹਦੀਆਂ ਸਾਰੀਆਂ ਆਰਗੂਮੈਂਟ ਡਿਨਾਈ ਕਰਤੀਆਂ। ਉਹਨੇ ਕਿਹਾ ਕਿ ਇਹ ਸਾਰਾ ਕੁਛ ਵੀ ਐਪਲੀਕੇਬਲ ਨਹੀਂ ਹੈਗਾ, ਤੇ ਜਿਹੜੀ ਸਰਕਾਰ ਆ ਉਹਨੇ ਆਪਣਾ ਬਰਡਨ ਜਿਹੜਾ ਮੀਟ ਕਰ ਦਿੱਤਾ, ਤੇ ਸਰਕਾਰ ਤੇ ਕੋਈ ਵੀ ਜਿਹੜੀ ਜ਼ਿੰਮੇਵਾਰੀ ਇਦਾਂ ਦੀ ਹੈ ਨਹੀਂ ਕਿ ਤੈਨੂੰ ਉਹ ਦੱਸੇ ਕਿ ਤੂੰ ਕਿਸੇ ਹੋਰ ਸਟੇਟ 'ਚ ਜਾ ਕੇ ਰਹਿਣਾ ਤੇ ਨਹੀਂ ਰਹਿਣਾ। ਸੋ ਹੁਣ ਜਿਹੜਾ ਸੀਗਾ ਇਹ BIA ਨੇ ਵੀ ਡਿਨਾਈ ਕਰਤਾ, ਤੇ ਇਹ ਪਹੁੰਚਣ ਜਾ ਰਿਹਾ ਕੇਸ ਜੀ ਸਾਡਾ 9th ਸਰਕਿਟ। ਸੋ ਇਹ ਚਲੋ BIA ਨੇ ਡਿਸਾਈਡ ਕਰਤਾ, ਉਹਨਾਂ ਨੇ ਵੀ ਇਮੀਗ੍ਰੇਸ਼ਨ ਜੱਜ ਵਾਲੀ ਗੱਲ ਨੂੰ ਇੱਕ ਹਿਸਾਬ ਦੇ ਨਾਲ ਫਿਰ ਤੋਂ ਦੁਹਰਾ ਦਿੱਤਾ। ਸੋ ਲੀਗਲ ਇਸ਼ੂਜ਼ ਜਿਹੜੇ ਕੀ ਇਨਵੋਲਵ ਰਹੇ ਸਰਕਿਟ ਕੋਰਟ ਦੇ ਵਿੱਚ ਜਿਹੜੇ ਉਹ ਜਾਣ ਤੋਂ ਪਹਿਲਾਂ, ਹੁਣ ਦੋਨੋਂ ਪਾਸੋਂ ਇਹਨੂੰ ਜਿਹੜਾ ਨਰਿੰਦਰਪਾਲ ਹੁਣਾਂ ਨੂੰ ਡਿਨਾਈ ਹੋ ਗਿਆ ਸਾਰਾ ਕੁਝ।
ਸੋ ਜੀ ਲੀਗਲ ਇਸ਼ੂ ਇਹਦੇ ਵਿੱਚ ਇਹ ਆ ਗਿਆ ਹੁਣ ਜਦੋਂ 9th ਸਰਕਟ ਤੇ ਪਹੁੰਚ ਗਿਆ। ਸੋ ਇਹਦੀ ਇੱਕ ਗੱਲ ਸੀ ਕਿ ਇਹ ਬਚ ਗਿਆ ਕਿ ਇਸ਼ੂ ਇਹਨੇ ਫਰੇਮ ਕਰਤੇ। ਜਿਹੜੀ ਸਰਕਾਰ ਸੀਗੀ ਉਹਨੇ 9th ਸਰਕਟ ਮੁਰੇ ਵੀ ਕੋਸ਼ਿਸ਼ ਕੀਤੀ ਸੀਗੀ ਕਿ ਇਹਨੇ ਕਈ ਮੁੱਦੇ ਫਰੇਮ ਨਹੀਂ ਕੀਤੇ, ਪਰ 9th ਸਰਕਟ ਨੇ ਕਿਹਾ ਕਿ ਨਹੀਂ ਉਹਨੇ ਕਰਤੇ ਸੀਗੇ ਤਾਂ ਇਹਦੀ ਗੱਲ ਸੁਣੀ ਜਾਊਗੀ। ਸੋ ਮੁੱਖ ਮੁੱਦਾ ਇਹਦੇ ਵਿੱਚ ਇਹ ਆ ਗਿਆ ਹੁਣ 9th ਸਰਕਟ ਦੇ ਮੁਰੇ ਕਿ ਜਿਹੜਾ ਕੀ ਬੋਰਡ ਆਫ ਇਮੀਗ੍ਰੇਸ਼ਨ ਅਪੀਲਸ ਨੇ ਜਾਂ ਇਮੀਗ੍ਰੇਸ਼ਨ ਜੱਜ ਨੇ ਗਲਤੀ ਤਾਂ ਨਹੀਂ ਕਰਤੀ। ਜਿਹੜਾ ਲਾਅ ਹੈਗਾ 8 CFR 1208.13B3 ਜਿਹਦੇ ਬਾਰੇ ਆਪਾਂ ਡਿਸਕਸ ਕੀਤਾ ਕਿ ਉਹਨੂੰ ਇੰਟਰਪ੍ਰੇਟ ਕਰਨ ਚ BIA ਨੇ ਤੇ ਸਰਕਟ ਕੋਰਟ ਨੇ ਕੋਈ ਗਲਤੀ ਤਾਂ ਨਹੀਂ ਕਰਤੀ। ਉਹ ਇਹ ਕਹਿੰਦੇ ਹੁਣ ਮੁੱਦਾ ਇਹ ਆ ਗਿਆ ਕਿ ਉਹ ਕਹਿੰਦਾ ਕਿ ਇਹ ਦੇਖਣਾ ਕਿ ਇਹ ਮੱਦੇ ਨਜ਼ਰ ਰੱਖਦੇ ਹੋਏ ਕਿ ਇਹ ਬੰਦੇ ਤੇ ਕਿਹਨੇ ਹਮਲਾ ਕੀਤਾ, ਕਿਹੜੀਆਂ ਸੰਸਥਾਵਾਂ ਨੇ ਤੇ ਹਮਲਾ ਕੀਤਾ, ਕਿੱਦਾਂ ਦਾ ਹਮਲਾ ਕੀਤਾ, ਕਿਸ ਲੈਵਲ ਦਾ ਹਮਲਾ ਕੀਤਾ। ਜਦੋਂ ਹੁਣ ਇਹਨੂੰ 6 ਦਿਨ 10 ਦਿਨ ਰੱਖਿਆ ਸੀਗਾ, ਕੁੱਟਿਆ ਸੀਗਾ, ਟੌਰਚਰ ਕੀਤਾ ਸੀਗਾ, ਧਮਕੀਆਂ ਮਿਲੀਆਂ ਸੀਗੀਆਂ, ਪੁਲਿਸ ਨੇ ਵੀ ਕੁੱਟਿਆ ਸੀਗਾ ਤੇ ਪੋਲੀਟੀਕਲ ਪਾਰਟੀਆਂ ਨੇ ਵੀ ਇਹਨੂੰ ਕੁੱਟਿਆ ਸੀਗਾ। ਸੋ ਉਹ ਸਾਰਿਆਂ ਨੂੰ ਰੱਖਦੇ ਹੋਏ ਕਿ ਇਸ ਕੰਟਰੀ ਦੇ ਵਿੱਚ ਕੋਈ ਜਰਨਲ ਜਾਂ ਸਪੈਸੀਫਿਕ ਏਰੀਆ ਐਗਜ਼ਿਸਟ ਕਰਦਾ ਜਿੱਥੇ ਕਿ ਇਹਨੂੰ ਨੁਕਸਾਨ ਨਹੀਂ ਪਹੁੰਚਾਇਆ ਜਾਊਗਾ। ਸੋ ਇਹ ਮੁੱਦਾ ਆ ਗਿਆ ਹੁਣ ਕਿ ਕੀ ਇਦਾਂ ਦਾ ਏਰੀਆ ਐਗਜ਼ਿਸਟ ਕਰਦਾ ਕਿ ਨਹੀਂ ਕਰਦਾ, ਸਾਰੀਆਂ ਚੀਜ਼ਾਂ ਨੂੰ ਮੁੱਦੇ ਨਜ਼ਰ ਰੱਖਦੇ ਹੋਏ। ਤੇ ਹੁਣ ਫਿਰ ਇਹ ਮੁੱਦਾ ਜਿਹੜਾ ਸੀਗਾ ਇਹ 9th ਸਰਕਟ ਦੇ ਮੁਰੇ ਜਿਹੜਾ ਉਹ ਪਹੁੰਚਿਆ। ਸੋ ਬੇਸਿਕਲੀ ਜਿਹੜਾ ਤੁਸੀਂ ਪਹਿਲਾਂ ਰੀਜ਼ਨੇਬਲਨੈਸ ਆਫ ਇੰਟਰਨਲ ਰੀਲੋਕੇਸ਼ਨ ਦੇ ਉੱਤੇ ਸਾਰੀ ਜਿਹੜੀ ਗੱਲ ਆ ਕੇ ਜਿਹੜੀ ਉਹ ਟਿਕ ਗਈ ਆ, ਸਰਕਟ ਕੋਰਟ ਨੇ ਹੁਣ ਇਹ ਡਿਸਾਈਡ ਕਰਨਾ ਆ ਵੀ ਇਹ ਕੀ ਬੰਦਾ ਵਾਕਿਆ ਹੀ ਇਹ ਛੱਡ ਕੇ ਉੱਥੇ ਰਹਿ ਸਕਦਾ ਸੀਗਾ, ਇਹਨੂੰ ਫਿਊਚਰ ਪ੍ਰੋਸੀਕਿਊਸ਼ਨ ਦਾ ਖਤਰਾ ਆ ਕਿ ਨਹੀਂ, ਇਸ ਚੀਜ਼ ਦੇ ਉੱਤੇ ਡਿਸਾਈਡ ਹੋਣਾ ਆ। ਜੀ ਬਿਲਕੁਲ। ਸੋ ਸਰਕਟ ਕੋਰਟ ਨੇ ਫਿਰ ਕੀ ਇਸ ਨਰਿੰਦਰਪਾਲ ਹੁਣਾਂ ਦੇ ਕੇਸ ਦੇ ਉੱਤੇ ਫੈਸਲਾ ਲਿਆ? ਸੋ ਜੀ ਨਰਿੰਦਰਪਾਲ ਨੇ BIA ਦਾ ਚੈਲੰਜ ਕਰਤਾ ਸਾਰਾ ਕੁਝ ਹੀ ਕਿ ਇਹਨਾਂ ਨੇ ਮੇਰਾ ਅਸਾਈਲਮ ਵੀ ਗਲਤ ਡਿਨਾਈ ਕੀਤਾ, ਵਿਦ ਹੋਲਡਿੰਗ ਵੀ ਗਲਤ ਡਿਨਾਈ ਕੀਤੀ ਹੈ, ਹਿਊਮੈਨਿਟੇਰੀਅਨ ਅਸਾਈਲਮ ਵੀ ਗਲਤ ਡਿਨਾਈ ਕੀਤਾ, ਕੈਟ ਵੀ ਤੇ ਮੋਸ਼ਨ ਟੂ ਰੀਕਨਸੀਡਰ ਵੀ। ਉਹਨੇ ਸਾਰੀਆਂ ਚੀਜ਼ਾਂ ਜਿਹੜੀਆਂ ਚੈਲੰਜ ਕਰਤੀਆਂ, ਮੁੱਦੇ ਠੀਕ ਫਰੇਮ ਕਰਤੇ। ਜਿਹੜਾ 9th ਸਰਕਟ ਹੁੰਦਾ ਉਹਨੂੰ PFR ਕਹਿੰਦੇ ਆ, ਪਟੀਸ਼ਨ ਫॉर ਰਿਵਿਊ। ਜਦੋਂ ਵੀ ਸਰਕਟ ਕੋਰਟ ਮੁਰੇ ਜਾਂਦਾ ਸੋ ਪਹਿਲੀ ਚੀਜ਼ ਇਹ ਹੈ ਕਿ ਪਟੀਸ਼ਨ ਫॉर ਰਿਵਿਊ ਨੂੰ ਗ੍ਰਾਂਟ ਕਰਨਾ ਕਿ ਨਹੀਂ ਕਰਨਾ। ਸੋ ਇਹਦੀ ਜਿਹੜੀ ਪਟੀਸ਼ਨ ਫॉर PFR ਸੀਗੀ ਉਹ ਗ੍ਰਾਂਟ ਕਰਤੀ। ਸੋ ਆਹ ਚੀਜ਼ ਹੁਣ ਜਿਹੜੀ ਧਿਆਨ ਨਾਲ ਸੁਣਿਓ ਕਿ ਕੈਲੀਫੋਰਨੀਆ ਦੇ ਵਿੱਚ ਚੱਲਦਾ ਕੀ ਪਿਆ। ਸੋ ਸਰਕਟ ਕੋਰਟ ਨੇ ਜਿਹੜਾ ਸੀਗਾ ਕਾਫੀ ਮੇਰੇ ਹਿਸਾਬ ਨਾਲ ਕਾਫੀ ਵਧੀਆ ਫੈਸਲਾ ਲਿਆ 9th ਸਰਕਟ ਨੇ। ਸੋ ਸਰਕਟ ਕੋਰਟ ਕੀ ਕਹਿੰਦਾ ਕਿ ਇਹਦੀ ਆਪਾਂ ਜਿਹੜੀ ਪਟੀਸ਼ਨ ਉਹ ਗ੍ਰਾਂਟ ਕਰਦੇ ਆ ਕਿਉਂਕਿ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਸੀਗਾ ਉਹਨੇ ਸਹੀ ਤਰੀਕੇ ਨਾਲ ਐਨਾਲਾਈਜ਼ ਨਹੀਂ ਕੀਤਾ, ਇੰਡੀਵਿਜੂਅਲ ਤਰੀਕੇ ਨਾਲ ਐਨਾਲਾਈਜ਼ ਨਹੀਂ ਕੀਤਾ ਕਿ ਇਹ ਬੰਦਾ ਕੰਟਰੀ ਦੇ ਵਿੱਚ ਰੀਲੋਕੇਟ ਕਰ ਸਕਦਾ। ਸੋ ਜਿਹੜਾ ਸਰਕਟ ਕੋਰਟ ਸੀਗਾ ਉਹਨੇ ਜਿਹੜਾ ਇਹਦਾ ਹਿਊਮੈਨਿਟੇਰੀਅਨ ਅਸਾਈਲਮ ਵਗੈਰਾ ਸੀਗੇ ਉਹ ਸਾਰੇ ਤਾਂ ਸਰਕਟ ਕੋਰਟ ਨੇ ਵੀ ਡਿਨਾਈ ਕਰਤੇ। ਉਹ ਕਹਿੰਦੇ ਇਹ ਬੰਦਾ ਕੁਆਲੀਫਾਈ ਨਹੀਂ ਕਰਦਾ। ਸੋ ਆਪਾਂ ਜਿਹੜੀ ਗੱਲ ਆ ਉਹ 2-3 ਮੁੱਦਿਆਂ ਤੇ ਫੋਕਸ ਕਰਾਂਗੇ। ਪਹਿਲੀ ਅਸਾਈਲਮ ਤੇ ਕਿ ਕੀ ਇਸ ਬੰਦੇ ਨੂੰ ਅਸਾਈਲਮ ਮਿਲਣਾ ਚਾਹੀਦਾ ਕਿ ਨਹੀਂ ਮਿਲਣਾ ਚਾਹੀਦਾ, ਤੇ ਦੂਜੀ ਗੱਲ ਇਹ ਕਿ ਕੀ ਇਹ ਸੇਫਲੀ ਕੰਟਰੀ 'ਚ ਰੀਲੋਕੇਟ ਕਰ ਸਕਦਾ ਕਿ ਨਹੀਂ ਕਰ ਸਕਦਾ, ਤੇ ਤੀਜੀ ਚੀਜ਼ ਇਹ ਕਿ ਜੇ ਸੇਫਲੀ ਨਹੀਂ ਕਰ, ਮੰਨ ਲਓ ਕਿ ਜੇ ਉਹ ਸੇਫਲੀ ਕਰ ਸਕਦਾ ਰੀਲੋਕੇਟ, ਤੇ ਕੀ ਉਹ ਰੀਜ਼ਨੇਬਲੀ ਕੀ ਮਤਲਬ ਉਹਦੇ ਲਈ ਜਾਇਜ਼ ਹੈਗਾ ਰੀਲੋਕੇਟ ਕਰਨਾ। ਸੋ ਆਹ 3 ਚੀਜ਼ਾਂ ਤੇ ਜਿਹੜੀ ਆਪਾਂ ਡਿਸਕਸ਼ਨ ਜਿਹੜੀ ਉਹ ਕਰਾਂਗੇ ਸਰਕਟ ਕੋਰਟ ਨੇ ਕਿਹਾ। ਤੇ ਆਹ ਤਾਂ ਕਰਕੇ ਕੇਸ ਸਾਡੇ ਲਈ ਇੰਨਾ ਇੰਪੋਰਟੈਂਟ ਹੈ ਕਿਉਂਕਿ ਸੇਫ ਕੀ ਰੀਲੋਕੇਸ਼ਨ ਹੁੰਦੀ ਹੈ ਤੇ ਰੀਜ਼ਨੇਬਲ ਕੀ ਰੀਲੋਕੇਸ਼ਨ ਹੁੰਦੀ ਹੈ, ਇਸ ਬਾਰੇ ਜਿਹੜਾ ਸਰਕਟ ਕੋਰਟ ਨੇ ਦੱਸਿਆ। ਸੋ ਕੀ ਹੁਣ ਸਰਕਟ ਕੋਰਟ ਦੇ ਵਿੱਚ ਹੋਇਆ। ਸੋ ਸਰਕਟ ਕੋਰਟ ਕਹਿੰਦਾ ਕਿ 9th ਸਰਕਟ ਕਹਿੰਦਾ ਕਿ ਇਹ ਬੰਦੇ ਨੇ ਪਾਸਟ ਪਰਸੀਕਿਊਸ਼ਨ ਕੀ ਮਤਲਬ ਇੱਥੇ ਹਮਲਾ ਹੋਇਆ, ਪਹਿਲਾਂ ਇਹਨੂੰ ਟੰਗਿਆ ਗਿਆ, ਇਹਨੇ ਆਲਰੇਡੀ ਸਾਬਤ ਕਰਤਾ, BIA ਨੇ ਵੀ ਮੰਨਿਆ ਇਹ ਤੇ ਜੱਜ ਨੇ ਵੀ ਮੰਨਿਆ। ਸੋ ਕੋਰਟ ਕਹਿੰਦਾ ਕਿ ਲਾਅ ਇਹ ਕਹਿੰਦਾ ਹੈਗਾ ਕਿ ਇੱਕ ਵਾਰੀ ਤੁਹਾਡੀ ਪਾਸਟ ਪਰਸੀਕਿਊਸ਼ਨ ਪ੍ਰੂਵ ਹੋ ਗਈ ਤਾਂ ਜਿਹੜੀ ਤੁਹਾਡੀ ਫਿਊਚਰ ਪਰਸੀਕਿਊਸ਼ਨ ਹੋਣੀ ਹੈ ਕਿ ਤੁਹਾਡੇ ਜਿਹੜੀ ਟਰਮ ਆਪਾਂ ਯੂਜ਼ ਕਰਦੇ ਹੋ ਹੈਗੀ ਆ ਵੈਲ ਫਾਊਂਡਡ ਫੀਅਰ ਆਫ ਫਿਊਚਰ ਪਰਸੀਕਿਊਸ਼ਨ, ਕਿ ਫਿਊਚਰ ਦੇ ਵਿੱਚ ਵੀ ਤੁਹਾਡੇ ਨਾਲ ਹਾਰਮ ਹੋਊਗਾ ਕਿਉਂਕਿ ਹੁਣ ਤੁਸੀਂ ਜਿਹੜੀ ਪਾਸਟ ਪਰਸੀਕਿਊਸ਼ਨ ਆ ਉਹ ਪ੍ਰੂਵ ਕਰਤੀ ਆ ਤੇ ਜਿਹੜਾ ਬਰਡਨ ਹੈਗਾ ਉਹ ਸਰਕਾਰ ਦੇ ਉੱਤੇ ਸ਼ਿਫਟ ਹੋ ਗਿਆ ਕਿ ਤੁਸੀਂ ਕੰਟਰੀ ਦੇ ਵਿੱਚ ਰੀਲੋਕੇਟ ਕਰ ਸਕਦੇ ਕਿ ਨਹੀਂ ਕਰ ਸਕਦੇ। ਸੋ ਜਿਹੜਾ ਇਹ ਰੀਲੋਕੇਸ਼ਨ ਦਾ ਐਨਾਲਿਸਿਸ ਹੈਗਾ ਇਹਦੇ 2-3 ਚੀਜ਼ਾਂ ਆਪਾਂ ਮੱਦੇ ਨਜ਼ਰ ਰੱਖਣੀਆਂ। ਪਹਿਲੀ ਚੀਜ਼ ਇਹ ਕਿ ਕੀ ਇਹ ਸੇਫਲੀ ਮਤਲਬ ਕਿ ਬਿਨਾਂ ਆਪਣੇ ਆਪ ਨੂੰ ਨੁਕਸਾਨ ਪਹੁੰਚਾਏ ਕਿਤੇ ਥੱਲੇ ਜਾ ਕੇ ਰਹਿ ਸਕਦਾ ਕਿ ਨਹੀਂ ਰਹਿ ਸਕਦਾ। ਦੂਜੀ ਚੀਜ਼ ਆਪਾਂ ਇਹ ਦੇਖਣੀ ਕਿ ਜੇ ਮੰਨ ਲਿਆ ਜਾਵੇ ਕਿ ਇਹ ਜਾ ਸਕਦਾ ਕਿਸੇ ਹੋਰ ਸਟੇਟ ਦੇ ਵਿੱਚ ਸਾਊਥ ਦੇ ਵਿੱਚ, ਤੇ ਕੀ ਸਾਡੇ ਲਈ ਇਹ ਰੀਜ਼ਨੇਬਲ ਹੈਗਾ ਕਿ ਮਤਲਬ ਹੁਣ ਜਿੱਦਾਂ ਬੰਦਾ ਇੱਕ ਕੋਈ ਕਿਸਾਨ ਆ, ਕੋਈ ਅਨਪੜ੍ਹ ਬੰਦਾ, ਉਹਨੂੰ ਲੈਂਗੁਏਜ ਨਹੀਂ ਆਉਂਦੀ, ਕੀ ਉਹ ਰੀਜ਼ਨੇਬਲੀ ਉਹਨੂੰ ਆਪਾਂ ਐਕਸਪੈਕਟ ਕਰ ਸਕਦੇ ਹਾਂ ਕਿ ਤੂੰ ਬੈਂਗਲੌਰ ਜਾ ਜਾਂ ਬੰਬੇ ਜਾ, ਉੱਥੇ ਜਾ ਕੇ ਤੂੰ ਰੀਜ਼ਨੇਬਲੀ ਬਿਨਾਂ ਲੈਂਗੁਏਜ ਦੇ ਕਿ ਤੂੰ ਰੀਜ਼ਨੇਬਲੀ ਉੱਥੇ ਜਾ ਕੇ ਰਹਿ ਸਕਦਾ। ਸੋ ਸੇਫਟੀ ਇੱਕ ਚੀਜ਼ ਹੋ ਗਈ, ਰੀਜ਼ਨੇਬਲਨੈਸ ਇੱਕ ਚੀਜ਼ ਹੋ ਗਈ। ਸੋ ਇਹਨਾਂ ਨੇ ਹੁਣ
ਕਿਹਾ ਕਿ ਆਪਾਂ ਇਹ ਡਿਸਕਸ ਕਰਨਾ ਕਿ ਸੇਫਲੀ ਰੀਲੋਕੇਟ ਕਰਨ ਲਈ ਏਰੀਆ ਜਿਹੜੀ ਆਪਾਂ ਗੱਲ ਕਰੀਏ ਕਿ ਸਰਕਾਰ ਨੇ ਕੀ ਸ਼ੋਅ ਕਰਨਾ ਹੁੰਦਾ, ਕਿ ਉਹਨਾਂ ਨੇ ਇਹ ਸ਼ੋਅ ਕਰਨਾ ਹੁੰਦਾ ਪਾਰਟਿਕੂਲਰ ਸ਼ਹਿਰ ਕਿੱਥੇ ਜਾ ਕੇ ਰਹਿ ਸਕਦਾ, ਕਿ ਉਹਨਾਂ ਨੇ ਇੱਕ ਜਨਰਲ ਜਿਹੜਾ ਹੈਗਾ ਉਹ ਸ਼ੋਅ ਕਰਨਾ ਹੁੰਦਾ ਕਿ ਇਹ ਪੰਜਾਬ ਤੋਂ ਬਾਹਰ ਕਿਤੇ ਵੀ ਰਹਿ ਸਕਦਾ। ਸੋ ਜਿਹੜਾ 9th ਸਰਕਟ ਸੀਗਾ ਉਹ ਅੱਗੇ ਹੋਰ ਕੇਸ ਲਾਅ ਦੇ ਵਿੱਚ ਚਲੇ ਗਏ। ਜਿਹੜਾ ਕੇਸ ਲਾਅ ਜਿਹੜਾ ਮੇਨ ਹੈਗਾ ਰੀਲੋਕੇਸ਼ਨ ਦਾ ਹੈਗਾ ਮੈਟਰ ਆਫ MGMR, ਇਹ ਵੀ ਆਪਾਂ ਪਹਿਲਾਂ ਡਿਸਕਸ ਕੀਤਾ ਹੋਇਆ। ਸੋ ਇਹ ਮੈਟਰ ਆਫ MGMR ਸੀਗਾ, ਇਹ ਪੰਜਾਬੀਆਂ ਦਾ ਕੇਸ ਨਹੀਂ ਸੀਗਾ, ਪਰ ਇਹ ਏਰੀਆ ਦੇ ਰਿਲੇਟਡ ਕੇਸ ਸੀਗਾ। ਉਹ ਕਹਿੰਦਾ ਕਿ ਤੁਸੀਂ ਇਹ ਦੇਖਣਾ ਕਿ ਬਾਕੀ ਕੰਟਰੀ ਦੇ ਵਿੱਚ ਜਿਹੜੇ ਬਾਕੀ ਦੇ ਇਦਾਂ ਦੇ ਏਰੀਆ ਆ ਉੱਥੇ ਕਿਤੇ ਕੋਈ ਜਦੋਜਹਿਦ ਤਾਂ ਨਹੀਂ ਚੱਲ ਰਹੀ ਹੈਗੀ। ਫॉर ਐਗਜ਼ਾਮਪਲ ਜੇ ਤੁਹਾਡਾ ਕਿਸਾਨਾਂ ਦਾ ਮੁੱਦਾ ਸੀਗਾ ਜੀ, ਕੀ ਉਹ ਸਿਰਫ ਪੰਜਾਬ ਤੱਕ ਹੀ ਸੀਮਿਤ ਸੀਗਾ ਕਿ ਕੀ ਉਹ ਬਾਕੀ ਸਟੇਟਾਂ ਦੇ ਵਿੱਚ ਵੀ ਹੋਰ ਵੀ ਉੱਥੇ ਵੀ ਪ੍ਰੋਬਲਮ ਸੀਗੀ? ਕੀ ਸਿਰਫ ਪੰਜਾਬ ਦੇ ਵਿੱਚ ਹੀ ਜਾਂ ਹਰਿਆਣੇ ਦੇ ਵਿੱਚ ਹੀ ਠੰਡੇ ਪਾਣੀ ਨਾਲ ਜਾਂ ਜਿੱਦਾਂ ਵੀ ਕਿਸਾਨ ਮਾਰੇ ਗਏ ਸੀਗੇ, ਕਿ ਹੋਰ ਵੀ ਕਿਸੇ ਸਟੇਟ ਦੇ ਵਿੱਚ ਬੀਜੇਪੀ ਦੇ ਵਰਕਰਾਂ ਨੇ ਗੱਡੀ ਚਾੜ ਕੇ ਕਿਸਾਨ ਮਾਰੇ ਸੀਗੇ ਹਨਾ? ਕੀ ਸਿਰਫ ਪੰਜਾਬ ਸਟੇਟ ਦੇ ਵਿੱਚ ਹੀ ਰੇਪ ਹੋਏ ਸੀਗੇ ਕਿ ਕਿਸੇ ਹੋਰ ਸਟੇਟ ਦੇ ਵਿੱਚ ਵੀ ਕੁੜੀ ਦੇ ਬਾਲ ਕੱਟਦੇ ਸੀਗੇ, ਰੇਪ ਕਰਤਾ ਸੀਗਾ, ਉਹਨਾਂ ਨੇ ਐਕਸ਼ਨ ਨਹੀਂ ਲਿਆ ਹਨਾ? ਸੋ ਮਤਲਬ ਉਹ ਇਹ ਕਹਿੰਦਾ ਹੈਗਾ ਕਿ ਤੁਸੀਂ ਜਿਹੜੀ ਕੰਟਰੀ ਦੇ ਵਿੱਚ ਹਰੇਕ ਕਿਤੇ ਕੀ ਹੋ ਰਿਹਾ ਹੈਗਾ, ਉਹ ਹਰੇਕ ਚੀਜ਼ ਜਿਹੜਾ ਤੁਹਾਡੇ ਵਕੀਲ ਨੇ ਐਵੀਡੈਂਸ ਸਬਮਿਟ ਕੀਤਾ ਕੰਟਰੀ ਕੰਡੀਸ਼ਨ ਦਾ, ਕੀ ਡਾਕੂਮੈਂਟ ਸਬਮਿਟ ਕੀਤਾ ਹੈ, ਉਹ ਸਾਰੇ ਨੂੰ ਮੱਦੇ ਨਜ਼ਰ ਰੱਖਦੇ ਹੋਏ ਫਿਰ ਡਿਸਾਈਡ ਕਰਨਾ ਕਿ ਰੀਲੋਕੇਸ਼ਨ ਸੇਫ ਹੈਗੀ ਹੈ ਕਿ ਨਹੀਂ ਹੈਗੀ ਹੈ। ਸੋ ਉਹ ਕਹਿੰਦਾ ਕਿ ਇਸ ਕੇਸ ਦੀ ਜੇ ਗੱਲ ਕਰੀਏ, ਸਰਕਟ ਕੋਰਟ ਕਹਿੰਦਾ ਕਿ ਜਿਹੜਾ BIA ਸੀਗਾ ਉਹਨੇ ਸਿੰਘ ਨੂੰ ਪਾਸਟ ਪਰਸੀਕਿਊਸ਼ਨ ਦੀ ਜਿਹੜੀ ਸੀਗੀ ਉਹ ਮੰਨ ਲਿਆ, ਇਸ ਲਈ ਗਵਰਨਮੈਂਟ ਵੱਲ ਬਰਡਨ ਸ਼ਿਫਟ ਹੋ ਗਿਆ। ਹੁਣ ਸਿੰਘ ਇਹ ਕਹਿੰਦਾ ਹੈਗਾ ਕਿ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ ਐਰਰ ਕੀਤੀ ਹੈ ਕਮਿਟ, ਕਿਉਂਕਿ ਉਹਨਾਂ ਨੇ ਇਦਾਂ ਦਾ ਕੋਈ ਪਾਰਟਿਕੂਲਰ ਏਰੀਆ ਨਹੀਂ ਦੱਸਿਆ। ਸਿੰਘ ਦੀ ਆਰਗੂਮੈਂਟ ਇਹ ਹੈ ਕਿ ਲਾਅ ਇਹ ਰਿਕੁਆਇਰ ਕਰਦਾ ਕਿ ਮੈਨੂੰ ਸਪੈਸੀਫਿਕ ਇੱਕ ਏਰੀਆ ਦੱਸਿਆ ਜਾਵੇ, ਮੈਨੂੰ ਸਪੈਸੀਫਿਕ ਇੱਕ ਸ਼ਹਿਰ ਦੱਸਿਆ ਜਾਵੇ, ਮੈਨੂੰ ਸਪੈਸੀਫਿਕ ਇੱਕ ਸਟੇਟ ਦੱਸੀ ਜਾਵੇ। ਇਦਾਂ ਵੇਗ ਜਿਹਾ ਨਾ ਮੈਨੂੰ ਕਹੋ ਕਿ ਪੰਜਾਬ ਤੋਂ ਬਾਹਰ ਕਿਤੇ ਵੀ ਜਾ ਕੇ ਰਹਿ ਸਕਦਾ। ਸਰਕਟ ਕੋਰਟ ਕੀ ਸੀਗਾ, ਸਰਕਟ ਕੋਰਟ ਨੇ ਇਹਦੀ ਆਰਗੂਮੈਂਟ ਕਾਫੀ ਧਿਆਨ ਨਾਲ ਸੁਣੀ। ਉਹਨੇ ਜਿਹੜੇ ਵੀ ਰਿਲੇਟਡ ਕੇਸ ਲਾਅ ਸੀਗੇ ਸਾਰੇ ਬਿਲਕੁਲ ਧਿਆਨ ਨਾਲ ਸੁਣੇ, ਪੁਰਾਣੇ ਡਿਸੀਜਨ ਸਾਰੇ ਸਹੀ ਤਰੀਕੇ ਨਾਲ ਵੈਲਿਡੇਟ ਕੀਤੇ ਤੇ ਇਹ ਫੈਸਲਾ ਲਿਆ ਕਿ ਜਿਹੜਾ ਇਮੀਗ੍ਰੇਸ਼ਨ ਲਾਅ ਹੈਗਾ ਉਹ ਕਿਤੇ ਵੀ ਸਰਕਾਰ ਨੂੰ ਇਹ ਨਹੀਂ ਕਹਿੰਦਾ ਹੈਗਾ ਕਿ ਤੁਸੀਂ ਕੋਈ ਪਾਰਟਿਕੂਲਰ ਸਿਟੀ, ਸਟੇਟ ਜਾਂ ਟਾਊਨ ਦੱਸਣਾ। ਤੁਸੀਂ ਬਸ ਇਹੀ ਦੱਸਣਾ ਕਿ ਇਹ ਆਪਣੇ ਜਿਹੜੇ ਏਰੀਆ 'ਚ ਜਿੱਥੇ ਇਹਨੂੰ ਨੁਕਸਾਨ ਹੋ ਰਿਹਾ ਉਸ ਤੋਂ ਬਾਹਰ ਕਿਤੇ ਜਾ ਕੇ ਰਹਿ ਸਕਦਾ ਕਿ ਨਹੀਂ ਰਹਿ ਸਕਦਾ। ਸੋ ਕਹਿੰਦੇ ਕਿ ਜਿਹੜੀ ਸਿੰਘ ਦੀ ਆਹ ਵਾਲੀ ਆਰਗੂਮੈਂਟ ਆ ਆਪਾਂ ਇਹਨੂੰ ਨਹੀਂ ਮੰਨਦੇ। ਇਦਾਂ ਦਾ ਕੋਈ ਵੀ ਜਿਹੜਾ ਸਰਕਾਰ ਦੇ ਉੱਤੇ ਬਰਡਨ ਨਹੀਂ ਹੈਗਾ ਕਿ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਕੋਈ ਉਹਨੂੰ ਦੱਸੇ ਕਿ ਤੂੰ ਇੱਥੇ ਜਾ ਕੇ ਰਹਿ ਲਾ। ਉਹਨਾਂ ਨੇ ਬਸ ਇਹੀ ਦੱਸਣਾ ਕਿ ਤੂੰ ਆਪਣਾ ਏਰੀਆ ਛੱਡ ਕੇ ਜਾ ਸਕਦਾ, ਬਸ ਉਹਨਾਂ ਦੀ ਇੰਨੀ ਜ਼ਿੰਮੇਵਾਰੀ ਬਣਦੀ ਹੈ। ਠੀਕ ਹੈ। ਤੇ ਇਸ ਲਈ ਜਿਹੜਾ ਸੇਫ ਰੀਲੋਕੇਸ਼ਨ ਐਨਾਲਿਸਿਸ ਹੈਗਾ ਉਹਦੇ ਵਿੱਚ ਜਿਹੜਾ ਸਰਕਾਰ ਨੇ ਬਸ ਇੰਨਾ ਹੀ ਦੱਸਣਾ ਕਿ ਜਿਹੜੇ ਤੇਰੇ ਹਮਲਾਵਰ ਆ ਉਹਨਾਂ ਦੀ ਰੀਚ ਇੰਨੀ ਕਾ, ਇਸ ਤੋਂ ਬਾਹਰ ਤੈਨੂੰ ਉਹ ਲੱਭ ਨਹੀਂ ਸਕਦੇ। ਇਸ ਤੋਂ ਜ਼ਿਆਦਾ ਸਰਕਾਰ ਦੇ ਉੱਤੇ ਕੁਝ ਵੀ ਹੋਰ ਐਕਸਟਰਾ ਦੱਸਣ ਦਾ ਕੋਈ ਬਰਡਨ ਨਹੀਂ ਹੈਗਾ। ਤੇ ਆਊਟਸਾਈਡ ਪੰਜਾਬ ਇਨਫ ਹੈਗਾ ਸਰਕਾਰ ਲਈ ਸਾਬਿਤ ਕਰਨਾ ਕਿ ਤੂੰ ਹੋਰ ਕਿਤੇ ਜਾ ਕੇ ਸੇਫਲੀ ਰਹਿ ਸਕਦਾ। ਸੋ ਇਹ ਚੀਜ਼ ਉਹਨਾਂ ਨੇ ਜਿਹੜੀ ਹੈਗੀ ਆ ਸੇਫ ਰੀਲੋਕੇਸ਼ਨ ਬਾਰੇ ਇਸ ਕੇਸ ਦੇ ਵਿੱਚ ਡਿਸਾਈਡ ਕੀਤੀ। ਹੁਣ ਉਹ ਕਹਿੰਦੇ ਅੱਗੇ ਵਧਦੇ ਜਾਈਏ। ਸੋ ਸੇਫ ਰੀਲੋਕੇਸ਼ਨ ਦੇ ਮੁੱਦੇ ਤੇ ਸਿੰਘ ਕਾਈਂਡ ਆਫ ਹਾਰ ਗਿਆ। ਮਤਲਬ ਤੁਸੀਂ ਕਹਿ ਲਓ ਕਿ ਇਹਨੇ ਦੋ ਆਰਗੂਮੈਂਟ ਜਿਹੜੀਆਂ ਪੇਸ਼ ਕੀਤੀਆਂ ਸੀਗੀਆਂ, ਇੱਕ ਆਰਗੂਮੈਂਟ 'ਚ ਇਹ ਹਾਰ ਗਿਆ ਹੈ ਨਾ। ਹੁਣ ਇਹ 9th ਸਰਕਟ 'ਚ ਪਹੁੰਚਿਆ, ਇਹਦੀ ਜ਼ਿੰਦਗੀ ਮੌਤ ਦਾ ਫੈਸਲਾ ਹੋ ਰਿਹਾ ਤੇ ਇਹਦੇ ਨਾਲ ਜਿਹੜੇ ਥੱਲੇ ਹਜ਼ਾਰਾਂ ਲੋਕੀ ਜਿਹੜੇ ਬਾਅਦ 'ਚ ਤੋਂ ਆਣੇ ਸੀਗੇ ਉਹਨਾਂ ਦਾ ਵੀ ਫੈਸਲਾ ਹੋ ਰਿਹਾ ਕਿ ਹੁਣ ਰੀਜ਼ਨੇਬਲਨੈਸ ਦੀ ਗੱਲ ਕਰੀਏ। ਸੋ ਸਿੰਘ ਕਹਿੰਦਾ ਕਿ ਨਵੀਂ ਲੋਕੇਸ਼ਨ ਆ, ਇੱਥੇ ਜਾ ਕੇ ਇਹ ਖਾਲਿਸਤਾਨ ਦੀ ਸਪੋਰਟ ਨਹੀਂ ਕਰ ਸਕਦਾ, ਮੰਗ ਨਹੀਂ ਸਕਦਾ, ਕਿਉਂਕਿ ਜਿਹੜੀਆਂ ਸਾਰੀਆਂ ਸਟੇਟਸ ਵਾਲੇ ਆ ਉਹ ਖਾਲਿਸਤਾਨ ਨੂੰ ਮਾੜਾ ਸਮਝਦੇ ਆ ਤੇ ਇੱਥੇ ਵੀ ਜਿਹੜੀ ਪੁਲਿਸ ਆ ਜਾਂ ਕੋਈ ਵੀ ਲੋਕ ਆ ਇਹਨੂੰ ਦੱਬ ਕੇ ਰੱਖੂਗੇ, ਕੋਈ ਵੀ ਇਹਨਾਂ ਨੂੰ ਪਸੰਦ ਨਹੀਂ ਕਰਦਾ, ਹਰ ਜਗ੍ਹਾ ਇਹਨਾਂ ਨਾਲ ਧੱਕਾ ਹੁੰਦਾ ਜੀ। ਸੋ ਸਿੰਘ ਆਹ ਵਾਲੀ ਆਰਗੂਮੈਂਟ ਜਿਹੜੀ ਸੀਗੀ ਇਹਨੂੰ ਜਿੱਤਿਆ ਕਿ ਕਿਤੇ ਵੀ ਜਾ ਕੇ ਇਹ ਆਪਣੇ ਹੱਕਾਂ ਦੀ ਮੰਗ ਨਹੀਂ ਕਰ ਸਕਦਾ। ਜਿੱਥੇ ਵੀ ਜਾਊਗਾ ਉੱਥੇ ਜਾ ਕੇ ਨਾ ਪ੍ਰੋਬਲਮ ਹੋਗੀ, ਉਹ ਵਾਲੀ ਸਟੇਟ ਦੇ ਲੋਕੀ, ਪੁਲਿਸ, ਸਰਕਾਰਾਂ ਇਹਨੂੰ ਤੰਗ ਕਰੂਗੀਆਂ। ਸੋ ਹੁਣ ਰੀਜ਼ਨੇਬਲਨੈਸ ਦੀ ਗੱਲ ਆ ਗਈ। ਹੁਣ ਉਹ ਰੀਜ਼ਨੇਬਲਨੈਸ ਦੇ ਵਿੱਚ ਹੋਰ ਵੀ ਚੀਜ਼ਾਂ ਆਰਗਿਊ ਕਰ ਸਕਦਾ ਸੀਗਾ। ਹੁਣ ਆਹੀ ਚੀਜ਼ ਆਪਾਂ ਤੁਹਾਨੂੰ ਸੈਕੰਡ ਸਰਕਟ ਤੇ ਦੱਸਾਂਗੇ ਕਿ ਉੱਥੇ ਰੀਜ਼ਨੇਬਲਨੈਸ ਉਹਨੇ ਕੀ ਆਰਗਿਊ ਕੀਤੀ ਤੇ ਉਹ ਕਿਉਂ ਹਾਰਿਆ। ਸੋ ਇਸ ਕੇਸ ਦੇ ਵਿੱਚ ਕੀ ਸੀਗਾ ਕਿ ਆਰਗੂਮੈਂਟ ਪ੍ਰੈਜ਼ੈਂਟ ਕਰਨ ਦੀ ਗੱਲ ਹੁੰਦੀ ਆ। ਉਹ ਇਹ ਵੀ ਪ੍ਰੈਜ਼ੈਂਟ ਕਰ ਸਕਦਾ ਸੀਗਾ ਕਿ ਬਈ ਮੈਨੂੰ ਲੈਂਗੁਏਜ ਨਹੀਂ ਆਉਂਦੀ। ਸਰਕਾਰੀ ਵਕੀਲ ਨੇ ਕਹਿਣਾ ਸੀ ਕਿ ਲੈ ਤੂੰ ਇੱਥੇ ਵੀ ਤਾਂ ਆ ਕੇ ਇੰਗਲਿਸ਼ ਸਿੱਖਦਾ, ਉਹਨੇ ਕਹਿਣਾ ਸੀ ਮੈਨੂੰ ਇੱਥੇ ਕੰਮ ਨਹੀਂ ਮਿਲਦਾ, ਉਹਨੇ ਕਹਿਣਾ ਤੂੰ ਇੱਥੇ ਵੀ ਤਾਂ ਆ ਕੇ ਟਰੱਕ ਚਲਾਉਣਾ, ਇੱਥੇ ਵੀ ਤਾਂ ਆ ਕੇ ਤੂੰ ਆਹ ਕੰਮ ਕਰਦਾ 7-11 ਤੇ ਉੱਥੇ ਕਿਉਂ ਨਹੀਂ, ਇੱਥੇ ਜਾ ਕੇ ਅੰਗਰੇਜ਼ੀ ਸਿੱਖ ਸਕਦਾ ਵਾ, ਉੱਥੇ ਜਾ ਕੇ ਤਮਿਲ ਕਿਉਂ ਨਹੀਂ ਸਿੱਖ ਸਕਦਾ ਹੈ ਨਾ। ਤੇ ਹੁਣ ਬੰਦਾ ਇਹ ਤਾਂ ਕਹਿ ਨਹੀਂ ਸਕਦਾ ਕਿ ਮੈਂ ਤਮਿਲ ਸਿੱਖਣਾ ਨਹੀਂ ਚਾਹੁੰਦਾ। ਪਰ ਇਹਨੇ ਆਹ ਆਰਗੂਮੈਂਟ ਨਹੀਂ ਕੀਤੀ, ਇਹਨੇ ਵਧੀਆ ਆਰਗੂਮੈਂਟ ਕੀਤੀ। ਇਹਨੇ ਆਹ ਆਰਗੂਮੈਂਟ ਕੀਤੀ ਕਿ ਜੇ ਮੈਂ ਕਿਸੇ ਹੋਰ ਸਟੇਟ 'ਚ ਜਾਊਂਗਾ ਮੈਂ ਆਪਣੀ ਮੰਗ ਨਹੀਂ ਛੱਡ ਸਕਦਾ, ਮੈਂ ਆਪਣੇ ਹੱਕ ਨਹੀਂ ਛੱਡ ਸਕਦਾ।
ਤੇ ਜੇ ਮੈਂ ਉੱਥੇ ਜਾਊਂਗਾ ਠੀਕ ਆ, ਮੈਨੂੰ ਅੱਜ ਨਹੀਂ ਉਹ ਟੰਗੂਗੇ, ਕੱਲ ਨਹੀਂ ਟੰਗੂਗੇ, ਪਰ ਮੇਰੀ ਪ੍ਰੋਬਲਮ ਉੱਥੇ ਵੀ ਉਹੀ ਆ। ਮੇਰੀ ਅੱਜ ਪ੍ਰੋਬਲਮ ਨਹੀਂ ਹੈਗੀ, ਪਰ ਮੇਰੀ 6 ਮਹੀਨੇ ਬਾਅਦ, ਸਾਲ ਬਾਅਦ, 2 ਸਾਲ ਬਾਅਦ ਮੇਰੀ ਪ੍ਰੋਬਲਮ ਹੈਗੀ ਆ। ਸੋ ਤੁਸੀਂ ਸਹੀ ਕਹਿੰਦੇ ਹੋ ਕਿ ਮੈਂ ਕੇਸ ਬਾਕੀ ਚੀਜ਼ਾਂ ਤੇ ਮੈਂ ਹਾਰ ਗਿਆ ਵਾਂ, ਪਰ ਮੇਰੇ ਲਈ ਰੀਜ਼ਨੇਬਲ ਨਹੀਂ ਹੈਗਾ ਰੀਲੋਕੇਟ ਕਰਨਾ। ਸੋ ਇਹ ਰੀਜ਼ਨੇਬਲਨੈਸ ਆਫ ਰੀਲੋਕੇਸ਼ਨ ਦੇ ਬੇਸ ਤੇ ਜਿਹੜਾ ਸੀਗਾ ਕੇਸ ਆਪਣਾ ਜਿੱਤਿਆ, ਕਿ ਤੁਸੀਂ ਮੇਰੇ ਕੋਲ ਇਹ ਨਹੀਂ ਮੰਗ ਕਰ ਸਕਦੇ ਕਿ ਮੈਂ ਆਪਣੀਆਂ ਮੰਗਾਂ ਸਾਰੀਆਂ ਛੱਡ ਦੇਵਾਂ ਤੇ ਮੈਂ ਚੁੱਪ ਕਰਕੇ ਡਰ ਕੇ ਰਵਾਂ। ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਸੀਗੀ ਇਹ ਮੁੱਦੇ ਤੇ ਵਾਪਸ ਆਈ। ਉਹ ਕਹਿੰਦੀ ਕਿ ਜਿਹੜਾ ਮਾਨ ਪਾਰਟੀ ਦਾ ਵਰਕਰ ਹੈਗਾ, ਪੰਜਾਬ ਪੁਲਿਸ ਉਹਨੂੰ ਪੰਜਾਬ ਤੋਂ, ਜਿਹੜਾ ਛੋਟੇ ਲੈਵਲ ਦਾ ਵਰਕਰ ਉਹਨੂੰ ਪੰਜਾਬ ਤੋਂ ਬਾਹਰ ਨਹੀਂ ਲੱਭਦੀ। ਤੇ ਉਹਨਾਂ ਨੇ ਇਹ ਕਿਹਾ ਕਿ ਕੋਈ ਵੀ ਇਦਾਂ ਦਾ ਸਿਸਟਮ ਨਹੀਂ ਹੈਗਾ ਆਧਾਰ ਕਾਰਡ ਪੈਨ ਕਾਰਡ ਵਾਲਾ, ਕਿ ਲੋਕੀ ਇਹ ਆਰਗੂਮੈਂਟ ਕਰੀ ਜਾਂਦੇ ਆ, ਪਰ ਇਹ ਪਹਿਲਾਂ ਵੀ ਦੱਸਿਆ ਕਿ ਇਹ ਫਜ਼ੂਲ ਆਰਗੂਮੈਂਟ ਆ। ਆਧਾਰ ਕਾਰਡ ਪੈਨ ਕਾਰਡ ਵਕੀਲ ਲਾਈ ਜਾਂਦੇ, ਬੇਫਜ਼ੂਲ ਆਰਗੂਮੈਂਟ, ਇਹਨਾਂ ਦਾ ਕੋਈ ਬੇਸ ਨਹੀਂ ਹੈਗਾ। ਉਹ ਕਹਿੰਦਾ, ਬੋਰਡ ਆਫ ਇਮੀਗ੍ਰੇਸ਼ਨ ਅਪੀਲ ਕਹਿੰਦਾ ਕਿ ਆਪਾਂ ਆਲਰੇਡੀ ਸਟੈਬਲਿਸ਼ ਕਰ ਲਿਆ ਕਿ ਕੋਈ ਵੀ ਇਦਾਂ ਦਾ ਇੰਡੀਆ 'ਚ ਸਿਸਟਮ ਨਹੀਂ ਹੈਗਾ ਜਿੱਥੇ ਕਿ ਜਿਹੜੇ ਟੈਨੈਂਟਸ ਹੈਗੇ ਉਹਨਾਂ, ਜਿਹੜੇ ਕਿਰਾਏਦਾਰ, ਉਹਨਾਂ ਨੂੰ ਰਜਿਸਟਰ ਕਰਨਾ ਪੈਂਦਾ ਕਿਤੇ, ਤੇ ਇਹ ਜਿਹੜੀ ਇਨਫੋਰਮੇਸ਼ਨ ਆ ਜੇ ਘਰ ਰੋ ਕੇ ਤੇ ਲੈਂਦੇ ਵੀ ਆ, ਕੋਈ ਵੀ ਇਦਾਂ ਦਾ ਸਿਸਟਮ ਨਹੀਂ ਹੈਗਾ ਕਿ ਇਹ ਇਨਫੋਰਮੇਸ਼ਨ ਜੋ ਬੈਂਗਲੌਰ ਜਾ ਕੇ ਘਰ ਰਹਿੰਦਾ ਕਿ ਹੋਰ ਸਟੇਟਾਂ ਦੇ ਨਾਲ ਵੀ ਸ਼ੇਅਰ ਕੀਤੀ ਜਾਂਦੀ ਹੈ ਲੋਕਾਂ ਦੇ ਰਿਹਾਇਸ਼ ਦੀ ਇਨਫੋਰਮੇਸ਼ਨ। ਉੱਥੇ 2 ਬਿਲੀਅਨ ਤੋਂ ਜ਼ਿਆਦਾ ਲੋਕੀ ਰਹਿੰਦੇ ਆ, ਤੇ ਇਦਾਂ ਦਾ ਕੋਈ ਵੀ ਇਨਫੋਰਮੇਸ਼ਨ ਡੇਟਾਬੇਸ, ਇਦਾਂ ਦਾ ਕੋਈ ਵੀ ਚੀਜ਼ ਨਹੀਂ ਹੈਗੀ। ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਸੀਗਾ, ਉਹਨੇ ਲਾਅ ਲਾਇਬ੍ਰੇਰੀ ਆਫ ਕਾਂਗਰਸ 2012 ਦੀ ਰਿਪੋਰਟ ਪੇਸ਼ ਕੀਤੀ। ਇਹ ਰਿਪੋਰਟ ਦੇ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਕਿ ਜਿਹੜੀ ਪੁਲਿਸ ਹੈਗੀ ਆ ਇੰਡੀਆ ਦੇ ਵਿੱਚ, ਸਿਰਫ ਜਿਹੜੇ ਹਾਈ ਪ੍ਰੋਫਾਈਲ ਮਿਲੀਟੈਂਟ ਹੈਗੇ ਆ ਉਹਨਾਂ ਨੂੰ ਪੰਜਾਬ ਤੋਂ ਬਾਹਰ ਲੱਭਦੀ ਆ, ਤੇ ਪੰਜਾਬ ਪੁਲਿਸ ਮਾੜਾ ਮੋਟਾ ਵਧੀਕੀਆਂ ਉਹ ਕਰ ਦਿੰਦੀ ਆ, ਪਰ ਇਦਾਂ ਦਾ ਕੋਈ ਵੀ ਉਹਨਾਂ ਕੋਲ ਲਿਸਟ ਨਹੀਂ ਹੈਗੀ ਕਿ ਜਿਹਦੇ ਵਿੱਚ ਕਿ ਉਹਨਾਂ ਨੇ ਕੋਈ ਲਿਸਟ ਬਣਾਈ ਹੋਈ ਹੈ ਕਿ ਇਹ ਬੰਦਾ ਰਿਪੀਟ ਅਫੈਂਡਰ ਆ, ਮਾਨ ਪਾਰਟੀ ਦੇ ਲਈ ਪਾਰਟਿਸਿਪੇਟ ਕਰਦਾ ਜਾਂ ਇਹਨੂੰ ਟੰਗਿਆ ਜਾਵੇ। ਇਦਾਂ ਦੀ ਕੋਈ ਵੀ ਲਿਸਟ ਉਹ ਬਣਾ ਕੇ ਨਹੀਂ ਰੱਖਦੇ। ਮਾੜਾ ਮੋਟਾ ਡੰਡਾ ਉਹ ਵੱਧ ਤੋਂ ਵੱਧ ਤੁਹਾਡੇ ਚਲਾ ਸਕਦੇ ਆ, ਮਾੜੀ ਮੋਟੀ ਕੁੱਟਮਾਰ ਕਰ ਸਕਦੇ ਆ, ਪਰ ਇਸ ਤੋਂ ਵੱਧ ਉਹ ਕੁਝ ਨਹੀਂ ਕਰ ਸਕਦੇ। ਸੋ ਜੇ ਤੁਸੀਂ ਸਿਰਫ ਇਹੀ ਕਹਿੰਦੇ ਹੋ ਕਿ ਪੁਲਿਸ ਨੇ ਮੈਨੂੰ ਧਮਕੀ ਦਿੱਤੀ, ਪੁਲਿਸ ਨੇ ਮੈਨੂੰ ਕੁੱਟਿਆ, ਪਾਰਟੀ ਵਰਕਰਾਂ ਨੇ ਮੈਨੂੰ ਕੁੱਟਿਆ, ਤੇ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਰੀਲੋਕੇਸ਼ਨ ਦੀ ਆਰਗੂਮੈਂਟ ਜਿਹੜੀ ਆ ਉਹ ਜਿੱਤ ਗਏ। ਰੀਲੋਕੇਸ਼ਨ ਦੀ ਆਰਗੂਮੈਂਟ ਦਾ ਮਤਲਬ ਇਹ ਹੈਗਾ ਕਿ ਤੁਸੀਂ ਇਹ ਕਿੱਦਾਂ ਸ਼ੋਅ ਕਰ ਰਹੇ ਹੋ ਕਿ ਪੁਲਿਸ ਤੁਹਾਨੂੰ ਲੱਭੂਗੀ ਕਿੱਦਾਂ। ਜੇ ਤੁਸੀਂ ਆਧਾਰ ਕਾਰਡ ਪੈਨ ਕਾਰਡ ਤੇ ਫਸੇ ਪਏ ਆ ਤਾਂ ਤੁਹਾਡੀ ਉਹ ਆਰਗੂਮੈਂਟ ਰਿਜੈਕਟ ਕੀਤੀ ਜਾਊਗੀ, ਕਿਉਂਕਿ ਕੋਈ ਇਦਾਂ ਦਾ ਸਿਸਟਮ ਹੈ ਨਹੀਂਗਾ ਕਿ ਜਿਹੜੇ ਵੀ ਕਿਰਾਏਦਾਰ ਆ ਜਾਂ ਕੁਛ, ਉਹਨਾਂ ਨੂੰ ਸਟੇਟ ਵਾਈਡ, ਇੱਕ ਸਟੇਟ ਦੂਜੀ ਸਟੇਟ ਨਾਲ ਇਨਫੋਰਮੇਸ਼ਨ ਸ਼ੇਅਰ ਕਰਦੀ ਆ। ਤੇ ਦੂਜੀ ਚੀਜ਼ ਇਹ ਹੈ ਕਿ ਤੁਸੀਂ ਕੁਝ ਵੀ ਇਦਾਂ ਦਾ ਪ੍ਰੂਵ ਨਹੀਂ ਕਰ ਪਾਏ ਕਿ ਜਿਹੜੀ ਪੁਲਿਸ, ਉਹਨਾਂ ਨੇ ਤੁਹਾਡਾ ਜਿਹੜਾ ਨਾਮ ਆ ਉਹ ਕੋਈ ਉਹਨਾਂ ਕੋਲ ਇਦਾਂ ਦੀ ਲਿਸਟ ਉਹਨਾਂ ਨੇ ਬਣਾ ਕੇ ਰੱਖੀ ਹੋਈ ਹੈ ਕਿ ਉਹਦੇ ਵਿੱਚ ਰੱਖਿਆ ਹੋਇਆ। ਸੋ ਜਿਹੜੀ ਇਹ ਲਾਅ ਲਾਇਬ੍ਰੇਰੀ ਦੀ ਰਿਪੋਰਟ ਆ, ਇਹਨਾਂ ਨੇ ਬੇਸਿਕਲੀ ਇਹ ਕਿਹਾ ਕਿ ਜੇ ਸਿੰਪਲੀ ਇੱਕ ਬੰਦਾ, ਇੱਕ ਵਰਕਰ ਪ੍ਰੋ ਖਾਲਿਸਤਾਨ ਦੇ ਵਿਊ ਹੋਲਡ ਕਰਦਾ, ਉਹਦਾ ਮਤਲਬ ਇਹ ਨਹੀਂ ਹੈਗਾ ਕਿ ਇਹ ਕਿਸੇ ਹੋਰ ਸਟੇਟ ਦੇ ਵਿੱਚ ਜਾ ਕੇ ਟਾਰਗੇਟ ਕੀਤਾ ਜਾਊਗਾ। ਸੋ ਇਹ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ ਆਪਣਾ ਸਬੂਤ ਦਿੱਤਾ। ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ ਲਾਅ ਲਾਇਬ੍ਰੇਰੀ ਦੀ ਰਿਪੋਰਟ ਡਿਸਕਸ ਕੀਤੀ ਤੇ ਇਹ ਕਿਹਾ ਕਿ 9th ਸਰਕਟ ਨੂੰ ਇਹ ਕਨਕਲੂਜਨ ਕਰਨਾ ਚਾਹੀਦਾ ਕਿ ਸਿਰਫ ਹਾਈ ਪ੍ਰੋਫਾਈਲ ਮਿਲੀਟੈਂਟ ਆ ਉਹਨਾਂ ਨੂੰ ਟਾਰਗੇਟ ਕੀਤਾ ਜਾਊਗਾ, ਤੇ ਕਾਂਗਰਸ ਪਾਰਟੀ ਜਾਂ ਹੋਰ ਛੋਟੇ ਮੋਟੇ ਜਿਹੜੇ ਹਮਲੇ ਉੱਤੇ ਹੋਏ ਆ, ਆਪਾਂ ਨੂੰ ਇਹਦੇ ਨਾਲ ਅਫਸੋਸ ਆ, ਪਰ ਉਹਨਾਂ ਇਹ ਨਹੀਂ ਸ਼ੋ ਹੁੰਦਾ ਕਿ ਇਹ ਕਿਸੇ ਹੋਰ ਸਟੇਟ ਜਾ ਕੇ ਕਿਉਂ ਨਹੀਂ ਰਹਿ ਸਕਦਾ। ਹੁਣ ਕੀ ਹੋਇਆ ਕਿ ਸਿੰਘ ਨੇ ਆਪਣੀ ਆਰਗੂਮੈਂਟ ਦੇਤੀ ਕਿ ਮੈਂ ਹੱਕਾਂ ਦੀ ਮੰਗ ਕਰੂੰਗਾ, ਮੈਨੂੰ ਇਹ ਟੰਗ ਕੇ ਰੱਖੂਗੇ। ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਆ, ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ ਆਪਣੀ ਆਰਗੂਮੈਂਟ ਦੇਤੀ ਕਿ ਲਿਸਟਾਂ ਨਹੀਂ ਕੋਈ ਰੱਖਦੇ, ਸਟੇਟ ਕੋਈ ਇਨਫੋਰਮੇਸ਼ਨ ਨਹੀਂ ਸ਼ੇਅਰ ਕਰਦੀ, ਕਿੱਦਾਂ ਲੱਭੂਗੇ ਉਹਨੂੰ। ਸੋ ਹੁਣ ਇਹ ਜਿਹੜਾ ਸੀਗਾ ਸਾਰਾ 9th ਸਰਕਟ ਦੇ ਮੂਹਰੇ ਪਹੁੰਚ ਗਿਆ। ਦੋਨੋਂ ਧਿਰਾਂ ਦੀ ਆਰਗੂਮੈਂਟ ਉਹਨਾਂ ਦੇ ਮੂਹਰੇ ਪਹੁੰਚ ਗਈ। 9th ਸਰਕਟ ਇਹ ਕਹਿੰਦਾ ਕਿ ਤੁਸੀਂ ਸਾਰਾ ਕੁਝ ਇਹ ਤਾਂ ਸ਼ੋਅ ਕਰਤਾ, ਪਰ ਜਿਹੜੀ ਸਰਕਾਰ ਸੀਗੀ ਉਹਨੇ ਇਹ ਨਹੀਂ ਸ਼ੋਅ ਕਰ ਪਾਈ ਕਿ ਜੇ ਸਿੰਘ ਫਿਊਚਰ ਦੇ ਵਿੱਚ ਵੀ ਐਕਟੀਵਿਟੀ ਕਰੂਗਾ, ਉਹਨੂੰ ਸਰਕਾਰਾਂ ਕਿੱਦਾਂ ਦੇਖਦੀਆਂ। ਕਿ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ ਜਾਂ ਇਮੀਗ੍ਰੇਸ਼ਨ ਜੱਜ ਨੇ ਇਹ ਨਹੀਂ ਜਵਾਬ ਦਿੱਤਾ ਕਿ ਜੇ ਸਿੰਘ ਫਿਊਚਰ ਦੇ ਵਿੱਚ ਵੀ ਕੰਟੀਨਿਊ ਕਰਦਾ ਆਪਣੀ ਗਤੀਵਿਧੀਆਂ ਤਾਂ ਉਹਨੂੰ ਕੀ ਨੁਕਸਾਨ ਹੋਊਗਾ। ਇਹ ਚੀਜ਼ ਨੂੰ ਹੁਣ ਧਿਆਨ ਨਾਲ ਸੁਣਿਓ। ਕੀ ਹੈ ਕਿ ਕਈ ਕੇਸ ਆਏ, 2012 ਚ ਬੰਦਾ ਬਾਰਡਰ ਟੱਪਿਆ, ਉਹਨੇ ਕੇਸ ਲਾਤਾ, ਉਹਦੇ ਵਕੀਲ ਨੇ ਫਾਈਲ ਕਰਤੀ, 10 ਸਾਲ ਵਕੀਲ ਨੇ ਕਲਾਇੰਟ ਨੂੰ ਆਪਣੇ ਨੂੰ ਪੁੱਛਿਆ ਨਹੀਂ, ਉਹਦੀ ਤਰੀਕ ਆ ਗਈ, ਉਹ ਜਾ ਕੇ ਉੱਥੇ ਬਹਿ ਗਿਆ ਕੁਰਸੀ ਤੇ, ਉਹ ਦੱਸੀ ਜਾਵੇ ਕਿ 2012 ਚ ਮੇਰੇ ਨਾਲ ਇਦਾਂ ਹੋਇਆ, 2015 ਚ ਇਦਾਂ ਹੋਇਆ। 2012-15 ਦਾ ਬਹੁਤ ਜਿਹੜਾ ਕਹਿ ਲਓ ਪੁਰਾਣੇ ਪਿੱਛੇ ਲੰਘ ਗਏ ਆ। ਮੇਨ ਹੁਣ ਮੁੱਦਾ ਇਹਦੇ ਵਿੱਚ ਇਹ ਆ ਗਿਆ ਕਿ ਸਿੰਘ ਪੁਰਾਣੇ ਕਰਕੇ ਨਹੀਂ ਜਿੱਤਿਆ, ਸਿੰਘ ਜਿਹੜਾ ਆਪਣਾ ਕੇਸ ਸੀਗਾ ਉਹ ਫਿਊਚਰ ਦੇ ਵਿੱਚ ਉਹਦੇ ਨਾਲ ਕੀ ਹੋਣਾ ਉਹਦੇ ਕਰਕੇ ਜਿੱਤਿਆ। ਸੋ ਕਹਿਣ ਦਾ ਮਤਲਬ ਆ ਕਿ ਪੁਰਾਣਾ ਤਾਂ ਮੈਟਰ ਕਰਦਾ ਹੀ ਨਹੀਂ, ਮੈਟਰ ਤਾਂ ਇਹ ਕਰਦਾ ਕਿ ਫਿਊਚਰ ਦੇ ਵਿੱਚ ਉਹਦੇ ਨਾਲ ਕੀ ਹੋਣਾ, ਕਿ ਉਹਨੂੰ ਨਹੀਂ ਸਰਕਾਰ ਕਾਊਂਟ ਕਰ ਪਾਈ। ਕਿ ਤੁਸੀਂ ਇਹ ਕਿੱਦਾਂ ਗਾਰੰਟੀ ਲੈਂਦੇ ਹੋ ਕਿ ਇਹ ਬੰਦਾ ਜੇ ਜਾ ਕੇ ਖਾਲਿਸਤਾਨ ਦੀ ਜਾਂ ਕਿਸੇ ਚੀਜ਼ ਦੀ ਹੋਰ ਮੰਗ ਕਰੂਗਾ, ਇਹਨੂੰ ਕਿਸੇ ਹੋਰ ਸਟੇਟ ਪ੍ਰੋਬਲਮ ਨਹੀਂ ਆਊਗੀ। ਸੋ ਜਿਹੜਾ ਸਾਰਾ ਮੁੱਖ ਦੀ ਗੱਲ ਜਿਹੜੀ ਇਸ 9th ਸਰਕਟ ਦੇ ਵਿੱਚ ਸੀਗੀ ਉਹ ਇਸ ਚੀਜ਼ ਤੇ ਆ ਗਈ ਕਿ ਸਿੰਘ ਆਪਣੇ ਹੱਕਾਂ ਦੀ ਮੰਗ
ਕਿਸੇ ਹੋਰ ਸਟੇਟ 'ਚ ਜਾ ਕੇ ਕਰ ਸਕਦਾ ਕਿ ਨਹੀਂ ਕਰ ਸਕਦਾ। ਸੋ ਨਾਈਨਥ ਸਰਕਟ ਨੇ ਕਿਹਾ ਕਿ ਜਦੋਂ ਕੋਈ ਵੀ ਵਿਅਕਤੀ ਇਹ ਸ਼ੋ ਕਰ ਦਿੰਦਾ ਕਿ ਉਹਨਾਂ ਪੁਰਾਣਾ ਹਮਲਾ ਹੋਇਆ, ਸਪੈਸ਼ਲੀ ਉਹ ਗਵਰਨਮੈਂਟ ਦੇ ਹੱਥੋਂ ਹੋਇਆ, ਮਤਲਬ ਕਿ ਇਸ ਕੇਸ ਜਿੱਦਾਂ ਕਿ ਪੁਲਿਸ ਦੇ ਹੱਥੋਂ ਹੋਇਆ, ਸੋ ਆਪਾਂ ਇਹ ਮੰਨ ਕੇ ਚੱਲਾਂਗੇ ਕਿ ਇਹ ਜਿਹੜੀ ਥ੍ਰੈਟ ਇਹਨੂੰ ਹੈਗਾ ਸਿੰਘ ਨੂੰ, ਇਹ ਪੂਰੇ ਨੇਸ਼ਨ ਵਾਈਡ ਐਗਜ਼ਿਸਟ ਕਰਦਾ। ਸੋ ਇਹ ਨਾਈਨਥ ਸਰਕਟ ਦਾ ਲਾਅ ਹੈ ਕਿ ਜੇ ਹਮਲਾ ਤੁਹਾਨੂੰ ਸਰਕਾਰ ਨੇ ਕੀਤਾ ਤੇ ਆਪਾਂ ਮੰਨ ਕੇ ਚੱਲਾਂਗੇ ਕਿ ਪੂਰੀ ਕੰਟਰੀ ਦੇ ਵਿੱਚ ਇਹ ਜਿਹੜਾ ਥ੍ਰੈਟ ਆ ਉਹ ਐਗਜ਼ਿਸਟ ਕਰਦਾ। ਸੋ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਆ ਉਹ ਪੂਰੀ ਕੰਟਰੀ ਦਾ ਉਹਨੂੰ ਸਾਬਿਤ ਕਰਨਾ ਪਊਗਾ ਕਿ ਇਹ ਕਿਤੇ ਵੀ ਜਾ ਕੇ ਕਿਸੇ ਵੀ ਹਾਲਾਤ ਦੇ ਵਿੱਚ ਜਾ ਕੇ ਰੀਜ਼ਨੇਬਲੀ ਨਹੀਂ ਰਹਿ ਸਕਦਾ। ਠੀਕ ਆ। ਸੋ ਕਹਿਣ ਦਾ ਮਤਲਬ ਆਧਾਰ ਕਾਰਡ, ਪੈਨ ਕਾਰਡ, ਸੇਫਟੀ ਵਾਲੀ ਆਰਗੂਮੈਂਟ ਕੋਈ ਨਹੀਂ ਚੱਲਣੀ, ਸਿਰਫ ਇਹ ਚੱਲੂਗੀ ਕਿ ਰੀਜ਼ਨੇਬਲੀ ਤੁਸੀਂ ਥੱਲੇ ਜਾ ਕੇ ਰਹਿ ਸਕਦੇ ਆ ਕਿ ਨਹੀਂ ਰਹਿ ਸਕਦੇ ਆ। ਤੇ ਨਾਈਨਥ ਸਰਕਟ ਨੇ ਇਹ ਕਿਹਾ ਕਿ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਆ ਉਹ ਇਸ ਗੱਲੋਂ ਮਾਤ ਖਾ ਗਿਆ। ਉਹਨੇ ਸਿੰਘ ਦੀ ਆਹ ਵਾਲੀ ਆਰਗੂਮੈਂਟ ਕਿ ਸਿੰਘ ਜੇ ਆਪਣਾ ਕੰਟੀਨਿਊ ਕਰੇ ਗਤੀਵਿਧੀਆਂ ਤੇ ਫਿਰ ਉੱਤੇ ਕੀ ਹੋਊਗਾ। ਬੋਰਡ ਆਫ ਇਮੀਗ੍ਰੇਸ਼ਨ ਨੇ ਕਿਹਾ ਕਿ ਸਿੰਘ ਲੁਕ ਛੁਪ ਕੇ ਰਹਿ ਸਕਦਾ। ਨਾਈਨਥ ਸਰਕਟ ਕਹਿੰਦਾ ਕਿ ਆਪਾਂ ਕਿਸੇ ਵੀ ਵਿਅਕਤੀ ਨੂੰ, ਕਿਉਂਕਿ ਇਹ ਅਮਰੀਕਾ ਵਾ, ਇੱਥੇ ਆਪਾਂ ਤਾਂ ਸ਼ਰਨ ਦਿੰਦੇ ਹਾਂ ਕਿ ਲੋਕ ਆਉਣ ਇੱਥੇ ਜਿਹਨਾਂ ਨਾਲ ਧਾਰਮਿਕ ਤੌਰ ਤੇ, ਪੋਲੀਟੀਕਲ ਤੌਰ ਤੇ ਧੱਕਾ ਹੋਇਆ, ਤੇ ਅਮਰੀਕਾ ਇਹ ਨਹੀਂ ਕਦੇ ਵੀ ਲਾਅ ਕਰ ਸਕਦਾ, ਭਾਵੇਂ ਤੁਹਾਡੀ ਕੰਟਰੀ ਜੋ ਮਰਜ਼ੀ ਕਹਿੰਦੀ ਆ, ਤੁਹਾਡੇ ਓਪੀਨੀਅਨ ਜੋ ਮਰਜ਼ੀ ਕਹਿੰਦੇ ਆ, ਪਰ ਅਮਰੀਕਾ ਕਦੇ ਵੀ ਇਹ ਨਹੀਂ ਲਾਅ ਕਰ ਸਕਦਾ ਕਿ ਤੁਸੀਂ ਕਿਸੇ ਤੋਂ ਇਹ ਮੰਗ ਕਰੋ ਕਿ ਉਹ ਆਪਣਾ ਧਰਮ ਪ੍ਰੈਕਟਿਸ ਨਾ ਕਰੇ, ਡਰ ਕੇ ਰਵੇ, ਲੁੱਕ ਕੇ ਰਵੇ, ਆਪਣੇ ਹੱਕਾਂ ਦੀ ਜਿਹੜੀ ਮੰਗ ਨਾ ਕਰੇ। ਕਹਿਣ ਦਾ ਮਤਲਬ ਕਿ ਜਿਹੜੇ ਤੁਹਾਡੇ ਕੋਲ ਕੁਐਸਚਨ ਪੁੱਛੇ ਜਾਂਦੇ ਆ ਕਿ ਤੇਰੀ ਗਤੀਵਿਧੀਆਂ ਕੀ ਸੀਗੀਆਂ, ਉਹ ਦੇਖਣਾ ਚਾਹੁੰਦੇ ਆ ਕਿ ਤੁਸੀਂ ਕਿਸ ਲੈਵਲ ਦਾ ਕੰਮ ਕਰਦੇ ਸੀਗੇ। ਜਦੋਂ ਤੁਹਾਡੇ ਕੋਲ ਪੁੱਛਦੇ ਆ ਕਿ ਤੈਨੂੰ ਉਹਨਾਂ ਨੇ ਕੁੱਟਦੇ ਹੋਏ ਕੀ ਕਿਹਾ, ਉਹ ਇਹ ਦੇਖਣਾ ਚਾਹੁੰਦੇ ਆ ਕਿ ਕਿਸ ਇਰਾਦੇ ਨਾਲ ਤੁਹਾਨੂੰ ਕੁੱਟਿਆ। ਸੋ ਤੁਹਾਨੂੰ ਜਿਹੜੀ ਕੁੱਟ ਪਈ ਆ ਉਹਦੇ ਕਰਕੇ ਤੁਹਾਨੂੰ ਅਸਾਈਲਮ ਨਹੀਂ ਮਿਲਿਆ ਕਿ ਮੇਰੇ ਖੂਨ ਨਿਕਲਿਆ, ਮੇਰੇ ਡਾਕਟਰ ਦੀ ਲੈਟਰ ਲੱਗ ਗਈ, ਮੇਰਾ ਫਲਾਨਾ ਢਿਮਕਾਨਾ। ਤੁਹਾਨੂੰ ਥੋੜੀ ਕੁੱਟ ਲੱਗੀ, ਉਹ ਇਹ ਦੇਖਣਾ ਚਾਹੁੰਦੇ ਆ ਕਿ ਜਿਹੜੇ ਹਮਲਾਵਰ ਸੀਗੇ ਕਿਸ ਇਰਾਦੇ ਨਾਲ ਤੁਹਾਨੂੰ ਕੁੱਟ ਰਹੇ ਸੀਗੇ, ਕਿ ਉਹਨਾਂ ਦੀਆਂ ਮੰਗਾਂ ਕੀ ਸੀਗੀਆਂ। ਤੇ ਫਿਰ ਉਹ ਜਦੋਂ ਤੁਹਾਡੇ ਕੋਲ ਪੁੱਛਦੇ ਆ ਕਿ ਤੁਸੀਂ ਬਾਹਰ ਕਿੱਦਾਂ ਆਏ, ਕਿੰਨੇ ਤੁਹਾਡਾ ਬਾਹਰ ਆਉਣ ਦਾ ਇੰਤਜ਼ਾਮ ਕੀਤਾ, ਤੁਸੀਂ ਕਿਹੜੀ ਕੰਟਰੀਆਂ ਦੇ ਵਿੱਚ ਰਹੇ, ਉਹ ਇਹ ਦੇਖ ਰਹੇ ਆ ਕਿ ਤੁਸੀਂ ਕਦੀ ਕੋਈ ਹੋਰ ਟਰਾਈ ਕੀਤਾ, ਤੁਸੀਂ ਪੁਲਿਸ ਕੋਲ ਜਾਣ ਦੀ ਟਰਾਈ ਕੀਤੀ, ਤੁਸੀਂ ਪਹਿਲਾਂ ਜਿਹੜਾ ਸਿਸਟਮ ਸੀਗਾ ਉਹਦੀ ਹੈਲਪ ਲਈ ਕਿ ਨਹੀਂ ਲਈ। ਹੁਣ ਜਿਹੜਾ ਬੰਦਾ ਸਿਸਟਮ ਦੀ ਹੈਲਪ ਹੀ ਨਹੀਂ ਲਿਆ, ਉਹਨੇ ਕਹਿਣਾ ਤੈਨੂੰ ਕਿੱਦਾਂ ਪਤਾ ਕਿ ਪੁਲਿਸ ਤੈਨੂੰ ਹੈਲਪ ਨਹੀਂ ਕਰੂਗੀ ਜਾਂ ਸਿਸਟਮ ਤੈਨੂੰ ਹੈਲਪ ਨਹੀਂ ਕਰੂਗਾ। ਸੋ ਜਿਹੜਾ ਅਸਾਈਲਮ ਦਾ ਸਿਸਟਮ ਉਹ ਇਹ ਕਹਿੰਦਾ ਕਿ ਤੁਸੀਂ ਹਰੇਕ ਚੀਜ਼, ਜਦੋਂ ਹਰੇਕ ਦਰਵਾਜ਼ਾ ਖੜਕਾ ਲਿਆ, ਹਰੇਕ ਚੀਜ਼ ਪੋਸੀਬਲ ਕਰ ਲਈ, ਤੇ ਫਿਰ ਉਸ ਤੋਂ ਬਾਵਜੂਦ ਵੀ ਜੇ ਤੁਸੀਂ ਇੱਦਾਂ ਦੀ ਸਿਚੁਏਸ਼ਨ ਪਹੁੰਚ ਗਏ ਜਿਸ 'ਚ ਤੁਹਾਨੂੰ ਲੱਗਦਾ ਕਿ ਤੁਸੀਂ ਆਪਣੇ ਹੱਕਾਂ ਦੀ ਮੰਗ ਜਾਰੀ ਨਹੀਂ ਰੱਖ ਸਕਦੇ ਹੋ, ਤਾਂ ਕਰਕੇ ਆਪਾਂ ਤੁਹਾਨੂੰ ਅਸਾਈਲਮ ਦੇਵਾਂਗੇ। ਕੁੱਟਮਾਰ, ਆਧਾਰ ਕਾਰਡ, ਪੈਨ ਕਾਰਡ, ਡਾਕਟਰ ਦੇ ਐਫੀਡੇਵਿਟ, ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਕੋਰਟ ਲਿਮਿਟਡ ਵੇਟ ਅਟੈਚ ਕਰਦਾ, ਇਹ ਲਾਏ ਨਾ ਲਾਏ ਇੱਕ ਬਰਾਬਰ ਆ। ਕਹਾਣੀਕਾਰ ਇੰਡੀਆ 'ਚੋਂ ਐਫੀਡੇਵਿਟ ਲਾਏ ਨਾ ਲਾਏ ਇੱਕ ਬਰਾਬਰ ਆ। ਜਿਹੜਾ ਕੇਸ ਤੁਹਾਡਾ ਗ੍ਰਾਂਟ ਹੋਊਗਾ ਉਹ ਹੋਊਗਾ ਤੁਹਾਡੀ ਲੀਗਲ ਆਰਗੂਮੈਂਟ ਤੇ। ਲੀਗਲ ਆਰਗੂਮੈਂਟ ਕਿੱਥੋਂ ਆਊਗੀ? ਤੁਹਾਡੀ ਆਪਣੀ ਜ਼ੁਬਾਨੀ ਆਊਗੀ। ਸੋ ਮੇਨ ਚੀਜ਼ ਜਿਹੜੀ ਸਭ ਤੋਂ ਕੇਸ ਦੇ ਵਿੱਚ ਹੁੰਦੀ ਹੈ ਕਿ ਜਦੋਂ ਤੁਸੀਂ ਉੱਥੇ ਕੁਰਸੀ ਤੇ ਬੈਠੇ ਆ, ਤੁਸੀਂ ਨਾ ਸਿਰਫ ਪੁਰਾਣੀ ਚੀਜ਼ ਬਾਰੇ ਟੈਸਟੀਫਾਈ ਕਰਨਾ, ਬਟ ਜਦੋਂ ਤੁਸੀਂ ਇੱਥੇ ਆ ਗਏ ਆ 2012 ਚ, 15 ਚ, 17 ਚ ਆ ਗਏ ਆ, ਮੇਨ ਗੱਲ ਜਿਹੜੀ ਇਹ ਹੈਗੀ ਕਿ ਤੁਸੀਂ ਇਹ ਜ਼ਰੂਰ ਦੱਸਣਾ ਕਿ ਤੁਹਾਡੇ ਇੱਥੇ ਆਉਣ ਤੋਂ ਬਾਅਦ ਤੁਸੀਂ ਗਤੀਵਿਧੀਆਂ ਕੀ ਕੀਤੀਆਂ, ਤੁਹਾਡੇ ਇੱਥੇ ਆਉਣ ਤੋਂ ਬਾਅਦ ਤੁਹਾਡੇ ਜਿਹੜੇ ਪਿੱਛੇ ਪਰਿਵਾਰਕ ਮੈਂਬਰ ਬਚੇ ਆ ਉਹ ਕੀ ਗਤੀਵਿਧੀਆਂ ਕਰਦੇ ਆ, ਤੁਹਾਡੇ ਕੋਵਰਕਰ ਕੀ ਗਤੀਵਿਧੀਆਂ ਕਰਦੇ ਆ, ਉੱਥੇ ਪਿੱਛੇ ਸੀਨ ਕੀ ਚੱਲ ਰਿਹਾ, ਕੀ ਪ੍ਰੋਬਲਮ ਆ ਰਹੀ ਹੈ, ਤੁਹਾਨੂੰ ਪਿੱਛੋਂ ਕੋਈ ਲੱਭ ਰਿਹਾ, ਲਾਸਟ ਟਾਈਮ ਕਦੋਂ ਲੱਭਿਆ ਸੀਗਾ, ਕੌਣ ਤੁਹਾਡੇ ਘਰ ਗਿਆ ਸੀਗਾ। ਸੋ ਉਹਨਾਂ ਨੇ ਜਿਹੜਾ ਪੂਰਾ ਵੇਰਵਾ ਤੁਹਾਡੇ ਕੋਲ ਪ੍ਰੈਜ਼ੈਂਟ ਡੇਟ ਤੱਕ ਦਾ ਲੈਣਾ। ਜੇ ਤੁਹਾਡੀ 2025 ਚ ਹੀਅਰਿੰਗ ਆ ਤਾਂ ਤੁਹਾਨੂੰ 2025 ਤੱਕ ਦਾ ਦੱਸਣਾ ਪਊਗਾ, ਕਿਉਂਕਿ ਜਿਹੜੀ ਉਹ ਚੀਜ਼ ਦੇਖ ਰਿਹਾ ਉਹ ਪਿੱਛੇ ਨਹੀਂ ਦੇਖ ਰਹੇ, ਉਹ ਅੱਗੇ ਦੇਖ ਰਿਹਾ ਕਿ ਜੇ ਤੁਹਾਡੀ 2025 ਚ ਹੀਅਰਿੰਗ ਉਹ ਇਹ ਦੇਖ ਰਿਹਾ ਕਿ 26, 27, 28, 29, 30 ਦੇ ਵਿੱਚ ਤੁਹਾਡੇ ਨਾਲ ਕੀ ਹੋਊਗਾ। ਸੋ ਇਸ ਚੀਜ਼ ਦਾ ਜਿਹੜਾ ਅਸਾਈਲਮ ਹੈਗਾ ਨਾਈਨਥ ਸਰਕਿਟ ਤੁਹਾਨੂੰ ਜਿਹੜਾ ਮਿਲੂਗਾ। ਸੋ ਇਹ ਨਾਈਨਥ ਸਰਕਿਟ ਦਾ ਜਿਹੜਾ ਫੈਸਲਾ ਸੀਗਾ ਕਿ ਲੌਂਗ ਸਟੋਰੀ ਸ਼ਾਰਟ, ਬੰਦਾ ਆਪਣੇ ਹੱਕਾਂ ਦੀ ਮੰਗ ਕਿਸੇ ਹੋਰ ਸਟੇਟ ਜਾ ਕੇ ਨਹੀਂ ਕਰ ਸਕਦਾ, ਇਸ ਲਈ ਇਹਨੂੰ ਅਸਾਈਲਮ ਦਿੱਤਾ ਜਾਵੇ ਜੀ। ਸੋ ਮੰਗ ਜਿਹੜੀ ਉਹ ਕਰਨੋਂ ਹਟ ਨਹੀਂ ਸਕਦਾ ਤੇ ਉਹ ਆਪਣੀ ਮੰਗ ਦੇ ਉੱਤੇ ਬਰਕਰਾਰ ਆ, ਤੇ ਉਸ ਮੰਗ ਕਰਕੇ ਉਹਨੂੰ ਭਵਿੱਖ ਦੇ ਵਿੱਚ ਵੀ ਇਹ ਖਤਰਾ ਆ, ਸਰਕਾਰ ਤੋਂ ਖਤਰਾ ਆ ਵੀ ਜੋ ਚੀਜ਼ ਉਹਨਾਂ ਪਹਿਲਾਂ ਵਾਪਰੀ ਆ ਉਹ ਦੁਬਾਰਾ ਵੀ ਜਿਹੜੀ ਉਹ ਵਾਪਰ ਸਕਦੀ ਹੈਗੀ ਆ। ਸੋ ਇਹ ਆਪਾਂ ਗੱਲ ਕਰ ਰਹੇ ਹਾਂ ਨਾਈਨਥ ਸਰਕਿਟ ਦੀ, ਜਿਹੜਾ ਆਪਣਾ ਕੈਲੀਫੋਰਨੀਆ ਵਾਲੇ ਪਾਸੇ ਇੱਧਰਲੇ ਪਾਸੇ ਪੈਂਦਾ ਆ। ਸੋ ਇੱਧਰਲੇ ਪਾਸੇ ਜਦੋਂ ਕੇਸ ਆਉਂਦੇ ਆ ਤੇ ਫਿਰ ਇਸ ਨੂੰ ਬੈਂਚਮਾਰਕ ਮੰਨ ਕੇ ਜਿਹੜੇ ਫੈਸਲੇ ਆ ਉਹ ਆਉਂਦੇ ਆ। ਇੱਥੇ ਆਪਾਂ ਅਗਲੇ ਕੇਸ ਵੱਲ ਵਧਣ ਤੋਂ ਪਹਿਲਾਂ ਮਤਲਬ ਲਾਈਕ ਟੂ ਮਚ ਟੂ ਟੇਕ ਆ ਵੀ ਬੰਦਾ ਸਿਰਫ ਇਹ ਅਖੀਰਲੇ ਮੌਕੇ ਜੋ ਇਸ ਟਾਈਮ ਚੱਲ ਰਿਹਾ ਉਹ ਬੰਦਾ ਕਹਿੰਦਾ ਯਾਰ ਏਦਾਂ ਹੋਇਆ ਹੋਵੇ, ਏਦਾਂ ਕਰ ਦਈਏ, ਇਹ ਲਿਖ ਦੋ, ਇਹ ਕਰ ਦੋ, ਜੇ ਏਦਾਂ ਤੁਹਾਡੇ ਨਾਲ ਹੋਇਆ ਤੇ ਹੋ ਜਾਂਦਾ ਆ।
ਪਰ ਉਹਦੇ ਪਿੱਛੇ ਲੜਾਈ ਹੁੰਦੀ ਹੈ ਕੋਈ। ਸੋ ਇਹ ਨਰਿੰਦਰਪਾਲ ਹੁਣਾਂ ਦੇ ਜਿੰਨੇ ਵੀ ਕੇਸ ਲੜਿਆ ਉਹ ਆਰਗੂਮੈਂਟ ਜਿਹੜੇ ਉਹ ਕੀਤੇ ਆ, ਉਹਦੇ ਜ਼ਰੀਏ ਕਿੰਨਿਆਂ ਦੇ ਲਈ ਰਾਹ ਜਿਹੜਾ ਆ ਰੀਲੋਕੇਸ਼ਨ ਨੂੰ ਲੈ ਕੇ ਜਿਹੜਾ ਉਹ ਬਣਿਆ। ਅਟਾਰਨੀ ਟਿਰਕੇਣਾ ਜੀ, ਆਪਾਂ ਦੇਖ ਰਹੇ ਹਾਂ ਵੀ ਹੁਣ ਤਾਂ ਸੁਪਰੀਮ ਕੋਰਟ ਵੀ ਆਪਣੇ ਦਿੱਤੇ ਹੋਏ ਫੈਸਲਿਆਂ ਨੂੰ ਉਲਟਾਉਣ ਵੱਲ ਨੂੰ ਵੱਧ ਸਕਦੀ ਆ। ਕੀ ਆਉਣ ਵਾਲੇ ਭਵਿੱਖ ਦੇ ਵਿੱਚ ਰੀਲੋਕੇਸ਼ਨ ਵਾਲੇ ਮੁੱਦੇ ਦੇ ਉੱਤੇ 9th ਸਰਕਟ ਦੇ ਵਿੱਚ ਵੀ ਅਜਿਹੀ ਚੀਜ਼ ਦਾ ਫੈਸਲਾ ਬਦਲ ਸਕਦਾ ਆ? ਕੋਈ ਹੋਰ ਕੇਸ ਦੇ ਵਿੱਚ ਵੀ ਜੇ ਕੋਈ ਇੱਥੇ ਤੱਕ ਪਹੁੰਚਦਾ ਆ ਵੀ ਰੀਲੋਕੇਸ਼ਨ ਦੀ ਡੈਫੀਨੇਸ਼ਨ ਫਿਰ ਦੁਬਾਰਾ ਰੀਡਿਫਾਈਨ ਹੋ ਜਾਏ? ਪੂਰੇ ਹੁਣ ਜਿਹੜਾ ਲਾਅ ਆ ਉਹ ਤਾਂ ਉਦਾਂ ਲਿਖਿਆ ਹੈ ਉੱਤੇ, ਕੋਰਟ ਨੇ ਇੱਕ ਵਾਰੀ ਕਲੈਰੀਫਾਈ ਕਰਤਾ ਕਿ ਆਪਾਂ ਲਾਅ ਨੂੰ ਇਦਾਂ ਸਮਝਦੇ ਹਾਂ। ਜਦੋਂ ਆਪਾਂ ਸਿੰਘ ਵਰਸਸ ਗਾਰਲੈਂਡ ਦਾ ਕਰਕੇ ਮੁੱਕਣਾ ਨਾ, ਹੁਣ ਨਿਊਯਾਰਕ ਦਾ ਮੁੱਕਣਾ, ਤਾਂ ਲੋਕਾਂ ਨੂੰ ਸਮਝ ਆ ਜਾਣੀ ਕਿ ਸਿੰਘ ਵਰਸਸ ਗਾਰਲੈਂਡ ਦੇ ਵਿੱਚ ਆਰਗੂਮੈਂਟ ਮਤਲਬ ਕੋਰਟ ਨੇ ਇੱਕ ਨੈਰੋ ਵਿਊ ਲੈ ਲਿਆ, ਉਹ ਨੈਰੋ ਵਿਊ ਲੈ ਲਿਆ ਤੇ ਹੁਣ ਸਾਰਿਆਂ ਲਈ ਵਿਫਤਾ ਬਣ ਗਈ। ਇਸ ਕੇਸ ਦੇ ਵਿੱਚ ਕੋਰਟ ਨੇ ਥੋੜਾ ਜਿਹਾ ਵਾਈਡ ਵਿਊ ਲੈ ਲਿਆ ਤੇ ਲੋਕਾਂ ਲਈ ਕੰਮ ਸੌਖਾ ਹੋ ਗਿਆ। ਇਹ 'ਚ ਉਹਨਾਂ ਨੇ ਕਿਹਾ ਕਿ ਨੇਸ਼ਨ ਵਾਈਡ ਕੀ ਸਰਕਾਰ ਜੇ ਮਤਲਬ ਹੁਣ ਕੀ ਸੀਗਾ ਕਿ ਜਿਹੜਾ ਸਰਕਿਟ ਕੋਰਟ ਹੁੰਦਾ ਸਿਰਫ ਇਮੀਗ੍ਰੇਸ਼ਨ ਦੇ ਕੇਸ ਨਹੀਂ ਕਰਦਾ, ਉਹ ਸਾਰੇ ਮਤਲਬ ਕਿ ਉਹ ਸਭ ਤੋਂ ਵੱਡਾ ਕੋਰਟ ਜਿਹੜਾ ਹੁੰਦਾ ਸਟੇਟ ਦਾ ਉਹ ਹੁੰਦਾ। ਉਹਦੇ ਕੋਲ ਜਿਹੜੇ ਮੁੱਦੇ ਆਉਂਦੇ ਉਹਨਾਂ ਨੇ ਉੱਤੇ ਆਰਗੂਮੈਂਟਾਂ ਜਿਹੜੀਆਂ ਆਪਣੀਆਂ ਦੇਈ ਚਲੀ ਜਾਣੀਆਂ, ਪੁਰਾਣੀਆਂ ਜਿਹੜੀਆਂ ਸਾਰੀਆਂ ਸੀਗੀਆਂ। ਤੇ ਕੀ ਇਹ ਮੁੱਦੇ ਚੇਂਜ ਹੋ ਸਕਦੇ ਆ? ਹਾਂਜੀ, ਇਹ ਘੱਟ ਵੱਧ ਸਕਦੇ ਆ। ਇਹਦੇ ਵਿੱਚੋਂ ਦੀ ਕੋਈ ਹੋਰ ਚੈਲੰਜ ਜੇ ਪੈ ਗਿਆ, ਪਰ ਪਊਗਾ ਸਾਰਾ ਟੈਕਨੀਕੈਲਿਟੀ ਦੇ ਨਾਲ। ਜੇ DHS ਉਸ ਲੈਵਲ ਤੇ ਪਹੁੰਚੇ ਤਾਂ ਹਾਂਜੀ ਜ਼ਰੂਰ ਇਹ ਜਿਹੜਾ ਚੇਂਜ ਹੋ ਸਕਦਾ। ਜੀ, ਇੱਥੇ ਆਪਾਂ ਇੱਕ ਬ੍ਰੇਕ ਅਟਾਰਨੀ ਟਿਰਕੇਣਾ ਜੀ ਲਵਾਂਗੇ ਤੇ ਫਿਰ ਜਿਹੜਾ ਨਿਊਯਾਰਕ ਵਾਲਾ ਕੇਸ ਆ ਜਗਦੀਪ ਸਿੰਘ ਵਰਸਸ ਮੈਰਿਕ ਗਾਰਲੈਂਡ, US ਦੇ ਜਿਹੜੇ ਅਟਾਰਨੀ ਜਨਰਲ ਆ ਉਹਨਾਂ ਦੇ ਦਰਮਿਆਨ ਜਿਹੜਾ ਸੈਕੰਡ ਸਰਕਟ ਦੇ ਵਿੱਚ ਹੋਇਆ ਕੋਰਟ ਆਫ ਅਪੀਲਸ ਦੇ ਵਿੱਚ, ਉਸ ਦੇ ਵਿੱਚ ਕੀ ਫੈਸਲਾ, ਕੀ ਇਫੈਕਟ ਪੈਟਰਨ ਆ, ਕੀ ਕੇਸ ਸੀਗਾ, ਉਸ ਦੇ ਬਾਰੇ ਜਿਹੜੀ ਆਪਾਂ ਗੱਲਬਾਤ ਕਰਾਂਗੇ। ਇੱਕ ਬ੍ਰੇਕ ਦਾ ਵਕਤ ਆ, ਬ੍ਰੇਕ ਤੋਂ ਬਾਅਦ ਮੁੜ ਵਾਪਸ ਹਾਜ਼ਰ ਜੀ। ਬਿਲਕੁਲ। ਹਾਂਜੀ, ਟਿਕਟੌਕ ਵਾਲਿਓ ਕੀ ਹਾਲ ਆ ਜੀ ਤੁਹਾਡਾ? ਆ ਭਾਜੀ ਇੱਕ ਤਾਂ ਲਾਈਵ ਸ਼ੋਅ ਚੱਲਦਾ, ਕੋਈ UVJ ਦਾ ਕੁਐਸਚਨ ਪੁੱਛ ਰਿਹਾ, ਕੋਈ ਕੁਛ ਪੁੱਛ ਰਿਹਾ, ਤੇ ਸੌਰੀ ਆ ਲੈ ਨਹੀਂ ਸਕਦੇ ਤੁਸੀਂ। ਤੁਹਾਨੂੰ ਪਤਾ ਹੁਣ ਇੱਕ ਜਗ੍ਹਾ ਬੰਦਾ ਧਿਆਨ ਦਊਗਾ ਲਾਈਵ ਪ੍ਰੋਗਰਾਮ 'ਚ, ਕਿੱਥੋਂ ਮੈਂ ਤੁਹਾਡਾ UVJ ਦਾ ਕੁਐਸਚਨ ਦੱਸਾਂ? ਆਰ ਯੂ ਲਾਈਵ? ਹਾਂਜੀ ਭਾਜੀ, ਵੀ ਆਰ ਲਾਈਵ, ਤਾਂ ਹੀ ਤੁਸੀਂ ਦੇਖ ਰਹੇ ਆ। ਅੱਛਾ ਜੀ, ਥੋੜੇ ਜਿਹੇ ਸਵਾਲ ਜਵਾਬ ਲਵਾਂਗੇ UVJ ਦੀ। ਕਾਫੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਆ ਜੀ। ਤੇ ਫੀਸ ਘੱਟ ਕਰੋ ਬ్రో। ਕਿਉਂ ਘੱਟ ਕਰਾਂ? ਤੂੰ ਆਪਣੇ ਲੋਡ ਦੀ ਘੱਟ ਕਰਦੇ ਮੇਰਾ ਵੀਰ। ਤੇ ਜੇ ਚੈਰਿਟੀ ਚੂਰਟੀ ਕਰਨੀ ਹੈ ਕੋਈ ਇਮੀਗ੍ਰੇਸ਼ਨ ਦੀ, ਮੇਰੇ ਦਫ਼ਤਰ ਕਾਲ ਕਰ ਲਈ, ਮੈਂ ਤੁਹਾਨੂੰ ਦੱਸ ਦਊਂਗਾ ਇਮੀਗ੍ਰੇਸ਼ਨ ਦੀ, ਹੈ ਨਾ, ਹੈਲਪ ਹੋ ਜੂਗੀ। ਘੱਟ ਕਰੋ ਮੇਰਾ ਵੀਰ, ਦੂਜੇ ਤਾਂ ਕੇਸ ਫੜੇ ਨਹੀਂ ਜਾਂਦੇ ਯਾਰ। ਤੁਸੀਂ ਕੱਲ ਹੀ ਵਕੀਲ ਦੇ ਪਿੱਛੇ ਪਏ ਰਹਿੰਦੇ। ਦੱਸ, ਤੁਹਾਨੂੰ ਸਵੇਰੇ ਉੱਠਿਆ, ਤੁਹਾਨੂੰ ਇਨਫੋਰਮੇਸ਼ਨ ਦੇ ਰਹੇ ਆ ਤੇ ਤੁਸੀਂ ਫੀਸ ਤੇ ਤੁਹਾਡੀ ਕੜਿੱਕੀ ਫਸੀ ਹੋਈ ਆ, ਠੀਕ ਹੈ? ਤੇ ਬਾਰ-ਬਾਰ ਯਾਰ ਨਾ ਕਰਿਆ ਕਰੋ, ਗੱਲਾਂ ਚੰਗੀਆਂ ਨਹੀਂ ਲੱਗਦੀਆਂ, ਹੈ ਨਾ। ਵਕੀਲ ਬਥੇਰੇ ਆ, ਜੇ ਪਸੰਦ ਆ ਤੁਹਾਨੂੰ ਕੋਈ ਹੋਰ ਕਰ ਲਓ। ਸਾਡਾ ਸ਼ੋਅ ਸੁਣ ਰਹੇ ਆ, ਤੁਹਾਨੂੰ ਹੈਲਪ ਹੋ ਰਹੀ ਆ, ਇੱਥੋਂ ਦੀ ਹੈਲਪ ਲੈ ਲਓ, ਫ੍ਰੀ ਇਨਫੋਰਮੇਸ਼ਨ ਲੈ ਲਓ, ਕਿਤੇ ਹੋਰ ਜਾ ਕੇ ਲੈ ਲਓ, ਹੈ ਨਾ। ਚੰਗਾ ਨਹੀਂ ਲੱਗਦਾ ਯਾਰ ਬਾਰ-ਬਾਰ। ਤੇ ਵੱਧ ਕੇ 2022 ਆ ਗਿਆ ਹੁਣ ਯਾਰ। ਸਰਵਿਸ ਤਾਂ ਇੱਦਾਂ ਕਿ ਜੇ ਤੁਹਾਡੇ ਲੋਕਾਂ ਦੇ ਕੇਸ ਪਾਸ ਕਰਾਵਾਂਗੇ ਤਾਂ ਤੁਸੀਂ ਆਪਣੇ ਆਪ ਸਾਡੇ ਕੋਲ ਆਓਗੇ, ਤੁਹਾਡੇ ਕੋਲ ਨਹੀਂ ਪਾਸ ਕਰਾਵਾਂਗੇ ਕੇਸ ਤਾਂ, ਹੈ ਨਾ, ਕਿਉਂ ਤੁਸੀਂ ਸਾਡੇ ਕੋਲ ਆਓਗੇ? ਸੋ ਸਿੱਧੀ ਜਿਹੀ ਗੱਲ ਆ ਕਿ ਇੱਕ ਸਰਵਿਸ ਪ੍ਰੋਵਾਈਡਰ ਆ, ਜਿੰਨਾ ਆਪਣਾ ਹੋ ਸਕਦਾ ਕਰੀਦਾ। ਤੁਹਾਨੂੰ ਪਸੰਦ ਆਓ ਤੁਸੀਂ, ਹੈ ਨਾ, ਸਾਡੇ ਨਾਲ ਵਧੀਆ ਰਹੋ, ਆਪਾਂ ਤੁਹਾਡੇ ਨਾਲ ਵਧੀਆ ਰਵਾਂਗੇ। ਤੇ ਆਪਾਂ ਆਪਣਾ ਜਿਹੜਾ ਕੰਮ ਆ, ਹੋਮਵਰਕ ਸਾਡਾ ਪੂਰਾ ਵਾ। ਤੇ ਕੇਸ ਕੂਸ ਜਿਹੜੇ ਸਾਡੇ ਆਪਾਂ ਲੇਟੈਸਟ ਪੜ੍ਹ ਕੇ ਰੱਖਾਂਗੇ। ਜੇ ਤੁਹਾਡਾ ਇੱਥੇ ਫਾਇਦਾ ਹੁੰਦਾ ਤਾਂ ਠੀਕ ਹੈ ਨਾ। ਜੇ ਕਈਆਂ ਨੂੰ ਨਹੀਂ ਵੀ ਆਪਾਂ ਪਸੰਦ ਆਉਂਦੇ, ਕਈ ਵਾਰੀ ਕਲਾਇੰਟ ਵੀ ਸਾਨੂੰ ਪਸੰਦ ਨਹੀਂ ਆਉਂਦੇ, ਤਾਂ ਮਿਊਚੁਅਲ ਚੱਲਦਾ। ਕੋਈ ਕਿਸੇ ਨਾਲ ਦੁਨੀਆ ਓਪਨ ਆ, ਹੈ ਨਾ, ਤਾਂ ਲੋਕੀ ਵਕੀਲ ਬਦਲਦੇ ਰਹਿੰਦੇ ਆ। ਸਾਡੇ ਕੋਲ ਵੀ ਕਈ ਵਾਰੀ ਆਉਂਦੇ ਆ ਕਿ ਯਾਰ ਮੇਰਾ ਫਾਈਨਲ ਡੇਟ ਸੀਗੀ 20 ਦਿਨ ਪਹਿਲਾਂ ਆਇਆ, ਕੋਈ 30 ਦਿਨ ਪਹਿਲਾਂ ਆਇਆ। ਸੋ ਇੱਦਾਂ ਕਿ ਜਿਹਦੀ ਹਾਂਜੀ ਭਾਜੀ ਇਗਨੋਰ ਕਰਦੇ ਹੋ ਇਹੋ ਜਿਹੇ। ਹਾਂਜੀ ਭਾਜੀ, ਇਗਨੋਰ ਵੀ ਕਰ ਦਈਦਾ, ਪਰ ਇੱਦਾਂ ਕਿ ਹੁਣ ਆਪ ਹੀ ਛੱਡ ਜਾਣ ਤਾਂ ਵਧੀਆ। ਐਵੇਂ ਸਿਰ ਖਾਂਦੇ ਰਹਿੰਦੇ ਕਿ ਬਾਈ ਯਾਰ ਕਹਿੰਦਾ $250 ਲੈ ਲੈ। ਮੈਂ ਕਿਹਾ ਯਾਰ ਤੂੰ ਜਦੋਂ ਜਾਣਾ ਉੱਥੇ ਲੋਡ ਛੱਡਣ ਜਾਣਾ ਹੁੰਦਾ, ਜਦੋਂ ਉਹਨੇ ਕਹਿਣਾ ਤੇਰਾ ਬਾਅਦ 'ਚ ਲੋਡ ਆਇਆ, ਵਿਹਲਾ ਰਹਿ ਇੱਥੇ, ਉਦੋਂ ਮੈਨੂੰ ਦੱਸੋ ਫਿਰ ਕਿੱਦਾਂ ਦਾ ਲੱਗਦਾ ਨਾ। ਹੁਣ ਕੀ ਹੈ ਕਿ ਹਰੇਕ ਬੰਦੇ ਦਾ, ਜੇ ਬੰਦੇ ਨੇ 15-20 ਬੰਦੇ ਰੱਖੇ ਆ, ਮੈਂ ਕਿਹਾ $1500 ਦਾ ਸਾਡਾ ਆਵਰਲੀ ਐਕਸਪੈਂਸ ਆ ਫਰਮ ਨੂੰ ਚਲਾਉਣ ਦਾ, ਜਿਹੜੇ ਲੋਕਾਂ ਨੂੰ ਸੈਲਰੀਆਂ ਦੇਣੀਆਂ। 5 ਵਕੀਲ ਆ, ਪੈਰਾਲੀਗਲ ਆ, $1 ਮਿਲੀਅਨ ਦਾ ਜਿਹੜਾ ਪੇਰੋਲ ਆ, ਮਤਲਬ ਕਿ $1 ਮਿਲੀਅਨ ਪਹਿਲਾਂ ਆਊਗਾ, ਫਿਰ ਉਸ ਤੋਂ ਬਾਅਦ $1 ਜਿਹੜਾ ਆਊਗਾ ਉਹ ਬੰਦਾ ਵਕੀਲ ਕਮਾਊਗਾ। ਪਹਿਲਾਂ ਖਰਚੇ ਦੇਖੋ, ਫਿਰ ਦੇਖੋ ਕਿ $250 ਤੁਸੀਂ ਆ $250 ਦੇ ਪਿੱਛੇ $250 ਨਹੀਂ ਹੋ ਗਏ, ਪਤਾ ਨਹੀਂ ਕੀ ਹੋ ਗਿਆ। ਉਹ ਸਿੱਧੇ ਦੱਸਿਆ ਕਿ $250 ਦੀ ਕੰਸਲਟੇਸ਼ਨ ਆ। ਉਹਦਾ ਰੀਜ਼ਨ ਇਹ ਆ ਕਿ
ਸਾਰਿਆਂ ਦੀ ਕਾਲਾਂ ਨਹੀਂ ਲੈ ਸਕਦੇ। ਇਹ ਰੀਜ਼ਨ ਹੈ ਕਿ ਸੀਰੀਅਸ ਤੇ ਨਾਨ ਸੀਰੀਅਸ 'ਚ ਪਤਾ ਲੱਗ ਜਾਵੇ, ਹੈ ਨਾ। ਪਤਾ ਹੀ ਹੈ ਸਾਰਿਆਂ ਨੂੰ ਕਿ ਕੀ ਕਿੱਦਾਂ ਦੇ ਕਲਾਇੰਟ ਕਿੱਥੋਂ ਕਾਲ ਕਰਦੇ ਆ। ਤੇ ਜਿਹੜੇ $250 ਵੀ ਆ ਉਹ ਤੁਹਾਡੇ ਜਦੋਂ ਤੁਸੀਂ ਹਾਇਰ ਕਰਦੇ ਆ ਕੇਸ ਦੇ ਵਿੱਚ ਐਡਜਸਟ ਹੋ ਜਾਂਦੇ ਆ। ਤਾਂ ਬਈ ਇਹ ਤੋਂ ਜ਼ਿਆਦਾ ਮੈਂ ਕੁਝ ਨਹੀਂ ਕਰ ਸਕਦਾ। ਇਹ ਮੈਂ ਆਖਰੀ ਵਾਰੀ ਐਕਸਪਲੇਨੇਸ਼ਨ ਦੇਣੀ ਆ। ਜਿਹਨੂੰ ਪੁੱਗਦਾ ਠੀਕ ਆ, ਜਿਹਨੂੰ ਨਹੀਂ ਪੁੱਗਦਾ ਭਾਜੀ ਉਹ ਵੀ ਠੀਕ ਆ, ਹੈ ਨਾ। ਕਿਸੇ ਨਾ ਮੇਰੇ ਬਿਨਾ ਤੁਹਾਡਾ ਕੰਮ ਰੁਕਣਾ, ਨਾ ਤੁਹਾਡੇ ਬਿਨਾ ਮੇਰਾ ਰੁਕਣਾ। ਸੋ ਇਹ ਹੈ ਕਿ ਪ੍ਰੋਗਰਾਮ ਸੁਣ ਲਓ, ਇਨਫੋਰਮੇਸ਼ਨ ਲੈ ਲਓ, ਬਾਕੀ ਜਿਹੜਾ ਤੁਹਾਨੂੰ ਪਸੰਦ ਆ ਉਤੋਂ ਕੇਸ ਲਵਾ ਲਓ। ਅੱਜ ਰੀਲੋਕੇਸ਼ਨ ਦੀ ਗੱਲ ਹੋ ਰਹੀ ਆ। 9th ਸਰਕਿਟ ਦਾ ਆਪਾਂ ਦੱਸ ਕੇ ਹਟੇ ਆ, 2nd ਸਰਕਿਟ ਦਾ ਆਪਾਂ ਦੱਸਣ ਜਾ ਰਹੇ ਆ। 2nd ਸਰਕਿਟ ਨਿਊਯਾਰਕ ਨੂੰ ਲੱਗਦਾ ਬਹੁਤ ਜ਼ਿਆਦਾ ਕੇਸ ਜਿਹੜੇ ਡਿਨਾਈ ਹੋ ਰਹੇ ਆ, ਲੋਕਾਂ ਨੂੰ ਪਤਾ ਨਹੀਂ। ਵਕੀਲ ਆਰਗਿਊ ਕੋਈ ਨਹੀਂ ਕਰਦੇ ਉੱਥੇ, ਤੇ ਵਕੀਲਾਂ ਨੂੰ ਵੀ ਕਈਆਂ ਨੂੰ ਪਤਾ ਨਹੀਂ ਐਕਚੁਅਲੀ ਕੀ ਹੈ, ਕਿ ਉਹ ਆਪ ਬਸ ਆਹੀ ਕਿ ਕਹਾਣੀ ਪੋਸਟਰ ਫਲਾਣਾ ਟਮਕਾਣਾ ਲੱਗ ਗਿਆ ਇੰਨੇ ਕਿ ਚ ਚੱਲ ਦੇਖਦੇ ਆ ਕਿਹੜਾ ਪਾਸ ਹੋ ਗਿਆ ਕਿਹੜਾ ਨਹੀਂ ਪਾਸ ਹੋਇਆ। ਤਾਂ ਕਰਕੇ ਜਿਹੜੇ ਕੇਸ ਆ ਕਾਫੀ ਜ਼ਿਆਦਾ ਜਿਹੜੇ ਡਿਨਾਈ ਹੋ ਰਹੇ ਆ। ਤਾਂ ਹੁਣ ਇਹ ਹੈ ਕਿ ਦੱਸਣ ਦਾ ਮਕਸਦ ਇਹ ਹੈਗਾ ਕਿ ਸਮਝ ਵੀ ਉਹਨੂੰ ਹੀ ਆਉਣਾ ਜਿਹੜਾ ਸਮਝਣ ਦੀ ਕੋਸ਼ਿਸ਼ ਕਰ ਰਿਹਾ, ਹੈ ਨਾ। ਤੇ ਆਪਣਾ ਕੇਸ ਦੀ ਜ਼ਿੰਮੇਵਾਰੀ ਤੁਹਾਡੇ ਆਪਣੇ ਹੱਥ ਆ। ਸੋ ਆਪਣੇ ਕੇਸ ਦੀ ਜ਼ਿੰਮੇਵਾਰੀ ਤੁਹਾਡੀ ਪਹਿਲੀ ਤੁਹਾਡੇ ਹੱਥ ਆ, ਫਿਰ ਵਕੀਲ ਤੇ ਗੱਲ ਆਉਂਦੀ ਆ। ਤੇ ਜਿਹੜਾ ਕੋਈ ਵੀ ਵਕੀਲ ਆ ਉਹਨੂੰ ਵੀ ਦੇਖੋ ਤੁਸੀਂ ਕਿ ਹਰੇਕ ਹਫਤੇ ਕਿੰਨਾ ਜ਼ਿਆਦਾ ਲਾਅ ਜਿਹੜਾ ਉਹ ਅਪਡੇਟ ਕਰਨਾ ਪੈ ਰਿਹਾ, ਕਲਾਇੰਟਾਂ ਨਾਲ ਮਿਲਣਾ ਪੈ ਰਿਹਾ, ਕੇਸ ਤੁਹਾਡਾ, ਕੇਸ ਦੇ ਫੈਕਟਸ, ਕੇਸ ਦੀ ਤਿਆਰੀ। ਸੋ ਇਮੀਗ੍ਰੇਸ਼ਨ ਲਾਇਰ ਬਣਨਾ ਇੰਨਾ ਸੌਖਾ ਨਹੀਂ ਹੁੰਦਾ। ਲੱਗਦਾ ਹੀ ਆ ਲੋਕਾਂ ਨੂੰ ਕਿ ਇਹ ਵੀ ਕੰਮ ਸੌਖਾ ਜਾਣਾ, ਉੱਦਾਂ ਹੀ ਬਹਿ ਜਾਂਦੇ, ਕੁਝ ਵੀ ਬੋਲ ਜਾਂਦੇ, ਇੱਦਾਂ ਨਹੀਂ ਹੈਗਾ। ਸੋ ਇਹ ਹੈ ਕਿ ਕਾਫੀ ਇਮੋਸ਼ਨਲੀ ਚਾਰਜ ਪ੍ਰੈਕਟਿਸ ਆ। ਕੋਈ ਬੰਦਾ ਡਿਪੋਰਟ ਹੁੰਦਾ, ਕੋਈ ਹੁਣ ਵਾਵਾ ਦਾ ਆ ਗਿਆ, ਹੈ ਨਾ, ਕੋਈ ਵਿਕਟਿਮ ਆ ਗਿਆ, ਕੋਈ ਗੈਂਗ ਵਾਇਲੈਂਸ ਵਾਲਾ ਬੰਦਾ ਆ ਗਿਆ। ਬੰਦਾ ਤਾਂ ਆਪਣੀ ਕਹਾਣੀ ਦੱਸਦੀ ਉਹਨੇ ਮੈਨੂੰ, ਹੈ ਨਾ, ਕਿ ਮੇਰੇ ਨਾਲ ਇੱਦਾਂ ਹੋਇਆ। ਸਾਊਥ ਅਮਰੀਕਾ ਵਾਲਾ ਮਾਰਕੁੱਟ ਪਈ, ਕਈਆਂ ਦੇ ਬਾਹਲੇ ਮਤਲਬ ਸਰੀਰ ਦੇ ਪੁਰਜੇ ਮਿਸਿੰਗ ਹੁੰਦੇ ਆ, ਇੱਦਾਂ ਦੇ ਬੰਦੇ ਆਉਂਦੇ ਆ। ਤੇ ਕੇਸ ਦੇ ਹਿਸਾਬ ਨਾਲ ਨਾ ਉਹ ਜਿੱਦਾਂ ਲਾਅ ਇੱਦਾਂ ਦਾ ਬਣਿਆ ਕਿ ਉਹਨਾਂ ਨੂੰ ਡਿਪੋਰਟ ਕਰਨਾ, ਉਹਨਾਂ ਨੇ ਸਾਊਥ ਅਮਰੀਕਾ ਨੂੰ ਪਸੰਦ ਨਹੀਂ ਕਰਦੇ ਇਹ, ਇੱਦਾਂ ਦਾ ਇਹਨਾਂ ਨੇ ਦੱਸਿਆ। ਉਹ ਹੁਣ ਬੰਦੇ ਡਿਪੋਰਟ ਤੁਹਾਡੇ ਮੂਹਰੇ ਹੋ ਜਾਂਦੇ ਆ, ਉਹਨਾਂ ਦੇ ਘਰ ਵਾਲੀਆਂ, ਜਵਾਕ ਛੋਟੇ, ਉਹ ਗੱਲ ਸਿਰਫ $8-10,000 ਦੀ ਨਹੀਂ ਰਹਿ ਜਾਂਦੀ ਕਿ ਬੰਦੇ ਨੇ ਫੀਸ ਦਿੱਤੀ ਆ, ਪੈਸੇ ਦੇ ਕੇ ਕਰਾਇਆ। ਐਂਡ 'ਚ ਆਪਾਂ ਵੀ ਇਨਸਾਨ ਆ। ਉਹ ਇੱਕ ਬੰਦਾ ਜਿਹੜਾ ਚੱਲ ਗਿਆ, ਉਹ ਇੱਕ ਬੰਦਾ ਚੱਲ ਗਿਆ ਨਾ, ਸਿਰਫ ਪੈਸੇ ਨਹੀਂ ਮੈਨੂੰ ਦੇ ਕੇ ਗਿਆ, ਦਿਲ ਦਾ ਇੱਕ ਟੁਕੜਾ ਜਿਹੜਾ ਕੁਰੇਦ ਕੇ ਨਾਲ ਲੈ ਕੇ ਗਿਆ। ਸੋ 1 ਮਿੰਟ ਜੀ ਸ਼ੋਅ ਹੈ, ਬਾਹਰ ਆਪਾਂ ਗੱਲ ਕਰਦੇ ਹਾਂ ਇਹਦੇ ਬਾਰੇ। 1 ਸੈਕਿੰਡ ਜੀ। ਹਾਂਜੀ ਆ ਰਹੀ ਆਵਾਜ਼ ਜੀ। ਅੱਜ ਅਹਿਮ ਰੀਲੋਕੇਸ਼ਨ ਦੇ ਬਾਬਤ, ਇੰਟਰਨਲ ਰੀਲੋਕੇਸ਼ਨ ਨੂੰ ਲੈ ਕੇ ਜਿਹੜਾ ਜੀ ਉਹ ਗੱਲਬਾਤ ਕਰ ਰਹੇ ਹਾਂ। ਆਪਣੇ ਨਾਲ US ਇਮੀਗ੍ਰੇਸ਼ਨ ਦੇ ਅਟਾਰਨੀ ਜੀ ਟਿਰਕਿਆਣਾ ਜੀ ਜੁੜੇ ਨੇ। ਅਟਾਰਨੀ ਟਿਰਕਿਆਣਾ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ, ਸੋ ਆਪਾਂ ਇਸ ਤੋਂ ਪਹਿਲਾਂ 9th ਸਰਕਟ ਦੇ ਇੱਕ ਕੇਸ ਦੇ ਉੱਤੇ ਝਾਤ ਜਿਹੜੀ ਉਹ ਮਾਰੀ ਸੀਗੀ, ਨਰਿੰਦਰਪਾਲ ਵਰਸਸ ਵਿਟਕਰ। ਤੇ ਹੁਣ ਆਪਾਂ ਨਿਊਯਾਰਕ ਦੇ ਉਸ ਕੇਸ ਦੇ ਬਾਬਤ ਗੱਲਬਾਤ ਕਰਨ ਜਾ ਰਹੇ ਹਾਂ, ਜਿੱਥੇ ਕਿ ਰੀਲੋਕੇਸ਼ਨ ਦੇ ਮੁੱਦੇ ਨੂੰ ਲੈ ਕੇ ਬਹੁਤ ਸਾਰੇ ਕੇਸ ਹੁਣ ਫੇਲ ਵੀ ਹੋ ਰਹੇ ਆ। ਸੋ ਇਹ ਕੀ ਹੈਗਾ ਜੀ, ਇਹ ਕੇਸ ਨਿਊਯਾਰਕ ਦਾ ਜਿਹੜਾ ਕੇਸ ਕਾਫੀ ਹੈ ਜੀ। ਸੋ ਹਮੇਸ਼ਾ ਲਾਸਟ ਨਾਮ ਨਾਲ ਜਾਣਿਆ ਜਾਂਦਾ ਹੈ, ਸਿੰਘ ਵਰਸਸ ਵਿਟਕਰ। ਤੇ ਹੁਣ ਸਿੰਘ ਵਰਸਸ ਗਾਰਲੈਂਡ। ਸੋ ਵਿਟਕਰ ਤੇ ਗਾਰਲੈਂਡ ਕੀ ਚੀਜ਼ਾਂ, ਕਿ ਜਿਹੜੇ ਅਟਰਨੀ ਜਨਰਲ ਆ, ਜਿਹੜੇ ਸਰਕਾਰ ਦੇ ਹੈਗੇ ਆ, ਉਹ ਜਦੋਂ ਚੇਂਜ ਹੋ ਜਾਂਦੇ ਆ ਸਰਕਾਰ ਤੋਂ ਸਰਕਾਰ। ਸੋ ਹੁਣ ਦਾ ਨਾਮ ਮੈਰਿਕ ਗਾਰਲੈਂਡ ਆ, ਤੇ ਤਾਂ ਕਰਕੇ ਜਦੋਂ ਮੈਰਿਕ ਗਾਰਲੈਂਡ ਬਣ ਗਿਆ ਸੀਗਾ ਉਦੋਂ ਵਿਟਕਰ ਸੀਗਾ, ਤੇ ਤਾਂ ਕਰਕੇ ਸਿੰਘ ਵਰਸਸ ਵਿਟਕਰ ਸੀਗਾ। ਤੇ ਹੁਣ ਇਹ ਜਿਹੜਾ ਜਗਦੀਪ ਸਿੰਘ ਵਰਸਸ ਮੈਰਿਕ ਗਾਰਲੈਂਡ, ਇਹ ਜਿਹੜਾ ਕੇਸ ਸੀਗਾ 2nd ਸਰਕਿਟ ਮੂਹਰੇ। 2nd ਸਰਕਿਟ ਨੇ ਇਹਦਾ ਜਿਹੜਾ ਫੈਸਲਾ ਸੀਗਾ ਅਗਸਤ 2021 ਦੇ ਵਿੱਚ ਦਿੱਤਾ। ਸੋ ਇੱਕ ਰੀਸੈਂਟ ਕੇਸ ਆ। ਸੋ ਜਦੋਂ ਅਗਸਤ 21 ਤੋਂ ਬਾਅਦ ਤੁਸੀਂ ਦੇਖਿਆ ਕਿ ਨਿਊਯਾਰਕ ਦੇ ਵਿੱਚ ਰੀਲੋਕੇਸ਼ਨ ਦੇ ਮੁੱਦੇ ਤੇ ਕਾਫੀ ਡਿਨਾਇਲ ਹੋ ਗਿਆ। ਕਾਫੀ ਜਿਹੜੇ ਲੋਕੀ ਸੀਗੇ, ਉਹਨਾਂ ਦੇ ਵਕੀਲਾਂ ਨੇ ਕਿਹਾ ਕਿ ਨਹੀਂ, ਤੂੰ ਛੱਡ ਕੇ ਆਪਣਾ ਕਿਸੇ ਹੋਰ ਸਟੇਟ ਮੂਵ ਹੋ ਜਾ, ਇੱਥੇ ਕੋਰਟ ਦੇ ਕੋਲੋਂ ਤੇਰਾ ਕੇਸ ਜਿਹੜਾ ਪਾਸ ਜਿਹੜਾ ਨਹੀਂ ਹੋ ਸਕਦਾ। ਸੋ ਅਗਸਤ 21 ਤੋਂ ਬਾਅਦ ਜਿਹੜੀ ਸੀਗੀ ਸਨਸਨੀ ਫੈਲੀ। ਫਿਰ ਆਪਾਂ ਬਾਕੀ ਦੇਖਿਆ ਹੀ ਹੈ ਕਿ ਟਿਕਟੌਕ ਇਹ ਸਾਰੇ ਜਿਹੜੇ ਸਨਸਨੀ ਕ੍ਰੀਏਟ ਕਰਾ ਕੇ ਜਿਹੜੀਆਂ ਖਬਰਾਂ ਪੇਸ਼ ਕਰਦੇ ਆ, ਤੇ ਉਹਨਾਂ ਨੇ ਬੇਸਿਕਲੀ ਕਮਿਊਨਿਟੀ ਨੇ ਹੀ ਧਾਰ ਲਿਆ ਕਿ ਸ਼ਾਇਦ ਨਿਊਯਾਰਕ ਦੇ ਵਿੱਚ ਹੁਣ ਕੇਸ ਜਿਹੜੇ ਪਾਸ ਹੋਣੇ ਨਹੀਂ ਆ। ਪਰ ਇਹ ਨਹੀਂ ਉਹਨਾਂ ਨੂੰ ਪਤਾ ਕਿ ਕਿਹੜੇ ਵਾਲੇ ਕੇਸ ਨਹੀਂ ਪਾਸ ਹੋਣੇ ਤੇ ਕਿਉਂ ਨਹੀਂ ਪਾਸ ਹੋਣੇ, ਹਨਾ। ਸੋ ਅੱਜ ਜਿਹੜਾ ਆਪਾਂ ਉਸ ਚੀਜ਼ ਦੇ ਵਿੱਚ ਜਾਵਾਂਗੇ ਜੀ। ਸੋ ਜੇ ਤੁਸੀਂ ਦੱਸੋ ਵੀ ਇਹ ਕੇਸ ਕਿਸ ਬਾਬਤ ਸੀਗਾ। ਸੋ ਇਹ ਜੀ ਇੰਡੀਆ ਦਾ ਸਿਟੀਜ਼ਨ ਸੀਗਾ। ਇਮੀਗ੍ਰੇਸ਼ਨ ਜੱਜ ਨੇ ਇਹਦਾ ਕੇਸ ਡਿਨਾਈ ਕਰਤਾ, ਬੋਰਡ ਆਫ ਇਮੀਗ੍ਰੇਸ਼ਨ ਨੇ ਡਿਨਾਈ ਕਰਤਾ, ਤੇ ਫਿਰ ਉਹ 2nd ਸਰਕਿਟ ਮੂਹਰੇ ਪਹੁੰਚ ਗਿਆ। ਤੇ ਮੁੱਦੇ ਇਸ ਕੇਸ ਦੇ ਵਿੱਚ ਕੀ ਸੀਗੇ, ਥੋੜਾ ਜਿਹਾ ਜੀ ਟਾਈਮ ਬਚਾਉਣ ਲਈ ਮੈਂ ਸਿੱਧੇ ਹੀ ਮੁੱਦਿਆਂ ਤੇ ਆ ਜਾਣਾ।
ਸੋ ਕੀ ਸੀਗਾ ਕਿ ਸਿੰਘ ਦੇ ਕਿ ਇਹਦੇ ਵਿੱਚ ਸਿੰਘ ਨੂੰ ਪਾਸਟ ਪ੍ਰੋਸੀਕਿਊਸ਼ਨ ਹੋਈ ਸੀਗੀ, ਮਤਲਬ ਕਿ ਜਿੱਦਾਂ ਪਹਿਲੇ ਵਾਲੇ ਕੇਸ 'ਚ ਆਪਾਂ ਦੱਸਿਆ ਕਿ ਪੁਰਾਣਾ ਹਮਲਾ ਸੀਗਾ, ਇਸ ਕੇਸ ਦੇ ਵਿੱਚ ਵੀ ਸੀਗਾ। ਇਸ ਕੇਸ ਦੇ ਵਿੱਚ ਉਹਦੇ ਵਿੱਚ ਪੁਲਿਸ ਨੇ ਤੇ ਪੋਲੀਟੀਕਲ ਪਾਰਟੀ ਨੇ ਹਮਲਾ ਕੀਤਾ ਸੀਗਾ। ਸਿੰਘ ਵਰਸਸ ਗਾਰਲੈਂਡ ਨਿਊਯਾਰਕ ਵਾਲੇ ਕੇਸ ਦੇ ਵਿੱਚ ਸਿਰਫ ਪੋਲੀਟੀਕਲ ਪਾਰਟੀ ਨੇ ਤੇ ਹਮਲਾ ਕੀਤਾ ਸੀਗਾ। ਜਦੋਂ ਇਹਨੇ ਪਾਰਟੀ ਛੱਡਣ ਦੀ ਇਹਨੇ ਜਦੋਂ ਮਨਾ ਕੀਤਾ ਕਿ ਮੈਂ ਪਾਰਟੀ ਆਪਣੀ ਨਹੀਂ ਛੱਡਣੀ ਆ, ਤੇ ਇਹਦੇ ਵਿੱਚ ਵੀ ਜਿਹੜਾ ਸੀਗਾ BIA ਨੇ ਇਹ ਕਹਿ ਕੇ ਡਿਨਾਈ ਕਰਤਾ ਕਿ ਤੂੰ ਕਿਸੇ ਹੋਰ ਜਗ੍ਹਾ ਰੀਲੋਕੇਟ ਹੋ ਸਕਦਾ। ਦੋ ਇਹਦੇ ਵਿੱਚ ਜਿਹੜੇ ਮੁੱਖ ਮੁੱਦੇ ਜਿਹੜੇ ਸੀਗੇ ਸਰਕਟ ਕੋਰਟ ਦੇ ਮੂਹਰੇ ਆਏ। ਪਹਿਲਾ ਮੁੱਦਾ ਇਹ ਕਿ ਕੀ ਸਿੰਘ ਸੇਫਲੀ ਰੀਲੋਕੇਟ ਕਰ ਸਕਦਾ ਕਿ ਨਹੀਂ। ਸੋ ਸੇਫ ਰੀਲੋਕੇਸ਼ਨ ਦੇ ਉੱਤੇ ਦੁਬਾਰਾ ਜਿਹੜੀ ਡਿਸਕਸ਼ਨ ਆ 9th ਸਰਕਟ ਵਾਲੀ ਆਪਾਂ ਆਲਰੇਡੀ ਕਰ ਲਈ। ਉਹ 'ਚ ਆਪਾਂ ਦੇਖਿਆ ਕਿ ਲੋਕਾਂ ਦਾ ਬਹੁਤ ਜ਼ਿਆਦਾ ਫਾਇਦਾ ਹੋ ਗਿਆ, ਸਪੈਸ਼ਲੀ ਉਹਨਾਂ ਦਾ ਜਿਹੜੇ ਆਪਣੀ ਮੰਗ ਨਹੀਂ ਛੱਡ ਸਕਦੇ। ਹੁਣ ਸੈਕੰਡ ਸਰਕਟ ਮੂਹਰੇ ਆ ਗਿਆ, ਇਹ ਬਾਅਦ 'ਚ ਹੋਇਆ ਕੇਸ। ਸੈਕੰਡ ਸਰਕਟ ਮੂਹਰੇ ਸਿੰਘ ਵਰਸਸ ਵਿਟਕਰ ਦੀ ਜਿਹੜੀ ਆਰਗੂਮੈਂਟ ਸੀਗੀ ਉਹਦੀ ਵੀ ਪੇਸ਼ਕਸ਼ ਕੀਤੀ ਗਈ ਕਿ 9th ਸਰਕਟ ਇੱਦਾਂ ਕਹਿੰਦਾ, ਪਰ ਜਿਹੜਾ ਸੈਕੰਡ ਸਰਕਟ ਸੀਗਾ ਉਹ ਕਹਿੰਦਾ ਆਪਾਂ 9th ਸਰਕਟ ਦੀ ਆਰਗੂਮੈਂਟਾਂ ਰਿਜੈਕਟ ਕਰਦੇ ਹਾਂ। ਠੀਕ ਹੈ। ਸੋ ਦੋ ਮੁੱਦੇ। ਹਾਂਜੀ। ਸੋ ਪਹਿਲੀ ਗੱਲ ਤਾਂ ਕੈਲੀਫੋਰਨੀਆ ਲਿਬਰਲ ਆ, ਡੈਮੋਕ੍ਰੈਟਿਕ ਸਟੇਟ ਆ, ਮੋਸਟਲੀ ਜਿਹੜਾ ਐਜ਼ ਬੈਸਟ ਐਜ਼ ਇਟ ਗੈਟਸ ਜਿਹੜਾ ਹੈਗਾ ਲਿਬਰਲ ਪ੍ਰਿੰਸੀਪਲ ਪ੍ਰੋਗਰੈਸਿਵ ਲੋਕੀ ਜਿਹੜੇ ਆ ਕੈਲੀਫੋਰਨੀਆ ਦੇ ਵਿੱਚ ਆ। ਸੋ ਇਹ ਸਾਰਾ ਜੱਜਾਂ ਦੇ ਵਿੱਚ ਕੰਜ਼ਰਵੇਟਿਵ ਨਹੀਂ ਕੰਜ਼ਰਵੇਟਿਵ, ਇਹ ਸਾਰਾ ਉਹਨਾਂ 'ਚ ਵੀ ਝਲਕਦਾ ਹੈ ਨਾ। ਸੋ ਇਹ ਹੈ ਕਿ ਇੱਕ ਕੈਲੀਫੋਰਨੀਆ ਦੀ ਤੁਹਾਨੂੰ ਹਮੇਸ਼ਾ ਇੱਕ ਵਾਲੀ ਐਡਵਾਂਟੇਜ ਜ਼ਰੂਰ ਰਹੂਗੀ, ਸਪੈਸ਼ਲੀ ਸੈਨ ਫਰਾਂਸਿਸਕੋ ਦੀ। ਤੁਸੀਂ ਦੇਖੋ ਏਰੀਆ ਕਿੱਦਾਂ ਦਾ, ਕਿੰਨਾ ਲਿਬਰਲ ਏਰੀਆ, ਜਿੰਨੀਆਂ ਸਿਵਲ ਰਾਈਟਸ ਦੀਆਂ ਮੂਵਮੈਂਟ ਹੋਈਆਂ, ਹਿੱਪੀ ਮੂਵਮੈਂਟ, LGBTQ, ਇਹ ਸਾਰਾ ਕੁਛ ਜਿਹੜਾ ਸੀਗਾ ਸੈਨ ਫਰਾਂਸਿਸਕੋ ਜਿਹੜਾ ਸੀਗਾ ਗੜ੍ਹ ਸੀਗਾ। ਸੋ ਜਿਹੜਾ ਜੱਜ ਇੱਕ ਸੈਨ ਫਰਾਂਸਿਸਕੋ ਉਹ ਵਾਲੇ ਗੜ੍ਹ 'ਚ ਬੈਠਾ, ਇੱਕ ਉਹਦਾ ਤੁਸੀਂ ਰਵੱਈਆ ਸੋਚੋ ਕਿ ਜਿਹੜਾ ਬੰਦਾ ਇੱਕ ਜਾਰਜੀਆ 'ਚ ਬੈਠਾ, ਮਿਸਿਸਿਪੀ 'ਚ ਬੈਠਾ, ਨਿਊਯਾਰਕ ਵਰਗੇ ਬਿਜ਼ੀ ਸ਼ਹਿਰ 'ਚ ਬੈਠਾ, ਉਤੋਂ ਡਿਫਰੈਂਟ ਹੋਊਗਾ ਕਿ ਨਹੀਂ ਹੋਊਗਾ। ਇੱਕ ਬੰਦਾ ਸਮੁੰਦਰ ਦੇ ਕੰਢੇ ਬੈਠਾ, ਇੱਕ ਬੰਦਾ ਠੰਡੇ ਵੈਦਰ 'ਚ ਬੈਠਾ, ਤਾਂ ਉਹ ਫਰਕ ਜਿਹੜਾ ਉਹ ਰਹਿੰਦਾ। ਹੁਣ ਇਹਨੇ ਕੀ ਕਿਹਾ ਕਿ ਇਹਨੇ ਕਿਹਾ ਕਿ ਤੁਹਾਡਾ ਜਿਹੜਾ ਸਿੰਘ ਵਰਸਸ ਵਿਟਕਰ ਸੀਗਾ ਉਹ ਚੱਲਣਾ ਕੋਈ ਨਹੀਂ, ਆਪਾਂ ਦੁਬਾਰਾ ਸਾਰੀਆਂ ਆਰਗੂਮੈਂਟਾਂ ਕਰਨੀਆਂ। ਪਹਿਲਾ ਇਸ਼ੂ ਇਹ ਆਇਆ ਕਿ ਇਹ ਰੀਜ਼ਨੇਬਲੀ ਰੀਲੋਕੇਟ ਕਰ ਸਕਦਾ ਕਿ ਨਹੀਂ ਕਰ ਸਕਦਾ, ਤੇ ਫਿਊਚਰ ਪ੍ਰੋਸੀਕਿਊਸ਼ਨ ਅਵੋਇਡ ਕਰ ਸਕਦਾ ਕਿ ਨਹੀਂ ਕਰ ਸਕਦਾ। ਸੋ ਦੂਜਾ ਮੁੱਦਾ ਇਹਦੇ ਵਿੱਚ ਇਹ ਆ ਗਿਆ ਕਿ ਮਾਫੀ ਚਾਹੁੰਦਾ। ਦੂਜਾ ਮੁੱਦਾ ਇਹਦੇ ਵਿੱਚ ਇਹ ਸੀਗਾ ਕਿ ਕੀ ਸਿੰਘ ਜਿਹੜਾ ਸੀਗਾ ਜਨਰਲ ਕੰਟਰੀ ਕੰਡੀਸ਼ਨ ਐਵੀਡੈਂਸ ਦੇ ਉੱਤੇ ਰਿਲਾਈ ਕਰ ਸਕਦਾ ਕਿ ਨਹੀਂ ਕਰ ਸਕਦਾ। ਠੀਕ ਹੈ। ਸੋ ਇਹ ਦੋ ਮੇਨ ਮੁੱਦੇ ਜਿਹੜੇ ਸੀਗੇ ਉਹ ਸਰਕਟ ਕੋਰਟ ਦੇ ਮੂਹਰੇ ਪਹੁੰਚੇ। ਸੋ ਇਹਦੀ ਡਿਟੇਲ 'ਚ ਥੋੜਾ ਜਿਹਾ ਜਾਵਾਂਗੇ ਕਿ ਕਿਉਂ ਇਹ ਮੁੱਦੇ ਸੀਗੇ, ਕਿੱਦਾਂ ਇਹ ਮੂਹਰੇ ਪਹੁੰਚੇ ਜੀ। ਸੋ ਕਾਫੀ ਇੰਟਰਸਟਿੰਗ ਜਿਹਾ ਇਹ ਮਸਲਾ ਜਿਹੜਾ ਉਹ ਲੱਗ ਰਿਹਾ ਹੈਗਾ ਆ। ਸੋ ਜੀ ਇਸ ਦੇ ਵਿੱਚ ਤੁਸੀਂ ਦੱਸੋ ਵੀ ਪੂਰੇ ਕੇਸ ਦੇ ਜਿਹੜੇ ਫੈਕਟ ਆ ਉਹ ਕੀ ਸੀਗੇ, ਤੇ ਇਸ ਤੋਂ ਪਹਿਲਾਂ ਆਪਾਂ ਕੇਸ ਦੇ ਫੈਕਟਸ ਵੱਲ ਤੋਂ ਜਾਈਏ ਤੇ ਆਪਣੇ ਸਰੋਤਿਆਂ ਨੂੰ ਆਪਾਂ ਦੱਸਦੇ ਜਾਂਦੇ ਆ। ਟਰਾਈ ਕਰਾਂਗੇ ਕਾਲਸ ਲੈਣ ਦੀ, ਪਰ ਲੱਗਦਾ ਮੁਸ਼ਕਲ ਆ ਕਿਉਂਕਿ ਕੇਸ ਥੋੜਾ ਜਿਹਾ ਡਿਸਕਸ਼ਨ ਦੇ ਵਿੱਚ ਲੰਬਾ ਵੀ ਆ। ਟਰਾਈ ਕਰਾਂਗੇ ਕਾਲਸ ਲੈਣ ਦੇ, ਪਰ ਇੰਤਜ਼ਾਰ ਕਰਿਓ, ਜੇ ਕਵਾਂਗੇ ਤਾਂ ਫਿਰ ਕਾਲਸ ਕਰ ਲਿਓ, ਅਦਰਵਾਈਜ਼ ਫਿਰ ਅੱਜ ਦੇ ਦਿਨ ਦੇ ਲਈ ਜਿਹੜਾ ਸਬਰ ਆ, ਪੇਸ਼ੈਂਸ ਜਿਹੜਾ ਉਹ ਤੁਸੀਂ ਰੱਖਿਓ। ਫਿਰ ਮੇ ਬੀ ਨੈਕਸਟ ਟਾਈਮ ਫਿਰ ਆਪਾਂ ਜਿਹੜੀਆਂ ਕਾਲਸ ਆ ਫਿਰ ਲਵਾਂਗੇ। ਸੋ ਕੀ ਆ ਜੀ ਇਸ ਕੇਸ ਦੇ ਫੈਕਟ? ਸੋ ਜੀ ਇਹ ਕੇਸ ਦੇ ਵਿੱਚ ਵੀ ਜਿਹੜਾ ਬੰਦਾ ਸੀਗਾ ਸਿਟੀਜ਼ਨ ਸੀਗਾ ਇੰਡੀਆ ਦਾ, ਟੈਕਸਸ ਹਿਡਾਲਗੋ ਬਾਰਡਰ ਰਾਹੀਂ ਇਹ ਨਵੰਬਰ 5 2014 ਵਿੱਚ ਆਇਆ ਬਿਨਾਂ ਵੀਜ਼ੇ ਦੇ, ਤੇ ਇਮੀਗ੍ਰੇਸ਼ਨ ਜਿਹੜਾ ਜੱਜ ਸੀਗਾ ਉਹਨੇ ਇਹਦਾ ਚੇਂਜ ਆਫ ਵੈਨਿਊ ਗ੍ਰਾਂਟ ਕਰਤਾ ਕਿਉਂਕਿ ਇਹ ਨਿਊਯਾਰਕ ਮੂਵ ਹੋ ਗਿਆ ਸੀਗਾ। ਤੇ ਨਵੰਬਰ 2017 ਦੇ ਵਿੱਚ ਇਹਦੀ ਇਮੀਗ੍ਰੇਸ਼ਨ ਜੱਜ ਮੂਹਰੇ ਹੀਅਰਿੰਗ ਸੀਗੀ, ਜਿੱਥੇ ਕਿ ਇਹਦੀ ਅਸਾਈਲਮ ਦੀ, ਵਿਦਹੋਲਡਿੰਗ ਦੀ, ਕੈਟ ਦੀ ਜਿਹੜੇ ਸਾਰੇ ਕਲੇਮ ਇਹਦੇ ਸੀਗੇ ਸਾਰੇ ਇਮੀਗ੍ਰੇਸ਼ਨ ਜੱਜ ਨੇ ਡਿਨਾਈ ਕਰਤੇ। ਸੋ ਸਿੰਘ ਨੇ ਇਸ ਕੇਸ ਦੇ ਵਿੱਚ, ਜਗਦੀਪ ਸਿੰਘ ਨੇ ਇਹ ਆਰਗਿਊ ਕੀਤਾ ਕਿ ਇਹਨੇ ਇੰਡੀਆ ਛੱਡਿਆ ਕਿਉਂਕਿ ਇਹਨੂੰ ਜਿਹੜੀ ਸਿਆਸੀ ਪਾਰਟੀ ਆ, ਬਾਦਲ ਦੀ ਜਿਹੜੀ ਪਾਰਟੀ ਆ, ਉਤੋਂ ਖਤਰਾ। ਇਹਨੇ ਸ਼੍ਰੋਮਣੀ ਅਕਾਲੀ ਦਲ ਮਾਨ ਪਾਰਟੀ 2013 'ਚ ਜੁਆਇਨ ਕੀਤੀ। ਹੁਸ਼ਿਆਰਪੁਰ ਜ਼ਿਲ੍ਹੇ 'ਚ, ਸਾਡਾ ਵੀ ਹੁਸ਼ਿਆਰਪੁਰ ਜ਼ਿਲ੍ਹਾ ਹੁੰਦਾ, ਹੁਸ਼ਿਆਰਪੁਰ ਜ਼ਿਲ੍ਹੇ 'ਚ ਇਹ ਕੰਮ ਕਰਦਾ ਸੀਗਾ ਐਜ਼ ਅ ਵਰਕਰ, ਜਿਹਦੇ ਵਿੱਚ ਕਿ ਇਹ ਫੂਡ ਵੰਡਦਾ ਸੀਗਾ ਤੇ ਟੈਂਟ ਲਾਉਂਦਾ ਸੀਗਾ, ਇਵੈਂਟਸ ਦੇ ਵਿੱਚ ਟੈਂਟ ਲਾਉਂਦਾ ਸੀਗਾ, ਇਹਦੇ ਕੰਮ ਸੀਗੇ। ਤੇ ਇਹਦੀ ਜਿਹੜੀ ਪਾਰਟੀ ਆ ਇਹ ਇੰਡੀਪੈਂਡੈਂਟ ਸਟੇਟ ਖਾਲਿਸਤਾਨ ਦੀ ਮੰਗ ਕਰਦੀ ਆ, ਤੇ ਸਿੱਖਾਂ ਦੀ ਜਿਹੜੇ ਸਿੱਖ ਪ੍ਰਿਜ਼ਨਰ ਆ ਉਹਦੀ ਰਿਹਾਈ ਦੀ ਜਿਹੜੀ ਮੰਗ ਕਰਦੀ ਆ। ਇਹਨੇ ਕਿਹਾ ਕਿ ਖਾਲਿਸਤਾਨ ਦੀ ਤੇ ਸਿੱਖ ਜਿਹੜੇ ਪ੍ਰਿਜ਼ਨਰ ਆ ਉਹਨੂੰ ਰਿਹਾਈ ਦੀ ਮੰਗ ਕਰਦੀ ਆ। ਉਹਨੇ ਕਿਹਾ ਕਿ ਇਹਦਾ ਕੋਈ ਲੀਡਰਸ਼ਿਪ ਰੋਲ ਨਹੀਂ ਸੀਗਾ ਪਾਰਟੀ ਦੇ ਵਿੱਚ। ਹੁਸ਼ਿਆਰਪੁਰ ਤੋਂ ਬਾਹਰ ਇਹਨੇ ਕੋਈ ਵੀ ਸਿਆਸੀ ਜਾਂ ਧਾਰਮਿਕ ਐਕਟੀਵਿਟੀ ਵਿੱਚ ਪਾਰਟਿਸਿਪੇਟ ਨਹੀਂ ਕੀਤਾ। ਤੇ ਜਦੋਂ ਦੂਜੀ ਵਿਰੋਧੀ ਪਾਰਟੀ ਦੇ ਜਿਹੜੇ ਬੰਦੇ ਸੀਗੇ ਉਹਨੇ ਪੋਸਟਰ ਲਾਉਂਦੇ ਦੇਖ ਲਿਆ, ਤੇ ਇਹਨੂੰ ਜਦੋਂ ਪੁੱਛਿਆ ਗਿਆ ਕਿ ਕਿਸੇ ਹੋਰ ਪਾਰਟੀ ਵਰਕਰ ਤੇ ਵੀ ਹਮਲਾ ਹੋਇਆ ਕਿ ਨਹੀਂ ਹੋਇਆ,
ਇਹ ਕਹਿੰਦਾ ਮੈਨੂੰ ਨਹੀਂ ਪਤਾ ਕਿ ਕਿਸੇ ਹੋਰ ਹਮਲਾ ਹੋਇਆ, ਮੈਨੂੰ ਸਿਰਫ ਆਪਣਾ ਪਤਾ। ਤੇ ਕਹਿੰਦਾ ਕਿ ਜਦੋਂ ਜੁਲਾਈ 2014 ਵਿੱਚ ਇਹ ਪਾਰਟੀ ਦੀਆਂ ਰੈਲੀਆਂ ਅਟੈਂਡ ਕਰਦਾ ਸੀਗਾ, ਇਹਦੇ ਸੈੱਲਫੋਨ ਤੇ ਕਾਲ ਆਈ ਤੇ ਅਕਾਲੀ ਦਲ ਪਾਰਟੀ ਜਿਹੜੇ ਸੀਗੇ ਪੋਲੀਟੀਕਲ ਪਾਰਟੀ ਦੇ ਲੋਕ, ਉਹਨਾਂ ਨੇ ਆਇਡੈਂਟੀਫਾਈ ਕੀਤਾ ਕਿ ਉਹ ਅਕਾਲੀ ਦਲ ਪੋਲੀਟੀਕਲ ਪਾਰਟੀ ਦੇ ਬੰਦੇ ਆ, ਤੇ ਉਹਨਾਂ ਨੇ ਇਹਨੂੰ ਕਿਹਾ ਕਿ ਤੂੰ ਸਾਡੇ ਲਈ ਕੰਮ ਕਰ, ਨਸ਼ੇ ਵੇਚ, ਨਹੀਂ ਤਾਂ ਤੈਨੂੰ ਮਾਰ ਦੇਵਾਂਗੇ। ਇਹਨੇ ਜਿਹੜੀ ਆ ਸਾਰੀ ਕਨਵਰਸੇਸ਼ਨ ਇਹਨੇ ਜਾ ਕੇ ਪੁਲਿਸ ਨੂੰ ਦੱਸੀ। ਪੁਲਿਸ ਨੇ ਇਹਦੀ ਕੋਈ ਹੈਲਪ ਨਹੀਂ ਕੀਤੀ। ਪੁਲਿਸ ਨੇ ਇਹਨੂੰ ਕਿਹਾ ਕਿ ਅਸੀਂ ਸਰਕਾਰ ਲਈ ਕੰਮ ਕਰਦੇ ਹਾਂ ਤੇ ਜੇ ਤੂੰ ਆਪਾਂ ਇਸ ਬਾਰੇ ਕੁਝ ਨਹੀਂ ਕਰ ਸਕਦੇ। ਤੇ ਇਹ ਕਹਿੰਦਾ ਕਿ ਅਗਸਤ 2014 ਦੇ ਵਿੱਚ 5 ਬੰਦਿਆਂ ਨੇ ਇਹਨੂੰ ਅਪਰੋਚ ਕੀਤਾ, ਜਿਹੜੇ ਕਿ ਬਾਦਲ ਪਾਰਟੀ ਦੇ ਬੰਦੇ ਸੀਗੇ। ਉਹਨਾਂ ਨੇ ਇਹਨੂੰ ਕਿਹਾ ਕਿ ਆ ਸਾਡੇ ਨਾਲ ਕੰਮ ਕਰ, ਨਸ਼ੇ ਨੁਸ਼ੇ ਵੇਚ, ਤੇ ਮੈਂ ਮਨਾ ਕਰਤਾ। ਇਹਨਾਂ ਨੇ ਇਹਨੂੰ ਕੁੱਟਿਆ, ਤਦ ਤੱਕ ਕੁੱਟਿਆ ਜਦ ਤੱਕ ਕਿ ਇਹ ਬੇਹੋਸ਼ ਨਹੀਂ ਹੋ ਗਿਆ। ਤੇ ਇਹਨੂੰ ਫਿਰ ਜਿਹੜੇ ਲਾਗੇ ਖੇਤਾਂ ਖੁੱਤਾਂ ਦੇ ਵਿੱਚ ਲੋਕੀ ਜਿਹੜੇ ਕੰਮ ਕਰਦੇ ਸੀਗੇ, ਪਾਸ ਕਰ ਰਹੇ ਸੀਗੇ, ਉਹਨਾਂ ਨੇ ਇੱਕ ਬੰਦੇ ਨੇ ਇਹਨੂੰ ਪਹਿਚਾਣ ਲਿਆ ਤੇ ਉਹ ਫਿਰ ਇਹਨੂੰ ਘਰੇ ਲੈ ਗਿਆ। ਤੇ ਫਿਰ ਇਹਦਾ ਬਾਪੂ ਇਹਨੂੰ ਹਸਪਤਾਲ ਲੈ ਕੇ ਗਿਆ। ਉੱਥੇ ਇਹਨੂੰ IV ਵਗੈਰਾ ਲੱਗੀ। ਹਸਪਤਾਲ ਇਹ 6 ਤੋਂ 7 ਘੰਟੇ ਸੀਗਾ। ਤੇ ਇਹਨੇ ਕਿਹਾ ਕਿ ਇਹਨੇ ਕਦੀ ਪੁਲਿਸ ਨੂੰ ਇਸ ਬੀਟਿੰਗ ਬਾਰੇ ਨਹੀਂ ਦੱਸਿਆ, ਕਿਉਂਕਿ ਪਹਿਲਾਂ ਪੁਲਿਸ ਨੇ ਇਹਨੂੰ ਮਨਾ ਕੀਤਾ ਸੀਗਾ ਤੇ ਇਹਦੇ ਬਾਪੂ ਨੇ ਫਿਰ ਇਹਨੂੰ ਮਨਾ ਕੀਤਾ ਕਿ ਕਿਉਂਕਿ ਪਿਛਲੀ ਵਾਰੀ ਵੀ ਜਦੋਂ ਧਮਕੀਆਂ ਆਉਂਦੀਆਂ ਸੀਗੀਆਂ ਉਦੋਂ ਨਹੀਂ ਪੁਲਿਸ ਨੇ ਤੇਰੀ ਕੋਈ ਹੈਲਪ ਕੀਤੀ, ਹੁਣ ਉਹਨੇ ਤੇਰੀ ਹੈਲਪ ਜਿਹੜੀ ਆ ਉਹ ਕੀ ਕਰਨੀ ਹੈ। ਤੇ ਫਿਰ ਸਿੰਘ ਇਸ ਕੇਸ ਕਹਿੰਦਾ ਕਿ ਦੂਜੀ ਸਟੇਟ ਦੇ ਵਿੱਚ ਇਹ ਇੰਡੀਆ 'ਚ ਕਿਤੇ ਮੂਵ ਨਹੀਂ ਹੋਇਆ, ਕਿਉਂਕਿ ਜਿੱਥੇ ਜਾਊਗਾ ਇਹ ਘਰ ਰੈਂਟ ਕਰੂਗਾ, ਜੌਬ ਕਰੂਗਾ, ਤੇ ਉਹਦੇ ਕਰਕੇ ਇਹਨੂੰ ਜਿੱਥੇ ਵੀ ਜਾਊਗਾ ਆਇਡੈਂਟੀਫਿਕੇਸ਼ਨ ਦੇਣੀ ਪਊਗੀ, ਕਿਉਂਕਿ ਆਇਡੈਂਟੀਫਿਕੇਸ਼ਨ ਦਊਗਾ ਇਹਨੂੰ ਉਹ ਟਰੈਕ ਕਰ ਲੂਗੇ ਤੇ ਇਹਨੂੰ ਉਹ ਮਾਰ ਦੋਗੇ। ਉਹੀ ਜਿਹੜਾ ਆਪਾਂ ਦੱਸਿਆ ਕਿ ਆਧਾਰ ਕਾਰਡ ਪੈਨ ਕਾਰਡ ਵਾਲੀ ਕਿ ਮੈਨੂੰ ਲੱਭ ਲੂਗੇ, ਮੈਨੂੰ ਸੈੱਲ ਫੋਨ ਲੈਣਾ ਪੈਣਾ, ਮੈਨੂੰ ਬੈਂਕ ਖਾਤਾ ਖੋਲਣਾ ਪੈਣਾ, ਉਹੀ ਜਿਹੜੀਆਂ ਆਰਗੂਮੈਂਟਾਂ ਇਹਨੇ ਦਿੱਤੀਆਂ ਜੀ। ਜਿਹੜਾ ਸਰਕਾਰੀ ਵਕੀਲ ਸੀਗਾ ਉਹ ਕਹਿੰਦਾ ਕਿ ਜਿਹੜੇ ID ਕਾਰਡ ਆ ਉਹ ਤੋਂ ਕਿੱਦਾਂ ਪਤਾ ਲੱਗੂਗਾ ਕਿ ਤੂੰ ਮਾਨ ਪਾਰਟੀ ਦਾ ਬੰਦਾ, ਕਿ ਉੱਤੇ ਕਿੱਦਾਂ ਲਿਖਿਆ, ਕਿ ਉੱਤੇ ਲਿਖਿਆ ਹੋਇਆ ਕਿ ਤੂੰ ਮਾਨ ਪਾਰਟੀ ਦਾ ਬੰਦਾ, ਕਿ ਉੱਤੇ ਜਿਹੜੇ ਆਧਾਰ ਕਾਰਡ ਪੈਨ ਕਾਰਡ ਆ ਕਿ ਉਹ ਤੋਂ ਕਿੱਦਾਂ ਪਤਾ ਲੱਗੂਗਾ ਕਿ ਤੂੰ ਕਿੱਥੋਂ ਆਇਆ, ਕੀ ਆ, ਇਹ ਤੂੰ ਕਿੱਦਾਂ ਸ਼ੋਅ ਕਰ ਸਕਦਾ। ਤੇ ਸਿੰਘ ਨੇ ਉਹਦਾ ਜਵਾਬ ਦਿੱਤਾ ਕਿ ਨਹੀਂ, ਇੱਦਾਂ ਹੀ ਆ, ਬਸ ਇੰਡੀਆ 'ਚ ਇੱਦਾਂ ਹੀ ਲੱਭਦੇ ਆ ਤੇ ਇੱਦਾਂ ਹੀ ਲੋਕਾਂ ਨੂੰ ਟਰੈਕ ਕਰਦੇ ਆ ਤੇ ਉਹਨਾਂ ਨੂੰ ਮਾਰ ਦਿੰਦੇ ਆ। ਤੇ ਉਹਨੇ ਕਿਹਾ ਕਿੱਦਾਂ ਕਰਦੇ ਆ ਨਾ, ਸੋ ਉਹਦਾ ਸਿੰਘ ਜਵਾਬ ਨਹੀਂ ਦੇ ਪਾਇਆ ਕਿ ਆਧਾਰ ਕਾਰਡ ਪੈਨ ਕਾਰਡ ਨਾਲ ਕਿੱਦਾਂ ਲੱਭਦੇ ਆ। ਸੋ ਸਿੰਘ ਨੇ ਕਿਹਾ ਕਿ ਨਹੀਂ, ਇੱਦਾਂ ਹੀ ਲੱਭਦੇ ਆ, ਦੇਣਾ ਪੈਂਦਾ ਤੇ ਸਰਕਾਰ ਕੁਝ ਵੀ ਕਰ ਸਕਦੀ ਆ ਤੇ ਪੁਲਿਸ ਕੋਲ ਇਨਫੋਰਮੇਸ਼ਨ ਹੁੰਦੀ ਆ ਤੇ ਫਿਰ ਮੈਨੂੰ ਲੱਭ ਲੂਗੇ, ਮਾਰ ਦੂਗੇ। ਤੇ ਉਹ ਕਹਿੰਦਾ ਕਿ ਜਿਹੜੇ ਸਿੰਘ ਕਹਿੰਦਾ ਕਿ ਜਿਹੜੇ ਅਪੋਜ਼ਿੰਗ ਪਾਰਟੀ ਦੇ ਮੈਂਬਰ ਆ ਉਹਨੂੰ ਪਛਾਣ ਲਊਗੇ ਇੰਡੀਆ 'ਚ ਕਿਤੇ ਵੀ, ਤੇ ਕਿਉਂਕਿ ਉਹ ਜਿਹੜਾ ਕੰਮ ਕਰਦਾ ਸੀ ਹੁਸ਼ਿਆਰਪੁਰ 'ਚ, ਪੋਸਟਰ ਲਾਉਂਦਾ ਸੀ, ਫਲਾਇਰ ਲਾਉਂਦਾ ਸੀ, ਇਹਦੇ ਕਰਕੇ ਉਹਨੂੰ ਇੰਡੀਆ 'ਚ ਕਿਤੇ ਵੀ ਉਹ ਪਛਾਣ ਲਊਗੇ ਤੇ ਇਹਨੂੰ ਲੱਭ ਲੂਗੇ ਤੇ ਮਾਰ ਦੂਗੇ। ਸੋ ਇਹਦੇ ਵਿੱਚ 2-3 ਚੀਜ਼ਾਂ ਆ ਗਈਆਂ। ਪੁਲਿਸ ਨੇ ਨਹੀਂ ਇਹਨੂੰ ਕੁੱਟਿਆ, ਇਹ ਕੰਮ ਸਿਰਫ ਪੋਸਟਰ ਲਾਉਣ ਦੇ ਕਰਦਾ ਸੀਗਾ, ਸਿਰਫ ਹੁਸ਼ਿਆਰਪੁਰ ਜ਼ਿਲ੍ਹੇ 'ਚ ਹੀ ਕਰਦਾ ਸੀਗਾ, ਲੋਕਲ ਸੀਗਾ, ਉਸੇ ਏਰੀਆ ਦੇ ਵਿੱਚ ਇਹਦੀ ਉਹ ਸੀਗੀ। ਤੇ ਉਹਨੂੰ ਹੁਣ ਇਹ ਕਹਿ ਰਿਹਾ ਕਿ ਮੈਂ ਇੰਡੀਆ 'ਚ ਕਿਤੇ ਹੋਰ ਜਾਊਂਗਾ ਤੇ ਉੱਥੇ ਵੀ ਮੈਨੂੰ ਲੱਭ ਲਊਗੇ ਤੇ ਪਛਾਣ ਲਊਗੇ ਤੇ ਮਾਰ ਦੋਗੇ, ਹੈ ਨਾ। ਸੋ ਫੈਕਟ ਪੈਟਰਨ ਡਿਫਰੈਂਟ ਹੋ ਗਿਆ। ਮੇ ਬੀ ਇਹਦਾ ਫੈਕਟ ਪੈਟਰਨ ਕੋਈ ਹੋਰ ਹੁੰਦਾ ਤਾਂ ਕੋਈ ਕੁਛ ਇਹਦੇ ਨਾਲ ਹੋਰ ਵੱਧ ਘੱਟ ਹੋਇਆ ਹੁੰਦਾ, ਸ਼ਾਇਦ ਇਹ ਇਦਾਂ ਦਾ ਫੈਸਲਾ ਨਹੀਂ ਹੁੰਦਾ। ਪਰ ਕਿਉਂਕਿ ਇੰਨਾ ਹੋਇਆ ਇਹ ਆ ਤੇ ਸਿਰਫ ਇਹਨੇ ਹੁਸ਼ਿਆਰਪੁਰ 'ਚ ਕੰਮ ਕੀਤਾ ਸੀਗਾ। ਹੁਣ ਮੁੱਦਾ ਇਹ ਆ ਗਿਆ ਕਿ ਸਿਰਫ ਇਹਨੂੰ ਗਤੀਵਿਧੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਕਿ ਸਿਰਫ ਲੋ ਲੈਵਲ ਵਰਕਰ ਸੀਗਾ, ਸਿਰਫ ਪੋਸਟਰ ਇੱਦਾਂ ਦੇ ਬੇਸਿਕ ਚੀਜ਼ਾਂ ਲਾਉਂਦਾ ਸੀਗਾ, ਸਿਰਫ ਇੱਕੋ ਜ਼ਿਲ੍ਹੇ 'ਚ ਲਾਉਂਦਾ ਸੀਗਾ, ਕੀ ਇਹ ਕਿਤੇ ਹੋਰ ਰੀਲੋਕੇਟ ਕਰ ਸਕਦਾ ਕਿ ਨਹੀਂ ਕਰ ਸਕਦਾ। ਤਾਂ ਇਹ ਇਮੀਗ੍ਰੇਸ਼ਨ ਜੱਜ ਮੂਹਰੇ ਜਿਹੜਾ ਸੀਗਾ ਫੈਸਲਾ ਆ ਗਿਆ ਜੀ। ਸੋ ਉਹਨਾਂ ਨੂੰ ਸਾਰਿਆਂ ਨੂੰ ਇਮੀਗ੍ਰੇਸ਼ਨ ਜੱਜ ਦੇ ਸਾਹਮਣੇ ਉਹਨਾਂ ਨੂੰ ਇਹ ਸਾਰਾ ਫੈਕਟ ਪੈਟਰਨ ਪਤਾ ਲੱਗ ਗਿਆ। ਸੋ ਇਮੀਗ੍ਰੇਸ਼ਨ ਜੱਜ ਨੇ ਫਿਰ ਕੀ ਫੈਸਲਾ ਲਿਆ ਜੀ? ਇਮੀਗ੍ਰੇਸ਼ਨ ਜੱਜ ਨੇ ਇਹਦੀ ਸਾਰੀ ਟੈਸਟੀਮਨੀ ਸੁਣੀ। ਇਮੀਗ੍ਰੇਸ਼ਨ ਜੱਜ ਨੇ ਇਹਦੇ ਸਾਰੇ ਅਸਾਈਲਮ, ਵਿਥਹੋਲਡਿੰਗ, ਕੈਟ, ਹਰੇਕ ਚੀਜ਼ ਜਿਹੜੀ ਡਿਨਾਈ ਕਰਤੀ। ਇਮੀਗ੍ਰੇਸ਼ਨ ਜੱਜ ਕਹਿੰਦਾ ਕਿ ਜਿਹੜੀ ਬਾਦਲ ਵੱਲੋਂ ਇਹਦੀ ਮਿਸਟ੍ਰੀਟਮੈਂਟ ਸੀਗੀ ਉਹ ਇਸ ਲੈਵਲ ਤੇ ਨਹੀਂ ਪਹੁੰਚੀ ਕਿ ਸਾਨੂੰ ਲੱਗਦਾ ਕਿ ਇਹਨੂੰ ਉਹ ਇੰਡੀਆ ਦੇ ਵਿੱਚ ਹਰ ਕਿਤੇ ਜਾ ਕੇ ਲੱਭੂਗੇ। ਇਮੀਗ੍ਰੇਸ਼ਨ ਜੱਜ ਨੇ ਇਹ ਜ਼ਰੂਰ ਮੰਨ ਲਿਆ ਕਿ ਇਹਨਾਂ ਪਿੱਛੇ ਧੱਕਾ ਹੋਇਆ, ਪਾਸ ਪਰਸੀਕਿਊਸ਼ਨ ਇਹਨਾਂ ਹੋਈ ਆ, ਪਰ ਉਹ ਕਹਿੰਦਾ ਕਿ ਜਿਹੜਾ ਇਮੀਗ੍ਰੇਸ਼ਨ ਜੱਜ ਸੀਗਾ ਉਹ ਕਹਿੰਦਾ ਕਿ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਫਿਊਚਰ ਦੇ ਵਿੱਚ ਵੀ ਇੰਨਾ ਪਰਸੀਕਿਊਸ਼ਨ ਹੋ ਪਾਊਗੀ, ਕਿਉਂਕਿ ਉਹ ਇਮੀਗ੍ਰੇਸ਼ਨ ਜੱਜ ਕੀ ਕਹਿੰਦਾ ਕਿ ਜਿਹੜਾ ਇਹਨਾਂ ਧੱਕਾ ਹੋਇਆ ਉਹ ਸਰਕਾਰ ਦੇ ਨਾਲ ਨਹੀਂ ਹੋਇਆ, ਉਹ ਗਵਰਨਮੈਂਟ ਉਹਦੇ ਵਿੱਚ ਇਨਵੋਲਵ ਨਹੀਂ ਸੀਗੀ। ਸੋ ਜਿਹੜਾ ਇਮੀਗ੍ਰੇਸ਼ਨ ਜੱਜ ਸੀਗਾ ਉਹ ਕੀ ਕਹਿੰਦਾ ਕਿ ਜਿਹੜੇ
ਇਹਨੂੰ ਹੁਸ਼ਿਆਰਪੁਰ ਦੇ ਵਿੱਚ ਲੋ ਲੈਵਲ ਪਾਰਟੀ ਦਾ ਲੋ ਲੈਵਲ ਵਰਕਰ ਸੀਗਾ ਪਾਰਟੀ ਦਾ, ਤੇ ਇਹਨੂੰ ਵਿਰੋਧੀ ਪਾਰਟੀ ਵਾਲੇ ਸਿਰਫ ਇਸ ਗੱਲੋਂ ਤੰਗ ਕਰਦੇ ਸੀਗੇ ਕਿ ਇਹ ਪੋਸਟਰ ਲਾਉਂਦਾ ਸੀਗਾ, ਤਾਂ ਕਰਕੇ ਸਿਰਫ 19 ਕੀ ਗੱਲ ਆ, ਤਾਂ ਕਰਕੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਗਵਰਨਮੈਂਟ ਸਪਾਂਸਰਡ ਐਕਟੀਵਿਟੀ ਆ ਤੇ ਇਹਨੂੰ ਸਰਕਾਰ ਤੰਗ ਕਰਦੀ ਆ। ਸਾਨੂੰ ਨਹੀਂ ਲੱਗਦਾ ਕਿ ਇਹਨੂੰ ਸਰਕਾਰ ਜਿਹੜੀ ਤੰਗ ਕਰਦੀ ਆ, ਕਿਉਂਕਿ ਇਹਨੂੰ ਸਰਕਾਰ ਤੰਗ ਨਹੀਂ ਕਰਦੀ ਸੀਗੀ। ਜਿਹੜਾ ਮੈਂ ਪਹਿਲਾਂ ਲਾਅ ਦੱਸਿਆ ਸੀਗਾ 1208.13B, ਉਸ ਲਾਅ ਦੇ ਅੰਦਰ ਇਹ ਕਿਹਾ ਜਾਂਦਾ ਕਿ ਜਦੋਂ ਤੁਹਾਨੂੰ ਸਰਕਾਰ ਨਹੀਂ ਤੰਗ ਕਰਦੀ ਆ ਤਾਂ ਜਿਹੜਾ ਬਰਡਨ ਆ ਉਹ ਸਰਕਾਰ DHS ਵੱਲ ਨਹੀਂ ਸ਼ਿਫਟ ਹੁੰਦਾ, ਤੁਹਾਨੂੰ ਹੀ ਪ੍ਰੂਵ ਕਰਨਾ ਪੈਂਦਾ ਕਿ ਤੁਸੀਂ ਕਿਸੇ ਹੋਰ ਸਟੇਟ 'ਚ ਕਿਉਂ ਨਹੀਂ ਜਾ ਸਕਦੇ ਹੋ। ਸੋ ਕੀ ਸੀਗਾ ਕਿ ਉਹ ਕਹਿੰਦਾ ਕਿ ਇਸ ਕੇਸ ਦੇ ਵਿੱਚ ਜਿਹੜਾ ਬਰਡਨ ਸੀਗਾ ਵਾਪਸ ਸਿੰਘ ਤੇ ਆ ਗਿਆ, ਉਹੀ ਪ੍ਰੂਵ ਕਰੇ। ਤੇ ਉਹ ਕਹਿੰਦਾ ਕਿ ਜਿਹੜਾ ਸਟੇਟ ਡਿਪਾਰਟਮੈਂਟ ਹੈਗਾ, ਸਟੇਟ ਡਿਪਾਰਟਮੈਂਟ ਨੇ ਇੱਕ ਰਿਪੋਰਟ ਪਬਲਿਸ਼ ਕੀਤੀ ਆ ਅਮਰੀਕਾ ਦੇ ਵਿੱਚ, ਜਿਹੜੀ ਕਿ ਸਿੱਧੇ ਦੱਸਦੀ ਆ ਕਿ ਹੁਣ ਫੋਰ ਐਗਜ਼ਾਮਪਲ ਚਾਈਨਾ ਦੇ ਵਿੱਚ ਤੁਸੀਂ ਇੱਕ ਪ੍ਰੋਵਿੰਸ ਤੋਂ ਦੂਜੇ ਪ੍ਰੋਵਿੰਸ ਜਾ ਨਹੀਂ ਸਕਦੇ, ਤੁਸੀਂ ਪੜ ਨਹੀਂ ਸਕਦੇ, ਉੱਥੇ ਤੁਹਾਨੂੰ ਰਾਈਟਸ ਨਹੀਂ ਮਿਲਦੇ, ਸਿਰਫ ਪ੍ਰੋਵਿੰਸ ਵਾਲਿਆਂ ਨੂੰ ਮਿਲਦੇ, ID ਸਿਸਟਮ ਵਗੈਰਾ ਹੁੰਦੇ ਆ। ਉਹ ਕਹਿੰਦਾ ਕਿ ਇੰਡੀਆ ਦੇ ਵਿੱਚ ਇੱਦਾਂ ਦਾ ਕੁਝ ਨਹੀਂ ਹੈਗਾ, ਫਰੀडम ਆਫ ਮੂਵਮੈਂਟ ਹੈਗੀ ਕਿ ਕੋਈ ਵੀ ਬੰਦਾ ਕਿਤੇ ਵੀ ਜਾ ਕੇ ਕਿੱਥੇ ਵੀ ਰਹਿ ਸਕਦਾ। ਤੇ ਜਿਹੜੀ ਪੁਲਿਸ ਹੈਗੀ ਹੈ ਇੱਕ ਸਟੇਟ ਦੀ ਦੂਜੀ ਸਟੇਟ ਦੀ ਪੁਲਿਸ ਦੇ ਨਾਲ ਕੋਈ ਕਮਿਊਨੀਕੇਸ਼ਨ ਨਹੀਂ, ਉਹਨਾਂ ਦੀ ਆਪਣੀ ਆਪਣੀ ਲੈਂਗੁਏਜ ਆ, ਸਾਰੇ ਆਪਣੇ ਆਪਣੇ ਕੰਮਾਂ 'ਚ ਆਪਣੀ ਆਪਣੀ ਕਰਪਸ਼ਨ 'ਚ ਲੱਗੇ, ਆਪਾਂ ਮੰਨਦੇ ਆ ਕਿ ਕਰਪਟ ਆ, ਪਰ ਉਹਨਾਂ ਦਾ ਆਪਸ 'ਚ ਕੋਈ ਇਦਾਂ ਦਾ ਸਹਿਯੋਗ ਨਹੀਂ ਹੈਗਾ ਕਿ ਬਿਲਕੁਲ ਇੱਕ ਛੋਟੇ ਜਿਹੇ ਵਰਕਰ ਲੋ ਰੈਂਕਡ ਵਰਕਰ ਨੂੰ ਵੀ ਉਹ ਇੰਨੀ ਡਿਟੇਲ 'ਚ ਲੱਭੂਗੇ ਜਾਂ ਉਹਦੇ ਲਈ ਕੋਆਰਡੀਨੇਟ ਕਰੂਗੇ। ਜਿਹੜਾ ਇਮੀਗ੍ਰੇਸ਼ਨ ਜੱਜ, ਸੋ ਇਹਦੇ ਵਿੱਚ ਕੀ ਸੀਗਾ ਕਿ ਇਹ ਸਰਕਾਰੀ ਵਕੀਲ ਵੀ ਤਗੜੇ ਮਿਲ ਗਿਆ, ਉਹਨੇ ਫਿਰ ਕੈਨੇਡੀਅਨ ਰਿਫਿਊਜੀ ਬੋਰਡ ਦੀ ਰਿਪੋਰਟ ਲਾਤੀ। ਉਹਦੇ ਵਿੱਚ ਇਹ ਲਾਇਆ ਕਿ ਜਿਹੜੇ ਸਿੱਖ ਆ ਉਹ ਕਿੱਥੇ ਕਿੱਥੇ ਜਾ ਕੇ ਰਹਿੰਦੇ ਆ, ਕਿ ਸਿੱਖਾਂ ਨੂੰ ਕੋਈ ਨੁਕਸਾਨ ਨਹੀਂ ਹੈਗਾ ਕਿਤੇ ਵੀ, ਤੇ ਸਿੱਖ ਹਰੇਕ ਜਗ੍ਹਾ ਰਹਿੰਦੇ ਆ, ਬਿਜ਼ਨਸ ਕਰਦੇ ਆ, ਹੁਣ ਅਦਾਰੇ ਬਦਾਰਿਆਂ 'ਚ ਹੈਗੇ ਆ, ਸਰਕਾਰ ਦੇ ਵਿੱਚ ਹੈਗੇ ਆ, ਫਿਲਮ ਇੰਡਸਟਰੀ ਦੇ ਵਿੱਚ ਹੈਗੇ ਆ, ਹਰ ਕਿਤੇ ਹੈਗੇ ਆ। ਤੇ ਇੰਡੀਆ ਦੇ ਵਿੱਚ 1.2 ਬਿਲੀਅਨ ਤੋਂ ਜ਼ਿਆਦਾ ਲੋਕੀ ਆ, ਤੇ ਕਾਫੀ ਜ਼ਿਆਦਾ ਲੋਕ ਜਿਹੜੇ ਸਿੱਖ ਹੈਗੇ ਆ, ਤੇ ਬਹੁਤ ਜਿਹੜੀ ਕਾਫੀ ਗਿਣਤੀ ਦੇ ਵਿੱਚ ਜਿਹੜੇ ਸਿੱਖ ਆ ਉਹ ਬਾਹਰ ਜਿਹੜੇ ਰਹਿੰਦੇ ਆ। ਤੇ ਇਸ ਲਈ ਸਾਨੂੰ ਨਹੀਂ ਲੱਗਦਾ ਕਿ ਐਸ ਸੱਚ ਸਿੱਖਾਂ ਨੂੰ ਕੋਈ ਜਿਹੜੀ ਹੈਗੀ ਆ ਉਹ ਪ੍ਰੋਬਲਮ ਹੈਗੀ ਆ, ਕਿਉਂਕਿ ਇਹ ਤਾਂ ਸਿਰਫ ਪੋਸਟਰ ਹੀ ਲਾਉਂਦਾ ਸੀਗਾ। ਸੋ ਕਹਿੰਦੇ ਕਿ ਜਿਹੜਾ ਇਹਨੇ ID ਕਾਰਡ ਦੀ ਗੱਲ ਦੱਸੀ ਆ, ਸੋ ਜਿਹੜਾ ਸਰਕਾਰੀ ਵਕੀਲ ਸੀਗਾ ਉਹਨੇ ਕੀ ਕੀਤਾ ਕਿ UK ਦੀ ਹੋਮ ਆਫਿਸ ਦੀ ਰਿਪੋਰਟ ਵੀ ਉਹਨੇ ਪੇਸ਼ ਕੀਤੀ। ਸੋ ਇਹ ਬੰਦਾ ਵਾਧੂ ਤੇਜ਼ ਸੀਗਾ, ਇਹਨੇ ਕੈਨੇਡਾ ਦੀ, US ਦੀ, ਲਾਇਬ੍ਰੇਰੀ ਆਫ ਕਾਂਗਰਸ ਦੀ, ਕੰਟਰੀ ਰਿਪੋਰਟ, ਹਿਊਮਨ ਰਾਈਟ ਰਿਪੋਰਟ, ਕੈਨੇਡਾ ਦੀ, ਇਹਨੇ ਸਾਰੀ ਪੇਸ਼ ਕੀਤੀ। ਹੁਣ ਇਹ ਤਾਂ ਬਾਕੀ ਦੇਖ ਕੇ ਦੱਸਿਆ ਜਾਊਗਾ ਕਿ ਵਕੀਲ ਸਾਹਿਬ ਨੇ ਕੀ ਪੇਸ਼ ਕੀਤਾ ਸੀਗਾ। ਤਾਂ ਇਹਦੀ ਜਿਹੜੀ ਰਿਪੋਰਟ ਸੀਗੀ, ਕਹਿੰਦਾ ਕਿ ਸਰਕਾਰੀ ਵਕੀਲ ਕਹਿੰਦਾ ਕਿ ਜਿਹੜੀ UK ਦੀ ਹੋਮ ਆਫਿਸ ਦੀ ਰਿਪੋਰਟ ਆ ਉਹਦੇ ਵਿੱਚ ਇਹ ਸਟੱਡੀ ਕੀਤੀ ਗਈ ਆ ਕਿ ਇੰਡੀਆ ਦੇ ਵਿੱਚ ਇੱਕ ਇਨਫਰਾਸਟ੍ਰਕਚਰ ਜਿਹੜਾ ਲੈਕ ਕਰਦਾ, ਕਿ ਜਿਹੜੀ ਨੈਸ਼ਨਲ ਪੁਲਿਸ ਫੋਰਸ ਹੈਗੀ ਆ ਉਹ ਕੋਈ ਵੀ ਇਦਾਂ ਦਾ ਕੋਈ ਕ੍ਰਾਈਮ ਡੇਟਾਬੇਸ ਮੇਨਟੇਨ ਕਰਕੇ ਨਹੀਂ ਰੱਖਦੀ ਜਿਸ 'ਚ ਕਿ ਹਰੇਕ ਸਟੇਟ ਜਿਹੜੀਆਂ ਸੀਗੀਆਂ ਉਹ ਆਪਣੀਆਂ ਆਪਣੀਆਂ ਐਂਟਰੀਆਂ ਜਿਹੜੀਆਂ ਉਹ ਕਰ ਸਕਣ। ਸੋ ਇਹ ਕਹਿੰਦਾ ਕਿ ਕੋਈ ਵੀ ਇਦਾਂ ਦਾ ਸਿਸਟਮ ਨਹੀਂ ਹੈਗਾ, ਰਜਿਸਟ੍ਰੇਸ਼ਨ ਸਿਸਟਮ ਨਹੀਂ ਹੈਗਾ ਜਿੱਥੇ ਕਿ ਤੁਸੀਂ ਜਿੱਦਾਂ ਫੋਰ ਐਗਜ਼ਾਮਪਲ US 'ਚ ਸੋਸ਼ਲ ਸਿਕਿਉਰਿਟੀ ਆ, ਉਹ 'ਚ ਤੁਸੀਂ ਪਤਾ ਕਰ ਸਕਦੇ ਬੰਦਾ ਕਿੱਥੇ ਰਹਿੰਦਾ। ਉਹ ਕਹਿੰਦਾ ਕਿ ਇੰਡੀਆ ਦੇ ਵਿੱਚ ਕੋਈ ਵੀ ਇਦਾਂ ਦਾ ਸਿਸਟਮ ਨਹੀਂ ਹੈਗਾ ਜਿਹਦੇ ਵਿੱਚ ਵੀ ਕਿਸੇ ਵੀ ਕਿਸਮ ਦੇ ਤੁਸੀਂ ਟਰੈਕਿੰਗ ਸਿਸਟਮ ਨਾਲ ਇਹ ਪਤਾ ਕਰਾ ਸਕਦੇ ਹੋ ਕਿ ਬੰਦਾ ਕਿੱਥੇ ਰਹਿੰਦਾ। ਸੋ ਮੁੱਖ ਦੀ ਗੱਲ ਇਹ ਹੋ ਗਈ ਕਿ ਲਾਇਬ੍ਰੇਰੀ ਆਫ ਕਾਂਗਰਸ ਰਿਪੋਰਟ ਨਾਲ, ਕੈਨੇਡੀਅਨ ਰਿਫਿਊਜੀ ਬੋਰਡ ਦੀ ਰਿਪੋਰਟ ਨਾਲ ਤੇ ਯੂਨਾਈਟਿਡ UK ਦੀ ਹੋਮ ਆਫਿਸ ਦੀ ਰਿਪੋਰਟ ਦੇ ਨਾਲ ਇਹ ਸਾਬਿਤ ਹੋ ਜਾਂਦਾ ਕਿ ਆਧਾਰ ਕਾਰਡ, ਪੈਨ ਕਾਰਡ ਵਾਲੀ ਆਰਗੂਮੈਂਟ ਬਿਲਕੁਲ ਬੇਬੁਨਿਆਦ ਆ, ਫਜ਼ੂਲ ਆ। ਇਹਨੂੰ ਆਰਗੂ ਕਰਕੇ ਤੁਸੀਂ ਆਪਣਾ ਟਾਈਮ ਖਰਾਬ ਨਾ ਕਰੋ, ਤੇ ਇਹ ਆਰਗੂਮੈਂਟ ਤੁਹਾਡੀ ਨਹੀਂ ਚੱਲ ਸਕਦੀ, ਠੀਕ ਹੈ। ਸੋ ਉਹ ਕੀ ਕਹਿੰਦਾ ਕਿ ਜਿਹੜਾ ਇਮੀਗ੍ਰੇਸ਼ਨ ਜੱਜ ਸੀਗਾ ਉਹ ਕਹਿੰਦਾ ਠੀਕ ਹੈ, ਇਹ ਰਿਪੋਰਟਾਂ ਸਾਰੀਆਂ ਨੂੰ ਆਪਾਂ ਮੱਦੇਨਜ਼ਰ ਰੱਖਾਂਗੇ। ਤੇ ਇਮੀਗ੍ਰੇਸ਼ਨ ਜੱਜ ਕਹਿੰਦਾ ਕਿ ਜਿਹੜਾ ਕੈਨੇਡੀਅਨ ਰਿਫਿਊਜੀ ਬੋਰਡ ਦੀ ਰਿਪੋਰਟ ਆ ਉਹ ਇਹ ਸ਼ੋ ਕਰਦੀ ਆ ਕਿ ਪੁਲਿਸ ਦਾ, ਇੰਟਰਸਟੇਟ ਪੁਲਿਸ ਦਾ ਕੋਈ ਵੀ ਆਪਸ 'ਚ ਕਮਿਊਨੀਕੇਸ਼ਨ ਐਕਚੁਅਲੀ ਹੁੰਦਾ ਹੀ ਨਹੀਂ ਹੈਗਾ, ਅਨਲੈਸ ਕਿ ਕੋਈ ਬਹੁਤ ਮੇਜਰ ਲੈਵਲ ਦਾ ਕ੍ਰਿਮੀਨਲ ਭਗੌੜਾ ਹੋਇਆ ਹੋਵੇ। ਤੇ ਸਿਰਫ ਸਮਗਲਿੰਗ ਦੇ ਕੇਸਿਸ ਦੇ ਵਿੱਚ, ਟੈਰਰਿਜ਼ਮ ਦੇ ਕੇਸਿਸ ਦੇ ਵਿੱਚ, ਜਾਂ ਜਿਹੜੇ ਹਾਈ ਪ੍ਰੋਫਾਈਲ ਆਰਗੇਨਾਈਜ਼ਡ ਕ੍ਰਾਈਮ ਆ ਉਹ ਕੇਸਿਸ ਦੇ ਵਿੱਚ ਜਿਹੜੀ ਇੰਡੀਅਨ ਪੁਲਿਸ ਆ ਇੱਕ ਸਟੇਟ ਦੂਜੀ ਸਟੇਟ ਨਾਲ ਕਮਿਊਨੀਕੇਟ ਕਰਦੀ ਆ। ਤੇ ਬਾਕੀ ਜਿਹੜੇ ਪੋਸਟਰ ਲਾਇਆ, ਉਹ ਲਾਇਆ, ਮੰਗਾਂ ਕੀਤੀਆਂ ਹੱਕਾਂ ਦੀਆਂ, ਸਿੱਖਾਂ ਦੀਆਂ, ਕਿਸਾਨਾਂ ਦੀਆਂ, ਉਹਦੇ ਬੇਸ ਦੇ ਉੱਤੇ ਜਿਹੜੀ ਪੁਲਿਸ ਆ ਉਹ ਆਪਸ ਦੇ ਵਿੱਚ ਕਮਿਊਨੀਕੇਟ ਨਹੀਂ ਕਰਦੀ। ਇਸ ਲਈ ਕਿਉਂਕਿ ਉਹ ਆਪਸ ਕਮਿਊਨੀਕੇਟ ਨਹੀਂ ਕਰਦੀ, ਬੰਦਾ ਕਿਤੇ ਹੋਰ ਜਾ ਕੇ ਰਹਿ ਸਕਦਾ। ਸੋ ਇਮੀਗ੍ਰੇਸ਼ਨ ਜੱਜ ਸੀਗਾ ਉਹਨੇ ਇਹ ਕਨਕਲੂਡ ਕੀਤਾ ਕਿ ਜਿਹੜਾ ਕੀ ਇਹਦੇ ਲਈ ਜੇ ਬਾਹਰ ਜਾ ਕੇ ਰਹਿੰਦਾ ਤੇ ਪੰਜਾਬ ਪੁਲਿਸ ਇਹਨੂੰ ਲੱਭ ਨਹੀਂ ਸਕਦੀ, ਪੰਜਾਬ ਪੁਲਿਸ ਲਈ ਮੁਸ਼ਕਿਲ ਹੈ ਇਹਨੂੰ ਲੱਭਣਾ। ਤੇ ਉਹ ਇਹ ਕਹਿੰਦਾ ਕਿ ਪਹਿਲੀ, ਇਮੀਗ੍ਰੇਸ਼ਨ ਜੱਜ ਇਹ ਕਹਿੰਦਾ ਕਿ ਪਹਿਲੀ ਗੱਲ, ਸਿੰਘ ਤੇ ਇਹ ਕਹਿ ਵੀ ਨਹੀਂ ਰਿਹਾ ਕਿ ਪੰਜਾਬੀ ਪੁਲਿਸ ਨੇ, ਪੰਜਾਬ ਪੁਲਿਸ ਉਹਨੂੰ ਕੁੱਟਦੀ, ਮਾਰਦੀ ਜਾਂ ਫੜੂਗੀ। ਉਹਨੇ ਤਾਂ ਇਹ ਕਿਹਾ ਕਿ ਪੰਜਾਬ ਪੁਲਿਸ ਕੋ ਗਿਆ ਸੀ, ਉਹਨੇ ਮੇਰੀ ਹੈਲਪ ਨਹੀਂ ਕੀਤੀ। ਸੋ ਕਹਿੰਦਾ ਪਹਿਲੀ ਗੱਲ ਤੇ ਕੋਈ ਇਹ ਮੁੱਦਾ ਹੀ ਨਹੀਂ ਹੈਗਾ, ਉਹਨੇ ਤੇ ਦੱਸਿਆ ਵੀ ਨਹੀਂ ਕਿ ਉਹਨੂੰ ਪੁਲਿਸ ਤੋਂ ਖਤਰਾ ਵਾ। ਤੇ ਦੂਜੀ ਗੱਲ ਇਹ ਹੈ ਕਿ ਜੇ ਉਹ ਦੱਸ ਵੀ ਦੇਵੇ ਕਿ ਉਹਨੂੰ ਪੁਲਿਸ ਤੋਂ ਖਤਰਾ ਵਾ
ਉਹਨੇ ਉਹ ਇਹ ਨਹੀਂ ਸ਼ੋਅ ਕਰ ਪਾਊਗਾ ਕਿਉਂਕਿ ਆ ਜਿਹੜੀਆਂ ਕਾਂਗਰਸ ਦੀ ਰਿਪੋਰਟ ਆ, ਯੂਕੇ ਦੀ ਰਿਪੋਰਟ ਆ, ਇਹ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਪੁਲਿਸ ਦਾ ਆਪਸ 'ਚ ਕੋਈ ਤਾਲਮੇਲ ਨਹੀਂ ਹੈਗਾ ਲੋ ਲੈਵਲ ਵਰਕਰ ਲਈ। ਤੇ ਪੁਲਿਸ ਨੇ ਇਹਨੂੰ ਫੋਨ ਥ੍ਰੈਟ ਦੇ ਬਾਰੇ ਪੁਲਿਸ ਨੇ ਕਿਹਾ ਕਿ ਆਪਾਂ ਐਕਸ਼ਨ ਨਹੀਂ ਲੈਣਾ। ਇਹਦਾ ਮਤਲਬ ਸਿਰਫ ਇਹੀ ਹੈਗਾ ਕਿ ਜਿਹੜੀ ਪੁਲਿਸ ਹੈਗੀ ਉਹ ਕਹਿੰਦੀ ਕਿ ਸਾਨੂੰ ਫਰਕ ਨਹੀਂ ਪੈਂਦਾ, ਆਪਾਂ ਤੇਰੀ ਕੋਈ ਹੈਲਪ ਨਹੀਂ ਕਰਨੀ। ਉਹਦਾ ਮਤਲਬ ਇਹ ਨਹੀਂ ਹੈਗਾ ਕਿ ਪੁਲਿਸ ਵੀ ਤੇਰੇ ਨਾਲ ਧੱਕਾ ਕਰੂਗੀ, ਸਪੈਸ਼ਲੀ ਦੂਜੀ ਸਟੇਟ 'ਚ ਜਾ ਕੇ ਧੱਕਾ ਕਰੂਗੀ। ਤੇ ਇਮੀਗ੍ਰੇਸ਼ਨ ਜੱਜ ਨੇ ਕਿਹਾ ਕਿ ਸਿੰਘ ਨੇ ਇਹ ਨਹੀਂ ਪ੍ਰੂਵ ਕੀਤਾ ਕਿ ਉਹ ਇੱਕ ਹਾਈ ਲੈਵਲ ਮੈਂਬਰ ਹੈਗਾ ਮਾਨ ਪਾਰਟੀ ਦਾ। ਤੇ ਜਿਹੜੀ ਲਾਇਬ੍ਰੇਰੀ ਆਫ ਕਾਂਗਰਸ ਦੀ ਰਿਪੋਰਟ ਆ ਉਹ ਸਾਫ਼-ਸਾਫ਼ ਕਹਿੰਦੀ ਹੈ ਕਿ ਸਿਰਫ ਜਿਹੜੇ ਹਾਰਡਕੋਰ ਮਿਲੀਟੈਂਟ ਆ ਜਾਂ ਜਿਨ੍ਹਾਂ ਦੇ ਵਿੱਚ ਜਿਹੜੀ ਸੈਂਟਰਲ ਗਵਰਨਮੈਂਟ ਇੰਡੀਆ ਦੀ ਇੰਟਰਸਟਿਡ ਆ, ਸਿਰਫ ਉਹੀ ਜਿਹੜੇ ਬੰਦੇ ਆ ਉਹਨਾਂ ਨੂੰ ਸਰਕਾਰ ਜਿਹੜੀ ਲੱਭਦੀ ਆ। ਤੇ ਜਿਹੜੇ ਸਿੰਪਲੀ ਜਿਹੜੇ ਉਹ ਵਾਲੇ ਬੰਦੇ ਆ ਜਿਹੜੇ ਸਿਰਫ ਖਾਲਿਸਤਾਨ ਦਾ ਵਿਊ ਰੱਖਦੇ ਆ, ਸਾਨੂੰ ਨਹੀਂ ਲੱਗਦਾ ਕਿ ਇੰਡੀਆ ਦੇ ਵਿੱਚ ਸਿਰਫ ਜੇ ਤੁਸੀਂ ਖਾਲਿਸਤਾਨ ਦਾ ਵਿਊ ਰੱਖਦੇ ਆ ਤੇ ਤੁਹਾਨੂੰ ਸਰਕਾਰ ਲੱਭਦੀ ਆ। ਸੋ ਇਹ ਐਗਜ਼ਾਮਪਲ ਹੁਣ ਦੇਖੋ ਕੀ ਆ ਕਿ ਕਈ ਸਾਰੇ ਉੱਥੇ ਨਾ ਨਾਨ ਇੰਡੀਅਨ ਵੀ ਵਕੀਲ ਨਿਊਯਾਰਕ 'ਚ ਬੈਠੇ, ਉਹਨੂੰ ਪੁੱਛਿਆ ਕਿ ਪੁੱਛੀਦਾ ਉਹਨੂੰ ਕਿੱਦਾਂ ਚੱਲਦਾ, ਉਹ ਕਹਿੰਦਾ ਉਹਨਾਂ ਨੇ ਨਾ ਅੱਗੇ ਬੰਦੇ ਰੱਖੇ ਆ ਟਰਾਂਸਲੇਟਰ ਇੰਟਰਪ੍ਰੇਟਰ, ਉਹ ਕੇਸ ਫੜ ਕੇ ਨਾ ਇਹਨਾਂ ਨੂੰ ਦੇ ਦਿੰਦੇ ਆ ਤੇ ਉਹ ਫਿਰ ਜਿਹੜਾ ਗੋਰਾ ਵਕੀਲ ਆ ਉਹ ਜਾ ਕੇ ਹਾਜ਼ਰੀ ਲਾ ਦਿੰਦਾ ਨਾ ਕੋਰਟ ਦੇ ਵਿੱਚ। ਹੁਣ ਕੀ ਹੈ ਕਿ ਪ੍ਰੋਬਲਮ ਇਹ ਹੈ ਕਿ ਜਿਹੜਾ ਟਰਾਂਸਲੇਟਰ ਇੰਟਰਪ੍ਰੇਟਰ ਉਹਨਾਂ ਨੂੰ ਇਹ ਲਾਅ ਦਾ ਨਹੀਂ ਪਤਾ, ਜਿਹੜਾ ਗੋਰਾ ਵਕੀਲ ਆ ਉਹਨੂੰ ਲੋਕਲ ਸੀਨ ਦਾ ਨਹੀਂ ਪਤਾ ਨਾ। ਹੁਣ ਲੋਕਲ ਸੀਨ ਕੀ ਹੈ ਕਿ ਜੇ ਆਪਾਂ ਦੇਖੀਏ ਕਿ ਆਮ ਆਦਮੀ ਪਾਰਟੀ ਦਾ ਹੁਣੇ ਜਿਹੜਾ ਸੀਗਾ ਖਾਲਿਸਤਾਨ ਦੇ ਲੋਕਾਂ ਨੇ ਨਾਅਰੇ ਲਾਏ ਸੀਗੇ, ਤਾਂ ਉਹਨਾਂ ਨੇ ਜਿਹੜਾ ਸ਼ਿਵ ਸੈਨਾ ਵਾਲਾ ਬੰਦਾ ਸੀਗਾ ਉਹਨੂੰ ਉਹਨਾਂ ਨੇ ਅਰੈਸਟ ਕੀਤਾ ਸੀਗਾ ਕਿ ਤੂੰ ਗਲਤ ਪ੍ਰਮੋਟ ਕਰਦਾ। ਤੇ ਜਿਹੜੇ ਲੋਕੀ ਸੀਗੇ ਖਾਲਿਸਤਾਨ ਦੇ ਪ੍ਰੋ ਸੀਗੇ ਉਹਨਾਂ ਨੇ ਪੰਜਾਬ ਦੇ ਵਿੱਚ ਉਹਨਾਂ ਨੂੰ ਅਰੈਸਟ ਨਹੀਂ ਕੀਤਾ। ਜਿਹੜੀ ਸੀਐਮ ਦੀ ਸਟੇਟਮੈਂਟ ਸੀ ਉਹਨਾਂ ਨੇ ਸ਼ਿਵ ਸੈਨਾ ਦੇ ਬੰਦੇ ਨੂੰ ਅਰੈਸਟ ਕੀਤਾ ਸੀਗਾ। ਸੋ ਕਹਿਣ ਦਾ ਮਤਲਬ ਹੈ ਕਿ ਬਿਲਕੁਲ ਸਾਫ਼ ਉੱਥੇ ਪ੍ਰਗਟ ਹੋ ਗਿਆ। ਜੇ ਸਰਕਾਰੀ ਵਕੀਲ ਤੇਜ਼ ਆ ਗਿਆ ਮਾੜਾ ਵੀ, ਉਹਨੇ ਉਹ ਨਿਊਜ਼ ਪੇਸ਼ ਕਰਤੀ ਕਿ ਆਹ ਦੇਖੋ ਇਹਨਾਂ ਦਾ ਦੂਜਾ ਬੰਦਾ ਅਰੈਸਟ ਕੀਤਾ, ਸਿਰਫ ਪ੍ਰੋ ਖਾਲਿਸਤਾਨ ਵਿਚਾਰ ਰੱਖਣ ਨਾਲ ਜਿਹੜੀ ਸਰਕਾਰ ਉਹ ਅਰੈਸਟ ਨਹੀਂ ਕਰਦੀ, ਤਾਂ ਤੁਹਾਡਾ ਵਕੀਲ ਫਿਰ ਕੁਛ ਆਰਗਿਊ ਨਹੀਂ ਕਰ ਸਕਦਾ ਉਹਦੇ ਬੇਸ ਦੇ ਉੱਤੇ ਕਿ ਸਿਰਫ ਮੈਂ ਖਾਲਿਸਤਾਨੀ ਆ ਤਾਂ ਕਰਕੇ ਮੈਨੂੰ ਸਰਕਾਰ ਟੰਗਦੀ ਆ, ਕਿਉਂਕਿ ਹੁਣ ਸਬੂਤ ਹੀ ਹੋ ਗਿਆ, ਰਿਪੋਰਟ ਆ ਗਿਆ, ਕੰਟਰੀ ਕੰਡੀਸ਼ਨ ਆ ਗਿਆ। ਸੋ ਆ ਜਿਹੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਲੇਟੈਸਟ ਡਿਵੈਲਪਮੈਂਟ ਆ, ਛੋਟੀਆਂ ਖਬਰਾਂ ਸਾਰੀਆਂ, ਇਹਨੂੰ ਮੁੱਦੇ ਨਜ਼ਰ ਰੱਖਣਾ। ਤਾਂ ਪ੍ਰੋਬਲਮ ਜਿਹੜੀ ਉਹ ਇਹ ਆ ਰਹੀ ਆ ਕਿ ਇਹ ਜਿਹੜੇ ਕਮਿਊਨਿਟੀ 'ਚ ਮਿਲਦੇ ਵਿਚਰਦੇ ਆ ਪੈਰਾਲੀਗਲ ਆ, ਇਹਨਾਂ ਨੇ ਆਪਣੀ ਜਿਹੜੀ ਦੁਕਾਨ ਚਲਾਈ ਹੋਈ ਆ ਤੇ ਆਪੇ ਕੋਰਟ 'ਚ ਜਾ ਨਹੀਂ ਸਕਦੇ। ਫਿਰ ਇਦਾਂ ਦਾ ਵਾ ਕਿ ਹੁਣ ਜਿਹੜਾ ਵੀ ਕੋਈ ਚੱਜ ਦਾ ਵਧੀਆ ਵਕੀਲ ਆ, ਈਗੋ ਵਾਲਾ ਵਕੀਲ ਆ, ਉਹ ਕਦੇ ਵੀ ਆਪਣੀ ਜ਼ਮੀਰ ਇੱਕ ਪੈਰਾਲੀਗਲ ਨੂੰ ਨਹੀਂ ਵੇਚੂਗਾ, ਕਹੂਗਾ ਨਹੀਂ ਮੈਂ ਮੇਨ ਆ, ਹੈਲਪ ਕਿਸੇ ਨੂੰ ਚਾਹੀਦੀ ਉਹ ਪੈਰਾਲੀਗਲ ਕੋ ਜਾਵੇ, ਨਾ ਕਿ ਅਦਰ ਵੇ ਅਰਾਊਂਡ ਕਿ ਪੈਰਾਲੀਗਲ ਕਵੇ ਕਿ ਮੇਰੇ ਕੋਲ ਆ ਜਾਓ, ਮੇਰਾ ਇਹ ਇੱਦਾਂ ਵਾ ਦਾ ਫਲਾਨਾ ਜਿਹਾ ਮੈਂ ਵਕੀਲ ਕੀਤਾ, ਇਹਨੂੰ ਮੈਂ ਕੋਰਟ ਦੇ ਵਿੱਚ ਭੇਜ ਕੇ ਤੁਹਾਡਾ ਕੰਮ ਕਢਾ ਦੂੰਗਾ। ਸੋ ਪਹਿਲਾਂ ਤਾਂ ਇਦਾਂ ਕਿ ਜਿਹੜੇ ਵੀ ਇਦਾਂ ਦੇ ਪੈਰਾਲੀਗਲ ਆ ਜਿਹੜੇ ਕਿ ਆਪਣੀ ਦੁਕਾਨ ਚਲਾਉਂਦੇ ਆ ਤੇ ਅੱਗੋਂ ਦੀ ਉਹਨਾਂ ਨੇ ਕਹਿ ਲਓ ਕਿ ਸਿਰਫ ਪਹਾੜੇ ਤੇ ਵਕੀਲ ਰੱਖੇ ਹੋਏ ਆ, ਉਹਨਾਂ ਤੋਂ ਬਚੋ। ਕਿਉਂ ਬਚੋ? ਕਿਉਂਕਿ ਜ਼ਿਆਦਾਤਰ ਤਾਂ ਜਿੱਥੇ ਕਿ ਤਾਂ ਮੇਨ ਜਿਹਾ ਆ ਗਿਆ ਉਹਨਾਂ ਦਾ, ਜਦੋਂ ਵੀ ਲਾਅ 'ਚ ਸਵਿਚ ਹੋਇਆ ਕੁਛ ਹੋਇਆ, ਉਹ ਚੀਜ਼ ਉਹ ਹੈਂਡਲ ਨਹੀਂ ਕਰ ਸਕਦੇ। ਤਾਂ ਕਰਕੇ ਜਿਹੜਾ ਮਾਸ ਵੋਲਿਊਮ ਦੇ ਵਿੱਚ ਜਿਹੜੇ ਕੇਸ ਆ ਉਹ ਡਿਨਾਈ ਹੋ ਜਾਂਦੇ ਆ। ਕਲਾਇੰਟ ਕਹਿੰਦਾ ਭਾਜੀ ਮੈਂ ਤਾਂ ਹੁਣ ਸਾਰਾ ਕੁਝ ਦੱਸਿਆ ਸੀਗਾ, ਸਾਰੇ ਬਿਆਨ ਮੇਰੇ ਵਧੀਆ ਸੀ, ਮੈਨੂੰ ਤਾਂ ਪਤਾ ਨਹੀਂ ਲੱਗਾ ਕੀ ਹੋ ਗਿਆ ਨਾ। ਸੋ ਆਹ ਜਿਹੜੀ ਪ੍ਰੋਬਲਮ ਜਿਹੜੀ ਕੋਰਟ ਰੂਮ ਦੇ ਵਿੱਚ ਆਉਂਦੀ ਆ। ਤੇ ਜਿਹੜਾ ਮੇਨ ਗੱਲ ਇਹ ਆ ਗਈ ਕਿ ਜਿਹੜਾ ਫਿਰ ਅੱਗੇ ਪਹਾੜੇ ਦਾ ਵਕੀਲ ਰੱਖਿਆ, ਉਹ ਕਹਿੰਦਾ ਯਾਰ ਮੇਰੀ ਕਿਹੜਾ ਆਪਣੀ ਰੈਪੂਟੇਸ਼ਨ ਸਟੇਕ ਤੇ ਆ, ਇਹ ਤਾਂ ਪੈਰਾਲੀਗਲ ਨੇ ਥੱਲੋਂ ਦੀ ਲੱਭ ਕੇ ਦਿੱਤਾ, ਇਹ ਤਾਂ ਉਹਦੀ ਉਹ ਹੈ। ਤਾਂ ਉਹ ਜਿਹੜੇ ਵਕੀਲ ਜਿਹੜੇ ਹੈਗੇ ਆ ਉਹ ਇੰਨੀ ਕੋਈ ਦਿਲਚਸਪੀ ਵੀ ਨਹੀਂ ਲੈਂਦੇ, ਕਿਉਂਕਿ ਉਹਨਾਂ ਦੀ ਆਪਣੀ ਰੈਪੂਟੇਸ਼ਨ ਜਿਹੜੀ ਲਾਈਨ ਤੇ ਨਹੀਂ ਹੈਗੀ। ਸੋ ਇਦਾਂ ਕਿ ਪਹਿਲਾਂ ਇਹ ਦੇਖੋ ਕਿ ਕਿਹੜਾ ਬੰਦਾ ਆਪਣੀ ਰੈਪੂਟੇਸ਼ਨ ਲਾਈਨ ਤੇ ਰੱਖਦਾ, ਉਹ ਤੁਹਾਡਾ ਹੱਥ ਉਹਦੇ ਨਾਲ ਜੁੜੋ। ਜਿਹੜਾ ਬੰਦਾ ਇਦਾਂ ਕਿ 2-2 3-3 4-4 ਜਣਿਆਂ ਦੀਆਂ ਅਰੇਂਜਮੈਂਟਾਂ ਮਿਡਲਮੈਨ ਵਿੱਚ ਬੈਠੇ ਆ, ਕਮਿਸ਼ਨ ਖਾ ਰਹੇ ਆ, ਉਹ ਸਾਰੀਆਂ ਅਰੇਂਜਮੈਂਟਾਂ ਤੋਂ ਦੂਰ ਰਹੋ, ਉਹ ਤੁਹਾਨੂੰ ਕਿਤੇ ਨਾ ਕਿਤੇ ਜਾ ਕੇ ਤੁਸੀਂ ਡੁੱਬੋਗੇ। ਸੋ ਮੂਵ ਕਰਦੇ ਜਾਈਏ। ਸੋ ਇਮੀਗ੍ਰੇਸ਼ਨ ਜੱਜ ਕੀ ਕਹਿੰਦਾ ਕਿ ਜਿਹੜੀ 2016 ਦੀ US ਡਿਪਾਰਟਮੈਂਟ ਆਫ ਸਟੇਟ ਹਿਊਮਨ ਰਾਈਟ ਦੀ ਰਿਪੋਰਟ ਸੀਗੀ ਤੇ ਇੰਟਰਨੈਸ਼ਨਲ ਰਿਲੀਜੀਅਸ ਫਰੀडम ਰਿਪੋਰਟ ਜਿਹੜੀ ਸੀਗੀ, ਉਹਨੇ ਬੇਸਿਕਲੀ ਕੋਈ ਵੀ ਜ਼ਿਕਰ ਨਹੀਂ ਕੀਤਾ ਇੱਦਾਂ ਦਾ ਕਿ ਮਾਨ ਪਾਰਟੀ ਦੇ ਜਿਹੜੇ ਵਰਕਰ ਆ ਉਹਨਾਂ ਨਾਲ ਕੋਈ ਧੱਕਾ ਹੁੰਦਾ। ਸੋ ਜਿਹੜੀਆਂ ਰਿਪੋਰਟਾਂ ਇਹ ਸਾਇਲੈਂਟ ਆ, ਇਹ ਦਲਿਤ ਬਾਰੇ, ਇਹ ਨਕਸਲਾਈਟ ਬਾਰੇ, ਇਹ ਕਸ਼ਮੀਰੀਆਂ ਬਾਰੇ, ਇਹ ਅਸਾਮੀਆਂ ਬਾਰੇ, ਇਹ ਸਿੰਹਾਲੀਜ਼ ਬਾਰੇ, ਇਹ ਸਾਰਿਆਂ ਬਾਰੇ ਜਿਹੜਾ ਜ਼ਿਕਰ ਇਹ ਕਰਦੇ ਆ। ਪਰ ਇਹ ਮਾਨ ਪਾਰਟੀ ਦੇ ਵਰਕਰ ਬਾਰੇ ਜਿਹੜੀਆਂ ਰਿਪੋਰਟਾਂ ਇਹ ਜਿਹੜੀਆਂ ਸਾਇਲੈਂਟ ਹੈਗੀਆਂ, ਤੇ ਕੋਈ ਵੀ ਇਦਾਂ ਦਾ ਡੇਟਾ ਸਾਡੇ ਕੋਲ ਕੰਕਰੀਟ ਨਹੀਂ ਹੈਗਾ ਕਿ ਸਿੰਪਲੀ ਤੁਸੀਂ ਮਾਨ ਪਾਰਟੀ ਦੇ ਵਰਕਰ ਹੋ ਤੁਹਾਡੇ ਨਾਲ ਧੱਕਾ ਹੋਊਗਾ। ਇਨਫੈਕਟ ਮਾਨ ਪਾਰਟੀ ਦੇ ਤਾਂ ਜਿਹੜੇ ਲੀਡਰ ਆ ਉਹ ਵੋਟਾਂ ਦੇ ਵਿੱਚ ਵੀ ਖੜਦੇ ਆ। ਸੋ ਸਿੰਪਲੀ ਕਿਉਂਕਿ ਤੁਸੀਂ ਮਾਨ ਪਾਰਟੀ ਦੇ ਇੱਕ ਮੈਂਬਰ ਹੋ, ਪੋਸਟਰ ਲਾਉਂਦੇ ਹੋ, ਉਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਹਾਡੇ ਨਾਲ ਧੱਕਾ ਹੋਊਗਾ। ਸੋ ਇਮੀਗ੍ਰੇਸ਼ਨ ਜੱਜ ਨੇ ਇਹਦਾ ਕੇਸ ਡਿਨਾਈ ਕਰਤਾ। ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ ਵੀ ਇਹਦੀ ਜਿਹੜੀ ਅਪੀਲ ਸੀਗੀ ਡਿਸਮਿਸ ਕਰਤੀ। ਉਹਨੇ ਵੀ ਇਹੀ ਕਿਹਾ ਕਿ ਇਮੀਗ੍ਰੇਸ਼ਨ ਜੱਜ ਜਿਹੜਾ ਉਹ ਸਹੀ ਕਹਿੰਦਾ ਤੇ ਉਹਨੇ ਇਹ ਫਿਊਚਰ ਪ੍ਰੋਸੀਕਿਊਸ਼ਨ ਅਵੋਇਡ ਕਰ ਸਕਦਾ, ਇਹ ਕਿਸੇ ਹੋਰ ਸਟੇਟ 'ਚ ਜਾ ਕੇ ਰਹਿ ਸਕਦਾ। ਇਹਨਾਂ ਧੱਕਾ ਕਰਨ ਵਾਲੀ ਸਰਕਾਰ ਨਹੀਂ ਸੀਗੀ। ਸਰਕਾਰ
ਪੁਲਿਸ ਜਿਹੜੀ ਸੀਗੀ ਉਹਨੇ ਸਿਰਫ ਇਹੀ ਕਿਹਾ ਕਿ ਆਪਾਂ ਤੇਰੀ ਮਦਦ ਨਹੀਂ ਕਰਨੀ, ਕਿਉਂਕਿ ਸਰਕਾਰ ਇਹਨਾਂ ਧੱਕਾ ਨਹੀਂ ਕਰ ਰਹੀ ਸੀਗੀ ਤੇ ਇਹ ਇੱਕ ਬਹੁਤ ਛੋਟਾ ਪਾਰਟੀ ਦਾ ਵਰਕਰ ਸੀਗਾ, ਤਾਂ ਕਰਕੇ ਇਹਦੀ ਕੋਈ ਇੰਨੀ ਇੰਪੋਰਟੈਂਟ ਪੋਜੀਸ਼ਨ ਵੀ ਨਹੀਂ ਸੀਗੀ। ਤਾਂ ਕਰਕੇ ਆਪਾਂ ਇਹ ਸਾਰੀਆਂ ਚੀਜ਼ਾਂ ਮੱਦੇ ਨਜ਼ਰ ਰੱਖਣੀਆਂ। ਤੇ ਜਦੋਂ ਇਹ ਤੋਂ ਪੁੱਛਿਆ ਗਿਆ ਕਿ ਗਤੀਵਿਧੀਆਂ ਕੀ ਕਰਦਾ ਸੀਗਾ, ਇਹ ਕਹਿੰਦਾ ਸੀ ਮੈਂ ਪੋਸਟਰ ਜਿਹੇ ਲਾਉਣਾ ਸੀਗਾ ਸਿਰਫ, ਤੇ ਤਾਂ ਕਰਕੇ ਸਾਨੂੰ ਨਹੀਂ ਲੱਗਦਾ ਕਿ ਕੋਈ ਵੀ ਬੰਦਾ ਇਸ ਬੰਦੇ ਦੇ ਵਿੱਚ ਇੰਟਰਸਟਿਡ ਆ। ਤੇ ਸਪੈਸ਼ਲੀ ਕਿਉਂਕਿ ਇਹ ਸਿਰਫ ਆਪਣੇ ਡਿਸਟ੍ਰਿਕਟ ਦੇ ਵਿੱਚ ਹੀ ਪੋਸਟਰ ਲਾਉਂਦਾ ਸੀਗਾ, ਤਾਂ ਕਰਕੇ ਇਹ ਈਜ਼ੀਲੀ ਕਿਸੇ ਵੀ ਸਟੇਟ 'ਚ ਜਾ ਸਕਦਾ। ਸਾਨੂੰ ਨਹੀਂ ਲੱਗਦਾ ਕਿ ਇਹ ਇਸ ਲੈਵਲ ਦਾ ਬੰਦਾ ਹੈਗਾ ਕਿ ਇਹਨੂੰ ਕੋਈ ਪਛਾਣੂਗਾ ਜਾਂ ਕਿਉਂ ਇਹਨੂੰ ਪਛਾਣੂਗਾ ਜਾਂ ਕਿਉਂ ਇਹਨੂੰ ਲੱਭੂਗਾ। ਸੋ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ ਇਹਦਾ ਜਿਹੜਾ ਇਮੀਗ੍ਰੇਸ਼ਨ ਜੱਜ ਦਾ ਡਿਸੀਜਨ ਸੀਗਾ ਉਹ ਅਫਰਮ ਕੀਤਾ, ਤੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ ਵੀ ਇਹਦਾ ਕੇਸ ਜਿਹੜਾ ਡਿਨਾਈ ਕਰਤਾ, ਤੇ ਹੁਣ ਇਹ ਸੈਕੰਡ ਸਰਕਟ ਦੇ ਮੂਹਰੇ ਪਹੁੰਚ ਗਿਆ। ਜੀ ਸੋ ਕਈ ਤਰੀਕੇ ਦਾ ਜਿਹੜਾ ਫੈਕਟ ਪੈਟਰਨ ਉਹ ਇਸ ਦੇ ਵਿੱਚ ਆਇਆ। ਕੱਲਾ ਨੇ ਕਿਹਾ ਵੀ ਮੈਂ ਇੱਕੋ ਜ਼ਿਲ੍ਹੇ 'ਚ ਕੰਮ ਕਰਦਾ ਸੀ, ਸਿਰਫ ਪੋਸਟਰ ਵਗੈਰਾ ਹੀ ਜਿਹੜਾ ਉਹ ਲਾਉਂਦਾ ਸੀ। ਇਹ ਵੀ ਨਹੀਂ ਦੱਸ ਸਕਿਆ ਵੀ ਇਹਦੇ ਸਾਥੀਆਂ ਦੇ ਨਾਲ ਵੀ ਕਦੀ ਕੋਈ ਕੁੱਟਮਾਰ ਜਾਂ ਉਸ ਨੂੰ ਵੀ ਕਿਤੇ ਫੜੋ ਫੜਾਈ ਜਿਹੜੀ ਆ ਉਹ ਹੋਈ ਹੋਵੇ। ਸੋ ਇਹ ਸਾਰੇ ਮੱਦੇ ਨਜ਼ਰ ਫਿਰ 2 ਥਾਵਾਂ ਤੋਂ ਇਹਨੂੰ ਆਲਰੇਡੀ ਰਿਜੈਕਸ਼ਨ ਜਿਹੜੀ ਆ ਉਹ ਮਿਲ ਚੁੱਕੀ ਆ। ਹੁਣ ਸੈਕਿੰਡ ਸਰਕਟ ਦੇ ਵਿੱਚ ਜਦੋਂ ਜਾਂਦੇ ਆ, ਸੋ ਇਹਨਾਂ ਨੇ ਕਿਹੜਾ ਇਸ਼ੂ ਜਿਹੜਾ ਉਹ ਚੱਕ ਕੇ ਉੱਥੇ ਲੈ ਕੇ ਗਏ? ਜਿੱਦਾਂ ਲਾਸਟ ਟਾਈਮ ਰੀਲੋਕੇਸ਼ਨ ਦੇ ਮੁੱਦੇ ਨੂੰ ਲੈ ਕੇ ਉਹਨਾਂ ਨੇ ਗੱਲ ਨੂੰ ਜਿਹੜਾ ਉਹ ਚੱਕਿਆ ਸੀਗਾ ਵੀ ਉਹ ਜਿਹੜਾ ਇਸ਼ੂ ਆ ਵੀ ਸੇਫ ਨਹੀਂ, ਜਿਹੜਾ ਰੀਜ਼ਨੇਬਲ ਨਹੀਂ ਹੈਗਾ ਸੀਗਾ ਵੀ ਉਹ ਕਰਦਾ ਆਪਣੀ ਇਹ ਮੁੱਦੇ ਜਿਹੜੇ ਉਹ ਚੱਕਣੋਂ ਹਟ ਨਹੀਂ ਸੀ ਸਕਦਾ। ਸੋ ਇਸ ਸੈਕਿੰਡ ਸਰਕਟ ਨੇ ਫਿਰ ਕੀ ਆਖਿਆ ਕਿ ਕਿਹੜੇ ਇਸ਼ੂਜ਼ ਦੇ ਉੱਤੇ ਜਿਹੜੇ ਇੱਥੇ ਗੱਲਬਾਤ ਹੋਈ, ਜਿਹੜੇ ਆ ਆਰਗੂਮੈਂਟਸ ਹੋਏ? ਸੋ ਹੁਣ ਕੀ ਸੀਗਾ ਕਿ ਸੈਕੰਡ ਸਰਕਟ ਨੇ ਆਪਣਾ ਫੈਸਲਾ ਦੇ ਦਿੱਤਾ ਜੋ ਉਹਨਾਂ ਦੇ ਸਾਹਮਣੇ ਆਇਆ ਹੈ ਨਾ। ਕਿਉਂਕਿ ਇਹ ਬੰਦੇ ਦਾ ਕੇਸ ਛੋਟਾ ਸੀਗਾ, ਇਹਨੇ ਜਿੱਦਾਂ ਹੁਣ ਤੁਸੀਂ ਸਹੀ ਆਇਡੈਂਟੀਫਾਈ ਕੀਤਾ ਕਿ ਉਹਨੇ ਜਦੋਂ ਪੁੱਛਿਆ ਕਿ ਤੈਨੂੰ ਪਤਾ ਕਿਸੇ ਨਾਲ ਕੁਛ ਏਦਾਂ ਹੋਇਆ, ਇਹ ਕਹਿੰਦਾ ਨਹੀਂ ਮੈਨੂੰ ਨਹੀਂ ਪਤਾ। ਸੋ ਕਈ ਵਾਰੀ ਕੀ ਹੈ ਕਿ ਲੋਕਾਂ ਨੂੰ ਸਵਾਲ ਦਾ ਹੀ ਨਹੀਂ ਪਤਾ ਲੱਗਦਾ ਕਿ ਸਵਾਲ ਕੀ ਪੁੱਛਿਆ ਜਾ ਰਿਹਾ, ਕੀ ਮਕਸਦ ਕੀ ਆ। ਉਹਨਾਂ ਨੂੰ ਲੱਗਦਾ ਚੱਲ ਹਾਂ ਨਾ ਕਰਨੀ ਆ, 10-15 ਮਿੰਟ ਦੀ ਹੀਅਰਿੰਗ ਹੋਣੀ ਆ, ਜੱਜ ਨੇ ਕੇਸ ਮੇਰਾ ਗ੍ਰਾਂਟ ਕਰ ਦੇਣਾ ਜਿੱਦਾਂ ਮੇਰੇ ਦੋਸਤ ਦਾ ਕੀਤਾ। ਤੇ ਇਸ ਕੇਸ ਦੇ ਵਿੱਚ ਉਹੀ ਹੋਇਆ ਕਿ ਇਹਨੇ ਜਿਹੜੇ ਸਾਰੇ ਜਵਾਬ ਸੀਗੇ ਬੇਸਿਕਲੀ ਦਿੱਤੇ ਆਪਣੇ ਕਿ ਨਹੀਂ ਕੁਛ ਨਹੀਂ ਹੋਇਆ, ਮੈਂ ਆਹੀ ਕੰਮ ਕਰਦਾ। ਹੁਣ ਕੋਈ ਹਾਈ ਲੈਵਲ ਕਰਦਾ ਸੀ, ਨਹੀਂ ਹੋਰ ਮੈਂ ਕੁਛ ਨਹੀਂ ਕਰਦਾ ਸੀਗਾ। ਤੇ ਸਿੰਘ ਜਿਹੜਾ ਸੈਕੰਡ ਸਰਕਟ ਸੀਗਾ ਉਹ ਇਹ ਕਹਿੰਦਾ ਕਿ ਸਿੰਘ ਨੂੰ ਸਰਕਾਰ ਨੇ ਪ੍ਰੋਸੀਕਿਊਟ ਨਹੀਂ ਕੀਤਾ, ਇਹਨੂੰ ਸਿਰਫ ਪੋਲੀਟੀਕਲ ਪਾਰਟੀ ਦੇ ਮੈਂਬਰ ਨੇ ਪ੍ਰੋਸੀਕਿਊਟ ਕੀਤਾ। ਪੋਲੀਟੀਕਲ ਪਾਰਟੀ ਦੇ ਜਿਹੜੇ ਬੰਦੇ ਆ ਵਰਕਰ ਜਿਹੜੇ ਹੈਗੇ ਆਪਾਂ ਉਹਨਾਂ ਨੂੰ ਸਰਕਾਰ ਨਹੀਂ ਮੰਨਦੇ। ਸੋ ਮੇਨ ਜਿਹੜਾ ਮੁੱਦਾ ਆ ਗਿਆ ਉਹ ਕੀ ਪੋਲੀਟੀਕਲ ਪਾਰਟੀ ਦੇ ਬੰਦੇ ਸਰਕਾਰ ਹੈਗੇ ਕਿ ਨਹੀਂ ਹੈਗੇ। ਸੈਕੰਡ ਸਰਕਟ ਕਹਿੰਦਾ ਕਿ ਸਾਨੂੰ ਨਹੀਂ ਲੱਗਦਾ ਕਿ ਉਹ ਸਰਕਾਰ ਆ, ਕਿਉਂਕਿ ਜਿੱਦਾਂ ਦੇ ਕੰਮ ਦੱਸ ਰਿਹਾ ਕਿ ਪੋਸਟਰ ਲਾ ਕੇ ਆ ਰਿਹਾ ਸੀਗਾ ਤੇ ਜਿਹੜੇ ਉਹ ਵਰਕਰ ਸੀਗੇ ਉਹ ਸਰਕਾਰੀ ਕਪੈਸਿਟੀ 'ਚ ਐਕਟ ਨਹੀਂ ਕਰ ਰਹੇ ਸੀਗੇ। ਹੁਣ ਪ੍ਰੋਬਲਮ ਬਾਕੀ ਲੋਕਾਂ ਲਈ ਇਹ ਪੈ ਗਈ ਕਿ ਸੈਕੰਡ ਸਰਕਟ ਨੇ ਤਾਂ ਇਹ ਕਹਿ ਦਿੱਤਾ, ਉਹਨਾਂ ਨੇ ਇਸ ਕੇਸ ਦੇ ਵਿੱਚ ਕਿਹਾ, ਪਰ ਜਿਹੜਾ ਥੱਲੇ ਇਮੀਗ੍ਰੇਸ਼ਨ ਕੋਰਟਸ ਦੇ ਵਿੱਚ ਹੋ ਰਿਹਾ ਉਹ ਇਹ ਹੋ ਰਿਹਾ ਕਿ ਉਹ ਬੇਸਿਕਲੀ ਕੀ ਕਹਿ ਰਹੇ ਕਿ ਅੱਛਾ ਇਹਨਾਂ ਨੂੰ ਪਾਰਟੀ ਨੇ ਕੁੱਟਿਆ, ਇੱਦਾਂ ਵਾ, ਇਹ ਤਾਂ ਸਰਕਾਰ ਹੀ ਨਹੀਂ ਹੈਗੇ ਤੇ ਇਸ ਲਈ ਆਪਾਂ ਇਹਨਾਂ ਦਾ ਕੇਸ ਜਿਹੜਾ ਪ੍ਰੂਵ ਨਹੀਂ ਕਰ ਸਕਦੇ। ਸੈਕੰਡ ਸਰਕਟ ਇੱਦਾਂ ਕਹਿੰਦਾ। ਹੁਣ ਸੈਕੰਡ ਸਰਕਟ ਨੇ ਇਸ ਕੇਸ ਦੇ ਰਿਲੇਟਡ ਕਿਹਾ ਸੀਗਾ, ਪਰ ਪ੍ਰੋਬਲਮ ਇਹ ਪੈ ਰਹੀ ਹੈ ਕਿ ਹੁਣ ਜਿਹੜੇ ਬੰਦੇ ਹੋਰ ਵੀ ਵੱਧ ਕੇ ਪਾਰਟਿਸਿਪੇਟ ਕਰ ਰਹੇ ਆ ਉਹ ਕਰ ਰਹੇ ਆ, ਉਹਨਾਂ ਲਈ ਵੀ ਵਿਪਤਾ ਬਣ ਗਈ ਆ ਕਿ ਬੇਸਿਕਲੀ ਉਹ ਇਸੇ ਚੀਜ਼ 'ਚ ਹੁਣ ਫਸੀ ਜਾਊਗੇ ਕਿ ਕੀ ਇਹਨਾਂ ਨਾਲ ਸਰਕਾਰ ਧੱਕਾ ਕਰਦੀ ਹੈ ਕਿ ਨਹੀਂ ਕਰਦੀ ਆ। ਕਿਉਂਕਿ ਉਹ ਸਿਰਫ ਹੁਣ ਇਹ ਦੱਸ ਸਕਦੇ ਕਿ ਉਹਨਾਂ ਨਾਲ ਹਾਰਮ ਹੋਇਆ ਸੀਗਾ ਤੇ ਸਰਕਾਰ ਉਹ ਇਹ ਨਹੀਂ ਸ਼ੋਅ ਕਰ ਸਕਦੇ ਕਿ ਜਿਹੜੇ ਹਮਲਾਵਰ ਆ ਉਹ ਸਰਕਾਰ ਆ। ਇਸ ਲਈ ਜਿਹੜਾ ਬਰਡਨ ਹੈਗਾ ਉਹ ਉਹਨਾਂ ਦੇ ਉੱਤੇ ਹੀ ਰਹਿੰਦਾ। ਮਤਲਬ ਕਿ ਬਾਕੀ ਕੇਸਾਂ 'ਚ ਸੀਗਾ ਕਿ ਉਹ ਸਰਕਾਰ ਵੱਲ ਸ਼ਿਫਟ ਹੋ ਜਾਂਦਾ ਸੀਗਾ। ਸਰਕਾਰ ਥੋੜੀ ਕਹਿ ਲਓ ਕਈ ਵਾਰੀ ਲੇਜ਼ੀ ਹੁੰਦੀ, ਨਹੀਂ ਪ੍ਰੂਵ ਕਰ ਪਾਉਂਦੀ ਤਾਂ ਲੋਕੀ ਕੇਸ ਜਿੱਤ ਜਾਂਦੇ ਸੀਗੇ। ਸੋ ਕੈਲੀਫੋਰਨੀਆ ਦੇ ਵਿੱਚ ਉਹ ਕੇਸ ਜਿੱਤ ਜਾਂਦੇ ਆ ਕਿਉਂਕਿ ਬਰਡਨ ਸਰਕਾਰ ਵੱਲ ਸ਼ਿਫਟ ਹੋ ਜਾਂਦਾ। ਸੈਕੰਡ ਸਰਕਟ 'ਚ ਕੀ ਸੀਗਾ ਕਿ ਜਿਹੜਾ ਬਰਡਨ ਹੈਗਾ ਉਹ ਬੰਦੇ ਦੇ ਉੱਤੇ ਰਹਿੰਦਾ। ਕਹਿਣ ਦਾ ਮਤਲਬ ਹੈਗਾ ਕਿ ਉਹਦੇ ਵਕੀਲ ਨੂੰ ਹੁਣ ਆਰਗਿਊ ਕਰਨਾ ਪੈਣਾ ਕਿ ਰੀਲੋਕੇਸ਼ਨ ਕਿਉਂ ਨਹੀਂ ਹੈਗੀ। ਉਹ ਸਿੱਧੇ ਇਹ ਨਹੀਂ ਜਾ ਕੇ ਕਿ ਤੁਸੀਂ ਗਏ ਆਪਣੀ ਕਹਾਣੀ ਦੱਸੀ ਤੇ ਕੇਸ ਅਪਰੂਵ ਹੋ ਗਿਆ, ਨਹੀਂ, ਉਸ ਤੋਂ ਬਾਅਦ ਗੱਲ ਫਿਰ ਉਹੀ ਆ ਗਈ ਕਿ ਅੱਛਾ ਰੀਲੋਕੇਸ਼ਨ ਪ੍ਰੂਵ ਕਰੋ। ਹੁਣ ਜਦੋਂ ਆ ਗਈ ਰੀਲੋਕੇਸ਼ਨ ਗੱਲ ਪ੍ਰੂਵ ਕਰਨ ਦੀ, ਉੱਥੇ 2-3 ਚੀਜ਼ਾਂ ਹੋ ਰਹੀਆਂ, ਜਾਂ ਤਾਂ ਵਕੀਲ ਨੂੰ ਪਤਾ ਨਹੀਂ, ਜਾਂ ਪ੍ਰਪੇਅਰਡ ਹੋ ਕੇ ਨਹੀਂ ਗਿਆ, ਜਾਂ ਉਹਨੇ ਆਪ ਨਹੀਂ ਪੜ੍ਹੇ ਡਿਸੀਜਨ ਕੀ ਹੈਗੇ ਆ। ਤੇ ਰੀਲੋਕੇਸ਼ਨ ਤੇ ਲੋਕੀ ਜਿਹੜੇ ਡਿਨਾਈ ਹੋ ਕੇ ਕੇਸ ਸਾਰੇ ਉਹੀ ਦੱਸ ਰਹੇ ਕਿ ਭਾਜੀ ਫਿਰ ਉਹਨਾਂ ਨੇ ਇੱਦਾਂ ਪੁੱਛਿਆ, ਫਿਰ ਵਕੀਲ ਨੇ ਪੁੱਛਿਆ, ਉਹ ਕਹਿੰਦਾ ਜੀ ਮੈਂ ਤਾਂ ਹੋਰ ਕੁਛ ਇਹਦੇ ਵਿੱਚ ਕਹਿ ਨਹੀਂ ਸਕਦਾ, ਤਾਂ ਫਿਰ ਭਾਜੀ ਉਹਨੇ ਮੇਰਾ ਕੇਸ ਜਿਹੜਾ ਸੀਗਾ ਡਿਨਾਈ ਕਰ ਦਿੱਤਾ ਹੈ ਨਾ। ਸੋ ਡਿਨਾਈ ਇਸ ਲਈ ਕੀਤਾ ਕਿਉਂਕਿ ਜਿਹੜਾ ਬਰਡਨ ਸੀਗਾ ਉਹ ਵਾਪਸ ਤੁਹਾਡੇ ਵੱਲ ਸ਼ਿਫਟ ਹੋਇਆ, ਕਿਉਂਕਿ ਉਹ ਕਹਿੰਦਾ ਕਿ ਪਾਰਟੀ ਬੂਟੀ ਆਪਾਂ ਸਰਕਾਰ ਨਹੀਂ ਮੰਨਦੇ ਉਹਨਾਂ ਨੂੰ, ਉਹ ਆਪਣੀ ਅਫੀਸ਼ੀਅਲ ਕਪੈਸਿਟੀ ਦੇ ਵਿੱਚ ਐਕਟ ਨਹੀਂ ਕਰਦੇ ਪਏ ਸੀ, ਨਾ ਹੀ ਉਹ ਸਰਕਾਰ ਦੇ ਪੇਰੋਲ ਤੇ ਸੀਗੇ। ਇਸ ਲਈ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ, ਤੁਸੀਂ ਸ਼ੋਅ ਕਰੋ। ਸੋ ਜਿਹੜਾ ਸਿੰਘ ਵਰਸਸ ਗਾਰਲੈਂਡ ਜਿਹੜਾ ਸੀਗਾ, ਇਹ ਰੀਲੋਕੇਸ਼ਨ ਫੀਜ਼ੀਬਿਲਿਟੀ ਆਪਾਂ ਉਹ ਵੀ ਡਿਸਕਸ ਕਰੀਏ। ਸੋ
ਸਰਕਾਰੀ ਵਕੀਲ ਤੇਜ ਮਿਲ ਗਿਆ ਹਨਾ, ਉਹਨੇ ਸਾਰੀਆਂ ਰਿਪੋਰਟਾਂ ਦਿੱਤੀਆਂ, ਅੱਗੇ ਹੋਰ ਆ ਗਿਆ, ਉਹ ਕਹਿੰਦਾ ਕਿ ਉਹਨੇ ਬੀਜੇਪੀ ਦੇ ਅਕਾਲੀ ਦਾ ਗੱਠਜੋੜ ਕਦੋਂ ਟੁੱਟਿਆ, ਕਿਹੜੀ ਉਹਦੀ ਟਾਈਮਲਾਈਨ ਸੀਗੀ, ਉਹ ਸਾਰਾ ਦੱਸਤਾ ਬਿਲਕੁਲ ਡਿਟੇਲ ਦੇ ਵਿੱਚ ਕਿ ਇਹ ਪਾਰਟੀਆਂ ਦਾ ਆਪਸ 'ਚ ਕਿੰਨਾ ਕੁ ਤਾਲਮੇਲ ਹੈਗਾ, ਉਹ ਸਾਰਾ ਉਹਨੇ ਲੇ ਡਾਊਨ ਕਰਤਾ। ਤੇ ਕੋਰਟ ਨੇ ਇਹ ਵੀ ਨੋਟ ਕਰ ਲਿਆ ਕਿ ਇਹ ਪਾਰਟੀਆਂ ਦਾ ਹੁਣ ਆਪਸ 'ਚ ਕੋਈ ਤਾਲਮੇਲ ਨਹੀਂ ਹੈਗਾ, ਅਕਾਲੀ ਦਲ ਪਾਵਰ ਲੂਜ਼ ਕਰ ਰਿਹਾ, ਬੀਜੇਪੀ ਨੂੰ ਕੋਈ ਲੈਣਾ ਦੇਣਾ ਨਹੀਂ, ਉਹ ਇੰਡੀਪੈਂਡੈਂਟ ਇਲੈਕਸ਼ਨ ਆਪਣੀ ਖੜੀ ਕਰਨਾ ਚਾਹੁੰਦੇ ਆ। ਤੇ ਸਾਰਾ ਜਿਹੜਾ ਆਮ ਆਦਮੀ ਪਾਰਟੀ ਜਿਹੜੀ ਆਈ, ਸਾਰਾ ਹੁਣ ਉਹਨਾਂ ਕੋਲ ਸਾਰਾ ਜਿਹੜਾ ਪੋਲੀਟੀਕਲ ਸੀਨ ਆ ਉਹ ਆ ਗਿਆ। ਤੇ ਹੁਣ ਗੱਲ ਉਹ ਆ ਗਈ ਕਿ ਜਿਹੜੇ ਪੈਰਾਲੀਗਲ ਆ ਉਹ ਫਸੇ ਹੋਏ ਆ ਪੁਰਾਣੇ 1980-90 ਵਾਲੀਆਂ ਜਿਹੜੀਆਂ ਅਸਾਈਲਮ ਦੀ ਕਹਾਣੀਆਂ ਦੇ ਵਿੱਚ। ਜਿਹੜੇ ਵਕੀਲ ਆ ਗੋਰੇ ਕਈ, ਉਹਨਾਂ ਨੇ ਹਰੇਕ ਕੰਟਰੀ ਦਾ ਕੇਸ ਕਰਨਾ, ਉਹਨਾਂ ਨੂੰ ਕੀ ਲੈਣਾ ਦੇਣਾ ਕਿ ਆਮ ਆਦਮੀ ਪਾਰਟੀ ਆ ਜਾਂ ਕੌਣ ਆ ਜਾਂ ਕਿੱਦਾਂ ਵਾ। ਤੇ ਸਰਕਾਰੀ ਵਕੀਲ ਮਾੜਾ ਜਿਹਾ ਵੀ ਤੇਜ਼ ਆ ਗਿਆ, ਉਹਨੇ ਸਾਰਾ ਲਿਆ ਕੇ ਸਾਹਮਣੇ ਰੱਖ ਦੇਣਾ ਕਿ ਆਹ ਸੀਨ ਚੱਲ ਰਿਹਾ, ਹੁਣ ਇਹਨੂੰ ਚੈਲੰਜ ਕਰੋ ਰੀਲੋਕੇਸ਼ਨ ਨੂੰ। ਤੇ ਉਹ ਚੈਲੰਜ ਕਰਨਾ ਜਿਹੜਾ ਉਹ ਲੋਕਾਂ ਲਈ ਔਖਾ ਹੋ ਰਿਹਾ। ਕਿਉਂ ਔਖਾ ਹੋ ਰਿਹਾ? ਕਿਉਂਕਿ ਤੁਹਾਨੂੰ ਇਹਦੇ ਲਈ ਪੂਰਾ ਡੇ ਟੂ ਡੇ ਕਰੰਟ ਇਵੈਂਟ ਦਿੱਲੀ ਦੇ ਵਿੱਚ ਜਿੱਦਾਂ ਸੀਗਾ, ਚੱਲ ਠੀਕ ਆ, ਉਹ ਕਹੂਗਾ ਕਿ ਨਹੀਂ ਇਹ ਰੇਪ ਹੋਇਆ, ਫਿਰ ਵਕੀਲ ਨੂੰ ਆਰਗੂ ਕਰਨਾ ਮੈਂ ਚੱਲ ਠੀਕ ਆ ਜੇ ਰੇਪ ਹੋਇਆ, ਪਰ ਬਾਲ ਕਿਉਂ ਕੱਟੇ, ਉਹਦੀ ਕੀ ਸਿਗਨੀਫਿਕੈਂਸ ਆ। ਸੋ ਇਹ ਹੈਗਾ ਕਿ ਤੁਹਾਨੂੰ ਹਰੇਕ ਚੀਜ਼ ਜਿਹੜੀ ਛੋਟੀ ਰੀਲੋਕੇਸ਼ਨ ਦੀ ਹਰੇਕ ਸਟੇਟ ਤੋਂ ਜਿਹੜੀ ਆ ਉਹ ਪਹਿਲੀ ਗੱਲ ਆ ਕਵਰ ਕਰਨੀ ਪਊਗੀ। ਇਹਦੇ ਵਿੱਚ ਹੁਣ ਸੈਕੰਡ ਸਰਕਟ ਕਹਿੰਦਾ ਕਿ ਜਗਦੀਪ ਸਿੰਘ ਜਿਹੜਾ ਸੀਗਾ ਉਹਨੇ ਇਹ ਨਹੀਂ ਕਿਹਾ ਕਿ ਪੁਲਿਸ ਉਹਨੂੰ ਟਾਰਗੇਟ ਕਰਦੀ ਹੈ, ਉਹਨੇ ਸਿਰਫ ਰਾਈਵਲ ਪੋਲੀਟੀਕਲ ਪਾਰਟੀ ਦਾ ਕਿਹਾ ਤੇ ਉਹਨੇ ਸਿਰਫ ਇਹ ਕਿਹਾ ਕਿ ਪੁਲਿਸ ਉਹਦੀ ਹੈਲਪ ਨਹੀਂ ਕਰਨਾ ਚਾਹੁੰਦੀ। ਸੋ ਇਸ ਲਈ ਕਿਤੋਂ ਵੀ ਇਹ ਸਾਬਿਤ ਨਹੀਂ ਹੁੰਦਾ ਕਿ ਸਰਕਾਰ ਇਹਦੇ ਮਗਰ ਆ। ਤੇ ਉਹਨਾਂ ਨੇ ਸਪੈਸ਼ਲੀ ਮੈਂਸ਼ਨ ਕੀਤਾ ਕਿ ਆਪਾਂ 9th ਸਰਕਟ ਦਾ ਜਿਹੜਾ ਸਿੰਘ ਵਰਸਸ ਵਿਟੇਕਰ ਆ ਉਹਨੂੰ ਆਪਾਂ ਰਿਜੈਕਟ ਕਰਦੇ ਹਾਂ। 9th ਸਰਕਟ ਦੇ ਵਿੱਚ ਇਹ ਕਿਹਾ ਕਿ ਜਿਹੜੇ ਪੋਲੀਟੀਕਲ ਪਾਰਟੀ ਦੇ ਬੰਦੇ ਆ ਉਹ ਸਰਕਾਰ ਆ, ਜਿਹੜਾ ਸੈਕੰਡ ਸਰਕਟ ਕਹਿੰਦਾ ਕਿ ਉਹ ਸਰਕਾਰ ਨਹੀਂ ਆ। ਸੋ ਦੋ ਕੋਰਟਾਂ ਨੇ ਇੱਕ ਡਿਫਰੈਂਟ ਅਪਰੋਚ ਲੈ ਲਈ ਕਿ ਉਹੀ ਜਿਹੜਾ 9th ਸਰਕਟ ਚੋਂ ਕਹਿੰਦੀ ਹੈ ਕਿ ਤੁਹਾਨੂੰ ਸਰਕਾਰ ਨੇ ਤੰਗ ਕੀਤਾ, ਤੇ ਉਹੀ ਸੈਕੰਡ ਸਰਕਟ ਕਹਿੰਦਾ ਕਿ ਤੁਹਾਨੂੰ ਸਰਕਾਰ ਨੇ ਤੰਗ ਨਹੀਂ ਕੀਤਾ। ਤੇ ਸੈਕੰਡ ਸਰਕਟ ਕਹਿੰਦਾ ਕਿ ਜਿਹੜਾ ਰੂਲਿੰਗ ਪਾਰਟੀ ਦੇ ਬੰਦੇ ਆ ਉਹਨੂੰ ਆਪਾਂ ਸਰਕਾਰ ਨਹੀਂ ਮੰਨਦੇ। ਇਹ ਸਰਕਮਸਟੈਂਸ ਤੇ ਡਿਪੈਂਡ ਕਰਦਾ ਪਰਟੀਕੂਲਰ ਕੇਸ ਦੇ। ਸੋ ਹੁਣ ਤੁਹਾਨੂੰ ਸੈਕੰਡ ਸਰਕਟ ਦੇ ਵਿੱਚ ਜਿੱਤਣ ਲਈ ਜਿਹੜਾ ਆਪਣਾ ਕੇਸ ਆ ਉਹਨੂੰ ਜਗਦੀਪ ਸਿੰਘ ਦੇ ਕੇਸ ਨਾਲੋਂ ਡਿਸਟਿੰਗੁਇਸ਼ ਕਰਨਾ ਪੈਣਾ। ਤੁਹਾਨੂੰ ਇਹ ਦੱਸਣਾ ਪੈਣਾ ਕਿ ਤੁਹਾਡਾ ਕੇਸ ਇਸ ਕੇਸ ਨਾਲੋਂ ਕਿੱਦਾਂ ਅਲੱਗ ਹੈਗਾ, ਕੀ ਗਤੀਵਿਧੀਆਂ ਕਰਦੇ ਸੀ, ਕੀ ਪ੍ਰੋਬਲਮ ਆਈਆਂ, ਤੁਹਾਨੂੰ ਨੌਲੇਜ ਕਿੰਨੀ ਆ, ਏਰੀਆ 'ਚ ਕਰਦੇ ਸੀ, ਏਰੀਆ ਤੋਂ ਬਾਹਰ ਕਰਦੇ ਸੀਗੇ, ਕਿਸ ਲੈਵਲ ਤੇ ਉਹ ਕਰਦੇ ਸੀਗੇ, ਤੇ ਕੰਟਰੀ ਕੰਡੀਸ਼ਨ ਜਿਹੜੀ ਰਿਪੋਰਟ ਆ ਤੁਹਾਨੂੰ ਉਹ ਪੁਆਇੰਟ ਤੇ ਰੱਖਣੀਆਂ ਪਊਗੀਆਂ। ਸੋ ਅੱਗੇ ਚੱਲਦੇ ਹੋਏ ਉਹ ਕਹਿੰਦੇ ਕਿ ਜਿਹੜਾ ਸਿੰਘ ਨੇ ਆਰਗੂ ਕੀਤਾ ਕਿ ਜੇ ਕਿਤੇ ਹੋਰ ਰੀਲੋਕੇਟ ਕਰਦਾ ਤੇ ਉੱਥੇ ਕਰਪਸ਼ਨ ਬਹੁਤ ਆ। ਇਹਨੇ ਰਿਪੋਰਟ ਪੇਸ਼ ਕੀਤੀ ਕਿ ਕਹਿੰਦੀ ਨਾ ਧੱਕਾ ਹੁੰਦਾ, ਸੋਸ਼ਲ ਮੀਡੀਆ ਤੇ ਪੋਸਟ ਨਹੀਂ ਕਰ ਸਕਦਾ, ਡਿਸਕ੍ਰਿਮੀਨੇਸ਼ਨ ਹੁੰਦੀ ਆ, ਕਾਸਟ ਦੇ ਬੇਸ ਤੇ ਡਿਟੈਂਸ਼ਨ ਕੀਤੀ ਜਾਂਦੀ, ਟੌਰਚਰ ਕੀਤਾ ਜਾਂਦਾ, ਤੇ ਸਹੀ ਤਰੀਕੇ ਫਾਲਸ ਚਾਰਜ ਜਿਹੜੇ ਪਾ ਦਿੱਤੇ ਜਾਂਦੇ ਆ। ਉਹ ਕਹਿੰਦਾ ਕਿ ਇਹ ਸਾਰਾ ਕੁਝ ਆਪਾਂ ਜੇ ਮੰਨ ਵੀ ਲਈਏ, ਪਰ ਇਤੋਂ ਤੂੰ ਇਹ ਨਹੀਂ ਸ਼ੋਅ ਕਰ ਸਕਦਾ ਕਿ ਤੂੰ ਕਿਸੇ ਵੀ ਜਗ੍ਹਾ ਹੋਰ ਜਾ ਕੇ ਨਹੀਂ ਰਹਿ ਸਕਦਾ। ਬਰਡਨ ਤੇਰੇ ਵੱਲ ਹੀ ਆਇਆ, ਤੂੰ ਜਨਰਲ ਐਵੀਡੈਂਸ ਦੇ ਰਿਹਾ, ਤੂੰ ਸਪੈਸ਼ਲੀ ਨਹੀਂ ਸ਼ੋਅ ਕਰ ਪਾ ਰਿਹਾ ਕਿ ਤੂੰ ਕਿਤੇ ਵੀ ਜਾ ਕੇ ਨਹੀਂ ਰਹਿ ਸਕਦਾ ਹੈਗਾ। ਤੇ ਫਿਰ ਸਿੰਘ ਹੁਣ ਇਹਦੇ ਵਿੱਚ ਪਹਿਲੀ ਗਰਾਊਂਡ ਤੇ ਹਾਰ ਗਿਆ, ਸੇਫ ਵਾਲੇ ਪੁਆਇੰਟ ਤੇ ਹਾਰ ਗਿਆ। ਸੈਕੰਡ 9th ਸਰਕਟ ਵਾਲਾ ਵੀ ਜਿਹੜਾ ਸੇਫਟੀ ਵਾਲੇ ਪੁਆਇੰਟ ਤੇ ਸੀਗਾ ਹਾਰ ਗਿਆ। ਸੋ ਸੇਫਟੀ ਵਾਲਾ ਪੁਆਇੰਟ ਜਿਹੜਾ ਆਰਗੂ ਕਰਨਾ ਮੁਸ਼ਕਿਲ ਆ। ਤੇ ਰੀਜ਼ਨੇਬਲਨੈਸ ਦੇ ਵਿੱਚ ਜਿਹੜਾ ਸੀਗਾ ਸੈਕੰਡ ਸਰਕਟ ਵਾਲਾ 9th ਸਰਕਟ ਵਾਲਾ ਜਿੱਤ ਗਿਆ ਸੀਗਾ। ਰੀਜ਼ਨੇਬਲਨੈਸ ਦੇ ਵਿੱਚ ਹੁਣ ਇਹਨੇ ਕੀ ਕੀਤਾ, ਇਹ ਕਹਿੰਦਾ ਕਿ ਮੈਨੂੰ ਕੰਮ ਲੱਭਣ 'ਚ ਸਾਰੀ ਜਿਹੜੀ ਪ੍ਰੋਬਲਮ ਹੋਣੀ ਆ ਤੇ ਮੈਂ ਕੰਮ ਨਹੀਂ ਕਰ ਪਾਊਂਗਾ, ਤੇ ਮੈਨੂੰ ਉਹ ਫੜ ਲੂਗੇ, ਲੱਭ ਲੂਗੇ। ਤੇ ਮੈਂ ਇੱਕ ਸਿੱਖ ਫਾਰਮਰ ਆ, ਇਹਨੇ ਗੁਜਰਾਤ ਦਾ ਮੈਂਸ਼ਨ ਕੀਤਾ ਕਿ ਮੈਂ ਉੱਥੇ ਜਗ੍ਹਾ ਨਹੀਂ ਖਰੀਦ ਸਕਦਾ, ਸਿੱਖਾਂ ਨੂੰ ਬੜੀ ਪ੍ਰੋਬਲਮ ਆਉਂਦੀ ਆ ਇੰਪਲੋਇਮੈਂਟ ਲੱਭਣ 'ਚ। ਸੋ ਮੈਨੂੰ ਇਹ ਨਹੀਂ ਪਤਾ ਕਿ ਗੁਜਰਾਤ ਦਾ ਸਪੈਸ਼ਲੀ ਕਿਉਂ ਕਿਹਾ ਇਹਨਾਂ ਨੇ, ਕਿ ਮੇ ਬੀ ਬੀਜੇਪੀ ਉੱਥੇ ਦੀ ਸੀ, ਆਈ ਡੋਂਟ ਨੋ ਕਿਉਂ ਕਿਹਾ। ਪਰ ਇਹਨੇ ਮੇਨ ਇਹ ਕਿਹਾ, ਜਿਹੜਾ ਸੈਕੰਡ ਸਰਕਟ ਸੀ ਉਹਨੇ ਆਰਗੂ ਕਿਹਾ, ਉਹਨੇ ਸਿੱਧੇ ਇਹ ਆਰਗੂ ਕੀਤਾ ਕਿ ਜੇ ਤੂੰ ਆਪਣੀ ਕੰਟਰੀ ਛੱਡ ਕੇ ਐਡੀ ਦੂਰ ਆ ਸਕਦਾ ਜਹਾਜ਼ਾਂ ਜੁੱਜਾਂ 'ਚ ਬਹਿ ਕੇ, ਇੱਥੇ ਆ ਕੇ ਕੰਸਟਰਕਸ਼ਨ ਦਾ ਕੰਮ ਕਰ ਸਕਦਾ, ਜਿਹੜਾ ਇੱਕ ਟੈਕਨੀਕਲ ਕੰਮ ਆ, ਬਾਕੀ ਲੋਕਾਂ ਨਾਲ ਜਿਹਦੀ ਕੋਲੈਬੋਰੇਸ਼ਨ, ਤੂੰ ਕੰਸਟਰਕਸ਼ਨ ਦਾ ਕੰਮ ਇੱਥੇ ਕਰ ਸਕਦਾ, ਤੂੰ ਇੱਥੇ ਆ ਕੇ ਇੰਗਲਿਸ਼ ਬੋਲ ਸਕਦਾ, ਤੂੰ ਇੱਥੇ ਦੇ ਸਿਸਟਮ ਸਿੱਖ ਸਕਦਾ, ਸੜਕਾਂ ਦਾ ਇਹ ਸਿਸਟਮ ਸਿੱਖ ਸਕਦਾ, ਕੋਰਟ 'ਚ ਆ ਸਕਦਾ, ਵਕੀਲ ਲੱਭ ਸਕਦਾ। ਆਪਾਂ ਤੇਰੀ ਇਹ ਗੱਲ ਨਹੀਂ ਮੰਨ ਸਕਦੇ ਕਿ ਤੂੰ ਕਿਸੇ ਹੋਰ ਸਟੇਟ ਜਾ ਕੇ ਉੱਥੇ ਜੌਬ ਨਹੀਂ ਲੱਭ ਸਕਦਾ। ਜੇ ਤੂੰ ਇੱਥੇ ਆ ਕੇ ਕੰਸਟਰਕਸ਼ਨ ਕਰ ਸਕਦਾ, ਇੰਗਲਿਸ਼ ਸਿੱਖ ਸਕਦਾ, ਤੂੰ ਉੱਥੇ ਜਾ ਕੇ ਵੀ ਲੈਂਗੁਏਜ ਸਿੱਖ ਸਕਦਾ ਵਾ। ਸੋ ਆਪਾਂ ਤੇਰੀ ਉਹ ਵਾਲੀ ਜਿਹੜੀ ਰੀਜ਼ਨੇਬਲਨੈਸ ਵਾਲੀ ਜਿਹੜੀ ਆਰਗੂਮੈਂਟ ਆ ਉਹ ਆਪਾਂ ਡਿਨਾਈ ਕਰਦੇ ਹਾਂ। ਤੇ ਇਹਦੇ ਨਾਲ ਸੈਕੰਡ ਸਰਕਟ ਨੇ ਕਿਹਾ ਕਿ ਆਪਾਂ ਇਹ ਵੀ ਡਿਨਾਈ ਕਰਦੇ ਹਾਂ, ਸਾਨੂੰ ਨਹੀਂ ਲੱਗਦਾ ਕਿ ਸਿੱਖਾਂ ਨਾਲ ਕੋਈ ਧੱਕਾ ਹੁੰਦਾ, ਸਿੱਖ ਹੋਣ ਦੇ ਨਾਤੇ ਜਾਂ ਮਾਨ ਪਾਰਟੀ ਮੈਂਬਰ ਹੋਣ ਦੇ ਨਾਤੇ ਇੱਦਾਂ ਦਾ ਜਿਹੜਾ ਖਤਰਾ ਉਹ ਨੇਸ਼ਨ ਵਾਈਡ ਜਿਹੜਾ ਐਗਜ਼ਿਸਟ ਨਹੀਂ ਕਰਦਾ। ਇਸ ਲਈ ਆਪਾਂ ਜਿਹੜਾ ਤੇਰਾ ਕੇਸ ਆ ਉਹ ਡਿਨਾਈ ਕਰਦੇ ਹਾਂ।
ਤੇ ਇਹਦੇ ਨਾਲ ਆਪਾਂ ਇਹ ਰੂਲਿੰਗ ਦਿੰਦੇ ਆ ਕਿ ਨਿਊਯਾਰਕ ਦੇ ਵਿੱਚ ਜਦੋਂ ਅਨਲੈਸ ਸਰਕਾਰ ਤੁਹਾਡੇ ਨਾਲ ਧੱਕਾ ਨਹੀਂ ਕਰਦੀ ਤਾਂ ਜਿਹੜਾ ਬਰਡਨ ਆ ਉਹ ਤੁਹਾਡੇ ਤੇ ਤੁਹਾਡੇ ਵਕੀਲ ਤੇ ਰਹੂਗਾ ਕਿ ਤੁਸੀਂ ਪ੍ਰੂਵ ਕਰਨਾ ਕੰਟਰੀ ਕੰਡੀਸ਼ਨ ਐਵੀਡੈਂਸ ਰਾਹੀਂ, ਆਪਣੇ ਫੈਕਟਸ ਰਾਹੀਂ ਕਿ ਤੁਹਾਡਾ ਕੇਸ ਜਗਦੀਪ ਦੇ ਕੇਸ ਨਾਲੋਂ ਕਿੱਦਾਂ ਅਲੱਗ ਹੈਗਾ। ਜੇ ਤੁਸੀਂ ਉਹ ਕੇਸ ਨਹੀਂ ਪ੍ਰੂਵ ਕਰ ਪਾਏ ਤਾਂ ਭਾਵੇਂ ਤੁਸੀਂ ਸਹੀ ਵੀ ਬਿਆਨ ਦਿਓ, ਤੁਹਾਡਾ ਜਿਹੜਾ ਕੇਸ ਹੈਗਾ ਉਹ ਡਿਨਾਈ ਕਰ ਦਿੱਤਾ ਜਾਊਗਾ। ਜੀ ਪਾਸਟ ਪ੍ਰੋਸੀਕਿਊਸ਼ਨ ਨੂੰ ਇਹਨਾਂ ਨੇ ਮੰਨ ਲਿਆ ਵੀ ਉਹਦੇ ਨਾਲ ਹੋਇਆ, ਪਰ ਫਿਊਚਰ ਪ੍ਰੋਸੀਕਿਊਸ਼ਨ ਨੂੰ ਸਾਬਤ ਕਰਨ ਦੇ ਵਿੱਚ ਨਾਕਾਮਯਾਬ ਰਹਿਣ ਕਰਕੇ ਇਹ ਜਿਹੜਾ ਇੱਕ ਕੇਸ ਇਸ ਨੇ ਹਾਰਿਆ। ਤੇ ਬਾਕੀਆਂ ਦੇ ਲਈ ਵੀ ਓਬਵੀਅਸਲੀ ਹੁਣ ਜਿਹੜੀ ਮੁਸ਼ਕਲ ਕਿਤੇ ਨਾ ਕਿਤੇ ਜਿਹੜੀ ਉਹ ਬਣੀ ਆ। ਹੁਣ ਵੱਡਾ ਮੁੱਦਾ ਫਿਰ ਜਿਹੜੇ ਵੀ ਕੇਸ ਜਿਹੜੇ ਲੱਗੇ ਹੋਏ ਆ ਜਾਂ ਨਵੇਂ ਆਉਣਗੇ ਜਾਂ ਜਿਨ੍ਹਾਂ ਨੇ ਕਰਨੇ ਆ, ਉਹਨਾਂ ਨੂੰ ਇਹ ਸਾਬਤ ਕਰਨਾ ਪੈਣਾ ਵੀ ਸਾਡਾ ਕੇਸ ਇਸ ਕੇਸ ਦੇ ਨਾਲੋਂ ਕਾਫੀ ਜਿਹੜਾ ਉਹ ਵੱਖਰਾ ਹੋਊਗਾ। ਸੋ ਉਹ ਇੱਕ ਵੱਡਾ ਚੈਲੰਜ ਉਹਨਾਂ ਸਾਰਿਆਂ ਦੇ ਲਈ ਰਹਿਣ ਵਾਲਾ ਹੈ। ਜੀ ਬਿਲਕੁਲ ਜੀ। ਸੋ ਇਹ ਇਹਨਾਂ ਨੇ ਕੈਲੀਫੋਰਨੀਆ ਵਾਲੇ 9th ਸਰਕਟ ਦੇ ਉਸ ਕੇਸ ਦੇ ਫੈਸਲੇ ਨੂੰ ਜਿਹੜਾ ਉਹ ਮੰਨਿਆ ਨਹੀਂ। 2nd ਸਰਕਟ ਵਾਲੇ ਨੇ ਇਹ ਲੈ ਲਿਆ ਕਿ ਬਾਅਦ ਦੇ ਵਿੱਚ ਇਦਾਂ ਤਾਂ ਨਹੀਂ ਹੋ ਸਕਦਾ ਵੀ 9th ਸਰਕਟ ਵਾਲੇ ਕਹਿਣ, ਇੱਧਰ ਦਾ ਸਰਕਾਰੀ ਵਕੀਲ ਵੀ ਕਹੇ ਵੀ ਦੇਖੋ 2nd ਸਰਕਟ ਵਾਲੇ ਤਾਂ ਇਸ ਚੀਜ਼ ਨੂੰ ਸਰਕਾਰ ਜਿਹੜਾ ਉਹ ਨਹੀਂ ਮੰਨਦੇ, ਵੀ ਤੁਸੀਂ ਵੀ ਇਸ ਪਾਸੇ ਵੱਲ ਨੂੰ ਜਿਹੜਾ ਉਹ ਗੌਰ ਕਰੋ ਟੈਕਨੀਕੈਲਿਟੀ ਦੇ ਤੌਰ ਦੇ ਉੱਤੇ ਵੀ ਇੱਧਰ ਵੀ ਇਹ ਜਿਹੜਾ ਨੈਰੋ ਸਟਾਂਸ ਜਿਹੜਾ ਰੀਲੋਕੇਸ਼ਨ ਨੂੰ ਲੈ ਕੇ ਫਿਰ ਇੱਧਰਲੇ ਪਾਸੇ ਵੀ ਕਰ। ਸੋ ਜਿਹੜੇ ਰੀਲੋਕੇਸ਼ਨ ਦੇ ਕੇਸ ਆ ਇਦਾਂ ਨਹੀਂ ਹੈਗਾ ਕਿ ਕੈਲੀਫੋਰਨੀਆ ਦੇ ਵਿੱਚ ਸਾਰੇ ਹੀ ਕੇਸ ਜਿਹੜੇ ਪਾਸ ਹੋ ਜਾਂਦੇ ਆ, ਕੈਲੀਫੋਰਨੀਆ ਰਿਲੈਕਸਡ ਆ, ਪਰ ਕੈਲੀਫੋਰਨੀਆ ਦੇ ਵਿੱਚ ਵੀ ਸਾਡੇ ਕੋਲ ਹੁਣ ਜਿੱਦਾਂ ਕਈ ਕੇਸ ਲੈ ਕੇ ਆਉਂਦੇ ਆ ਕਿ ਰੀਲੋਕੇਸ਼ਨ ਦੇ ਮੁੱਦੇ ਥੱਲੇ ਵਕੀਲ ਪ੍ਰੈਜ਼ੈਂਟ ਵਧੀਆ ਤਰੀਕੇ ਨਾਲ ਨਹੀਂ ਕਰਦੇ। ਸੋ ਸਿੰਘ ਵਰਸਸ ਵਿਟੇਕਰ ਹੋਣ ਦੇ ਬਾਵਜੂਦ ਵੀ ਵਕੀਲ ਇਦਾਂ ਦੇ ਨੇ, ਕਈਆਂ ਨੇ ਉਹ ਪੜ੍ਹਿਆ ਨਹੀਂ ਹੋਣਾ ਡਿਸੀਜਨ ਕਿ ਲਿਖਿਆ ਕੀ ਉਹਦੇ ਵਿੱਚ, ਤੇ ਬਸ ਉਹੀ ਕਾਪੀ ਪੇਸਟ ਵਾਲਾ ਕੰਮ ਕਈਆਂ ਦਾ ਜਿਹੜਾ ਚੱਲ ਰਿਹਾ, ਆਰਗੂਮੈਂਟਸ ਦਾ ਆਧਾਰ ਕਾਰਡ ਪੈਨ ਕਾਰਡ ਵਾਲਾ। ਤੇ ਪ੍ਰੋਬਲਮ ਕੀ ਆ ਕਿ ਆਹੀ ਜਿਹੜੇ ਕੇਸ ਆ ਨਾ ਹੁਣ ਉਹ BIA ਦੇ ਕੋਲ ਜਾ ਰਹੇ ਆ ਤੇ BIA ਵੀ ਡਿਨਾਈ ਕਰ ਰਿਹਾ ਤੇ ਦੁਬਾਰਾ 9th ਸਰਕਟ ਦੇ ਕੋਲ ਜਿਹੜੇ ਕੇਸ ਉਹ ਜਾ ਰਹੇ ਆ ਰੀਲੋਕੇਸ਼ਨ ਦੇ ਮੁੱਦੇ ਤੇ ਹੀ। ਸੋ ਹੁਣ ਇਦਾਂ ਕਿ ਜਿੱਦਣ ਸਰਕਾਰੀ ਵਕੀਲ ਕੋਈ ਉਹਨੂੰ ਤਰਕ ਲੱਭ ਗਿਆ, ਜੋ ਵੀ ਉਹਦਾ ਸੀਗਾ, ਕਿਸੇ ਨੇ ਮੰਨ ਲਓ ਆਮ ਆਦਮੀ ਪਾਰਟੀ ਦੀ ਕਰਤੀ, ਪੋਲੀਟੀਕਲ ਲੈਂਡਸਕੇਪ ਚੇਂਜ ਹੋ ਗਿਆ, ਕੁਛ ਇਦਾਂ ਦਾ ਤਰਕ ਉਹਨੇ ਪਾਤਾ ਕਿ ਹੁਣ ਤਾਂ ਹਾਲਾਤ ਜਿਹੜੇ ਸੀਗੇ ਚੇਂਜ ਹੋ ਗਏ, ਇਹਨੂੰ ਦੁਬਾਰਾ ਰੀਕਨਸੀਡਰ ਕਰਨਾ ਪੈਣਾ, ਤਾਂ ਫਿਰ ਜਿਹੜਾ ਸਿੰਘ ਵਰਸਸ ਵਿਟੇਕਰ ਜਿਹੜਾ ਹੈਗਾ 9th ਸਰਕਟ ਦਾ ਬਿਲਕੁਲ ਉਹ ਚੇਂਜ ਕੀਤਾ ਜਾ ਸਕਦਾ। ਤਾਂ ਸੇਮ ਤਰੀਕੇ ਨਾਲ 2nd ਸਰਕਟ ਦਾ ਮੈਨੂੰ ਅਜੇ ਮੌਕਾ ਨਹੀਂ ਮਿਲਿਆ, ਪਰ ਜੇ ਮੈਂ 2nd ਸਰਕਟ 'ਚ ਮੈਨੂੰ ਮੌਕਾ ਮਿਲਿਆ ਕਦੀ ਰੀਲੋਕੇਸ਼ਨ ਦਾ ਕੇਸ ਆਰਗਿਊ ਕਰਨ ਦਾ ਤੇ ਫੈਕਟ ਪੈਟਰਨ ਸਹੀ ਹੋਇਆ, ਤਾਂ ਉਹੀ ਹੈ ਕਿ ਉਹ ਜਿਹੜਾ ਡੈਫੀਨੇਸ਼ਨ ਜਿਹੜੀ ਘੱਟ ਸੀਗੀ ਉਹਨੂੰ ਵਧਾਈ ਵੀ ਜਾ ਸਕਦੀ ਆ ਜੇ 2nd ਸਰਕਟ 'ਚ ਦੁਬਾਰਾ ਕੋਈ ਕੇਸ ਜਾ ਕੇ ਆਰਗਿਊ ਕਰੇ, ਦੁਬਾਰਾ ਉਹਨਾਂ ਨੂੰ 2nd ਸਰਕਟ ਨੂੰ ਸਮਝਾਵੇ ਤੇ ਜਿਹੜੀ ਸਰਕਾਰ ਦੀ ਜਿਹੜੀ ਡੈਫੀਨੇਸ਼ਨ ਉਹ ਐਕਸਪੈਂਡ ਕੀਤੀ ਜਾ ਸਕਦੀ ਹੈ। ਸੋ ਹਾਂਜੀ, ਤੁਹਾਡਾ ਜਿਹੜਾ ਜਵਾਬ ਹੋਇਆ ਕਿ ਸਿੰਘ ਵਰਸਸ ਵਿਟੇਕਰ ਨੂੰ ਰਿਸਟ੍ਰਿਕਟ ਕੀਤਾ ਜਾ ਸਕਦਾ, ਗਾਰਲੈਂਡ ਨੂੰ ਐਕਸਪੈਂਡ ਕੀਤਾ ਜਾ ਸਕਦਾ। ਜੀ ਸੋ ਲਾਈਕ ਇਟ ਕੁਡ ਗੋ ਐਨੀ ਵੇ, ਡਿਪੈਂਡ ਕਰਦਾ ਵੀ ਕੌਣ ਕਿੱਦਾਂ ਆ। ਇਹ 2nd ਸਰਕਟ ਵਾਲਾ ਸਰਕਾਰੀ ਵਕੀਲ ਤੇ ਖਾਸਾ ਜਿਹੜਾ ਸਤਿਆ ਲੱਗਦਾ ਸੀਗਾ, ਇਹਨੇ ਕਈ ਕੁਛ ਜਿਹੜਾ ਇਸ ਦੇ ਵਿੱਚ ਕੱਢ ਕੇ ਲਿਆਂਦਾ। ਗੁਜਰਾਤ ਵਾਲਾ ਮੁੱਦਾ ਆਈ ਥਿੰਕ ਇਸ ਕੇਸ ਦੇ ਵਿੱਚ ਉਹਨਾਂ ਨੇ ਪਾਇਆ ਸੀਗਾ ਵੀ ਇੱਕ ਟਾਈਮ ਦੇ ਉੱਤੇ ਪੰਜਾਬੀ ਜਿਹੜੇ ਫਾਰਮਰ ਆ ਉਹਨਾਂ ਨੂੰ ਉੱਥੇ ਲੈ ਕੇ ਗਏ ਸੀਗੇ ਤੇ ਬਾਅਦ ਦੇ ਵਿੱਚ ਇਹ ਕਹਿ ਰਹੇ ਆ ਵੀ ਹੁਣ ਉਹ ਆਪਣੀ ਜ਼ਮੀਨ ਦੇ ਉੱਤੇ ਮਾਲਕ ਨਹੀਂ ਹੈਗੇ। ਇਹ ਕਈ ਸਾਲ ਪਹਿਲਾਂ ਇਹ ਮੁੱਦਾ ਜਿਹੜਾ ਆ ਗੁਜਰਾਤ ਦੇ ਵਿੱਚ ਉੱਠਿਆ ਸੀਗਾ ਜਿਹੜੇ ਸਿੱਖ ਫਾਰਮਰਸ ਦਾ, ਸ਼ਾਇਦ ਉਹਨਾਂ ਨੇ ਇਸ ਚੀਜ਼ ਕਰਕੇ ਆਰਗੂਮੈਂਟ ਜਿਹੜਾ ਉਹ ਕੀਤਾ ਹੋਵੇ। ਪਰ ਪ੍ਰੋਬਲਮ ਇਹ ਪੈ ਗਈ ਕਿ 2nd ਸਰਕਟ ਮੋਰੇ ਆਰਗੂਮੈਂਟ ਹੋ ਰਿਹਾ ਤੇ ਹੁਣ ਤੁਸੀਂ ਹਿਮਾਚਲ 'ਚ ਜਾਂ ਗੁਜਰਾਤ 'ਚ ਜਿਹੜੀ ਨਹੀਂ ਉਹ ਕਰ ਸਕਦੇ, ਕੋਰਟ ਨੇ ਇਹੀ ਕਿਹਾ ਕਿ 2 ਸਟੇਟਾਂ ਦਾ ਨਹੀਂ, ਤੁਸੀਂ ਸਾਰੇ ਦੇ ਨੇਸ਼ਨ ਵਾਈਡ ਦਾ ਹੀ ਪ੍ਰੂਵ ਕਰਨਾ ਕਿ ਕਿਤੇ ਵੀ ਜਾ ਕੇ ਨਹੀਂ ਕਰ ਸਕਦਾ, ਕਿਉਂਕਿ ਬਰਡਨ ਜਿਹੜਾ ਤੁਹਾਡੇ ਤੇ ਆ। ਸੋ ਜਿਹੜਾ ਰੀਲੋਕੇਸ਼ਨ ਵਾਲੇ ਕੇਸ ਦੇ ਵਿੱਚ ਉਹਨਾਂ ਨੇ ਸ਼ੁਰੂਆਤ ਦੇ ਵਿੱਚ ਇਹ ਕਿਹਾ ਵੀ ਇਹ ਸਰਕਾਰੀ ਧਿਰਾਂ ਨਹੀਂ ਹਨ। ਸੋ ਉਹ ਚੀਜ਼ ਜਿਹੜੀ ਇੱਕ ਪੋਲੀਟੀਕਲ ਪਾਰਟੀ ਵੀ ਉਸ ਦੇ ਵਿੱਚ ਕਾਈਂਡ ਆਫ ਜਿਹੜੀ ਉਹ ਐਡ ਹੋ ਗਈ ਵੀ ਉਹਨਾਂ ਦੀ ਜਿਹੜੀ ਪ੍ਰੋਸੀਕਿਊਸ਼ਨ ਜੇ ਕੋਈ ਕਰਦਾ ਹੈ ਤੇ ਉਹ ਸਰਕਾਰ ਨਹੀਂ ਹੈਗੀ, ਇਸ ਲਈ ਉਹ ਤੁਹਾਨੂੰ ਜੇ ਕਿਸੇ ਹੋਰ ਪਾਸੇ ਜਾਂਦੇ ਆ ਤਾਂ ਤੁਹਾਨੂੰ ਜਿਹੜਾ ਉਹ ਲੱਭ ਨਹੀਂ ਸਕਦੇ। ਸੋ ਤੁਸੀਂ ਸੇਫਲੀ ਰੀਜ਼ਨੇਬਲੀ ਜਿਹੜਾ ਰੀਲੋਕੇਟ ਕਰ ਸਕਦੇ ਆ। ਸੋ ਪੇਚੀਦੇ ਮਸਲੇ ਹੁੰਦੇ ਆ ਜੀ ਕਈ ਵਾਰੀ ਇੱਦਾਂ ਦੇ, ਟੈਕਨੀਕੈਲਿਟੀ ਦੇ ਉੱਤੇ ਹੀ ਸਾਰਾ ਕੁਛ, ਕੋਰਟ ਦਾ ਸਾਰਾ ਕੰਮ ਟੈਕਨੀਕੈਲਿਟੀ ਦੇ ਉੱਤੇ ਆ। ਤੁਸੀਂ ਜਿਹੜਾ ਤਰਕ ਆ ਕਿਸ ਹਿਸਾਬ ਦੇ ਨਾਲ ਪੇਸ਼ ਕਰਦੇ ਆ, ਕੀ ਲਾਅ ਦੇ ਵਿੱਚ ਲਿਖਿਆ ਆ,
ਉਹਨੂੰ ਕਿਸ ਹਿਸਾਬ ਦੇ ਨਾਲ ਤੁਸੀਂ ਆਪਣੇ ਕੇਸ ਦੇ ਬੈਨੀਫਿਟ ਦੇ ਲਈ ਯੂਜ਼ ਕਰ ਸਕਦੇ ਆ। ਆਈ ਥਿੰਕ ਉਹੀ ਇੱਕ ਸਭ ਤੋਂ ਔਖਾ ਕੰਮ ਆ, ਨਹੀਂ ਤੇ ਜਣਾ ਖਣਾ ਹਰ ਕੋਈ ਜਾਣਾ ਜਿਹੜਾ ਉਹ ਵਕੀਲ ਜਿਹੜਾ ਬਣ ਜਾਵੇ, ਪਰ ਇਸੇ ਚੀਜ਼ ਦਾ ਜਿਹੜਾ ਉਹ ਫਰਕ ਹੁੰਦਾ ਆ ਇੱਕ ਜਿਹੜੇ ਵਕੀਲ ਨੂੰ ਜਿਹੜਾ ਉਹ ਲੈ ਕੇ। ਸੋ ਜ਼ਰੂਰ ਸੋਚਿਓ ਜੇ ਤੁਸੀਂ ਵੀ ਆਪਣੇ ਕੇਸ ਦੇ ਬਾਰੇ ਇਹਨਾਂ ਤੋਂ ਕਰਵਾਉਣਾ ਚਾਹੁੰਦੇ ਆ। ਆਲਦੋ ਉਹਨਾਂ ਨੇ ਕਿਹਾ ਵੀ ਕਾਲ ਵੋਲਿਊਮ ਬਹੁਤ ਆ, ਚਲੋ ਪਰ ਫਿਰ ਵੀ ਜੇ ਤੁਹਾਨੂੰ ਲੱਗਦਾ ਹੈ ਵੀ ਤੁਸੀਂ ਅਟਾਰਨੀ ਟਿਰਕੇਣਾ ਦੇ ਨਾਲ ਕੰਮ ਕਰਨਾ ਚਾਹੁੰਦੇ, ਇਹਨਾਂ ਤੋਂ ਆਪਣੇ ਕੇਸ ਦਾ ਕੰਮ ਕਰਵਾਉਣਾ ਚਾਹੁੰਦੇ ਆ, ਤਾਂ ਤੁਸੀਂ ਇਹਨਾਂ ਦੇ ਆਫਿਸ ਦੇ ਵਿੱਚ ਕਾਲ ਕਰ ਸਕਦੇ ਹੋ 4159090503 415 909 0503। ਸ਼ੁਰੂਆਤ ਦੇ ਵਿੱਚ ਪਹਿਲੇ ਕੇਸ ਦੇ ਵਿੱਚ ਗੱਲ ਕਰ ਰਹੇ ਸੀਗੇ ਲਿਸਟਾਂ ਦੀ। ਸੋ ਕਿਤੇ ਨਾ ਕਿਤੇ ਆਪਾਂ ਨੂੰ ਜਿਹੜੀਆਂ ਸੁਣਨ ਨੂੰ ਮਿਲਦਾ ਰਹਿੰਦਾ ਜੀ ਸਿੱਖਾਂ ਦੀ ਬਲੈਕ ਲਿਸਟ ਬਣਾਈ ਹੋਈ ਆ, ਕਦੀ ਕਹਿੰਦੇ ਵੀ ਰੱਦ ਕਰ ਦਿੱਤੀ ਹੈ, ਕਿੱਦਾਂ ਕੀ ਅਜਿਹੇ ਮਾਮਲੇ ਵੀ ਇਦਾਂ ਦੀਆਂ ਗੱਲਾਂ ਵੀ ਜਿਹੜੇ ਕੇਸ ਦੇ ਫਾਇਦੇ ਨੁਕਸਾਨ ਦੇ ਵਿੱਚ ਜਾ ਸਕਦੀਆਂ? ਕਿਉਂਕਿ ਹੁਣ ਜਿਹੜਾ ਅਦਾਲਤ ਆ ਉਹਨੇ ਸਬੂਤਾਂ ਦੇ ਆਧਾਰ ਤੇ ਚੱਲਣਾ, ਤੇ ਜੇ ਤੁਹਾਡੇ ਕੋਲ ਇਦਾਂ ਦਾ ਸਬੂਤ ਹੈਗਾ, ਕੋਈ ਕ੍ਰੈਡੀਬਲ ਸੋਰਸਿਸ ਤੋਂ ਖਬਰ ਹੈਗੀ ਆ, ਨਿਊਜ਼ ਆਰਟੀਕਲ ਹੈਗਾ, ਤੇ ਬਿਲਕੁਲ ਉਹ ਤੁਹਾਡੇ ਕੇਸ ਜਿਹੜਾ ਯੂਜ਼ ਕੀਤਾ ਜਾ ਸਕਦਾ, ਤੁਸੀਂ ਦੱਸ ਸਕਦੇ ਹੋ। ਤੇ ਉਹ ਜਦੋਂ ਤੁਹਾਨੂੰ ਪੁੱਛਦੇ ਆ ਕਿ ਉਹਨਾਂ ਨੇ ਤੈਨੂੰ ਕਿੱਦਾਂ ਲੱਭਿਆ, ਕਿਉਂ ਤੇਰੇ ਘਰੇ ਆਏ, ਜਦੋਂ ਤੂੰ ਥਾਣੇ ਗਿਆ, ਕੀ ਇਨਫੋਰਮੇਸ਼ਨ ਉਹਨਾਂ ਨੇ ਤੇਰੀ ਲਈ, ਕਿੰਨੀ ਦੇਰ ਉਹਨਾਂ ਨੇ ਤੈਨੂੰ ਰੱਖਿਆ। ਸੋ ਉਹਨਾਂ ਦਾ ਪੁੱਛਣ ਦਾ ਮਕਸਦ ਇਹੀ ਹੁੰਦਾ ਕਿ ਕੀ ਤੇਰੀ ਲਿਸਟ ਤਾਂ ਨਹੀਂ ਬਣਾਈ ਉਹਨਾਂ ਨੇ, ਹਨਾ। ਹੁਣ ਉਹ ਕਹਿੰਦਾ ਨਹੀਂ ਜੀ ਉਹਨੇ ਤਾਂ ਮੈਨੂੰ ਪੁੱਛਿਆ ਨਹੀਂ, ਉਹਨੇ ਤਾਂ ਬਿਠਾਈ ਰੱਖਿਆ, ਪੁੱਛਿਆ ਨਹੀਂ, ਫਿਰ ਮੁੜ ਕੇ ਬਾਹਰ ਆ ਗਏ, ਦਬਕਾ ਜਿਹਾ ਮਾਰਤਾ ਕਿ ਚੱਲ ਤੂੰ ਦੌੜ ਜਾ ਇੱਥੋਂ ਦੀ, ਹਨਾ। ਸੋ ਕਹਿਣ ਦਾ ਮਤਲਬ ਕਿ ਉਹਨਾਂ ਨੇ ਤੇਰੀ ਇਨਫੋਰਮੇਸ਼ਨ ਨਹੀਂ ਲਈ, ਉਹਨਾਂ ਨੇ ਤੇਰੀ ਲਿਸਟਾਂ ਨਹੀਂ ਬਣਾਈਆਂ, ਤੇ ਤੇਰੇ ਅੱਗੇ ਕਈ ਆਏ ਕਈ ਗਏ, ਤੈਨੂੰ ਹੋਰ ਕਿਸੇ ਸਟੇਟ 'ਚ ਕਿਉਂ ਲਾਓਗੇ, ਤੈਨੂੰ ਤਾਂ ਉਹਨੇ ਥਾਣੇ 'ਚ ਉਹਨੇ ਠਾਤਾ। ਸੋ ਜਿਹੜੇ ਕਹਿਣ ਦਾ ਮਤਲਬ ਕਿ ਜਿਹੜੇ ਸਾਰੇ ਜਵਾਬ ਸੋਚ ਸਮਝ ਕੇ ਦੇਣੇ ਆ ਕਿ ਕੀ ਉਹ ਪੁੱਛ ਰਿਹਾ, ਸਵਾਲ ਦਾ ਮਤਲਬ ਕੀ ਹੈਗਾ, ਉਹਨਾਂ ਦਾ ਕੀ ਪੁੱਛਣਾ ਚਾਹੁੰਦੇ ਆ। ਜੀ ਜੀ, ਸੋ ਬਿਲਕੁਲ। ਸੋ ਕਈ ਵਾਰੀ ਆਪਾਂ ਅਟਾਰਨੀ ਟਿਰਕੇਣਾ ਜੀ ਦੇਖਦੇ ਆ ਵੀ ਜਦੋਂ ਕੋਈ ਬੰਦਾ ਅਮਰੀਕਾ ਨੂੰ ਵੀ ਆ ਰਿਹਾ ਹੁੰਦਾ ਜਾਂ ਕੁਛ ਵੀ ਆ, ਉਹਨੂੰ ਕਈ ਵਾਰੀ ਇਮੀਗ੍ਰੇਸ਼ਨ ਵਾਲੇ ਸਵਾਲ ਜਵਾਬ ਜ਼ਿਆਦਾ ਕਰਦੇ ਆ। ਕਈ ਵਾਰੀ ਇਹ ਗੱਲ ਸੁਣਨ ਨੂੰ ਮਿਲਦੀ ਆ ਮੇਰਾ ਨਾਮ ਕਿਤੇ ਮੈਚ ਕਰ ਗਿਆ ਹੋਣਾ ਕਿਸੇ ਉਸ ਬੰਦੇ ਦੇ ਨਾਲ, ਕਿ ਉਹ ਵੀ ਇੱਕ ਆਧਾਰ ਬਣਦਾ ਵੀ ਦੇਖੋ ਵੀ ਇਸ ਕਰਕੇ ਮੈਨੂੰ ਜਿਹੜਾ ਉਹ ਲੱਭ ਰਹੇ ਸੀਗੇ ਜਾਂ ਮੈਨੂੰ ਫੜ ਰਹੇ ਸੀਗੇ, ਜਾਂ ਮੇਰੀ ਅਜੇ ਦੇਖੋ ਅਮਰੀਕਾ ਤੱਕ ਵੀ ਮੈਨੂੰ ਜਿਹੜਾ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ ਦਾ। ਸੋ ਜਿਹੜਾ ਕੇਸ ਹੈਗਾ ਤੁਹਾਡਾ ਡਾਇਰੈਕਟ ਪਾਰਟਿਸਿਪੇਸ਼ਨ ਕਰਕੇ ਵੀ ਲੱਗ ਸਕਦਾ, ਡਾਇਰੈਕਟ ਪੋਲੀਟੀਕਲ ਓਪੀਨੀਅਨ ਕਰਕੇ ਵੀ ਲੱਗ ਸਕਦਾ, ਤੇ ਇੰਪਿਊਟਡ ਪੋਲੀਟੀਕਲ ਓਪੀਨੀਅਨ ਕਰਕੇ ਵੀ ਲੱਗ ਸਕਦਾ। ਇੰਪਿਊਟਡ ਦਾ ਮਤਲਬ ਹੁੰਦਾ ਕਿ ਮੇਰਾ ਆਪਣਾ ਨਹੀਂ ਕੋਈ ਵੀ ਵਿਚਾਰ ਸੀਗਾ, ਪਰ ਮੇ ਵੀ ਮੇਰੇ ਬਾਪੂ ਦਾ ਸੀਗਾ, ਮੇਰੇ ਕਜ਼ਨ ਦਾ ਸੀਗਾ, ਤੇ ਉਹਨਾਂ ਨੂੰ ਲੱਗਦਾ ਕਿ ਮੇਰਾ ਵੀ ਹੈਗਾ, ਪਰ ਮੇਰਾ ਸੀਗਾ ਨਹੀਂ, ਪਰ ਉਹਨਾਂ ਨੂੰ ਲੱਗਦਾ ਕਿ ਇਦਾਂ ਹੈਗਾ। ਸੋ ਇਹ ਮੈਟਰ ਨਹੀਂ ਕਰਦਾ ਕਿ ਮੈਂ ਐਕਚੁਅਲੀ ਇਹਦੇ ਵਿੱਚ ਖਾਲਿਸਤਾਨੀ ਹੈਗਾ ਕਿ ਨਹੀਂ ਹੈਗਾ, ਪਰ ਉਹਨਾਂ ਨੂੰ ਇਸ ਚੀਜ਼ਾਂ ਕਰਕੇ ਲੱਗਦਾ ਸੀਗਾ ਕਿ ਮੈਂ ਹੈਗਾ, ਤਾਂ ਕਰਕੇ ਮੈਨੂੰ ਟੰਗਦੇ ਸੀਗੇ। ਸੋ ਇਹਨੂੰ ਕਹਿੰਦੇ ਆ ਇੰਪਿਊਟਡ ਪੋਲੀਟੀਕਲ ਓਪੀਨੀਅਨ, ਉਦਾਹਰਨ ਦੇ ਰਿਹਾ। ਤੇ ਬਿਲਕੁਲ ਜੋ ਵੀ ਤੁਹਾਡੇ ਫੈਕਟਸ ਆ ਦੱਸ ਸਕਦੇ ਹੋ, ਪਰ ਇਦਾਂ ਕਿ ਜੈਨੂਇਨ ਤੁਹਾਡੇ ਫੈਕਟਸ ਹੋਣੇ ਚਾਹੀਦੇ ਨੇ। ਤੇ ਦੂਜੀ ਚੀਜ਼ ਆ ਜਾਂਦੀ ਹੈ ਕਿ ਪਲੋਜ਼ੀਬਿਲਿਟੀ, ਕਿ ਰੀਜ਼ਨੇਬਲ ਫੈਕਟ ਹੋਣੇ ਚਾਹੀਦੇ, ਪਲੋਜ਼ੀਬਲ ਫੈਕਟ ਹੋਣੇ ਚਾਹੀਦੇ, ਇਦਾਂ ਦੇ ਹੋਣੇ ਚਾਹੀਦੇ ਕਿ ਜਿਹੜਾ ਬਿਲੀਵ ਕਰ ਸਕੇ। ਕੋਈ ਫਿਲਮੀ ਕਹਾਣੀ ਨਹੀਂ ਚੱਲ ਰਹੀ, ਕੋਈ ਕੁਛ ਨਹੀਂ ਚੱਲ ਰਿਹਾ, ਕੋਈ ਇਦਾਂ ਦਾ ਸੀਨ ਨਹੀਂ ਹੈਗਾ ਕਿ ਤੁਹਾਨੂੰ ਇਟਲੀ 'ਚ ਆ ਕੇ ਪੋਰਚੁਗਲ 'ਚ ਆ ਕੇ ਫੜ ਲੈਣਾ। ਇੰਨੇ ਵੀ ਵੱਡੇ ਕੋਈ ਲੈਵਲ ਦਾ ਬੰਦਾ ਕ੍ਰਿਮੀਨਲ ਨਹੀਂ ਹੁੰਦਾ ਕਿ ਦੂਜੀ ਕੰਟਰੀਆਂ ਦੇ ਵਿੱਚ ਕਿਸੇ ਦੀ ਜਿਹੜੀ ਆ ਉਹ ਰੀਚ ਉਹ ਹੁੰਦੀ ਆ। ਤੇ ਜਿਹੜੀ ਵੀ ਤੁਸੀਂ ਚੀਜ਼ ਦੱਸਣੀ ਆ, ਤੁਹਾਡੇ ਕੋਲ ਕੋਸ਼ਿਸ਼ ਇਹ ਹੋਣੀ ਚਾਹੀਦੀ ਕਿ ਹਰੇਕ ਚੀਜ਼ ਦਾ ਜਿਹੜਾ ਪ੍ਰੂਫ ਉਹ ਜਿਹੜਾ ਹੋਣਾ ਚਾਹੀਦਾ, ਠੀਕ ਹੈ। ਤੇ ਜਦੋਂ ਉਹ ਬੇਸਿਕ ਸਵਾਲ ਪੁੱਛਦੇ, ਅੱਛਾ ਤੋੜ ਭੰਨ ਹੋਈ ਸੀ, ਤੂੰ ਫੋਟੋ ਲਈ ਸੀਗੀ, ਨਹੀਂ ਲਈ, ਕਿਉਂ ਨਹੀਂ ਲਈ, ਤੇਰੇ ਕੋਲ ਕੈਮਰਾ ਫੋਨ ਹੈਗਾ, ਫਿਰ ਕਿਉਂ ਨਹੀਂ ਲਈ ਫੋਟੋ, ਹਨਾ, ਤੇ ਸਬੂਤ ਕਿਉਂ ਨਹੀਂ ਦਿੱਤਾ, ਤੇ ਅੱਛਾ ਡਾਕਟਰ ਦੇ ਗਿਆ ਸੀਗਾ, ਕਿੰਨੀ ਦੇਰ ਰੁਕਿਆ ਸੀਗਾ, ਕਿਹੜੀ ਦਵਾਈ ਦਿੱਤੀ ਉਹਨੇ ਤੈਨੂੰ, ਅੱਛਾ ਆ ਤੇਰੀ ਇਹਦੇ ਵਿੱਚ ਤਾਂ ਲਿਖਿਆ ਹੋਇਆ ਕਿ ਤੇਰੇ ਇੰਜੈਕਸ਼ਨ ਲਾਇਆ, ਤੂੰ ਤਾਂ ਕਹਿੰਦਾ ਨਹੀਂ ਲਾਇਆ। ਸੋ ਇਦਾਂ ਦੇ ਕਾਫੀ ਜਿਹੜਾ ਛੋਟੀ ਜਿਹੜੀ ਡਿਟੇਲ ਆ ਕੇਸ ਦੀ, ਹਰੇਕ ਚੀਜ਼ ਜਿਹੜੀ ਤੁਹਾਨੂੰ ਆ ਪੂਰੀ ਤੁਹਾਨੂੰ ਤਿਆਰੀ ਹੋਣੀ ਚਾਹੀਦੀ, ਪੂਰਾ ਤੁਸੀਂ ਕੱਲੇ ਐਫੀਡੇਵਿਟ ਪੜ੍ਹੇ ਹੋਣੇ ਚਾਹੀਦੇ ਹੋ, ਕੱਲਾ ਆਪਣਾ ਜਿਹੜਾ ਡਾਕੂਮੈਂਟ ਉਹ ਚੈੱਕ ਕੀਤਾ ਹੋਣਾ ਚਾਹੀਦਾ। ਤੇ ਲੋਕੀ ਜ਼ਿਆਦਾਤਰ ਇੱਥੇ ਵੀ ਮਰਦੇ ਆ ਕਿ ਇੰਡੀਆ ਵਾਲੇ ਨੇ ਐਫੀਡੇਵਿਟ ਗਲਤ ਬਣਾਤਾ, ਜਿਹੜਾ ਕਿ ਬਹੁਤ ਕਾਮਨ ਜਿਹੜੀ ਚੀਜ਼ ਆ। ਡਾਕਟਰ ਨੇ ਜਿਹੜੀ ਲੈਟਰ ਗਲਤ ਬਣਾਤੀ, ਡਾਕਟਰ ਦਾ ਲੈਟਰ ਹੈਡ ਤੇ ਕੁਛ ਲਿਖਿਆ, ਸਿਗਨੇਚਰ ਕਿਸੇ ਦੇ ਕੀਤੇ ਆ। ਜਦੋਂ ਤੋਂ ਪੁੱਛਿਆ ਗਿਆ ਕਿ ਅੱਛਾ ਡਾਕਟਰ ਨੇ ਹੁਣ ਕਿਉਂ ਤੈਨੂੰ ਲੈਟਰ ਬਣਾ ਕੇ ਦਿੱਤੀ, ਉਹਦਾ ਨਹੀਂ ਬੰਦਾ ਜਵਾਬ ਦਿੰਦਾ। ਫਿਰ ਜੇ ਉਹ ਪੁੱਛਦਾ ਕਿ ਤੈਨੂੰ ਡਾਕਟਰ ਨੇ ਪਹਿਲਾਂ ਕਿਉਂ ਲੈਟਰ ਬਣਾ ਕੇ ਦਿੱਤੀ ਸੀਗੀ, ਉਦੋਂ ਤੇਰਾ ਮਕਸਦ ਕੀ ਸੀਗਾ ਲੈਟਰ ਲੈਣ ਦਾ, ਉਹਦਾ ਨਹੀਂ ਬੰਦਾ ਜਵਾਬ ਦੇ ਸਕਦਾ। ਸੋ ਕਹਿਣ ਦਾ ਮਤਲਬ ਹੈ ਕਿ ਜੋ ਵੀ ਤੁਸੀਂ ਪੇਸ਼ ਕੀਤਾ ਉਹਦੇ ਰਿਲੇਟਿਡ ਤੁਹਾਡੇ ਕੋਲ ਸਵਾਲ ਪੁੱਛਿਆ ਕਿ ਇਹ ਕਿਉਂ ਬਣਿਆ, ਡਾਕੂਮੈਂਟ ਕਿੱਦਾਂ ਬਣਿਆ, ਤੁਹਾਨੂੰ ਜਿਹੜੀ ਹਰੇਕ ਚੀਜ਼ ਆ ਆਪਣੀ ਤੁਹਾਨੂੰ ਜਵਾਬ ਦੇਣਾ ਪੈਣਾ।
ਤੇ ਹਰੇਕ ਚੀਜ਼ ਜਿਹੜੀ ਹੈਗੀ ਆ ਤੁਹਾਨੂੰ ਆਪਣੇ ਵਕੀਲ ਨਾਲ ਗੋ ਥਰੂ ਹੋਣੀ ਪੈਣੀ ਕਿ ਪੂਰਾ ਐਵੀਡੈਂਸ ਜਿਹੜਾ ਹੈਗਾ, ਸਿਰਫ ਇਹ ਨਹੀਂ ਕਿ ਮੇਰੇ ਬਿਆਨਾਂ ਦੀ ਤਿਆਰੀ ਕਰਾ ਦਿਓ ਤੇ ਚਲੋ ਜੱਜ ਮੂਹਰੇ ਜਾ ਕੇ ਦੇਖੀਏ ਕੀ ਹੋਣਾ। ਜੀ ਜੀ ਬਿਲਕੁਲ। ਸੋ ਸੋਤਿਓ ਅੱਜ ਦੇ ਜਿਹੜੇ ਟੌਪਿਕ ਦੇ ਵਿੱਚ ਆਪਣੀ ਗੱਲਬਾਤ ਜਿਹੜੀ ਉਹ ਹੋਈ ਆ ਰੀਲੋਕੇਸ਼ਨ ਦੇ ਦੋ ਜਿਹੜੇ ਕੇਸ, 9th ਸਰਕਟ ਦਾ ਜਿਹੜਾ ਕੈਲੀਫੋਰਨੀਆ ਦੇ ਵਿੱਚ ਤੇ ਜਿਹੜਾ 2nd ਸਰਕਟ ਦਾ ਨਿਊਯਾਰਕ ਦੇ ਵਿੱਚ, ਵੀ ਇੱਕ ਪਾਸੇ ਥੋੜਾ ਬ੍ਰੌਡ ਮਾਈਂਡਡ, ਇੱਕ ਪਾਸੇ ਥੋੜਾ ਨੈਰੋ ਜਿਹੜਾ ਆ ਉਹ ਡਿਸੀਜਨ ਜਿਹੜੇ ਉਹ ਆਪਾਂ ਨੂੰ ਦੇਖਣ ਨੂੰ ਮਿਲੇ ਆ। ਕਿਸ ਤਰੀਕੇ ਦੇ ਨਾਲ ਕਿੱਥੇ ਤੁਹਾਡਾ ਕੇਸ ਆ, ਕਿਵੇਂ ਆ, ਉਸ ਦਾ ਕਿੰਨਾ ਜਿਹੜਾ ਉਹ ਅਸਰ ਪੈ ਸਕਦਾ ਆ, ਤੇ ਇਹ ਆ ਵੀ ਕਿੱਦਾਂ ਪੇਸ਼ ਕੀਤਾ ਜਾਂਦਾ ਹੈ, ਕਿਵੇਂ ਜਿਹੜਾ ਉਹ ਹੁੰਦਾ ਆ, ਉਹ ਚੀਜ਼ਾਂ ਕਿੰਨੀਆਂ ਜ਼ਿਆਦਾ ਜਿਹੜੀਆਂ ਉਹ ਮੈਟਰ ਕਰਦੀਆਂ ਆ। ਸੋ ਫੁੱਲੀ ਪ੍ਰਿਪੇਅਰਡ ਹੋ ਕੇ, ਇਹ ਨਹੀਂ ਆ ਵੀ ਜੋ ਮਨ ਚ ਆਇਆ ਉਹ ਜਵਾਬ ਜਿਹੜਾ ਹੈ ਉਹ ਉੱਥੇ ਮੌਕੇ ਦੇ ਉੱਤੇ ਜਾ ਕੇ ਤੁਸੀਂ ਦੇਈ ਜਾਓ। ਤੁਸੀਂ ਆਪਣੇ ਪੂਰਾ ਫੈਕਟ ਪੈਟਰਨ ਜਿਹੜਾ ਉਹ ਯਾਦ ਕਰਕੇ ਜਾਓ, ਕਿੱਥੇ ਕੀ ਕੀ ਜਿਹੜਾ ਉਹ ਵਾਪਰਿਆ ਆ। ਐਨੀਥਿੰਗ ਵਿਚ ਕੈਨ ਹੈਲਪ ਯੂਰ ਕੇਸ, ਉਹ ਲੀਵ ਆਊਟ ਨਾ ਕਰੋ, ਉਹਨੂੰ ਕਦੀ ਵੀ ਜਿਹੜਾ ਹੈ ਉਸ ਦੇ ਵਿੱਚੋਂ ਤੁਸੀਂ ਛੱਡੋ ਨਾ। ਸਭ ਤੋਂ ਪਹਿਲਾਂ ਆਪਣੇ ਵਕੀਲ ਦੇ ਨਾਲ ਤੁਸੀਂ ਜ਼ਰੂਰ ਡਿਸਕਸ ਕਰੋ। ਤੇ ਬਾਕੀ ਜਿੱਦਾਂ ਅਟਰਨੀ ਟੇਕਿਆਣਾ ਹੋਣਾ ਨੇ ਦੱਸਿਆ ਹੀ ਆ ਵੀ ਉਹਨਾਂ ਲੋਕਾਂ ਤੋਂ ਜਿਹੜਾ ਬਚੋ ਜਿਹੜੇ ਤੁਹਾਨੂੰ ਕਹਿੰਦੇ ਵੀ ਕਰਾ ਦਾਂਗੇ ਤੇ ਗਾਂਹ ਜਿਹੜਾ ਵਕੀਲ ਉਹਨਾਂ ਨੇ ਕੋਈ ਅਜਿਹਾ ਆ ਜਿਹਨੂੰ ਕੰਟਰੀ ਕੰਡੀਸ਼ਨਸ ਦਾ, ਮੁਲਕ ਦਾ, ਕਲਚਰ ਦਾ ਉਹਨਾਂ ਨੂੰ ਕੁਝ ਪਤਾ ਹੀ ਨਹੀਂ ਆ, ਉਹਦੇ ਨਾਲ ਜਿਹੜਾ ਤੁਹਾਡੇ ਕੇਸ ਦਾ ਨੁਕਸਾਨ ਜਿਹੜਾ ਆ ਉਹ ਡੈਫੀਨੇਟਲੀ ਹੋ ਸਕਦਾ। ਇਹ ਨਹੀਂ ਕਹਿੰਦੇ ਵੀ ਸਾਰਿਆਂ ਦੇ ਹੀ ਜਿਹੜੇ ਨੁਕਸਾਨ ਆ, ਕਈਆਂ ਦਾ ਹੋ ਵੀ ਜਾਂਦਾ ਆ, ਉਹ ਫਿਰ ਗਾਂਹ ਤੋਂ ਗਾਂਹ ਏਦਾਂ ਲੱਗਦਾ ਵੀ ਕਿਤੇ ਸਾਰੇ ਜਿਹੜੇ ਉਹ ਸੌਖੇ ਆ, ਪਰ ਕਈ ਵਾਰੀ ਕੰਮ ਪੁੱਠਾ ਸਿੱਧਾ ਜਿਹੜਾ ਉਸ ਦੇ ਵਿੱਚ ਹੁੰਦਾ, ਗਰਾਰੀ ਕਿਤੇ ਨਾ ਕਿਤੇ ਫਸੀ ਹੁੰਦੀ ਆ। ਸੋ ਉਹਨੂੰ ਕੱਢਣ ਦੇ ਲਈ ਹੀ ਜਿਹੜੇ ਵਕੀਲ ਆ ਉਹ ਹੁੰਦੇ ਆ। ਸੋ ਭਰੋਸੇਯੋਗ ਵਕੀਲ ਦੇ ਨਾਲ ਜਿਹੜਾ ਸੰਪਰਕ ਰੱਖੋ। ਤੁਸੀਂ ਟੇਕਿਆਣਾ ਇਮੀਗ੍ਰੇਸ਼ਨ ਲਾ ਫਰਮ ਜਿਨ੍ਹਾਂ ਦਾ ਹੁਣ ਨਿਊਯਾਰਕ ਦੇ ਵਿੱਚ ਵੀ ਆਫਿਸ ਖੁੱਲ ਚੁੱਕਾ ਹੈ, ਕੈਲੀਫੋਰਨੀਆ ਦੇ ਨਾਲ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ 415-909-0503। ਤੇ ਅਟਰਨੀ ਟੇਕਿਆਣਾ ਜੀ ਧੰਨਵਾਦ। ਅੱਜ ਸਰੋਤਿਆਂ ਤੋਂ ਇੱਕ ਵਾਰੀ ਫਿਰ ਮਾਫੀ ਮੰਗਦੇ ਵੀ ਕਾਲ ਨਹੀਂ ਲੈ ਸਕੇ, ਕਿਉਂਕਿ ਇਹ ਕਾਫੀ ਲੰਮਾ ਚੌੜਾ ਜਿਹੜਾ ਅੱਜ ਦੇ ਟੌਪਿਕ ਆ ਉਹ ਜਿਹੜੇ ਰਹੇ ਆ, ਤੇ ਧੰਨਵਾਦ ਕਰਦੇ ਹਾਂ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮਿਹਰਬਾਨੀ ਜੀ। ਸੋ ਇੱਥੇ ਪ੍ਰੋਗਰਾਮ ਦੀ ਸਮਾਪਤੀ, ਅਗਲੀ ਵਾਰ ਤੱਕ ਲਈ ਇਜਾਜ਼ਤ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹਿਣਾ ਪੰਜਾਬੀ ਰੇਡੀਓ USA। ਠੀਕ ਆ ਜੀ, ਟਿਕਟੌਕ ਵਾਲਿਓ ਧੰਨਵਾਦ ਤੁਹਾਡਾ ਵੀ ਸਾਰਿਆਂ ਦਾ ਸਾਡੇ ਨਾਲ ਜੁੜਨ ਲਈ। ਤੇ ਹਰੇਕ ਸੈਟਰਡੇ ਨੂੰ ਮੈਂ ਤਾਂ ਐਕਚੁਅਲੀ 2 ਸਾਲ ਤੋਂ ਕਰਦਾ, ਮੈਨੂੰ ਪਤਾ ਨਹੀਂ ਸੀਗਾ ਟਿਕਟੌਕ ਦਾ ਲਾਈਵ ਦਾ, ਮੈਂ ਨਵਾਂ ਵਾਂ ਇੱਥੇ। ਤੇ ਹੁਣ ਇਹ ਆ ਕਿ ਹਰੇਕ ਸੈਟਰਡੇ ਨੂੰ ਟਿਕਟੌਕ ਤੇ ਕੈਲੀਫੋਰਨੀਆ ਦੇ ਹਿਸਾਬ ਨਾਲ 9 ਵਜੇ ਪ੍ਰੋਗਰਾਮ ਹੋਊਗਾ। ਤੇ ਇਹ ਪ੍ਰੋਗਰਾਮ ਨੂੰ ਸ਼ੇਅਰ ਕਰੋ ਤੁਸੀਂ ਵੱਧ ਤੋਂ ਵੱਧ ਜਿੰਨਾ ਕਰ ਸਕਦੇ ਆ, ਤੇ ਇੱਦਾਂ ਹੀ ਇਨਫੋਰਮੇਸ਼ਨ ਜਿਹੜੀ ਆਪਣੀ ਸ਼ੇਅਰ ਕਰਕੇ ਰੱਖੋ, ਤੇ ਤੁਹਾਨੂੰ ਇਹਦੇ ਵਿੱਚ ਫਾਇਦਾ ਹੋਊਗਾ। ਭਾਵੇਂ ਆਪਾਂ ਤੁਹਾਡੇ ਵਕੀਲ ਆ ਨਹੀਂ ਆ, ਸੋ ਇਹ ਤੁਹਾਨੂੰ ਸਾਰਿਆਂ ਨੂੰ ਜਿਹੜਾ ਫਾਇਦੇਮੰਦ ਹੋ ਸਕਦੀ ਹੈ। ਚਲੋ ਅੱਜ ਲਈ ਇੰਨਾ ਹੀ ਆ, ਕਾਫੀ ਬੋਲ ਕੇ ਥੱਕ ਵੀ ਜਾਂਦਾ ਬੰਦਾ। ਤੇ ਜੁੜਦੇ ਰਹੋ, ਅਗਲੇ ਹਫਤੇ ਫਿਰ ਮਿਲਦੇ ਆ 9 ਵਜੇ। ਟੇਕ ਕੇਅਰ, ਇੰਜੋਏ ਯਰ ਵੀਕਐਂਡ।